ਜ਼ਿੰਦਗੀ ਦੇ ਰੰਗਾਂ ਤੇ ਆਵਾਜ਼ ਦੀਆਂ ਤਰੰਗਾਂ ਨੂੰ ਮਾਣਦੇ ਹੋਏ ਇਸ ਵਕਤ ਤੁਸੀਂ ਜੁੜ ਚੁੱਕੇ ਹੋ ਟਿਵਾਣਾ ਰੇਡੀਓ ਦੇ ਨਾਲ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ। ਮੈਂ ਪਰਮਿੰਦਰ ਸਿੰਘ ਟਿਵਾਣਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਸੱਜਣਾ ਦਾ ਸਵਾਗਤ ਕਰਦਾ। ਭਾਰਤੀ ਸਮੇਂ ਮੁਤਾਬਕ ਸੋਮਵਾਰ ਤੋਂ ਸ਼ਨੀਵਾਰ ਲਗਾਤਾਰ 6 ਦਿਨ ਸਵੇਰ ਦਾ ਵਕਤ 8 ਵਜੇ ਤੋਂ ਲੈ ਕੇ 10 ਵਜੇ ਤੱਕ ਇਹ ਪ੍ਰੋਗਰਾਮ ਆਪਾਂ ਲਾਈਵ ਕਰੀਦਾ ਅਤੇ ਸ਼ਾਮ ਨੂੰ ਇਹ ਪ੍ਰੋਗਰਾਮ ਭਾਰਤੀ ਸਮੇਂ ਮੁਤਾਬਕ 7 ਵਜੇ ਤੋਂ ਲੈ ਕੇ 9 ਵਜੇ ਤੱਕ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਤੁਹਾਡਾ ਦੋਸਤ ਪਰਮਿੰਦਰ ਸਿੰਘ ਲੈ ਕੇ ਹਾਜ਼ਰ ਹੋਣਾ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਸ਼ਮੂਲੀਅਤ ਕਰ ਸਕਦੇ ਹੋ। ਉਸ ਦੇ ਵਾਸਤੇ ਤੁਸੀਂ ਕਾਲ ਕਰਨੀ ਆ 9876309655 ਤੇ ਇਸ 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਜਾਂ ਫਿਰ ਆਪਣਾ ਜਿਹੜਾ ਵਟਸਐਪ ਮੈਸੇਜ ਹੈ ਉਹ ਵੀ 9876309655 'ਤੇ ਕਾਲ ਕਰਕੇ ਆਪਣਾ ਵਟਸਐਪ ਮੈਸੇਜ ਕੋਈ ਵੀ ਰਿਕਾਰਡ ਕਰਕੇ ਛੱਡ ਸਕਦੇ ਹੋ। ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਤੁਹਾਡੀ ਸੁਵਿਧਾ ਦੇ ਮੁਤਾਬਕ ਇਹ ਫਿਰ ਸ਼ਾਮ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਜਦੋਂ ਮੁਨਾਸਬ ਹੋਵੇ ਸਾਂਝਾ ਕੀਤਾ ਜਾਵੇਗਾ। ਅਤੇ ਜਿਸ ਤਰ੍ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਵੱਖ-ਵੱਖ ਮਾਧਿਅਮ ਦੇ ਰਾਹੀਂ ਸੁਣਦੇ ਹੋ, ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਜਾਣਕਾਰੀ ਦਿਓ। ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸੁਨੇਹਾ ਆਉਂਦਾ ਹੈ ਕਿ ਇਹ ਪ੍ਰੋਗਰਾਮ ਜਿਹੜਾ ਹੈਗਾ ਇਸ ਵਜੇ ਇੰਨੇ ਵਜੇ ਪੇਸ਼ ਕੀਤਾ ਜਾਂਦਾ। ਇਸ ਸਾਈਟ 'ਤੇ ਗਾਂ ਦੀ ਗਾਂ ਮੈਸੇਜ ਜਦੋਂ ਪਤਾ ਲੱਗਦੇ ਨੇ ਤਾਂ ਅੱਛਾ ਲੱਗਦਾ ਕਿ ਬਿਲਕੁਲ ਤੁਸੀਂ ਸਾਡੇ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਹੋ। ਅਹਿਸਾਨ ਮੰਦ ਰਵਾਂਗੇ ਤੁਹਾਡੇ ਹਮੇਸ਼, ਕਿਉਂਕਿ ਤੁਹਾਡਾ ਆਪਣਾ ਮੰਚ ਹੈ। ਕਿਰਤ ਨਾਲ ਜੁੜੇ ਲੋਕਾਂ ਦੇ ਵਾਸਤੇ ਰੇਡੀਓ ਤੋਂ ਬਿਹਤਰ ਸਾਧਨ ਕੋਈ ਨਹੀਂ ਹੈ। ਅਤੇ NRI ਵੀ ਜ਼ਿਆਦਾ ਕਿਰਤ ਨਾਲ ਜੁੜੇ ਲੋਕ ਹੁੰਦੇ ਨੇ, ਇਹਦੇ 'ਚ ਕੋਈ ਦੋ ਰਵਾਂ ਨਹੀਂ। ਕਿਉਂਕਿ ਪੰਜਾਬ ਦੇ ਵਿੱਚ ਭਾਵੇਂ ਕਿਰਤ ਦਾ ਕੰਸੈਪਟ ਸਾਡੇ ਕੋਲੋਂ ਥੋੜ੍ਹਾ ਜਿਹਾ ਘੱਟ ਰਿਹਾ, ਇਹ ਵੀ ਗੱਲ ਕੋਈ ਐਵੇਂ ਨਹੀਂ ਹੈ, ਇਹਦੇ ਵਿੱਚ ਵੀ ਕਾਫੀ ਸੱਚਾਈ ਹੈ। ਖੈਰ, ਆਈਫੋਨ ਐਪਸ 'ਤੇ ਜਾਂ ਐਂਡਰਾਇਡ ਐਪਸ 'ਤੇ ਤੁਸੀਂ ਇਸ ਰੇਡੀਓ ਪ੍ਰੋਗਰਾਮ ਨੂੰ ਇੰਸਟਾਲ ਕਰੋ। ਐਂਡ ਨਾਲ ਇਸ ਪ੍ਰੋਗਰਾਮ ਨੂੰ ਅਮਰੀਕਾ ਦੇ ਵਿੱਚ ਸੁਣਨ ਵਾਸਤੇ ਫ਼ੋਨ ਨੰਬਰ 667 930 9260 'ਤੇ ਕਾਲ ਕਰਕੇ ਸੁਣਿਆ ਜਾ ਸਕਦਾ। ਯਾਨੀ ਕਿ ਕਾਲ ਟੂ ਲਿਸਨ ਨੰਬਰ ਹੈ 667 930 9260। ਇਸ ਨੰਬਰ 'ਤੇ ਕਾਲ ਕਰਕੇ ਵੀ ਇਸ ਪ੍ਰੋਗਰਾਮ ਦਾ ਲੁਤਫ ਆਪ ਜੀ ਲੈ ਸਕਦੇ ਹੋ। ਅਤੇ ਜਾਂ ਫਿਰ ਸਾਡੀ ਵੈਬਸਾਈਟ tivanaradio.com 'ਤੇ ਜਾ ਕੇ ਵੀ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਲੈ ਸਕਦੇ ਹੋ। ਅਤੇ ਕੋਈ ਹੋਰ ਸੂਚਨਾ ਅਦਾਰੇ ਦੇ ਮੁਤਲਕ ਚਾਹੀਦੀ ਹੋਵੇ ਤਾਂ ਉਹ ਵੀ ਸੰਪਰਕ ਉੱਥੇ ਕੀਤਾ ਜਾ ਸਕਦਾ ਹੈ। ਅਤੇ ਅੱਜ ਜਿਸ ਤਰ੍ਹਾਂ ਕਿਸਾਨਾਂ ਅਤੇ ਕੇਂਦਰ ਦੇ ਦਰਮਿਆਨ 9ਵੇਂ ਗੇੜ ਦੀ ਗੱਲਬਾਤ ਸੀ, ਇਹ ਵੀ 9ਵਾਂ ਦਿਨ ਉਹੀ ਹੋਇਆ ਕਿ ਜੁਮਾ 9 ਦਿਨ ਗੱਲ ਅਜੇ ਵੀ ਬਣੀ ਨਹੀਂ ਹੈ। ਅਗਲੀ ਮੀਟਿੰਗ 19 ਤਰੀਕ ਦੀ ਰੱਖ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 18 ਤਰੀਕ ਨੂੰ ਭਾਰਤ ਸਰਕਾਰ ਨੇ ਜੋ ਸ਼ਿਕਾਇਤ ਕੀਤੀ ਹੈ, ਮੈਂ ਸਮਝਦਾ ਕਿਸਾਨਾਂ ਦੀ, ਕਿ ਇਹ ਜੋ ਕਿਸਾਨ ਪਰੇਡ ਕਰ ਰਹੇ ਨੇ ਉਸ ਦੇ ਨਾਲ ਭਾਰਤ ਨੂੰ ਸ਼ਾਖ ਨੂੰ ਭਾਰਤ ਦੀ ਨੂੰ ਵੱਟਾ ਲੱਗੇਗਾ। ਉਸ ਮੁਤਲਕ 18 ਤਰੀਕ ਨੂੰ ਸੁਣਵਾਈ ਹੋਣੀ ਹੈ ਅਤੇ ਉਸ ਤੋਂ ਬਾਅਦ 19 ਤਾਰੀਖ ਦੀ ਇਹ ਮੀਟਿੰਗ ਹੈ। ਅਤੇ ਦੂਸਰੀ ਗੱਲਬਾਤ ਆਪਾਂ ਕਰਨੀ ਹੈ ਕੁਝ ਜਿਸ ਤਰ੍ਹਾਂ ਪਹਿਲਾਂ ਵੀ ਪੰਜਾਬ ਦੇ ਵਿੱਚ ਕਾਫੀ ਸਾਰੀਆਂ ਲਹਿਰਾਂ ਚੱਲੀਆਂ ਨੇ। ਸੋ ਬਾਰ ਦੇ ਇਲਾਕੇ ਦੇ ਵਿੱਚ ਜਿਹੜੀ 20ਵੀਂ ਸਦੀ ਦੀ ਪਹਿਲੀ ਕਿਸਾਨ ਲਹਿਰ ਸੀ, ਪਗੜੀ ਸੰਭਾਲੋ ਜੱਟਾ ਲਹਿਰ ਸੀ, ਉਸ ਦਾ ਕੀ ਸੱਚ ਹੈ, ਉਹ ਕਿਉਂ ਪੈਦਾ ਹੋਈ, ਕੀ ਕਾਰਨ ਸੀ। ਪਗੜੀ ਸੰਭਾਲੋ ਜੱਟਾ ਲਹਿਰ ਬਾਰੇ ਵੀ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਜਾਵੇਗੀ। ਜਾਂ ਹੋਰ ਵੀ ਕਈ ਸਾਰੀਆਂ ਮੁਜ਼ਾਹਰਾ ਲਹਿਰ ਚੱਲੀ, ਹੋਰ ਕਈ ਲਹਿਰਾਂ ਚੱਲੀਆਂ। ਉਸ ਤੋਂ ਬਾਅਦ ਇਹ ਪਹਿਲਾ ਵੱਡਾ ਅੰਦੋਲਨ ਹੈ ਜਿਹੜਾ ਨਰੋਲ ਲੋਕਾਂ ਦਾ ਅੰਦੋਲਨ ਹੈ, ਕਿਉਂਕਿ ਇਸ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਪੈਦਾ ਹੋਣ ਦੇ ਅਸਾਰ ਨਹੀਂ। ਜਿਸ ਤਰ੍ਹਾਂ ਬਾਬੂ ਜਗਜੀਵਨ ਰਾਮ, ਉਸ ਤੋਂ ਬਾਅਦ ਅੰਨਾ ਹਜ਼ਾਰੇ ਮੂਵਮੈਂਟ, ਇਹਨਾਂ ਦੇ ਵਿੱਚੋਂ ਪੋਲੀਟੀਕਲ ਪਾਰਟੀਆਂ ਪੈਦਾ ਹੋਈਆਂ ਜਾਂ ਪੋਲੀਟੀਕਲ ਰਾਜ ਸੱਤਾ ਦੀ ਬਦਲੀ ਇਹਨਾਂ ਵੱਡੇ ਜਨ ਅੰਦੋਲਨਾਂ ਦਾ ਕਾਰਨ ਸੀ। ਪਰ ਇਹ ਪਹਿਲੀ ਵਾਰੀ ਹੈ ਕਿ ਇਸ ਦੇ ਵਿੱਚ ਕੋਈ ਵੀ ਪੋਲੀਟੀਕਲ ਰੱਦੋ ਬਦਲ ਨਹੀਂ ਹੈ। ਕਿਸਾਨ ਆਪਣੀ ਪਾਰਟੀ ਬਣਾਉਣ ਦੇ ਵਾਸਤੇ ਇਸ ਅੰਦੋਲਨ ਨੂੰ ਨਹੀਂ ਕਰ ਰਹੇ, ਬਲਕਿ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਅੰਦੋਲਨ ਕਰ ਰਹੇ ਨੇ। ਅਤੇ ਇਸ ਦੇ ਨਾਲ ਕੁਝ ਮਾਹਰ ਮਹਿਮਾਨਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਕਰਾਂਗੇ ਅਤੇ ਬਹੁਤੀ ਜਾਣਕਾਰੀ ਇਹਨਾਂ ਕਿਸਾਨੀ ਲਹਿਰਾਂ ਦੇ ਮੁਤਲਕ ਹੋਏਗੀ। ਇੱਕ ਕੁਛ ਅਪਡੇਟ ਜਿਹੜੀ ਆਈ ਸੀਗੀ ਕਿ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਕਿ ਖੇਤੀ ਕਾਨੂੰਨਾਂ ਦੇ ਮੁਤਲਕ ਅੱਜ 9ਵੇਂ ਗੇੜ ਦੀ ਗੱਲਬਾਤ ਜਿਹੜੀ ਉਹ ਬੇਸਿੱਟਾ ਰਹੀ ਹੈ। ਅਤੇ ਇਸ ਦੌਰਾਨ ਅਗਲੀ ਮੀਟਿੰਗ 19 ਤਾਰੀਖ ਨੂੰ ਰੱਖੀ ਗਈ ਹੈ। ਅਤੇ ਸਿੰਘੂ ਬਾਰਡਰ 'ਤੇ 26 ਜਨਵਰੀ ਨੂੰ ਕਿਸਾਨ ਅੰਦੋਲਨ ਦੇ ਪ੍ਰਤੀਕ ਦੇ ਤੌਰ 'ਤੇ ਦੁਨੀਆ ਦਾ ਸਭ ਤੋਂ ਵੱਡਾ ਝੰਡਾ ਜਿਹੜਾ ਕਿਸਾਨ ਲਹਿਰਾ ਰਹੇ ਨੇ।
ਸੋ ਲਿਮਕਾ ਬੁੱਕ ਆਫ ਰਿਕਾਰਡ ਦੇ ਵਿੱਚ ਦਰਜ ਕਰਾਉਣ ਵਾਲੇ ਮੋਗਾ ਦੇ ਆਰਟਿਸਟ ਗੁਰਪ੍ਰੀਤ ਸਿੰਘ ਕੋਮਲ ਨੇ ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਵਿਸ਼ਵ ਦਾ ਸਭ ਤੋਂ ਵੱਡਾ ਝੰਡਾ ਤਿਆਰ ਕੀਤਾ, ਜੋ 26 ਜਨਵਰੀ ਨੂੰ ਸਿੰਘੂ ਬਾਰਡਰ ਤੇ ਲਹਿਰਾਇਆ ਜਾਵੇਗਾ। ਇਸ ਦੇ ਵਿੱਚ ਇਸ ਲਹਿਰ ਦੇ ਵਿੱਚ ਆਪਣੀ ਜਾਨ ਵਾਰ ਚੁੱਕੇ 116 ਕਿਸਾਨਾਂ ਦੇ ਨਾਂ ਸੁਨਹਿਰੇ ਅੱਖਰਾਂ ਦੇ ਵਿੱਚ ਲਿਖੇ ਗਏ ਨੇ। ਇਸ ਝੰਡੇ ਦੇ ਉੱਤੇ 395 ਵਰਗ ਫੁੱਟ ਥਾਂ ਤੇ ਆਮ ਲੋਕਾਂ ਦੇ ਦਸਤਖਤਾਂ ਦੇ ਵਾਸਤੇ ਇਸ ਨੂੰ ਛੱਡਿਆ ਗਿਆ। ਕੋਮਲ ਹੋਰਾਂ ਦੀ ਪਤਨੀ ਸਰਬਜੀਤ ਕੋਮਲ ਤੇ ਧੀ ਅਸ਼ਮੀਤ ਕੋਮਲ ਨੇ ਮਿਲ ਕੇ ਵਿਸ਼ਵ ਦਾ ਸਭ ਤੋਂ ਵੱਡਾ ਆਕਾਰੀ ਝੰਡਾ ਤਿਆਰ ਕੀਤਾ, ਜਿਸ ਦਾ ਵਜ਼ਨ 5.25 ਕਿਲੋ, ਲੰਬਾਈ 27.5 ਮੀਟਰ, ਚੌੜਾਈ 5.5 ਫੁੱਟ ਤੇ ਝੰਡੇ ਦਾ ਹਰਾ ਰੰਗ 29 ਇੰਚ ਗੋਲ ਚੱਕਰ ਹੈ। ਇਸ ਦੇ ਵਿੱਚ ਕਿਸਾਨ ਬਲਦਾਂ ਦੇ ਨਾਲ ਖੇਤੀ ਕਰਦਾ ਦਿਖਾਇਆ ਗਿਆ ਤੇ ਨਾਲ ਹੀ ਹਰੇ ਰੰਗ ਤੇ ਇਸ ਅੰਦੋਲਨ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ 116 ਕਿਸਾਨਾਂ ਦੇ ਨਾਂ ਵੀ ਸੁਨਹਿਰੇ ਅੱਖਰਾਂ ਦੇ ਵਿੱਚ ਲਿਖੇ ਹੋਏ ਨੇ। ਅੱਜ ਦੀ ਮੀਟਿੰਗ ਦੇ ਮੁਤਲਕ ਨਰਿੰਦਰ ਸਿੰਘ ਤੋਮਰ ਨੇ ਆਖਿਆ ਕਿ ਇਹ ਗੱਲਬਾਤ ਬੜੇ ਸਦਭਾਵਨਾ ਵਾਲੇ ਮਾਹੌਲ ਦੇ ਵਿੱਚ ਹੋਈ ਹੈ। ਸਰਕਾਰ ਦਾ ਅਕਸਰ ਇਹ ਘੜਿਆ ਘੜਾਇਆ ਜਵਾਬ ਹੁੰਦਾ, ਪਰ ਫਿਰ ਵੀ ਤੋਮਰ ਨੇ ਆਖਿਆ ਕਿ ਸਾਨੂੰ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ ਹੈ। ਤੋਮਰ ਨੇ ਆਖਿਆ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਬਣੀ ਹੋਈ ਜਿਹੜੀ ਕਮੇਟੀ ਹੈ ਉਹ ਜਦੋਂ ਵੀ ਸੱਦਾ ਦੇਵੇਗੀ ਅਸੀਂ ਉਸ ਕੋਲ ਆਪਣਾ ਪੱਖ ਰੱਖਾਂਗੇ। ਜਦੋਂ ਕਿ ਇਸ ਕਮੇਟੀ ਦੇ ਜਿਸ ਦੇ ਵਿੱਚੋਂ ਇੱਕ ਮੈਂਬਰ ਜਿਹੜੇ ਨੇ ਆਪਣੀ ਗੈਰ ਹਾਜ਼ਰੀ ਪਾ ਚੁੱਕੇ ਨੇ, ਜਾਣੀ ਕਿ ਛੱਡ ਚੁੱਕੇ ਨੇ, ਭੁਪਿੰਦਰ ਸਿੰਘ ਮਾਨ ਪੰਜਾਬ ਦੇ ਕਿਸਾਨ ਯੂਨੀਅਨ ਨਾਲ ਸੰਬੰਧਿਤ ਰਾਜਸੀ ਆਗੂ, ਪਰ ਫਿਰ ਵੀ ਇਸ ਕਮੇਟੀ ਦੇ ਮੈਂਬਰਾਂ ਦਾ ਅੱਜ ਬਿਆਨ ਛਪਿਆ ਕਿ ਉਹਨਾਂ ਨੂੰ ਇਸ ਦੇ ਵਿੱਚ ਕੋਈ ਵੀ ਝਿਜਕ ਨਹੀਂ ਹੈ, ਹੈਜੀਟੇਸ਼ਨ ਦੁਚਿੱਤੀ ਨਹੀਂ ਹੈ, ਉਹਨਾਂ ਦੇ ਸਵੈਮਾਨ ਨੂੰ ਕੋਈ ਠੇਸ ਨਹੀਂ ਹੈ। ਉਹ ਕਿਸਾਨਾਂ ਦੇ ਨਾਲ ਜਾ ਕੇ ਮੀਟਿੰਗ ਬਾਰਡਰ ਤੇ ਵੀ ਕਰ ਸਕਣਗੇ, ਉਹਨਾਂ ਦੇ ਸੰਘਰਸ਼ ਦੇ ਵਿੱਚ ਵੀ ਕਰ ਸਕਣਗੇ। ਜਦੋਂ ਕਿ ਜੰਤਰ ਮੰਤਰ 'ਤੇ ਧਰਨਾ ਦੇ ਰਹੇ ਜਿਹੜੇ ਕਾਂਗਰਸ ਦੇ ਆਗੂ ਸੀ ਗੁਰਜੀਤ ਔਜਲਾ, ਜਸਵੀਰ ਡਿੰਪਾ, ਸੰਸਦ ਮੈਂਬਰ ਨੇ ਖਡੂਰ ਸਾਹਿਬ ਤੋਂ, ਜੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜੀਰਾ, ਰਵਨੀਤ ਬਿੱਟੂ ਲੁਧਿਆਣਾ ਤੋਂ MP, ਇਹਨਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਧਰਨੇ 'ਤੇ ਡਟੇ ਹੋਏ ਸਨ। ਇਹਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ, ਦਿੱਲੀ ਪੁਲਿਸ ਨੇ ਹਿਰਾਸਤ ਦੇ ਵਿੱਚ ਇਹਨਾਂ ਨੂੰ ਲਿਆ। ਸੋ ਇਸ ਸੰਬੰਧੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕੇਂਦਰੀ ਖੇਤੀ ਕਾਨੂੰਨਾਂ ਤੇ ਕੇਂਦਰ ਸਰਕਾਰ 'ਤੇ ਮੁੜ ਨਿਸ਼ਾਨਾ ਵਿਧਿਆ ਕਿ ਸਰਕਾਰ ਇਹਨਾਂ ਤਿੰਨੇ ਕਾਨੂੰਨਾਂ ਨੂੰ ਜਦੋਂ ਤੱਕ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਾਂਗਰਸ ਪਾਰਟੀ ਉਹਨਾਂ ਦਾ ਵਿਰੋਧ ਕਰਦੀ ਰਹੇਗੀ। ਤੇ ਉਪ ਰਾਜਪਾਲ ਦੀ ਰਿਹਾਇਸ਼ ਦੇ ਨੇੜੇ ਕਾਂਗਰਸ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਇਹ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ, ਗੱਲ ਹੁੰਦੀ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਬਾਅਦ ਦੇ ਵਿੱਚ ਥਾਣੇ ਲਿਜਾ ਕੇ ਛੱਡ ਦਿੱਤਾ ਜਾਂਦਾ। ਸੋ ਇਸ ਤਰ੍ਹਾਂ ਦਾ ਸਿਆਸੀ ਡਰਾਮਾ ਇਹਨਾਂ ਸਿਆਸਤਦਾਨਾਂ ਦਾ ਚੱਲਦਾ ਰਹਿੰਦਾ ਹੈ। ਪਿਛਲੇ ਦਿਨੀ ਪਟਿਆਲਾ ਦੇ ਮਹਿੰਦਰਾ ਕਾਲਜ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਸਾਹਮਣੇ ਕੁਝ ETT ਦੇ ਟੈਟ ਪਾਸ ਅਧਿਆਪਕ ਧਰਨਾ ਦੇ ਰਹੇ ਸਨ, ਜਿਨ੍ਹਾਂ ਦੇ ਧਰਨੇ ਦਾ ਰੰਗ ਬੜਾ ਅਜੀਬ ਸੀ। ਕਈ ਦਿਨ ਤਕਰੀਬਨ ਹਫ਼ਤੇ ਤੋਂ ਵੱਧ ਸਮਾਂ ਇਹਨਾਂ ਨੇ ਟੈਂਕੀ 'ਤੇ ਗੁਜ਼ਾਰਿਆ। ਮਨੋਜ ਤੇ ਗੁਰਭੇਜ ਨਾਂ ਦੇ ਦੋ ਨੌਜਵਾਨ ਆਖਰ ਨੂੰ ਥੱਲੇ ਉਤਰ ਆਏ ਨੇ ਕਿਉਂਕਿ ਸਰਕਾਰ ਦੀ ਤਰਫੋਂ ਇਹ ਭਰੋਸਾ ਦਿੱਤਾ ਗਿਆ ਕਿ ਤੁਹਾਡੀ ਗੱਲਬਾਤ 'ਤੇ ਜਲਦੀ ਗੌਰ ਕੀਤਾ ਜਾਵੇਗਾ, ਤੇ ਜਿਸ ਦੇ ਮੱਦੇਨਜ਼ਰ ਇਹਨਾਂ ਨੇ ਆਪਣਾ ਟੈਂਕੀ ਵਾਲਾ ਮੋਰਚਾ ਛੱਡ ਦਿੱਤਾ। ਉਧਰ ਨਵਜੋਤ ਸਿੰਘ ਸਿੱਧੂ ਵੀ ਦੂਜੇ ਚੌਥੇ ਦਿਨ ਕੋਈ ਨਾ ਕੋਈ ਬਿਆਨਾਤ ਸਾਹਮਣੇ ਲਿਆਉਂਦੇ ਨੇ ਤੇ ਅੱਜ ਫਿਰ ਪੰਜਾਬ ਦੇ ਸਾਬਕਾ ਕੈਬਨਿਟ ਵਜ਼ੀਰ ਨਵਜੋਤ ਸਿੰਘ ਸਿੱਧੂ ਨੇ NDA ਸਰਕਾਰ 'ਤੇ ਦੋਸ਼ ਲਾਏ ਨੇ ਕਿ ਇਸ ਮੋਦੀ ਸਰਕਾਰ ਦੇ ਕਾਰਜਕਾਲ ਦੇ ਦੌਰਾਨ FCI ਜਿਹੜੀ ਭਾਰਤੀ ਖੁਰਾਕ ਨਿਗਮ ਹੈ ਉਸ ਦੇ ਉੱਤੇ ਕਰਜ਼ਾ ਲਗਾਤਾਰ ਵੱਧ ਰਿਹਾ ਤੇ ਇਸ ਦੀ ਹਾਲਤ ਹੈ ਜਿਹੜੀ ਕਮਜ਼ੋਰ ਹੋ ਰਹੀ ਹੈ। ਇਹ ਮੋਦੀ ਸਰਕਾਰ ਦੀ ਇੱਕ ਵੱਡੀ ਨਾਕਾਮੀ ਹੈ ਕਿ ਪਬਲਿਕ ਸੈਕਟਰ ਦੀਆਂ ਜਿਹੜੀਆਂ ਨਾਮੀ ਗ੍ਰਾਮੀ ਸੰਸਥਾਵਾਂ ਆ ਰਹੀਆਂ ਨੇ ਜਿਨ੍ਹਾਂ ਨੇ ਦੇਸ਼ ਦੇ ਪ੍ਰਬੰਧ ਦੇ ਵਿੱਚ ਵੱਡਾ ਰੋਲ ਨਿਭਾਇਆ, ਉਹ ਕਿਉਂ ਇਸ ਤਰ੍ਹਾਂ ਕਰਜ਼ਈ ਹੋ ਰਹੀਆਂ ਨੇ। ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ FCI ਦੇ ਵਾਸਤੇ ਸਰਕਾਰ ਫੰਡ ਨਹੀਂ ਜਾਰੀ ਕਰ ਰਹੀ। ਇਸ ਨਿਗਮ ਦੀ ਸਥਾਪਨਾ 1965 ਦੇ ਵਿੱਚ ਫਸਲਾਂ ਦਾ ਵਾਧੂ ਸਟਾਕ ਜਨਤਕ ਵੰਡ ਪ੍ਰਣਾਲੀ ਦੇ ਵਿੱਚ ਭੇਜਣ ਦੀ ਮਦਦ ਵਾਸਤੇ ਕੀਤਾ ਗਿਆ ਸੀ, ਪਰ ਹੁਣ ਅਡਾਨੀ ਗਰੁੱਪ ਵਰਗੇ ਅਮੀਰ ਕਾਰਪੋਰੇਟ ਅਦਾਰਿਆਂ ਨੂੰ ਦੇਸ਼ ਦਾ ਹਾਕਮ ਬਣਾਉਣ ਦੀ ਮਨਸ਼ਾ ਦੇ ਨਾਲ FCI ਨੂੰ ਖਤਮ ਕੀਤਾ ਜਾ ਰਿਹਾ। ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ FCI 'ਤੇ ਜਿਹੜਾ ਕਰਜ਼ਾ 2014 ਦੇ ਵਿੱਚ 91,000 ਕਰੋੜ ਸੀ ਉਹ ਹੁਣ ਵੱਧ ਕੇ 4 ਲੱਖ ਕਰੋੜ ਹੋ ਗਿਆ। ਇਹ ਕਰਜ਼ਾ ਵਧਣ ਦਾ ਕਾਰਨ ਇਹ ਹੈ ਕਿ ਪਹਿਲਾਂ ਦੇ ਮੁਕਾਬਲੇ ਉਹਨਾਂ ਨੂੰ ਸਿਰਫ ਅੱਧੀ ਰਕਮ ਹੀ ਬਜਟ ਦੇ ਵਿੱਚ ਦਿੱਤੀ ਜਾਂਦੀ ਹੈ। ਪਿਛਲੇ ਸਾਲ ਉਸ ਬਜਟ ਦੇ ਵਿੱਚੋਂ ਵੀ 20 ਤੋਂ 30% ਕੱਟ ਲਾ ਦਿੱਤਾ ਗਿਆ। ਸੋ ਇਸ ਦੇ ਨਾਲ FCI ਨੇ ਰਾਸ਼ਟਰੀ ਛੋਟੀਆਂ ਬਚਤਾਂ ਫੰਡ ਤੋਂ ਕਰਜ਼ੇ ਲਏ। ਬਹੁਤੇ ਰਾਜਾਂ ਦੇ ਵਿੱਚ ਜਿਹੜੇ ਅਡਾਨੀ ਦੇ ਸੈਲੋਜ਼ ਦੀ ਜਿਹੜੀ ਸਮਰੱਥਾ ਹੈ ਉਹ 8.5 ਲੱਖ ਮੀਟ੍ਰਿਕ ਟਨ ਹੈ।
ਇਸ ਤੋਂ ਇਲਾਵਾ ਸਰਕਾਰ ਨੇ 30 ਸਾਲ ਦੇ ਕੰਟਰੈਕਟ ਅਡਾਨੀਆਂ ਦੀ ਕੰਪਨੀ ਨੂੰ ਦਿੱਤੇ ਨੇ, ਪਰ ਕਿਸਾਨਾਂ ਦੇ ਵਾਸਤੇ ਇੱਕ ਵੀ ਸਹੂਲਤ ਨਹੀਂ ਦਿੱਤੀ ਗਈ। ਐਫਸੀ ਦੀ ਸਮੀਖਿਆ ਅਤੇ ਇਸ ਦੇ ਪੁਨਰਗਠਨ ਦੇ ਲਈ ਕਾਇਮ ਕੀਤੀ ਗਈ ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਸ਼ਾਂ ਸੀ ਕਿ ਅਡਾਨੀ ਗਰੁੱਪ ਸਾਈਲੋ ਬਣਾਵੇ, ਜੋ ਬਾਅਦ ਦੇ ਵਿੱਚ ਖਰੀਦ ਕੇਂਦਰਾਂ ਦੇ ਵਿੱਚ ਤਬਦੀਲ ਕਰ ਜਾਣਗੇ। ਇੰਜ ਆੜ੍ਹਤੀਆ ਸ਼ਾਹੂਕਾਰ ਪ੍ਰਣਾਲੀ ਸੀ, ਜਿਹੜੀ ਆੜ੍ਹਤੀਆ ਪ੍ਰਣਾਲੀ ਸੀ, ਉਸ ਦਾ ਖਾਤਮਾ ਹੋ ਜਾਵੇਗਾ ਅਤੇ ਕਿਸਾਨਾਂ ਤੋਂ ਖਰੀਦ ਕੇਵਲ ਅਡਾਨੀ ਹੀ ਕਰ ਸਕਣਗੇ। ਸੋ ਇਹ ਸ਼ਾਂਤਾ ਕੁਮਾਰ ਸੀ ਜਿਹੜੇ ਹਿਮਾਚਲ ਵਾਲੇ, ਇਹ ਸਭ ਉਹਨਾਂ ਦੀਆਂ ਪਲੈਨਿੰਗ ਸੀ, ਜਿਸ ਦਾ ਅੰਜਾਮ ਅੱਜ ਸਾਹਮਣੇ ਆਇਆ। ਸੋ ਨਵਜੋਤ ਸਿੰਘ ਸਿੱਧੂ ਨੇ ਇਸ ਦਾ ਕਾਫੀ ਖੁਲਾਸਾ ਕੀਤਾ, ਕਿਉਂਕਿ ਨਵਜੋਤ ਸਿੰਘ ਸਿੱਧੂ ਕਾਫੀ ਫਿਗਰ ਅਤੇ ਫੈਕਟ ਨਾਲ ਗੱਲ ਕਰਨ ਵਾਲੀ ਸ਼ਖਸੀਅਤ ਨੇ। ਉਹਨਾਂ ਦਾ ਦੇਖੋ, ਨਿੱਜੀ ਜ਼ਿੰਦਗੀ ਕਿਸੇ ਦੀ ਕੋਈ ਵੀ ਹੋ ਸਕਦੀ ਹੈ, ਸਾਰੇ ਧਰਮ ਬਰਾਬਰ ਨੇ, ਸਭ ਧਰਮਾਂ ਦਾ ਸਤਿਕਾਰ ਕਰਨਾ ਵੀ ਚਾਹੀਦਾ। ਸਿਆਸਤਦਾਨਾਂ ਨੂੰ ਹਰ ਧਰਮ ਦੀਆਂ ਰਹੁ ਰੀਤਾਂ ਨਿਭਾਉਣੀਆਂ ਚਾਹੀਦੀਆਂ ਨੇ, ਕਿਉਂਕਿ ਉਹ ਹਰ ਧਰਮ ਦੀਆਂ ਵੋਟਾਂ ਦੇ ਨਾਲ ਬਣੇ ਹੋਏ ਲੋਕ ਨੇ। ਪਰ ਇਹਦੇ ਵਿੱਚ ਆਪਣਾ ਆਪਣਾ ਜਿਹੜਾ ਮਨਸ਼ਾ ਕਿਤੇ ਕਈਆਂ ਨੂੰ ਠੇਸ ਲੱਗਦੀ ਆ ਕਿ ਆਹ ਨੇਤਾ ਫਲਾਣੇ ਧਾਰਮਿਕ ਸਥਾਨ 'ਤੇ ਜਾ ਰਿਹਾ, ਡੇਰੇ ਜਾ ਰਿਹਾ। ਉਹ ਭਾਈ, ਉਹ ਡੇਰੇਦਾਰਾਂ ਦੀਆਂ ਵੋਟਾਂ ਨਾਲ ਵੀ ਬਣੇ ਨੇ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਥੋੜ੍ਹੀ ਜਿਹੀ ਫਰਾਕ ਦੇ ਲਈ ਇਹ ਵੀ ਦਿਖਾਉਣੀ ਚਾਹੀਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੇ ਵਿੱਚ ਉਹਨੇ ਸਾਰੇ ਸੰਸਥਾਨਾਂ ਦਾ ਬਰਾਬਰ ਸਨਮਾਨ ਕੀਤਾ ਸੀ। ਸੋ ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਇਸ ਮਾਮਲੇ 'ਚ ਜਿਹੜੇ ਧਾਰਮਿਕ ਕੱਟੜ ਕਿਸਮ ਦੇ ਲੋਕ ਨੇ, ਉਹ ਭਾਵੇਂ ਬੀਜੇਪੀ ਨਾਲ ਸੰਬੰਧਿਤ ਹੋਣ, ਉਹ ਭਾਵੇਂ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਕਿਸੇ ਨਾਲ ਵੀ ਸੰਬੰਧਿਤ ਹੋਣ, ਉਹਨਾਂ ਨੂੰ ਇੰਨਾ ਕੁ ਜਿਹੜਾ ਹੈਗਾ ਫਰਾਖ ਦੇ ਲਈ ਜ਼ਰੂਰ ਦਿਖਾਉਣੀ ਚਾਹੀਦੀ ਹੈ। ਨਵਜੋਤ ਸਿੰਘ ਸਿੱਧੂ ਨਿੱਜੀ ਤੌਰ 'ਤੇ, ਕਿਉਂਕਿ ਉਹਦਾ ਮਦਰ ਹਿੰਦੂ ਧਰਮ ਨਾਲ ਸੰਬੰਧਿਤ ਨੇ, ਸੋ ਉਹਦੀ ਜਿਹੜੀ ਤਰਜੇ ਜ਼ਿੰਦਗੀ ਹੈ ਉਹ ਹਿੰਦੂ ਰਹੁ ਰੀਤਾਂ ਨਿਭਾਉਂਦਾ। ਕਈਆਂ ਨੂੰ ਬੜੀ ਤਕਲੀਫ ਹੁੰਦੀ ਆ ਕਿ ਉਹ ਟਿੱਕਾ ਲਾਉਂਦਾ ਹੈ, ਉਹ ਹਵਨ ਕਰਦਾ। ਕੀ ਹੈ, ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ। ਧਰਮ ਕੋਈ ਵੀ ਬੁਰਾ ਨਹੀਂ, ਪੁਜਾਰੀਆਂ ਦੇ ਮਤਭੇਦ ਹੋ ਸਕਦੇ ਨੇ ਰਹੁ ਰੀਤਾਂ ਦੇ, ਅਤੇ ਇਸ ਕਰਕੇ ਪਰ ਜਿਹੜਾ ਉਸਨੇ ਫਿਰ ਜਦੋਂ ਉਸਨੇ ਕਰਤਾਰਪੁਰ ਕੋਰੀਡੋਰ ਦੀ ਗੱਲ ਕੀਤੀ ਤਾਂ ਕਈਆਂ ਨੂੰ ਉਹ ਖਾਲਿਸਤਾਨੀ ਨਜ਼ਰ ਆਉਣ ਲੱਗਿਆ। ਇਮਰਾਨ ਦੀ ਜੱਫੀ ਦਾ ਕਿਵੇਂ ਅਕਾਲੀਆਂ ਨੇ ਵੀ ਵਿਰੋਧ ਕੀਤਾ, ਹੋਰਾਂ ਨੇ ਵੀ ਵਿਰੋਧ ਕੀਤਾ। ਸੋ ਇਸ ਕਰਕੇ ਇਹ ਸਾਨੂੰ ਫਰਾਕ ਦੇ ਲਈ ਦਿਖਾਉਣੀ ਚਾਹੀਦੀ ਹੈ। ਜੇ ਬਾਦਲ ਸਾਹਿਬ ਵੀ ਕਿਸੇ ਇਸ ਤਰ੍ਹਾਂ ਦੇ ਜਾਂਦੇ ਨੇ, ਜਾਣ ਜੀ, ਸਦਕੇ ਜਾਣ, ਸਾਨੂੰ ਕੀ ਹੈ। ਮੋਦੀ ਸਾਹਿਬ ਵੀ ਮੁਸਲਿਮ ਟੋਪੀ ਪਾਉਣੀ ਚਾਹੀਦੀ ਹੈ, ਕਿਉਂਕਿ 25 ਕਰੋੜ ਮੁਸਲਮਾਨ ਇਸ ਮੁਲਕ ਦੇ ਵੋਟਰ ਨੇ, ਜਿਨ੍ਹਾਂ ਦੀ ਬਣਾ 'ਤੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਨੇ। ਕਿੰਨੇ ਉਹਨਾਂ ਦੀ ਕੈਬਨਿਟ ਦੇ ਵਿੱਚ ਵੀ 2 ਵਜ਼ੀਰ ਨੇ। ਖੈਰ, ਸੋ ਨਵਜੋਤ ਸਿੰਘ ਸਿੱਧੂ ਭਾਵੇਂ ਕਿ ਇਸ ਕਿਸਾਨ ਅੰਦੋਲਨ ਦੇ ਦੌਰਾਨ ਉਹਨਾਂ ਦਾ ਜਿਹੜਾ ਅਕਸ ਹੈ, ਕਈਆਂ ਨੂੰ ਲੱਗਦਾ ਕਿ ਘਟ ਗਿਆ, ਨਹੀਂ, ਉਹਨਾਂ ਦਾ ਅਕਸ ਬਰਕਰਾਰ ਹੈ। ਕਿਉਂਕਿ ਇਸ ਵਕਤ ਤਾਂ ਜਿਹੜਾ ਹਰ ਛੋਟੀ ਮੋਟੀ ਚੀਜ਼ ਹੈ ਨਾ, ਜਿਹੜੀ ਉਹ ਇਸ ਵੱਡੇ ਅੰਦੋਲਨ ਦੇ ਦਾਇਰੇ ਦੇ ਵਿੱਚ ਆ ਕੇ ਮਨਫੀ ਹੋ ਗਿਆ, ਕਿਉਂਕਿ ਸਭ ਤੋਂ ਜ਼ਿਆਦਾ ਲੋਕ ਇਸ ਅੰਦੋਲਨ ਨੂੰ ਤਵੱਜੋ ਦੇ ਰਹੇ ਨੇ, ਇਸ ਅੰਦੋਲਨ ਦੀ ਕਵਰੇਜ ਨੂੰ ਤਵੱਜੋ ਦੇ ਰਹੇ ਨੇ। ਲੋਕ ਵੀ ਇਸੇ ਮੁਤਲਕ ਜਿਹੜਾ ਹੈਗਾ ਸੁਣਨਾ ਚਾਹੁੰਦੇ ਨੇ। ਇਹ ਠੀਕ ਹੈ ਕਿ ਇਸ ਅੰਦੋਲਨ ਦੇ ਵਿੱਚ ਕਈ ਵਾਰੀ ਮੰਦਭਾਗੀਆਂ ਖਬਰਾਂ ਖੁਦਕੁਸ਼ੀ ਦੀਆਂ ਵਾਪਰਦੀਆਂ ਨੇ। ਇਹ ਇੱਕ ਬਿਮਾਰੀ ਹੈ, ਡਿਪਰੈਸ਼ਨ ਹੈ, ਜੋ ਦੁਨੀਆ ਭਰ ਦੇ ਲੋਕਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਰਿਹਾ। ਸੋ ਇਸ ਤਰ੍ਹਾਂ ਦੀ ਮੰਦਭਾਗੀ ਖਬਰ ਨਿਊਯਾਰਕ ਤੋਂ ਆ ਰਹੀ ਹੈ ਕਿ ਨਿਊਯਾਰਕ ਦੇ ਵਿੱਚ ਵੀ ਇੱਕ NRI ਭਾਰਤੀ ਮੂਲ ਦੇ ਪੰਜਾਬੀ ਨੇ ਇਹ ਖੁਦਕੁਸ਼ੀ ਦੇ ਮਾਮਲੇ ਦੇ ਵਿੱਚ ਬੜੀ ਗਲਤ ਹਰਕਤ ਕੀਤੀ ਹੈ। ਸੋ ਇਸ ਪੰਜਾਬੀ ਨੇ ਆਪਣੀ ਧੀ ਅਤੇ ਸੱਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ ਦੇ ਵਿੱਚ ਖੁਦ ਵੀ ਖੁਦਕੁਸ਼ੀ ਕਰ ਲਈ ਹੈ, ਅਤੇ ਇਸ ਗੋਲੀਬਾਰੀ ਦੇ ਦੌਰਾਨ ਇੱਕ ਵਿਅਕਤੀ ਜ਼ਖਮੀ ਵੀ ਹੋਇਆ। ਸੋ ਇਸ ਵਿਅਕਤੀ ਭੁਪਿੰਦਰ ਸਿੰਘ 57 ਸਾਲ ਜਿਸ ਦੀ ਉਮਰ ਹੈ, ਨਿਊਯਾਰਕ ਦੇ ਅਲਬਨੀ ਤੋਂ 19 ਕਿਲੋਮੀਟਰ ਦੱਖਣ ਦੇ ਵਿੱਚ ਸਕੋਡਾ ਕਸਬੇ ਦੇ ਵਿੱਚ ਆਪਣੀ ਲੜਕੀ ਜਸਲੀਨ ਅਤੇ ਆਪਣੀ 55 ਸਾਲਾ ਸੱਸ ਮਨਜੀਤ ਕੌਰ ਦੇ ਨਾਲ ਕਿਸੇ ਗੱਲੋਂ ਤਕਰਾਰ ਦੇ ਕਾਰਨ ਇਸਨੇ ਆਪਣੀ ਬੇਟੀ ਜਸਲੀਨ ਅਤੇ ਆਪਣੀ ਸੱਸ 55 ਸਾਲਾ ਮਨਜੀਤ ਨੂੰ ਘਰ ਦੇ ਅੰਦਰ ਗੋਲੀ ਮਾਰ ਦਿੱਤੀ। ਇਸ ਦੌਰਾਨ ਭੁਪਿੰਦਰ ਦੀ ਪਤਨੀ 40 ਸਾਲਾ ਰਸ਼ਪਾਲ ਕੌਰ ਵੀ ਜ਼ਖਮੀ ਹੋ ਗਈ ਹੈ, ਉਸ ਦੇ ਬਾਂਹ ਦੇ ਗੋਲੀ ਲੱਗੀ ਹੈ। ਸੋ ਕਿੱਡੀ ਮੰਦਭਾਗੀ ਗੱਲ ਹੈ ਕਿ ਅਸੀਂ ਪੰਜਾਬ ਵਾਲੇ ਕਈ ਵਾਰੀ ਸੋਚਦੇ ਨੇ ਕਿ ਬਾਹਰ ਜਾਈਏ, ਰੁਪਈਆਂ ਵਾਲੇ ਮੁਲਕ ਜਾਈਏ, ਉੱਥੇ ਜਾ ਕੇ ਪਤਾ ਨਹੀਂ ਕੀ ਸਕੂਨ ਹੋਏਗਾ। ਸਕੂਨ ਸਿਰਫ ਸਮਝਣ ਦਾ, ਜਿਸ ਤਰ੍ਹਾਂ ਸਾਡਾ ਧਰਮ ਕਹਿੰਦਾ ਨਾ ਕਿ ਮਨ ਜੀਤੇ ਜਗ ਜੀਤ, ਸਾਨੂੰ ਉਹ ਕਨਸੈਪਟ ਅਪਣਾਉਣਾ ਪਵੇਗਾ। ਭਾਵੇਂ ਅਸੀਂ ਕਿਤੇ ਵੀ ਜਾਈਏ ਰਹੀਏ, ਕੁੱਲੀ ਯਾਰ ਦੀ ਸੁਰਗ ਦਾ ਝੂਟਾ ਹੁੰਦਾ। ਉਹ ਰੁਪਈਆਂ ਵਾਲੇ ਮੁਲਕ 'ਚ ਜਾ ਕੇ ਵੀ ਤੁਹਾਡੀ ਜ਼ਿੰਦਗੀ ਦਾ ਰੋਂਦੂਪਣ ਦੂਰ ਨਹੀਂ ਹੋ ਸਕਦਾ। ਸੋ ਇਸ ਕਰਕੇ ਕੁਝ ਚੀਜ਼ਾਂ, ਕੁਝ ਜਿੱਦਾਂ ਉੱਥੋਂ ਦੇ ਕਲਚਰ ਦੇ ਮੁਤਾਬਕ ਸਮੱਸਿਆਵਾਂ ਹਰ ਬੰਦੇ ਨੂੰ ਆਉਂਦੀਆਂ ਨੇ। ਪੈਸਾ ਵੱਡੀ ਚੀਜ਼ ਨਹੀਂ ਹੁੰਦਾ, ਪਰਿਵਾਰ ਸਭ ਤੋਂ ਵੱਡੀ ਚੀਜ਼ ਹੁੰਦਾ, ਕਿਉਂਕਿ ਅਸੀਂ ਜਿਹੜੇ ਸਮਾਜਿਕ ਜੀਵ ਹਾਂ, ਕਲੋਨੀਆਂ ਦੇ ਵਿੱਚ ਰਹਿਣ ਵਾਲੇ ਜੀਵ ਹਾਂ, ਇਹ ਅਸੀਂ ਤਾਂ ਹੀ ਸੁਖੀ ਵੱਸ ਸਕਦੇ ਹਾਂ ਜੇ ਅਸੀਂ ਕੁਝ ਆਪਣੀਆਂ ਜਿੱਦਾਂ ਛੱਡਾਂਗੇ ਅਤੇ ਦੂਸਰੇ ਦੇ ਜਜ਼ਬਾਤਾਂ ਦੀ ਕਦਰ ਕਰਾਂਗੇ। ਸੋ ਇਸ ਤਰ੍ਹਾਂ ਜੋ ਭੁਪਿੰਦਰ ਸਿੰਘ 57 ਸਾਲਾਂ ਨੇ ਕੀਤਾ, ਆਪਣੀ ਬੇਟੀ ਜਸਲੀਨ
ਤੇ ਆਪਣੀ 57 ਸਾਲਾ ਸੱਸ ਮਨਜੀਤ ਕੌਰ ਦਾ ਕਤਲ ਕੀਤਾ। ਇਸ ਮੌਕੇ ਉਸ ਦੀ ਪਤਨੀ ਰਿਸ਼ਪਾਲ ਕੌਰ ਵੀ ਜ਼ਖਮੀ ਹੈ, ਜਿਸ ਦੇ ਬਾਂਹ ਦੇ ਵਿੱਚ ਇਹ ਗੋਲੀ ਲੱਗੀ ਹੈ। ਤੇ ਇਸ ਦੌਰਾਨ ਖੁਦਕੁਸ਼ੀ ਦੀ ਹੋਰ ਖਬਰ ਜਿਹੜੀ ਤਕਰੀਬਨ ਵੱਖ-ਵੱਖ ਫੋਰਸਿਸ ਦੇ ਵਿੱਚੋਂ ਵੀ ਅਕਸਰ ਆਉਂਦੀ ਹੈ। ਮੱਧ ਪ੍ਰਦੇਸ਼ ਦੇ ਨਾਲੋਂ ਵੱਖ ਹੋਇਆ ਸੂਬਾ ਛੱਤੀਸਗੜ੍ਹ ਹੈ। ਛੱਤੀਸਗੜ੍ਹ ਆਪਣੇ ਆਪ ਦੇ ਵਿੱਚ ਗਾਲ ਵੀ ਹੈ। ਮਾਫ਼ ਕਰਨਾ, ਮੈਨੂੰ ਦੱਸਣਾ ਪਵੇਗਾ ਕਿ ਉਸ ਇਲਾਕੇ ਦੇ ਵਿੱਚ ਜੇ ਕਿਸੇ ਨੂੰ ਕਹਿੰਦੇ ਸੀ, ਜਿਵੇਂ ਆਪਣੇ ਕਹਿੰਦੇ ਨੇ ਤਾਂ ਪੇਂਡੂ ਆ, ਦੇਸੀ ਆ, ਅਨਪੜ੍ਹ ਹੈ, ਉਸ ਇਲਾਕੇ 'ਚ ਛੱਤੀਸਗੜ੍ਹ ਗਾਲ ਹੁੰਦੀ ਸੀ ਕਿ ਸਾਲਾ ਛੱਤੀਸਗੜ੍ਹੀਆ ਹੈ ਉਹ ਤੋਂ। ਮਤਲਬ ਜੇ ਕਿਸੇ ਨੂੰ ਕਹਿਣਾ ਨਾ ਜਾਹਲ ਹੈ ਜਾਂ ਮਾੜਾ ਹੈ ਜਾਂ ਖੁੰਖਾਰ ਹੈ, ਉਹਨੂੰ ਛੱਤੀਸਗੜ੍ਹੀਆ ਕਹਿੰਦੇ ਸੀ, ਸਾਲਾ ਛੱਤੀਸਗੜ੍ਹੀਆ। ਸੌਰੀ ਟੂ ਸੇ, ਮੈਨੂੰ ਸਾਲਾ ਤਾਂ ਨਾ ਲੈਣਾ ਪਿਆ। ਸੋ ਇਹ ਛੱਤੀਸਗੜ੍ਹ ਬਾਅਦ ਦੇ ਵਿੱਚ ਇੱਕ ਵੱਖਰਾ ਸੂਬਾ ਬਣਿਆ, ਜਿੱਥੇ ਮਾਓਵਾਦੀ ਕਾਫੀ ਜਦੋਜਹਿਦ ਕਰ ਰਹੇ ਨੇ ਆਪਣੀ ਜ਼ਮੀਨ ਦੇ ਵਾਸਤੇ, ਜਿਨ੍ਹਾਂ ਨੂੰ ਭਾਰਤ ਸਰਕਾਰ ਗਾਹੇ ਬਗਾਹੇ ਅੱਤਵਾਦੀ ਦੇਸ਼ ਧਰੋਹੀ ਐਲਾਨਦੀ ਹੈ। ਤੇ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਵਿੱਚ ਅੱਜ ਸਵੇਰ ਦੇ ਵਕਤ ਨਕਸਲ ਵਿਰੋਧੀ ਮੁਹਿੰਮ ਜੋ ਚੱਲ ਰਹੀ ਹੈ CRP ਦੀ, ਉਸ ਦਾ ਵਿਸ਼ੇਸ਼ ਦਸਤਾ ਹੈ ਕੋਬਰਾ। ਸੋ ਕੋਬਰਾ ਦਾ ਕਮਾਂਡੋ ਸੀ ਜਿਹੜਾ ਉਸਨੇ ਆਪਣੇ ਸਰਵਿਸ ਰਿਵਾਲਵਰ ਦੇ ਨਾਲ ਹੀ ਖੁਦ ਨੂੰ ਗੋਲੀ ਮਾਰੀ ਹੈ। ਸੋ ਇਹ ਪੰਜਾਬ ਦਾ ਰਹਿਣ ਵਾਲਾ ਹਰਜੀਤ ਸਿੰਘ ਹੈ, ਜੋ ਇਸ ਕੋਬਰਾ ਬਟਾਲੀਅਨ ਨਾਲ ਸੰਬੰਧਿਤ ਸੀ। ਇਸਨੇ ਆਪਣੀ ਰਾਈਫਲ ਦੇ ਨਾਲ, ਰਿਵਾਲਵਰ ਨਹੀਂ, ਆਪਣੀ ਸਰਵਿਸ ਰਾਈਫਲ ਦੇ ਨਾਲ ਆਪਣੇ ਆਪ ਨੂੰ ਗੋਲੀ ਮਾਰੀ ਹੈ, ਜੋ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹਾ ਦੇ ਚਿੰਤਾ ਗੁਫਾ ਥਾਣਾ ਦੇ ਵਿੱਚ ਨਕਸਲ ਵਿਰੋਧੀ ਅਭਿਆਨ ਦੇ ਵਿੱਚ ਇਹ ਟੀਮ ਗਈ ਹੋਈ ਸੀ, ਤਾਂ ਇਸਨੇ ਖੁਦ ਆਪਣੇ ਆਪ ਨੂੰ ਉਸ ਵਕਤ ਗੋਲੀ ਮਾਰੀ ਹੈ। ਕਿਉਂਕਿ ਤੁਸੀਂ ਵੇਖਿਆ ਉੱਥੇ ਫੋਰਸਿਸ ਕੀ ਕਰਦੀਆਂ ਨੇ, ਬਹੁਤ ਸਾਰੀਆਂ ਜਿਹੜੀਆਂ ਔਰਤਾਂ ਵੀ ਇਸ ਇਨਕਾਊਂਟਰਾਂ ਦੇ ਵਿੱਚ ਮਰਦੀਆਂ ਨੇ। ਤਾਂ ਤੁਸੀਂ ਵੇਖਿਆ ਹੋਵੇਗਾ ਕਿ ਡੰਡਿਆਂ ਦੇ ਨਾਲ ਉਹਨਾਂ ਔਰਤਾਂ ਨੂੰ ਬੰਨ੍ਹ ਕੇ ਉਹਨਾਂ ਦੀਆਂ ਲੱਤਾਂ ਇੱਕ ਪਾਸੇ ਬੰਨ੍ਹ ਲਈਆਂ ਮ੍ਰਿਤਕਾਂ ਦੀਆਂ, ਅਤੇ ਇੱਕ ਪਾਸੇ ਬਾਹਾਂ ਬੰਨ੍ਹ ਲਈਆਂ। ਉਹਨਾਂ ਦੀਆਂ ਲੱਤਾਂ ਅਤੇ ਬਾਹਾਂ ਦੇ ਵਿੱਚ ਡੰਡਾ ਫਸਾ ਕੇ ਉਹਨਾਂ ਦਾ ਮੂੰਹ ਅਸਮਾਨ ਵੱਲ ਨੂੰ ਹੁੰਦਾ ਅਤੇ ਪਿੱਠ ਹੇਠਾਂ ਹੁੰਦੀ ਹੈ। ਉਸ ਤਰ੍ਹਾਂ ਇੱਕ ਜਾਣੇ ਨੇ ਉਹ ਮੂਹਰੋਂ ਮੋਢੇ 'ਤੇ ਚੱਕਿਆ ਹੁੰਦਾ ਡੰਡਾ, ਅਤੇ ਇੱਕ ਨੇ ਪਿੱਛੇ। ਇਸ ਤਰ੍ਹਾਂ ਮੋਢਿਆਂ 'ਤੇ ਉਹਨਾਂ ਲੋਕਾਂ ਦੀਆਂ ਲਾਸ਼ਾਂ ਲੈ ਕੇ ਆਉਂਦੇ ਨੇ, ਜਿਨ੍ਹਾਂ ਨੂੰ ਇਹ ਨਕਸਲ ਕਹਿੰਦੇ ਨੇ, ਮਾਓਵਾਦੀ ਕਹਿੰਦੇ ਨੇ। ਅਸਲ ਦੇ ਵਿੱਚ ਉਹ ਲੋਕ ਉਸ ਖਿੱਤੇ ਦੇ ਵਿੱਚ ਆਪਣੀ ਜ਼ਮੀਨ 'ਤੇ ਵੱਸਣਾ ਚਾਹੁੰਦੇ ਨੇ, ਕਿਉਂਕਿ ਉਸ ਇਲਾਕੇ ਦੇ ਵਿੱਚ ਜ਼ਿਆਦਾ ਆਦੀਵਾਸੀ ਲੋਕ ਨੇ, ਜਿਹੜੇ ਸ਼ਹਿਰੀ ਜ਼ਿੰਦਗੀ ਤੋਂ ਦੂਰ ਨੇ, ਪੇਂਡੂ ਨੇ, ਖੇਤੀਬਾੜੀ ਕਰਦੇ ਨੇ। ਆਪਣੇ ਪਿੰਡ ਉਹ ਨਹੀਂ ਛੱਡਣਾ ਚਾਹੁੰਦੇ, ਪਰ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਥੱਲੇ ਬਹੁਤ ਸਾਰੀਆਂ ਧਾਤਾਂ ਨੇ, ਤਾਂਬਾ ਆ, ਆਬਰਿਕ ਹੈ, ਹੋਰ ਚੀਜ਼ਾਂ ਨੇ, ਜਿਹੜਾ ਇੱਥੇ ਖਾਣਾ ਜਿਨ੍ਹਾਂ ਦੀਆਂ ਨੇ ਕੋਲੇ ਦੀਆਂ ਜਾਂ ਕੋਲਬਰੀਜ਼ ਨੇ, ਕੋਲਾ ਤਾਂ ਖੈਰ ਨਹੀਂ ਹੈ, ਉੱਥੇ ਧਾਤਾਂ ਮਿਨਰਲ ਬਹੁਤ ਨਿਕਲਦੇ ਨੇ। ਇਹ ਨਵੀਨ ਜਿੰਦਲ ਜਿਹੜਾ ਕੁਰਕਸ਼ੇਤਰ ਤੋਂ ਕਾਂਗਰਸ ਦਾ MP ਹੈ, ਉਹਦੀਆਂ ਵੀ ਖਾਣਾ ਨੇ। ਇੱਕ ਵਿਦਾਂਤਾ ਗਰੁੱਪ ਹੈ, ਉਹ ਬਹੁਤ ਵੱਡੇ ਪੱਧਰ 'ਤੇ ਜਾਪਾਨ, ਜਰਮਨ ਨੂੰ ਇੱਥੋਂ ਜਿਹੜੀਆਂ ਚੀਜ਼ਾਂ ਨਿਕਲਦੀਆਂ ਨੇ ਖਣਿਜ, ਉਹ ਸਪਲਾਈ ਕਰਦਾ ਹੈ। ਸੋ ਇਹ ਉੱਥੇ ਜ਼ਮੀਨਾਂ ਜਿਹੜਾ ਹੈਗਾ ਸਰਕਾਰ ਤੋਂ ਲੈਂਦੇ ਨੇ ਬਹੁਤ ਸਸਤੇ ਰੇਟਾਂ 'ਤੇ। ਜਿਹੜੀ ਵੀ ਸਰਕਾਰ ਆਉਂਦੀ ਹੈ, ਭਾਵੇਂ ਕਾਂਗਰਸ ਦੀ ਆਵੇ, ਭਾਵੇਂ BJP ਆਵੇ, ਉਹ ਉੱਥੋਂ ਜ਼ਮੀਨਾਂ ਲੈ ਕੇ ਆਪਣੀਆਂ ਖਾਣਾ ਦੇ ਵਿੱਚੋਂ ਉਹ ਇਸ ਤਰ੍ਹਾਂ ਦੀਆਂ ਕੀਮਤੀ ਵਸਤਾਂ ਪੁੱਟ ਕੇ ਵਿਦੇਸ਼ਾਂ ਨੂੰ ਵੇਚਦੇ ਨੇ। ਅਤੇ ਹਾਲਾਂਕਿ ਨਕਸਲੀਆਂ ਨੂੰ ਉੱਥੋਂ ਬਹੁਤ ਥੋੜ੍ਹੇ ਪੈਸੇ ਦੇ ਕੇ ਇਹਨਾਂ ਲੋਕਾਂ ਨੂੰ, ਸਥਾਨਕ ਲੋਕਾਂ ਨੂੰ, ਜਿਹਨਾਂ ਨੂੰ ਮਾਓਵਾਦੀ ਨਕਸਲੀ ਕਿਹਾ ਜਾਂਦਾ, ਉੱਥੋਂ ਉਜਾੜਿਆ ਜਾਂਦਾ ਹੈ, ਜਿਸ ਦੌਰਾਨ ਇਹ ਜਦੋਜਹਿਦ ਚੱਲਦੀ ਹੈ। ਅਤੇ ਉੱਧਰ ਜੰਡਿਆਲਾ ਗੁਰੂ ਦੇ ਵਿੱਚ ਵੀ ਜਿਹੜਾ 114 ਦਿਨਾਂ ਤੋਂ ਕਿਰਤੀ ਕਿਸਾਨ ਯੂਨੀਅਨ ਦਾ ਧਰਨਾ ਲੱਗਿਆ ਹੋਇਆ, ਉਸ ਦੀ ਵੀ ਜਿਹੜੀ ਪਰੇਡ ਹੈ, ਉੱਥੇ ਵੀ ਜਿਹੜੀ ਪਰੇਡ ਹੈ, ਅੱਜ 26 ਦੀ ਪਰੇਡ ਦੀ ਰਿਹਰਸਲ ਕੀਤੀ ਗਈ ਹੈ, ਜਿਸ ਦੇ ਵਿੱਚ ਉੱਥੇ ਕੀ ਡੈਮੋਸਟ੍ਰੇਸ਼ਨ ਕਰਨਾ, ਉਸ ਦੀ ਪੂਰੀ ਕਾਰਵਾਈ ਕੀਤੀ ਗਈ ਹੈ। ਸੋ 26 ਤਰੀਕ ਦੀ ਪਰੇਡ ਦੇ ਵਾਸਤੇ ਲੋਕ ਜਿਹੜੇ ਨੇ ਵੱਡੇ ਪੱਧਰ 'ਤੇ ਉਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੱਬਾਂ ਭਾਰ ਨੇ। ਹਾਲਾਂਕਿ ਦੇਖੋ 18 ਤਰੀਕ ਨੂੰ ਸੁਪਰੀਮ ਕੋਰਟ ਇਸ ਮਾਮਲੇ 'ਚ ਕੀ ਫੈਸਲਾ ਲਿਆਉਂਦਾ। ਇਸ ਸੰਬੰਧੀ ਜੰਡਿਆਲਾ ਗੁਰੂ ਦੇ ਵਿੱਚ ਜਿਹੜਾ 114ਵੇਂ ਦਿਨ ਦੇ ਵਿੱਚ ਰੇਲ ਰੋਕੋ ਧਰਨਾ ਲੱਗਿਆ ਹੋਇਆ, ਉਸ ਦੇ ਵਿੱਚ ਵੱਡੇ ਪੱਧਰ 'ਤੇ ਸਥਾਨਕ ਲੋਕਾਂ ਨੇ ਕੱਲ੍ਹ ਜਿਹੜੇ ਨੇ ਭਾਜਪਾ ਦੇ ਆਗੂ ਰਜਿੰਦਰ ਮੋਹਨ ਸ਼ੀਨਾ ਦਾ ਵੀ ਵਿਰੋਧ ਕੀਤਾ। ਸੋ ਕਾਫੀ ਜਿਹੜਾ ਹੈਗਾ ਉੱਥੇ ਇਹ 114 ਦਿਨਾਂ ਤੋਂ ਡਟਿਆ ਹੋਇਆ, ਜਿੱਥੇ ਅੱਜ ਇਸ ਪਰੇਡ ਦਾ ਵੀ ਡੈਮੋਸਟ੍ਰੇਸ਼ਨ ਕੀਤਾ ਗਿਆ। ਇਸ ਵਕਤ ਕਿਰਤੀ ਕਿਸਾਨ ਮਜ਼ਦੂਰ ਯੂਨੀਅਨ ਤੋਂ ਸਰਵਣ ਸਿੰਘ ਪੰਧੇਰ ਆਪਣੇ ਨਾਲ ਜੁੜ ਚੁੱਕੇ ਨੇ। ਅੱਜ ਦੀ ਮੀਟਿੰਗ ਦੀ ਥੋੜ੍ਹੀ ਅਪਡੇਟ ਪੰਧੇਰ ਸਾਹਿਬ ਦੀ ਜ਼ੁਬਾਨੀ ਲੈਂਦੇ ਹਾਂ। ਪੰਧੇਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹਾਂਜੀ ਹਾਂਜੀ, ਧੰਨਵਾਦ ਜੀ, ਮਿਹਰਬਾਨੀ। ਪੰਧੇਰ ਸਾਹਿਬ, ਗੱਲ ਉਹੀ ਜੁਮਾ 9 ਦਿਨ ਤਾਰੀਖ ਰੱਖੀ ਜਾਂਦੀ ਹੈ। ਤੁਹਾਡੀ ਅਪਡੇਟ ਮੈਂ ਵੇਖਦਾ ਰਿਹਾ। ਸਤਨਾਮ ਸਿੰਘ ਪੰਨੂ ਹੋਰੀ ਮੀਟਿੰਗ ਸੀ, ਕੀ ਕੁਛ ਬਾਹਰ ਨਿਕਲਿਆ? ਲੱਗਦਾ ਕਿ ਸਰਕਾਰ
ਅਜੇ ਹੋਰ ਸਬਰ ਵੇਖ ਰਹੀ ਹੈ ਕਿਸਾਨਾਂ ਦਾ, ਤੇ ਇੱਧਰ ਤੁਹਾਡਾ ਜੰਡਿਆਲੇ ਵਰਨੇ ਧਰਨੇ ਦੇ 'ਚ ਤਾਂ ਪਰੇਡ ਪਰੂਡ ਵੀ ਅੱਜ ਕੀਤੀ ਹੈ, ਰਜਿੰਦਰ ਮੋਹਨ ਸ਼ੀਨਾ ਦਾ ਵੀ ਵਿਰੋਧ ਕੀਤਾ ਗਿਆ। ਕੀ ਸਥਿਤੀ ਚੱਲ ਰਹੀ ਹੈ ਸਰਵਣ ਸਿੰਘ ਬੰਧੇਰ ਜੀ? ਦੇਖੋ ਜੀ, ਅੱਜ ਤੱਕ ਮੀਟਿੰਗ ਦਾ ਸਵਾਲ ਆ। ਮੀਟਿੰਗ ਵਿੱਚ ਤਾਂ ਉਹੀ ਗੱਲਾਂ ਲਗਭਗ ਜਿਹੜੀਆਂ ਪਹਿਲਾਂ ਹੋ ਚੁੱਕੀਆਂ ਨੇ ਜੀ, ਕੋਈ ਨਵੀਂ ਨਹੀਂ ਸੀ ਗੱਲ ਹੈਗੀ। ਜਿੱਥੇ ਖੜੇ ਆ ਸਗੋਂ ਮੈਨੂੰ ਲੱਗਦਾ ਵੀ ਬੜੇ ਜ਼ੋਰ ਨਾਲ ਪੱਖ ਜਿਹੜਾ ਵਾ ਉੱਧਰੋਂ ਜਾ ਰਿਹਾ ਲਗਾਤਾਰ। ਮੀਟਿੰਗ 'ਚ ਇੱਕ ਵੱਡੇ ਹਿੱਸੇ ਨੇ ਆਪਾਂ ਵੀ ਉਠਾਇਆ ਵੀ ਭਾਈ ਮੀਟਿੰਗ ਕਿਉਂ ਸੱਦਦੇ ਜੇ ਤੁਸੀਂ, ਜੇ ਆਪਣਾ ਕਾਨੂੰਨਾਂ ਨੂੰ ਵਾਪਸ ਲੈਣ ਦਾ ਮਨ ਨਹੀਂ ਬਣਾਇਆ, ਜਾਂ ਮੀਟਿੰਗ ਉਦੋਂ ਸੱਦ ਲਓ ਜਦੋਂ ਤੁਹਾਡਾ ਮਨ ਬਣ ਜਾਵੇ। ਤੁਸੀਂ ਆਪ ਦਾ ਟਾਈਮ ਵੀ ਖਰਾਬ ਕਰਦੇ, ਸਾਡਾ ਵੀ। ਇਹ ਗੱਲਾਂ ਪੂਰੇ ਜ਼ੋਰ ਨਾਲ ਰੱਖੀਆਂ ਗਈਆਂ ਵਾ। ਉਹ ਤੇ ਜ਼ਰੂਰੀ ਵਸਤਾਂ ਅਧਿਨਿਯਮ 2020 ਤੇ ਚਰਚਾ ਹੋਈ ਸੀ ਵੀ ਅਸੀਂ ਇਹਦਾ ਸਟਾਕ ਜਿਹੜਾ ਤੁਸੀਂ ਕਹਿੰਦੇ ਜੇ ਇਹ ਵਧਾ ਦਿੰਦੇ ਆ ਜਾਂ ਇਹ ਤੇ ਲਿਮਟ ਲਾ ਦਿੰਦੇ ਆਪਣੇ ਕੰਟਰੋਲ 'ਚ। ਉਹਦੇ ਤੇ ਸੀਗਾ ਵੀ ਜਿਹੜਾ 1955 ਦੇ ਐਕਟ ਵਿੱਚ ਤੁਸੀਂ ਸੋਧ ਕੀਤੀ ਆ ਤੇ ਉਹ ਸੋਧ ਬਿੱਲ 2020 ਬਣ ਗਿਆ ਵਾ, ਤੇ ਤੁਸੀਂ ਸੋਧ ਵਾਪਸ ਲੈ ਲਓ ਤਾਂ ਕਾਨੂੰਨ ਤਾਂ ਆਟੋਮੈਟਿਕ ਆਪਣੀ ਟਿਕਾਣੇ ਤੇ 1955 ਵਾਲਾ ਬਹਾਲ ਹੋ ਜਾਏਗਾ, ਕਿਉਂਕਿ ਉਹ 'ਚ ਉਹਨਾਂ ਸੋਧ ਕੀਤੀ ਸੀ। ਉਹਦੇ ਤੇ ਫਿਰ ਮੰਨੇ ਨਹੀਂ ਹੈ, ਦੋ ਕਾਨੂੰਨ ਰਹਿ ਜਾਣਗੇ। ਬਾਕੀ MSP ਤੇ ਵੀ ਉਹਨਾਂ ਦਾ ਸੀ ਵੀ ਜਿਵੇਂ ਪਹਿਲੋਂ ਪੰਜਾਬ ਹਰਿਆਣੇ ਚੱਲਦੀ ਰਹੇ, ਪਰ ਸਵਾਲ ਹੈ ਵੀ 23 ਫਸਲਾਂ ਜਿਹੜੀਆਂ ਪੂਰੇ ਦੇਸ਼ ਦਾ ਸਵਾਲ ਹੈ, ਉਹਦੇ ਤੇ ਉਹ ਚੁੱਪ ਰਹਿ ਗਏ। ਫਿਰ ਵੀ ਚਲੋ ਫਿਰ ਇਹੀ ਹੈ ਕੁੱਲ ਮਿਲਾ ਕੇ ਵੀ ਅਗਲੀ ਮੀਟਿੰਗ ਕਰ ਲਓ ਜਾਂ ਤੁਸੀਂ ਨਿੱਕੀ ਕਮੇਟੀ ਬਣਾ ਲਓ ਜੀ, ਕੋਈ ਮਸੌਦਾ ਰਲ ਕੇ ਤਿਆਰ ਕਰ ਲਈ। ਉਹ ਅਸੀਂ ਕੈਂਸਲ ਕਰ ਦਿੱਤਾ ਵੀ ਉਹ ਕੁਛ ਨਹੀਂ ਹੈਗਾ। ਬਸ ਇਹੀ ਗੱਲਾਂ ਸੀ ਵੀ ਸੁਪਰੀਮ ਕੋਰਟ ਨੇ ਵੀ ਕਮੇਟੀ ਬਣਾਤੀ, ਜੇ ਪੇਸ਼ ਹੋਣਾ ਚਾਹੋ ਤਾਂ। ਇਹ ਗੱਲਾਂ ਮੋਟੇ ਰੂਪ ਵਿੱਚ ਹੋਈਆਂ। ਬਸ ਫਿਰ 19 ਦੀ ਮੀਟਿੰਗ ਆ। ਮੈਨੂੰ ਜਿਹੜਾ ਲੱਗਦਾ ਵੀ ਰਲੀਆਂ ਮਿਲੀ ਪ੍ਰਤੀਕਿਰਿਆ ਹੁੰਦੀ ਹੈ ਵੀ ਕਈ ਵਾਰੀ ਆਗੂਆਂ ਨੂੰ ਵੀ ਲੱਗਦਾ ਵੀ ਜੇ ਮੀਟਿੰਗਾਂ 'ਚ ਨਾ ਜਾਏ ਪੱਖ ਬੁਰਾ ਜਾਊਗਾ। ਮੇਰੇ ਖਿਆਲ ਇਹਦਾ ਵੀ ਸੋਚਣਾ ਹੀ ਪੈਣਾ ਵਾ ਹੁਣ ਕੁਛ ਨਾ ਕੁਛ ਜਾ ਕੇ। ਹਾਂ ਬਿਲਕੁਲ, ਉਹਨਾਂ ਨੂੰ ਬਹਾਨਾ ਮਿਲ ਜਾਣਾ ਕਿ ਦੇਖੋ ਇਹ ਤਾਂ ਮੀਟਿੰਗਾਂ 'ਚ ਵੀ ਨਹੀਂ ਆਉਂਦੇ, ਕਿਉਂਕਿ ਹੇਮਾ ਮਾਲਿਨੀ ਕਹਿੰਦੀ ਇਹਨਾਂ ਕੋਲ ਕਹਿੰਦੀ ਏਜੰਡਾ ਹੀ ਨਹੀਂ, ਇਹਨਾਂ ਨੂੰ ਪਤਾ ਹੀ ਨਹੀਂ ਕੀ ਗੱਲ ਕਰਨੀ ਹੈ। ਕਹਿੰਦੀ ਮੋਦੀ ਸਾਹਿਬ ਤਾਂ ਮੀਟਿੰਗ ਸੱਦਦੇ ਆ, ਪਰ ਕਿਸਾਨ ਕਹਿੰਦੀ ਕਠਪੁਤਲੀਆਂ ਨੇ, ਇਹਨਾਂ ਨੂੰ ਇਹ ਨਹੀਂ ਪਤਾ ਗੱਲ ਕੀ ਕਰਨੀ ਹੈ। ਹੇਮਾ ਮਾਲਿਨੀ ਆ ਜਾਵੇ, ਸਾਡੀਆਂ ਤਾਂ ਬੇਬਿਆਂ ਨੇ ਨਹੀਂ ਬਾਰੇ ਆਉਣ ਦੇਣਾ। ਖੈਰ, ਇੱਕ ਕਾਲਰ ਜੁੜੇ ਨੇ ਤੁਹਾਡੇ ਤੋਂ, ਸ਼ਾਇਦ ਕੋਈ ਸਵਾਲ ਪੁੱਛਣਾ ਚਾਹੁੰਦੇ, ਹੁਣ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਹੋਲਡ ਰੱਖਿਓ। ਇਸ ਵਕਤ ਸਰਵਣ ਸਿੰਘ ਬੰਧੇਰ ਨਾਲ ਗੱਲਬਾਤ ਹੋ ਰਹੀ ਹੈ, ਇੱਕ ਸਰੋਤੇ ਜੁੜੇ ਨੇ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਨਰ ਹੋ, ਕੀ ਪੁੱਛਣਾ ਚਾਹੁੰਦੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਵਾਗਤ ਹੈ ਤੁਹਾਡਾ। ਸਾਰੇ ਟੀਮ ਨੂੰ, ਟੀਮ ਰੇਡੀਓ ਨੂੰ। ਬੋਲ ਰਹੇ ਹੋ ਤੁਸੀਂ? ਨਾਮ ਦੱਸੋ ਮੈਂ ਸਤਨਾਮ ਸਿੰਘ, ਨਿਊ ਜਰਸੀ USA ਤੋਂ, PV ਪਠਾਨਕੋਟ 35 ਵਾਲੇ। ਹਾਂ, ਬਾਜਵਾ ਭਾਜੀ ਦੇ ਨਾਲ ਹੀ ਹੈ। ਤੁਹਾਡਾ ਪ੍ਰੋਗਰਾਮ ਸੁਣਦੇ ਭਾਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਦੂਜੀ ਗੱਲ ਭਾਜੀ, ਤੁਸੀਂ ਇਹ ਗੱਲ ਕੀਤੀ ਸੀ, ਮੈਂ ਸੁਣਨਾ ਸੀ FCI ਦਾ। ਭਾਜੀ ਇਹ FCI ਦਾ ਤਾਂ ਮੈਂ ਬਹੁਤ ਦਿਲ ਦਾ ਰੌਲਾ ਪਾਉਣਾ ਸੀ, ਪਹਿਲੇ ਦੂਸਰੇ ਰੇਡੀਓ ਤੇ ਵੀ ਬੋਲਿਆ ਸੀ ਇੱਕ ਵਾਰੀ। ਜੋ ਇਹਨਾਂ ਨੇ ਕਾਨੂੰਨ ਲਿਆਂਦਾ, ਇਹਨਾਂ ਨੇ ਸਾਜੇ ਹਰ ਸਿਟੀ ਦੇ ਵਿੱਚ ਰੇਲਵੇ ਸਟੇਸ਼ਨ ਦੇ ਲਾਗੇ। ਜ਼ਿੰਦਗੀ ਦੇ ਰੰਗਾਂ ਤੇ ਵਾਦੀਆਂ ਤਿਰੰਗਾਂ ਨੂੰ ਮਾਣਦੇ ਹੋਏ ਇਸ ਵਕਤ ਤੁਸੀਂ ਜੁੜੇ ਹੋ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਆਪਣੀ ਗੱਲਬਾਤ ਹੋ ਰਹੀ ਸੀ PV 35 ਵਾਲਿਆਂ ਨਾਲ, ਪਠਾਨਕੋਟ ਵਾਲਿਆਂ ਨਾਲ। ਸਰਵਣ ਸਿੰਘ ਬੰਧੇਰ ਵੀ ਲਾਈਨ 'ਤੇ ਜੁੜੇ ਹੋਏ ਨੇ। ਥੋੜ੍ਹਾ ਮੇਰੇ ਖਿਆਲ ਕਨੈਕਸ਼ਨ ਵਿੱਚ ਦਿੱਕਤ ਆ ਗਈ ਸੀ ਜੀ। ਬਾਈ ਜੀ ਸਤਨਾਮ ਸਿੰਘ ਮੌਂਟਰੀਅਲ, ਆਪਣਾ ਗੱਲਬਾਤ ਜਾਰੀ ਰੱਖੋ ਬਾਈ ਜੀ। ਸਤਨਾਮ ਸਿੰਘ ਜੀ। ਅੱਛਾ, ਟਿਵਾਣਾ ਸਿੰਘ ਜੀ, ਧੰਨਵਾਦ ਜੀ ਜੀ ਲਾਈਨ ਦੇਣ ਵਾਸਤੇ ਜੀ। ਮੈਂ ਪਹਿਲੇ ਵੀ ਇਹ ਕਿਹਾ ਸੀ, ਬੰਦੇ ਆਪਣੇ ਬਾਜਵਾ ਭਾਜੀ ਨਾਲ ਵੀ ਸਾਡੇ ਘਰ ਉੱਥੇ ਚਰਚਾ ਚੱਲਦੀ ਰਹਿੰਦੀ ਸ਼ਾਮ ਨੂੰ, ਤੁਹਾਡੇ ਨਾਲ ਸ਼ਾਇਦ ਬਾਜਵਾ ਭਾਜੀ ਵੀ ਜੁੜਦੇ ਹੋਣਗੇ। ਜੀ ਇਹ ਜੀ FCI ਦਾ ਜਿਹੜਾ ਗੋਦਾਮ ਆ ਹਰ ਸ਼ਹਿਰ ਦੇ ਵਿੱਚ ਹੈ, ਬਹੁਤ ਵੱਡੇ ਪੱਧਰ ਤੇ ਸਾਜ਼ਿਸ਼ ਹੈ। ਇਹ ਜਦੋਂ ਇਹਨਾਂ ਦਾ ਰਾਸ਼ਨ ਸਾਰਾ ਖਤਮ ਹੋ ਗਿਆ, ਗੋਦਾਮ ਖਤਮ ਹੋ ਗਏ, ਤੇ ਇੱਕ ਨਾ ਇੱਕ ਦਿਨ ਇਹ ਬਹੁਤ ਘੱਟ ਰੇਟ ਤੇ ਕਿਰਾਏ ਤੇ ਇਹਨਾਂ ਅਡਾਣੀਆਂ ਬਾਣੀਆਂ ਨੇ ਇਹ ਵੀ ਲੈ ਲੈਣੇ ਆ। ਜੀ ਹਾਂਜੀ, ਇਹ ਬਿਲਕੁਲ ਇਹ ਬਹੁਤ ਵੱਡੀ ਸਾਜ਼ਿਸ਼ ਹੈ। ਇਹ ਬਿਲਕੁਲ ਰੱਦ, ਕਾਨੂੰਨ ਕਿੰਨੇ ਰੱਦ ਹੋਣੇ ਚਾਹੀਦੇ ਹਰ ਹਾਲਤ ਵਿੱਚ। ਦੂਸਰੀ ਗੱਲ ਜੀ, ਤੁਸੀਂ ਇਹ ਕੀਤੀ ਛੱਤੀਸਗੜ੍ਹ ਦੇ ਵਿੱਚ, ਤੇ ਮੈਂ ਛੱਤੀਸਗੜ੍ਹ ਵਿੱਚ ਫਿਜ਼ੀਕਲੀ ਡਿਊਟੀ ਕਰਕੇ ਆਇਆ। ਪੂਰੇ ਹਿੰਦੁਸਤਾਨ ਦੇ ਵਿੱਚ ਮੈਂ ਡਿਊਟੀ ਕੀਤੀ, ਵੈਸੇ ਕੋਈ ਵੀ ਸਟੇਟ ਮੇਰੇ ਕੋਲ ਨਹੀਂ ਰਿਹਾ ਫਿਜ਼ੀਕਲ ਜਿੱਥੇ ਮੈਂ ਨਹੀਂ ਗਿਆ। ਔਰ ਸਭ ਤੋਂ ਜ਼ਿਆਦਾ ਮੈਂ JNK ਵਿੱਚ ਰਿਹਾ, 16 ਸਾਲ ਮੇਰੀ JNK ਦੀ ਡਿਊਟੀ ਹੈ। ਛੱਤੀਸਗੜ੍ਹ ਵਾਸਤੇ ਜੀ ਬਹੁਤ ਹੀ ਜ਼ਿਆਦਾ ਜੰਗਲ ਇਲਾਕਾ, ਗੌਰਮੈਂਟ ਨੇ ਉਸ ਜਗ੍ਹਾ ਕੋਈ ਡਿਵੈਲਪਮੈਂਟ ਕੀਤਾ ਹੀ ਨਹੀਂ ਪਿਛਲੇ ਸਾਲਾਂ 'ਚ। ਹਾਂ, ਉਹਨਾਂ ਨੇ ਆਪਣਾ ਖਣਿਜ ਪਦਾਰਥ ਕੱਢਣ ਵਾਸਤੇ ਆਪਣੇ ਰੇਲਾਂ ਦੀਆਂ ਲਾਈਨਾਂ ਤੇ 2-2 4-4 ਲਾਈਨਾਂ ਇਕੱਠੀਆਂ ਕੱਢ ਲਈਆਂ,
ਆਪਣਾ ਸਰਵਣ ਸਿੰਘ ਬਧੇਰ ਆਪਣੇ ਨਾਲ ਲਾਈਨ ਤੇ ਨੇ, ਉਹਨਾਂ ਨੂੰ ਕੋਈ ਸਵਾਲ ਹੈ ਤੁਹਾਡਾ ਸਤਨਾਮ ਸਿੰਘ ਜੀ? ਫਿਰ ਆਪਾਂ ਗੱਲਬਾਤ ਨੂੰ ਅੱਗੇ ਵਧਾਵਾਂਗੇ ਜੀ। ਓਕੇ ਜੀ, ਓਕੇ, ਬਾਅਦ ਕਰਦਾ, ਮੈਂ ਥੋੜਾ ਬਿਜੀ ਹੋ ਗਿਆ। ਮਿਹਰਬਾਨੀ, ਮਿਹਰਬਾਨੀ। ਆਪਣੀ ਗੱਲਬਾਤ ਇਸ ਵਕਤ ਬਾਈ ਜੀ ਸਤਨਾਮ ਸਿੰਘ ਸਾਬਕਾ ਫੌਜੀ ਨੇ, ਉਹਨਾਂ ਨਾਲ ਚੱਲ ਰਹੀ ਸੀ। ਤੇ ਇਸੇ ਦੌਰਾਨ ਆਪਣੇ ਨਾਲ ਸਰਵਣ ਸਿੰਘ ਪੰਧੇਰ ਨੇ, ਥੋੜ੍ਹੀ ਜਿਹੀ ਉਹਨਾਂ ਤੋਂ ਅਪਡੇਟ ਲੈਂਦੇ ਹਾਂ, ਉਹ ਵੀ ਮਸ਼ਰੂਫ ਨੇ। ਪੰਧੇਰ ਸਾਹਿਬ, ਫਿਰ ਜਿਸ ਤਰ੍ਹਾਂ ਇਹ ਗੱਲਬਾਤ ਕਿਸੇ ਤਣ ਪੱਤਣ ਨਹੀਂ ਲੱਗਦੀ, ਜੇ ਨਹੀਂ ਜਾਂਦੇ ਤਾਂ ਵੀ ਦਿੱਕਤ ਹੈ, ਜੇ ਜਾਂਦੇ ਹਾਂ ਤਾਂ ਵੀ ਟਾਈਮ ਖਰਾਬ ਹੁੰਦਾ ਹੈ। ਕੀ ਹੁਣ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਦੌਰਾਨ ਕੀ ਫੈਸਲਾ ਲਿਆ ਜਾ ਸਕਦਾ? ਬਾਕੀ ਜਿਹੜੀਆਂ ਤੁਹਾਡਾ ਪੰਜਾਬ ਤੋਂ ਕੇਡਰ ਹੈ, ਉਹਨੂੰ ਜਾਣ 'ਚ ਤਾਂ ਕੋਈ ਦਿੱਕਤ ਅਜੇ ਨਹੀਂ ਆ ਰਹੀ, ਜਾਂ ਕਿਸ ਤਰ੍ਹਾਂ ਲੋਕ ਜਾ ਰਹੇ ਨੇ? ਠੰਡ ਵੀ ਬੇਤਹਾਸ਼ਾ ਹੈ, ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਪੰਧੇਰ ਸਾਹਿਬ? ਹਾਂ ਦੇਖੋ, ਇਹਨਾਂ ਦਿਨਾਂ ਵਿੱਚ ਜਿਹੜਾ ਵਾ ਮੋਬਿਲਾਈਜੇਸ਼ਨ ਕਰਨਾ ਥੋੜਾ ਔਖਾ ਵਾ, ਕਿਉਂਕਿ ਠੰਡ ਆ। ਪਰ ਮੇਰੇ ਖਿਆਲ ਦਿੱਲੀ 'ਚ ਇਹਦੇ ਨੂੰ ਠੰਡ ਥੋੜੀ ਘੱਟ ਆ। ਅੱਛਾ ਜੀ। ਦਿੱਲੀ ਜਾ ਕੇ ਪੋਜੀਸ਼ਨ ਹੋਰ ਬਣਦੀ, ਪੰਜਾਬ ਜ਼ਿਆਦਾ ਵਾ, ਔਰ ਲੋਕਾਂ ਦਾ ਉਤਸ਼ਾਹ ਬਹੁਤ ਜ਼ਿਆਦਾ। ਇਹਦੇ ਠੰਡ ਦੇ ਬਾਵਜੂਦ ਉਤਸ਼ਾਹ 'ਚ ਕੋਈ ਕਮੀ ਨਹੀਂ ਗੀ। ਬਹੁਤ ਵੱਡੇ ਪੱਧਰ ਤੇ ਆਪਾਂ ਜਥਾ ਤੋਰਿਆ ਸੀਗਾ, ਤੇ 20 ਨੂੰ ਬਹੁਤ ਵੱਡੇ ਵਿਆਪਕ ਪੱਧਰ ਤੇ, ਤੁਸੀਂ 20, 22, 24 ਤੇ ਵੇਖੋਗੇ ਲੱਖਾਂ ਦੀ ਤਾਦਾਦ ਵਿੱਚ ਟਰੈਕਟਰ ਟਰਾਲੀਆਂ। ਤੇ ਮੈਨੂੰ ਲੱਗਦਾ ਵੀ ਆਪਾਂ ਨੂੰ ਟਾਰਗੇਟ ਰੱਖਣਾ ਚਾਹੀਦਾ ਵੀ ਕਰੋੜਾਂ 'ਚ ਲੋਕ ਆਉਣ, ਜਿਹੜੇ ਕਹਿੰਦੇ ਅੱਜ ਵੀ ਤੋਮਰ ਜੀ ਵੀ 2-3 ਸਟੇਟਾਂ ਦੇ ਲੋਕ ਨੇ। ਪਤਾ ਲੱਗੇ ਵੀ ਪ੍ਰੋਗਰਾਮ ਕਿੱਡਾ ਵੱਡਾ ਵਾ, ਔਰ ਮਤਲਬ ਉਹਦੀ ਪੂਰੀ ਲਗਾਤਾਰ ਪੰਜਾਬ ਵਿੱਚ ਅਸੀਂ ਜ਼ੋਰ ਲਾ ਕੇ ਤਿਆਰੀ ਕਰ ਰਹੇ ਹਾਂ ਉਹਦੀ ਜੀ। ਇਹ ਤੋਂ ਪਹਿਲਾਂ ਵੀ ਪ੍ਰੋਗਰਾਮ ਹੈਗੇ ਆ, ਪਰ ਇਹ ਆ ਵੀ ਤਾਰ ਪੀਟੋ ਕਰਨ ਦਾ ਬਹੁਤ ਜ਼ਿਆਦਾ ਜ਼ੋਰ ਲੱਗ ਰਿਹਾ, ਜਿਵੇਂ ਇੱਕ ਹਊਆ ਖੜਾ ਕਰ ਦੇਣਾ। ਇੰਨੇ ਪ੍ਰੋਗਰਾਮ ਆਪਾਂ ਕੀਤੇ, ਜੇ ਉਹਨਾਂ ਵਿੱਚ ਅਸੀਂ ਹਿੰਸਕ ਨਾ ਕਦੀ ਧਿਆਨ ਹੀ ਕੀਤਾ, ਸਰਕਾਰ ਦੀ ਹਿੰਸਾ ਹੁੰਦੀ ਰਹੀ। ਹੁਣ ਇਹਨੂੰ ਉਛਾਲ ਕੇ ਵੀ ਬੇਲੋੜਾ ਉਹਦਾ ਪ੍ਰਚਾਰ ਪ੍ਰੋਪੋਗੰਡਾ ਕਰਕੇ ਇੱਕ ਦਹਿਸ਼ਤ ਜਦਾ, ਫਿਰ ਉਹਨੂੰ ਬਹੁਤ ਸਾਰੇ ਇੱਕ ਫਿਰਕੇ ਨਾਲ ਜੋੜ ਕੇ ਫਿਰ ਬਹੁਤ ਸਾਰੀਆਂ ਗੱਲਾਂ, ਮੈਨੂੰ ਲੱਗਦਾ ਇਸ ਕਿਸਮ ਦਾ ਕੋਈ ਨਹੀਂ ਲੋਕਤੰਤਰ ਵਿੱਚ ਸਾਨੂੰ ਹੱਕ ਆ। ਪਿਛਲੀ 2 ਜਨਵਰੀ ਨੂੰ ਸਾਰਿਆਂ ਨੇ ਸਾਂਝਾ ਐਲਾਨ ਕੀਤਾ ਸੀਗਾ ਵੀ ਦਿੱਲੀ ਦੇ ਅੰਦਰ ਪਰੇਡ ਟਰੈਕਟਰ ਨਾਲ ਕਰਾਂਗੇ, ਉਹਦੇ ਲਈ ਕਾਇਮ ਆ। ਤੇ ਕੱਲ ਕੀ ਉਹਦੀ ਨੀਤੀ ਤੈਅ ਹੁੰਦੀ ਹੈ ਵੀ ਤੁਹਾਡੇ ਸਾਹਮਣੇ ਆ ਜਾਊਗੀ। ਲੋਕਤੰਤਰ ਵਿੱਚ ਸਾਨੂੰ ਆਪਣਾ ਪ੍ਰੋਗਰਾਮ ਕਰਨ ਦਾ ਹੱਕ ਹੈ। ਜੇ 74-72 ਸਾਲਾਂ ਤੋਂ ਸਰਕਾਰ ਕਰਦੀ ਆਈ ਆ ਪਰੇਡ ਤੇ ਪਈ, ਦੇਸ਼ ਦੇ ਕਿਸਾਨ ਆ, ਅੰਨਦਾਤਾ ਜਿਹਨੂੰ ਤੁਸੀਂ ਕਹਿੰਦੇ, ਉਹ ਪਰੇਡ ਕਰ ਲੂਗਾ ਤੇ ਪਈ ਇਹਦੇ ਚ ਕੀ? ਕਿਸਾਨ ਨਹੀਂ ਪਰੇਡ ਕਰ ਸਕਦੇ, ਕਿਸਾਨ ਗਣਰਾਜ ਨਹੀਂ ਮਨਾ ਸਕਦੇ, ਇਹ ਕੀ ਵੱਡੀ ਗੱਲ ਆ? ਬਿਲਕੁਲ ਬਿਲਕੁਲ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਪੰਧੇਰ ਸਾਹਿਬ, ਵਾਹਿਗੁਰੂ ਚੜ੍ਹਦੀ ਕਲਾ ਰੱਖੇ, ਤੁਹਾਡੇ ਸੰਘਰਸ਼ ਨੂੰ ਸਫਲਤਾ ਹੋਵੇ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਸੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ, ਜਿਨ੍ਹਾਂ ਦਾ ਜੰਡਿਆਲਾ ਦੇ ਵਿੱਚ 114 ਦਿਨਾਂ ਦਾ ਲੰਮਾ ਧਰਨਾ ਹੈ, ਦਿੱਲੀ ਦੇ ਵਿੱਚ 50 ਦਿਨ ਹੋ ਗਏ ਨੇ, ਅਤੇ ਇਹ ਧਰਨੇ ਦੇ ਵਿੱਚ ਡਟੇ ਹੋਏ ਲੋਕ ਸੀ। ਸਰਵਣ ਸਿੰਘ ਪੰਧੇਰ ਆਪਣੇ ਨਾਲ ਜੁੜੇ ਸਨ। ਅਤੇ ਬਿਲਕੁਲ ਜਿਸ ਤਰ੍ਹਾਂ ਬਾਈ ਜੀ ਸਤਨਾਮ ਸਿੰਘ ਪਹਿਲੀ ਵਾਰੀ ਜੁੜੇ ਨੇ, ਸਾਬਕਾ ਫੌਜੀ ਨੇ। ਸੋ ਗੁਜ਼ਾਰਿਸ਼ ਹੈ ਕਿ ਜਿਸ ਤਰ੍ਹਾਂ ਆਪਣੀ ਗੱਲਬਾਤ ਚੱਲ ਰਹੀ ਸੀ ਫੋਰਸਿਸ ਦੇ ਉੱਤੇ, ਕਿ ਜਿਹੜਾ ਦਬਾਅ ਹੈ, ਸ਼ਾਇਦ ਜਿਹੜੇ ਲੋਕ ਫੋਰਸ ਦੇ ਵਿੱਚ ਰਹੇ ਨੇ ਉਹ ਬਿਹਤਰ ਜਾਣਦੇ ਨੇ, ਜ਼ਰੂਰ ਆਪਣੇ ਤਜਰਬੇ ਸਾਂਝੇ ਕਰਿਆ ਕਰੋ। ਇਸ ਵਕਤ ਹਾਂਗਕਾਂਗ ਤੋਂ ਬਾਈ ਜੀ ਹਰਵਿੰਦਰ ਸਿੰਘ ਜੁੜੇ ਨੇ, ਉਸ ਤੋਂ ਬਾਅਦ ਸੁਰਿੰਦਰ ਸਿੰਘ ਰਾਜਨੀਤਿਕ ਮਾਮਲਿਆਂ ਦੇ ਮਾਹਰ, ਉਹਨਾਂ ਨਾਲ ਵੀ ਜੁੜਾਂਗੇ। ਬਾਈ ਜੀ ਹਰਵਿੰਦਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਜੀ ਹਰਵਿੰਦਰ ਜੀ, ਕੀ ਸਥਿਤੀ ਲੱਗਦੀ ਹੈ? ਗੱਲ ਅੱਜ ਫੇਰ ਤਣ ਪੱਤਣ ਨਹੀਂ ਲੱਗੀ, ਇਹ ਤਾਂ ਝੋਟਾ ਚੋਣ ਵਾਲੀ ਗੱਲ ਹੋਈ ਪਈ ਹੈ ਸਰਕਾਰ ਤੇ ਤਾਂ ਜੀ। ਨਹੀਂ ਬਾਈ, ਇਹ ਆਪਣੇ ਜਥੇਬੰਦੀਆਂ ਨੂੰ ਸਮਝਣੀ ਚਾਹੀਦੀ ਹੈ ਗੱਲ। ਸੱਟ ਉੱਥੇ ਮਾਰਨੀ ਚਾਹੀਦੀ ਜਿੱਥੇ ਦਰਦ ਹੋਵੇ। ਜਿੰਨਾ ਚਿਰ ਦਰਦ ਨਹੀਂ ਹੋਣਾ ਨਾ ਇਹਨਾਂ ਨੂੰ, ਉਹਨਾਂ ਚਿਰ ਇਹਨਾਂ ਨੂੰ ਗੱਲ ਸਮਝਣੀ। ਏਦਾਂ ਮੀਟਿੰਗਾਂ ਦੀ ਮੀਟਿੰਗ ਹੋ ਜਾਣੀ ਫਿਰ ਤਾਂ ਜੀ। ਬਾਕੀ ਤੁਸੀਂ ਪੱਤਰਕਾਰ ਹੋ, ਤੁਸੀਂ ਸਮਝ ਗਏ ਵੀ ਸੱਟ ਕਿੱਥੇ ਮਾਰਨੀ। ਧੰਨਵਾਦ। ਬਿਲਕੁਲ ਬਿਲਕੁਲ ਬਿਲਕੁਲ। ਅਸਲ ਦੇ ਵਿੱਚ ਸਰਕਾਰ ਨਾ ਇਸ ਉਡੀਕ ਦੇ ਵਿੱਚ ਹੈ, ਕਿਉਂਕਿ ਇਹਨਾਂ ਨੂੰ ਲੱਗਦਾ ਸ਼ਹੀਨ ਬਾਗ ਦਾ ਅੰਦੋਲਨ, ਜਾਂ ਹੋਰ ਜਿਸ ਤਰ੍ਹਾਂ ਦੇ ਹਾਲਾਤ ਨੇ ਨਾ, ਗੁਆਂਢੀ ਮੁਲਕਾਂ ਨਾਲ ਵੀ ਸਾਡਾ ਕੋਈ ਖਾਨਾ ਜੰਗੀ ਸ਼ੁਰੂ ਹੋ ਸਕਦੀ ਹੈ, ਕੋਈ ਜੰਗ ਸ਼ੁਰੂ ਹੋ ਸਕਦਾ, ਕਿਉਂਕਿ ਬਾਰਡਰ ਤੋਂ ਲਗਾਤਾਰ ਇਸ ਤਰ੍ਹਾਂ ਦੀ ਘਟਨਾਵਾਂ ਨੇ ਜਿਹੜੀਆਂ ਅਪਡੇਟ ਆ ਰਹੀਆਂ, ਕਿਉਂਕਿ ਸਰਦੀ 'ਚ ਵੈਸੇ ਹੀ ਇਹ ਚੀਜ਼ਾਂ ਹੋ ਜਾਂਦੀਆਂ ਨੇ। ਅਤੇ ਸਰਕਾਰ ਇਸ ਤਰ੍ਹਾਂ ਦਾ ਵੀ ਕੁਛ ਮਾਹੌਲ ਕ੍ਰੀਏਟ ਕਰ ਸਕਦੀ ਹੈ, ਕਿਉਂਕਿ ਪਾਕਿਸਤਾਨ ਦੇ ਵਿੱਚ ਕੋਈ ਸਿਰਫ ਇਹਨਾਂ ਨੇ ਜਿਸ ਤਰ੍ਹਾਂ ਮੰਦਰ ਨੂੰ ਨੁਕਸਾਨ ਪਹੁੰਚਾਇਆ ਸੀ। ਸੋ ਇਹ ਚੀਜ਼ਾਂ ਬਹਾਨਾ ਬਣ ਜਾਂਦੀਆਂ ਨੇ ਅੰਦੋਲਨ ਨੂੰ ਖ਼ਤਮ ਕਰਨ ਦਾ। ਪਰ ਕਿਸਾਨਾਂ ਦੀ ਕਿਸਮਤ ਕਹਿ ਲਓ, ਜਾਂ ਆਵਾਮ ਦੀ ਸਪੋਰਟ ਕਹਿ ਲਓ, ਬੜਾ ਇਸ਼ੂ ਬਣਾਇਆ ਗਿਆ। ਕਦੇ ਇਹਨਾਂ ਨੂੰ ਖਾਲਿਸਤਾਨੀ, ਕਦੇ ਮਾਓਵਾਦੀ, ਕਦੇ ਟੁਕੜੇ ਟੁਕੜੇ ਗੈਂਗ, ਪਤਾ ਨਹੀਂ ਕੀ ਕੀ ਦੱਸਿਆ ਗਿਆ। ਪਰ ਅਜੇ ਕੁਦਰਤ ਕਿਸਾਨਾਂ ਦੇ ਨਾਲ ਹੈ, ਕੁਦਰਤ ਤਾਂ ਨਾਲ ਰਹੇਗੀ, ਪਰ ਸਾਨੂੰ ਵੀ ਕਿਤੇ ਨਾ ਕਿਤੇ ਕੋਤਾਹੀ ਤੋਂ ਗੁਰੇਜ਼ ਕਰਨ ਦੀ
मैं समझना कि ਜ਼ਰੂਰਤ ਹੈ। ਸਾਨੂੰ ਬੜੀ ਸੰਜੀਦਗੀ ਤੋਂ ਹਰ ਸਟੈਪ ਸ਼ੁਰੂ ਕਰਨਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਹੀ ਇਹ ਸਫਲ ਅੰਦੋਲਨ ਹੋਏਗਾ। ਜੇ ਅੰਦੋਲਨ ਦੇ ਵਿੱਚ ਬੇਲੋੜਾ ਜੋਸ਼ ਦਿਖਾਇਆ, ਕੁਛ ਵਾਪਰਿਆ, ਕਿਉਂਕਿ ਵਰਦੀ ਪਾੜੀ ਦਾ ਵੀ ਬਹੁਤ ਵੱਡਾ ਕੇਸ ਹੋ ਜਾਂਦਾ ਹੈ। ਸਰਕਾਰ ਜਦੋਂ ਇਸ ਤਰ੍ਹਾਂ ਕਰਦੀ ਹੈ, ਕਿਉਂਕਿ ਪਹਿਲਾਂ ਵੀ ਪੁਲਵਾਮਾ ਵਾਪਰਿਆ ਸੀ ਅਤੇ ਪੁਲਵਾਮਾ ਦੀ ਬਿਨਾਹ 'ਤੇ ਸਰਕਾਰ ਬਣ ਗਈ ਸੀ। ਮੌੜ ਮੰਡੀ ਬੰਬ ਬਲਾਸਟ ਹੋਇਆ ਸੀ, 7 ਜਾਨਾਂ ਗਈਆਂ ਸੀ, ਲੋਕਾਂ ਦਾ ਮਾਈਂਡ ਵਾਸ਼ ਹੋਇਆ ਸੀ। ਇਹ ਚੀਜ਼ਾਂ ਵਾਪਰਦੀਆਂ ਨੇ। ਸੋ ਰਾਜਨੀਤਿਕ ਮਾਮਲਿਆਂ ਦੇ ਮਾਹਰ ਅਤੇ ਵਕਾਲਤ ਨਾਲ ਵਾਬਸਤਾ ਸਾਹਿਬ ਸੁਰਿੰਦਰ ਸਿੰਘ ਜੀ ਜੁੜੇ ਨੇ। ਇਹਨਾਂ ਤੋਂ ਖਾਸ ਕਰਕੇ ਕਾਨੂੰਨ ਨਜ਼ਰੀਏ ਤੋਂ ਅਤੇ ਰਾਜਨੀਤਿਕ ਨਜ਼ਰੀਏ ਤੋਂ ਜਾਣਕਾਰੀ ਹਾਸਲ ਕਰਦੇ ਹਾਂ। ਬਾਈ ਜੀ ਸੁਰਿੰਦਰ ਸਿੰਘ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ। ਸਤਿ ਸ੍ਰੀ ਅਕਾਲ ਟਵਾਣਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਜੀ ਸੁਰਿੰਦਰ ਸਿੰਘ ਜੀ, ਆਪਾਂ ਵੈਸੇ ਕਈ ਦਿਨਾਂ ਤੋਂ ਜੋ ਚਰਚਾ ਕਰ ਰਹੇ ਹਾਂ ਵੱਖ-ਵੱਖ ਚੈਨਲਾਂ 'ਤੇ, ਇਹ ਚਰਚਾ ਆਪਾਂ ਕੀਤੀ ਹੈ, ਜਿਸ ਦੇ ਵਿੱਚ ਗੱਲ ਉਹੀ ਹੈ ਕਿ ਮੋਦੀ ਮੈਂ ਨਾ ਮਾਨੂ ਦੀ ਸਥਿਤੀ ਦੇ ਵਿੱਚ ਹੈ। ਪਰ ਜਿੰਨਾ ਉਹ ਅੜਿਆ ਹੋਇਆ, ਓਨਾ ਇਸ ਅੰਦੋਲਨ ਅਤੇ ਕਾਰਪੋਰੇਟ ਲੁੱਟ ਦਾ ਅਸਲ ਚਿਹਰਾ ਭਾਰਤੀਆਂ ਦੇ ਸਾਹਮਣੇ ਵੀ ਆ ਰਿਹਾ। ਜਿਹੜਾ BJP ਦਾ ਵੋਟ ਬੈਂਕ ਹੈ, ਉਹ ਵੀ ਸਮਝਣ ਲੱਗਿਆ ਕਿ ਗੇਮ ਕੀ ਹੈ। ਨਵਜੋਤ ਸਿੰਘ ਸਿੱਧੂ ਦਾ ਵੀ ਅੱਜ ਬਿਆਨ ਆਇਆ ਕਿ FCI ਨੂੰ ਕੋਈ ਬਜਟ ਹੀ ਨਹੀਂ ਜਾਰੀ ਕੀਤਾ ਜਾਂਦਾ, ਜਿਸ ਕਰਕੇ FCI ਲਗਾਤਾਰ ਘਾਟੇ 'ਚ ਜਾ ਰਹੀ ਹੈ। ਕਿਉਂਕਿ ਸ਼ਾਂਤਾ ਕੁਮਾਰ ਕਮੇਟੀ ਦੀਆਂ ਰਿਪੋਰਟਾਂ ਵੀ ਇੱਕ ਜੁਗਾੜਬਾਜ਼ੀ ਸੀ ਕਿ ਹੌਲੀ ਹੌਲੀ FCI ਨੂੰ ਇੰਨਾ ਕਰਜ਼ਈ ਕਰ ਦਿਓ ਕਿ ਅੰਡਾਨੀਆਂ ਦਾ ਸਾਇਲੋਆਂ 'ਤੇ ਹੀ ਨਿਰਭਰ ਹੋ ਜਾਵੇ ਖਰੀਦ ਪ੍ਰਬੰਧ। ਕੀ ਮਹਿਸੂਸ ਕਰਦੇ ਹੋ ਸੁਰਿੰਦਰ ਸਿੰਘ ਜੀ ਅੱਜ ਦੀ ਮੀਟਿੰਗ ਦੇ ਵਿੱਚੋਂ? ਜੀ ਟਵਾਣਾ ਸਾਹਿਬ, ਅੱਜ ਦੀ ਕੀ ਆਉਣ ਵਾਲੀਆਂ 5-7 ਮੀਟਿੰਗਾਂ ਤਾਂ ਕੋਈ ਆਸ ਹੀ ਨਾ ਰੱਖੋ, ਕਿਉਂਕਿ ਜਿਹੜੀ ਸੁਪਰੀਮ ਕੋਰਟ ਵੱਲੋਂ ਕਮੇਟੀ ਬਣਾ ਦਿੱਤੀ ਗਈ ਹੈ, ਸਮਝੋ ਕਿ ਕਮੇਟੀ ਮਾਰਚ ਦੇ ਮਹੀਨੇ ਤੱਕ ਚੱਲੇਗੀ ਤੇ ਮਾਰਚ ਦੇ ਮਹੀਨੇ ਤੱਕ ਤਾਂ ਕੋਈ ਸਮਝੌਤੇ ਦੀ ਸੰਭਾਵਨਾ ਨਹੀਂ ਹੋ ਸਕਦੀ। ਨਾ ਕਾਨੂੰਨ ਵਾਪਸ ਲਏ ਜਾਣੇ ਨੇ ਤੇ ਨਾ ਕਿਸਾਨਾਂ ਨੇ ਇਸ ਤੋਂ ਘੱਟ ਮੰਨਣਾ ਤੇ ਨਾ ਹੀ ਕੋਈ ਸਮਝੌਤਾ ਜਿਹੜਾ ਉਹ ਹੋਣਾ ਵਾ। ਇਹ ਮੱਚ ਕੇ ਚੱਲੋ ਕਿ ਅੱਜ ਅਸੀਂ ਜਨਵਰੀ ਦੇ ਅੱਧ 'ਚ ਬੈਠੇ ਹਾਂ, ਫਰਵਰੀ ਤੇ ਮਾਰਚ, ਅਗਲੇ 2 ਮਹੀਨੇ ਉਹ ਤੇ ਅੱਧਾ 2.5 ਮਹੀਨੇ ਤਾਂ ਸਮਝ ਲਓ ਕਿ ਦਿੱਲੀ ਦੀਆਂ ਸੜਕਾਂ ਜਿਹੜੀਆਂ ਨੇ ਉਹਦੇ ਉੱਤੇ ਜਿੱਦਾਂ ਬੈਠੇ ਆ, ਜਿਉਂ ਦਾ ਤਿਉਂ ਬੈਠਣਾ ਪਏਗਾ। ਸੁਪਰੀਮ ਕੋਰਟ ਦਾ ਕੀ ਫੈਸਲਾ ਆਉਂਦਾ, ਉਹਦੇ ਬਾਅਦ ਕਿਸਾਨਾਂ ਦਾ ਕੀ ਰੁਖ ਹੁੰਦਾ ਤੇ ਸਰਕਾਰ ਦਾ ਕੀ ਰੁਖ ਹੁੰਦਾ, ਬਾਕੀ ਦੀ ਅੰਦੋਲਨ ਜਿਹੜਾ ਉਹਦੇ ਬਾਅਦ ਤੈਅ ਕਰੇਗਾ। ਉਦੋਂ ਕਿਸ ਦਸ਼ਾ 'ਚ ਜਾਂਦੇ ਆ, ਕੀ ਦਿਸ਼ਾ ਹੋਏਗੀ, ਕਿਉਂਕਿ ਉਦੋਂ ਹਾੜੀ ਦਾ ਸੀਜ਼ਨ ਵੀ ਆ ਜਾਏਗਾ, ਕਣਕ ਦੀ ਵਢਾਈ ਆ ਜਾਏਗੀ, ਉਹਦੇ 'ਚ ਕਿਸਾਨਾਂ ਦੀ ਆਮਦ ਘਟੇਗੀ, ਕਿਉਂਕਿ ਕਿਸਾਨਾਂ ਨੇ ਕਣਕ ਸਾਂਭਣੀ ਆ। ਬਹੁਤੇ ਮਜ਼ਦੂਰ ਜਿਹੜੇ ਆ ਉਹਨਾਂ ਵੀ ਸਾਂਭਣੀ, ਉਹਦਾ ਵੀ ਕਿਤੇ ਨਾ ਕਿਤੇ ਫਰਕ ਪਏਗਾ। ਸਰਕਾਰ ਵੀ ਜਿਹੜੀ ਆ ਉਹ ਜਾਣ ਬੁੱਝ ਕੇ ਇਹਨੂੰ ਹਾੜੀ ਦਾ ਸੀਜ਼ਨ ਜਿਹੜਾ ਆਉਣ ਵਾਲਾ ਅਪ੍ਰੈਲ ਦੇ ਪਹਿਲੇ ਹਫ਼ਤੇ ਜਿਹੜਾ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਜਾਣਾ, ਉੱਥੋਂ ਤੱਕ ਇਹਨੂੰ ਲਟਕਾ ਕੇ ਜਿਹੜਾ ਉਹ ਲਿਜਾਣਾ ਚਾਹੁੰਦੀ ਹੈ। ਦੇਖੋ, ਇੱਕ ਪਾਸੇ ਤੋਮਰ ਸਾਹਿਬ ਕਹਿੰਦੇ, ਪਿਊਸ਼ ਗੋਇਲ ਆਏ, ਦੂਸਰੇ ਪੰਜਾਬ ਵਾਲੇ ਸੋਮਨਾਥ ਬੈਠੇ, ਕਹਿੰਦੇ ਬਈ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਨਾ ਚਾਹੀਦਾ। ਅੱਜ ਇੱਕ ਕਾਲਰ ਨੇ ਵੀ ਸਵੇਰੇ, ਸ਼ਾਇਦ ਹਰਵਿੰਦਰ ਜੀ ਨੇ ਕਿਹਾ ਸੀਗਾ ਕਿ ਜੇ ਸੁਪਰੀਮ ਕੋਰਟ ਦੇ ਫੈਸਲੇ ਦਾ, ਇੱਕ ਪਾਸੇ ਤਾਂ ਸੁਪਰੀਮ ਕੋਰਟ ਨੇ ਸਟੇਟਸ ਕੋ ਕਰ ਦਿੱਤਾ ਕਿ ਸਥਿਤੀ ਜਿਉਂ ਦੀ ਤਿਉਂ, ਦੂਜੇ ਬੰਨੇ ਸਰਕਾਰ ਫਿਰ ਗੱਲ ਕਰੀ ਜਾਂਦੀ ਹੈ, ਫਿਰ ਸੁਪਰੀਮ ਕੋਰਟ ਦਾ ਫੈਸਲਾ ਕਿੱਥੇ ਖੜਾ? ਕਾਨੂੰਨਨ ਪੱਖ ਕੀ ਹੈ? ਹੁਣ 18 ਤਰੀਕ ਨੂੰ ਫਿਰ ਸੁਣਵਾਈ ਹੈ ਕਿ ਕਿਸਾਨ ਪਰੇਡ ਕਰਨ ਜਾਂ ਨਾ ਕਰਨ। ਇਹ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ, ਕੀ ਮਹਿਸੂਸ ਕਰਦੇ ਹੋ ਉਸ ਮੁਤਲਕ ਕਾਨੂੰਨਨ ਪੱਖ ਤੋਂ ਜਾਂ ਸੁਪਰੀਮ ਕੋਰਟ ਦੀ ਭੂਮਿਕਾ? ਕਿਉਂਕਿ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਦਵੇ ਅਸਤੀਫਾ ਦੇ ਗਿਆ, ਦਵੇ 'ਤੇ ਵੀ ਦਬਾਅ ਆ, ਬਾਰ ਐਸੋਸੀਏਸ਼ਨ ਸਪੋਰਟ 'ਚ ਆਈ ਹੈ। ਹੁਣ ਉੱਥੇ ਵੀ ਅੰਦਰੋਂ ਖਿੱਚਤਾਣ ਵਕੀਲਾਂ ਦੀ ਹੋ ਰਹੀ ਹੈ, ਕੁਛ BJP ਦੇ ਹੱਕ 'ਚ ਨੇ, ਕੁਛ ਉਹ 'ਚ ਨੇ, ਕਿਉਂਕਿ ਟਰਮ ਪੂਰੀ ਹੋਈ ਹੈ, ਦਵੇ ਨੇ ਅਸਤੀਫਾ ਦੇਣਾ ਪਿਆ। ਕੀ ਮਹਿਸੂਸ ਕਰਦੇ ਹੋ? ਟਵਾਣਾ ਸਾਹਿਬ, ਜਿੱਥੋਂ ਤੱਕ ਕਾਨੂੰਨੀ ਪੱਖ ਤਾਂ ਕੁਛ ਦਿਖਾਈ ਦਿੰਦਾ ਹੀ ਨਹੀਂ, ਕਿਉਂਕਿ ਜੇ ਕਾਨੂੰਨ ਦੇ ਮੁਤਾਬਕ ਕੋਈ ਕਾਰਵਾਈ ਹੋਈ ਹੁੰਦੀ ਤੇ ਅਸੀਂ ਕਾਨੂੰਨੀ ਪੱਖ ਤੇ ਗੱਲ ਕਰਦੇ। ਕਾਨੂੰਨ ਦੇ ਮੁਤਾਬਕ ਤਾਂ ਕੋਈ ਕਾਰਵਾਈ ਹੋਈ ਨਹੀਂ। ਜੋ ਕੁਝ ਵੀ ਹੋਈ ਆ ਉਹ ਸਿਆਸੀ ਤੌਰ ਤੇ ਹੋਈ ਆ, ਕਾਨੂੰਨ ਦੇ ਮੋਢੇ ਤੇ ਰੱਖ ਕੇ ਚਲਾਈ ਗਈ ਆ, ਤੇ ਇਸ ਕਰਕੇ ਸਾਨੂੰ ਸਿਆਸੀ ਪੱਖ ਤੋਂ ਹੀ ਗੱਲ ਕਰਨੀ ਪਊਗੀ। ਕਾਨੂੰਨੀ ਪੱਖ ਤਾਂ ਕਿਤੇ ਨਜ਼ਰ ਹੀ ਨਹੀਂ ਆਇਆ। ਕਾਨੂੰਨ ਨੇ ਤਾਂ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਆ, ਕਾਨੂੰਨ ਨੂੰ ਦਿਖਾਈ ਕੁਛ ਨਹੀਂ ਦੇ ਰਿਹਾ ਕਿ ਗਰਾਊਂਡ ਦੇ ਉੱਤੇ ਕੀ ਹੋ ਰਿਹਾ। ਜੇ ਕਾਨੂੰਨ ਨੂੰ ਗਰਾਊਂਡ ਦੇ ਉੱਤੇ ਜਿਹੜੀ ਅਸਲੀਅਤ ਸੀ ਉਹ ਕਿਤੇ ਸਮਝ ਆ ਜਾਂਦੀ ਤਾਂ ਸ਼ਾਇਦ ਕੋਈ ਨਾ ਕੋਈ ਹੱਲ ਜਿਹੜਾ ਸੌਖਾ ਨਿਕਲ ਆਉਂਦਾ। ਹੁਣ ਟਵਾਣਾ ਸਾਹਿਬ ਦੇਖੋ, ਇਹਦੇ 'ਚ ਦੇਖਣ ਵਾਲੀ ਗੱਲ ਹੈ ਕਿ 11 ਤਰੀਕ ਨੂੰ ਕੋਰਟ ਫੈਸਲਾ ਕਰਦੀ ਹੈ ਕਿ 12 ਤਰੀਕ ਨੂੰ ਕਿਸਾਨ ਜਿਹੜੇ ਕਿਸਾਨਾਂ ਦੇ 8 ਨਾਮ ਕੇਂਦਰ ਸਰਕਾਰ ਨੇ ਦਿੱਤੇ ਸੀ ਕਿ ਇਹਨਾਂ ਨੂੰ ਸੰਮਣ ਕਰੋ, ਉਹਨਾਂ ਨੂੰ ਸੰਮਣ ਇਸ਼ੂ ਕੀਤੇ ਜਾਂਦੇ ਨੇ ਕਿ ਤੁਸੀਂ ਇਹਦੇ ਤੇ ਜਵਾਬ ਦਿਓ। ਕਿਸਾਨ ਜਿਹੜੇ ਨੇ ਜਦੋਂ ਉਹਨਾਂ ਨੂੰ ਸੰਮਣ ਮਿਲਦੇ ਨੇ, ਉਹ ਆਪਣੇ ਵਕੀਲਾਂ ਨਾਲ ਗੱਲ ਕਰਦੇ ਨੇ, ਵਕੀਲਾਂ ਨੂੰ ਕਹਿੰਦੇ ਕਿ ਤੁਸੀਂ ਕੱਲ 12 ਤਰੀਕ ਨੂੰ ਇਹਦੇ ਉੱਪਰ ਆਪਣਾ ਜਿਹੜਾ ਉਹ ਪੱਖ ਰੱਖੋ।
ਤੇ 12 ਨੂੰ ਪੱਖ ਰੱਖਣ ਤੋਂ ਪਹਿਲਾਂ 11 ਦੀ ਰਾਤ ਨੂੰ ਇਹ ਪਤਾ ਲੱਗ ਜਾਂਦਾ ਕਿ ਜਿਹੜੀ 12 ਨੂੰ ਬਹਿਸ ਹੋਣੀ ਸੀ ਉਹ ਬਹਿਸ ਨਹੀਂ ਹੋਣੀ, ਕਿਉਂਕਿ ਸੁਪਰੀਮ ਕੋਰਟ ਨੇ ਕੇਸ ਜਿਹੜਾ ਉਹ ਸਿੱਧਾ ਹੀ ਸੁਣਵਾਈ ਤੇ ਰੱਖ ਦਿੱਤਾ। ਮਤਲਬ ਕਿਸਾਨਾਂ ਨੂੰ ਜਿਹੜੇ ਅੰਦੋਲਨ ਕਰ ਰਹੇ ਨੇ ਉਹਨਾਂ ਨੂੰ 8 ਜਿਹੜੇ ਆਗੂ ਸੀ ਉਹ 8 ਨੂੰ ਸੰਮਣ ਕਿਉਂ ਕੀਤੇ ਗਏ? ਜੇ ਸੰਮਣ ਕੀਤੇ ਗਏ ਤਾਂ 12 ਤਰੀਕ ਨੂੰ ਸੁਣਵਾਈ ਕਿਉਂ ਨਹੀਂ ਕੀਤੀ ਗਈ? ਤੁਸੀਂ 11 ਨੂੰ ਇੱਕੋ ਹੀ ਆ ਕਿ ਜਿਹੜੀ ਉਹਦਾ ਦੂਸਰਾ ਰੋਸਟਰ ਸੀ ਉਹਦੇ ਤੇ ਪਾ ਦਿੱਤਾ ਗਿਆ ਕਿ 12 ਤਰੀਕ ਨੂੰ ਇਹਦੀ ਸੁਣਵਾਈ ਆ। ਜੇ ਸੁਣਵਾਈ ਕਰਨੀ ਸੀ ਤੇ ਫਿਰ ਉਹਨਾਂ ਨੂੰ ਸੰਮਣ ਕਿਉਂ ਜਾਰੀ ਕੀਤੇ ਗਏ? ਜੇ ਸੰਮਣ ਜਾਰੀ ਕੀਤੇ ਗਏ ਤੇ ਫਿਰ ਭਾਈ ਉਹਨਾਂ ਦੀ 12 ਨੂੰ ਉਹਨਾਂ ਦਾ ਜਵਾਬ ਦਾਵਾ ਤਾਂ ਲੈ ਲੈਂਦੇ ਨਾ, ਉਹਨਾਂ ਦਾ ਬਹਿਸ ਕਰ ਲੈਂਦੇ, ਬਹਿਸ ਕਰਨ ਤੋਂ ਬਾਅਦ ਫੈਸਲਾ ਸੁਣਾ ਦਿੰਦੇ। ਏਡੀ ਕਾਹਲੀ ਕਾਹਦੀ ਸੀ? ਟਵਾਣਾ ਸਾਹਿਬ ਬੇਵਕੂਫ ਬਣਾ ਰਹੇ ਨੇ, ਕੁਛ ਨਹੀਂ ਨਿਕਲਣਾ, ਕੁਛ ਨਹੀਂ ਕਰਨਾ। ਮੋਦੀ ਸਾਹਿਬ ਕਸੂਤੇ ਫਸੇ ਹੋਏ ਨੇ। ਮੋਦੀ ਸਾਹਿਬ ਆਪਣਾ ਹਰਬਾ ਹਰ ਜਰਬਾ ਹਰ ਸਭ ਕੁਛ ਵਰਤਣਾ ਚਾਹੁੰਦੇ ਆ, ਔਰ ਵਰਤ ਕੇ ਉਹ ਇਹਨੂੰ ਲੰਬਾ ਖਿੱਚਣਾ ਚਾਹੁੰਦੇ ਆ ਕਿ ਸੰਘਰਸ਼ ਜਿੰਨਾ ਲੰਬਾ ਜਾਏਗਾ ਸੰਘਰਸ਼ ਆਪਣੇ ਆਪ ਦਮ ਤੋੜੇਗਾ ਤੇ ਦਮ ਤੋੜੇਗਾ ਸਾਡੀ ਜਿੱਤ ਹੋਏਗੀ। ਉਹਨਾਂ ਨੂੰ ਵੀ ਪਤਾ ਅਸੀਂ ਝੂਠੇ ਆ, ਸਾਡੇ ਪੱਲੇ ਕੁਛ। ਹੁਣ ਕਾਨੂੰਨੀ ਨਜ਼ਰੀਏ ਦੀ ਗੱਲ ਕਰੀਏ, ਇੱਕ ਬੰਨੇ ਸਟੇਟਸ ਕੋ ਕਰ ਦਿੱਤਾ ਕਿ ਭਾਈ ਇਹਨਾਂ ਤੇ ਅਗਲੇ ਹੁਕਮਾਂ ਤੱਕ ਇਹ ਕਾਨੂੰਨ ਜਿਹੜੇ ਲਾਗੂ ਨਹੀਂ ਕੀਤੇ ਜਾਣਗੇ। ਜੇ ਕਰ ਦਿੱਤਾ ਤੇ ਫਿਰ ਮੀਟਿੰਗ ਕਿਉਂ ਰੱਖੀ? ਹੁਣ ਇੱਕ ਬੰਨੇ ਤੁਸੀਂ ਉਹਦੇ ਤੇ ਅਗਲੇ ਹੁਕਮਾਂ ਤੱਕ ਉਹਦੇ ਤੇ ਰੋਕ ਲਾਉਂਦੇ ਹੋ, ਨਾਲ ਕਮੇਟੀ ਬਣਾਉਂਦੇ ਹੋ, ਕਮੇਟੀ ਚੋਂ ਇੱਕ ਵਿਕਟ ਤੇ ਸਾਡੀ ਗਿਰ ਗਈ, ਠੀਕ ਹੈ, ਇੱਕ ਜਿਹੜੀ ਉਹ ਅੱਜ ਨਹੀਂ ਤੇ ਕੱਲ ਉਹ ਵੀ ਗਿਰ ਜਾਏਗੀ। ਹੁਣ ਹਾਲਾਤ ਤੁਹਾਡੀ ਕੀ ਬਣੀ ਆ ਕਿ ਇੱਕ ਬੰਨੇ ਕਮੇਟੀ ਬਣਾਤੀ, ਨਾਲ ਤੁਸੀਂ ਉਹਦੇ ਤੇ ਅਗਲੇ ਹੁਕਮਾਂ ਤੱਕ ਰੋਕ ਲਗਾ ਦਿੱਤੀ। ਮੰਤਰੀ ਫੇਰ ਮੀਟਿੰਗ ਕਰਨ ਜਾ ਰਹੇ ਨੇ, ਮੰਤਰੀਆਂ ਨੇ ਉਸ ਤੋਂ ਅਗਲੀ 19 ਦੀ ਮੀਟਿੰਗ ਫੇਰ ਤੈਅ ਕਰ ਦਿੱਤੀ। ਉਹ ਕਹਿੰਦੇ ਦੇਣਾ ਵੀ ਕੁਛ ਨਹੀਂ, ਸਾਡੇ ਕੋਲ ਵੀ ਕੁਛ ਨਹੀਂ ਹੈ, ਗਾਲਾਂ ਗੂਲਾਂ ਖਾ ਕੇ ਉੱਥੋਂ ਨਿਕਲ ਜਾਂਦੇ ਨੇ। ਜੋ ਦੁਰਦਸ਼ਾ ਮੰਤਰੀਆਂ ਦੀ ਹੋ ਰਹੀ ਹੈ, ਜੋ ਕਿਸਾਨ ਉਹਨਾਂ ਦੀ ਖੇਹ ਕਰਦੇ ਆ, ਉਹਨਾਂ ਨੂੰ ਉੱਥੇ ਸਿਰ ਚੱਕਣ ਨੂੰ ਨਹੀਂ ਮਿਲਦਾ, ਅੱਖ ਨਹੀਂ ਮਿਲਾ ਸਕਦੇ, ਲੇਕਿਨ ਫੇਰ ਵੀ ਆਈ ਵਾਰ ਆ ਕੇ ਬੈਠ ਜਾਂਦੇ ਨੇ, ਆ ਕੇ ਮੀਡੀਆ ਸਾਹਮਣੇ ਕਹਿੰਦੇ ਜੀ ਸਾਨੂੰ ਪੂਰੇ ਭਾਰਤ ਦੇ ਕਿਸਾਨਾਂ ਦਾ ਪ੍ਰੈਸ਼ਰ ਆ, ਅਸੀਂ ਕੀ ਕਰੀਏ, ਅਸੀਂ ਪੂਰੇ ਭਾਰਤ ਦੇ ਕਿਸਾਨਾਂ ਦੀ ਸੁਣਨੀ, ਅਸੀਂ ਤੇ ਇਹਨਾਂ ਦੀ ਕਿੱਦਾਂ ਮੰਨ ਲਈਏ, ਇਹ ਸਿਰਫ 2 ਸਟੇਟਾਂ ਦੇ ਕਿਸਾਨ ਨੇ। ਮਤਲਬ ਕਿਤੇ ਨਾ ਕਿਤੇ ਜਾਣ ਬੁੱਝ ਕੇ ਕੁਫਰ ਤੋੜ ਰਹੇ ਨੇ ਤੇ ਭਾਰਤ ਦਾ ਜਿਹੜਾ ਗੋਦੀ ਮੀਡੀਆ ਉਹ ਉਹਨਾਂ ਦੀ ਹਰ ਗੱਲ ਜਿਹੜੀ ਆ ਉਹਨੂੰ ਹਾਈਲਾਈਟ ਲੱਗਾ। ਜੀ ਬਿਲਕੁਲ ਬਿਲਕੁਲ। ਪਰ ਜਿਹੜੀ ਸੱਚਾਈ ਹੈ ਨਾ, ਉਹ ਸੱਚਾਈ ਤਾਂ ਸਭ ਨੂੰ ਪਤਾ ਹੈ। ਹੁਣ ਜਦੋਂ ਇਹਨਾਂ ਦਾ RSS ਦਾ ਕਿਸਾਨ ਵਿੰਗ ਭਾਰਤੀ ਕਿਸਾਨ ਸੰਘ 15,000 ਮਤੇ ਪਾਉਂਦਾ ਹੈ ਇਸ ਕਾਨੂੰਨ ਦੇ ਵਿਰੋਧ ਦੇ ਵਿੱਚ, ਜਦੋਂ ਕਿਸਾਨਾਂ ਨੇ ਅੰਦੋਲਨ ਵੀ ਸ਼ੁਰੂ ਨਹੀਂ ਸੀ ਕਰਿਆ ਉਦੋਂ ਵੀ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਸੀ। ਨਰਿੰਦਰ ਤੋਮਰ ਬਾਰੇ ਤਾਂ RSS ਦੇ ਜਨਰਲ ਸਕੱਤਰ ਬਦਰੀ ਨਾਰਾਇਣ ਚੌਧਰੀ ਨੇ ਜੈਪੁਰ ਤੋਂ ਇੰਨਾ ਕਹਿ ਦਿੱਤਾ ਸੀ ਕਿ ਇਹਨੂੰ ਖੇਤੀ ਦਾ ਕੀ ਪਤਾ। ਕਹਿਣ ਨੂੰ ਇਹ ਭਾਵੇਂ ਖੇਤੀ ਵਾਲੇ ਭਾਈਚਾਰੇ ਨਾਲ ਜੁੜਿਆ, ਪਰ ਇਹਦੇ ਬਾਰੇ ਇਲਮ ਹੀ ਨਹੀਂ ਹੈ ਕਿ ਖੇਤੀ ਹੁੰਦੀ ਕੀ ਹੈ। ਮਤਲਬ RSS ਦੇ ਕੱਟੜ ਆਗੂ ਭਾਵੇਂ ਲਕਸ਼ਮੀ ਕਾਂਤਾ ਚਾਵਲਾ, ਮਾਸਟਰ ਮੋਹਨ ਲਾਲ ਹੈ ਜਾਂ ਹੋਰ ਬਹੁਤ ਸਾਰੇ ਲੋਕ ਨੇ, ਉਹ ਇਸ ਕਾਨੂੰਨ ਦੀ ਆਲੋਚਨਾ ਕਰ ਰਹੇ ਨੇ। ਪਰ ਸਮਝ ਨਹੀਂ ਆਉਂਦਾ ਕਿ ਮੋਦੀ ਸਾਹਿਬ ਦੀਆਂ ਪਤਾ ਨਹੀਂ ਕਿਹੜੀਆਂ ਫਿਲਮਾਂ ਦਾ ਵੀ ਕੋਈ ਰੌਲਾ ਪੈਂਦਾ, ਕਹਿੰਦੇ ਸ਼ਾਇਦ ਬਾਹਲਾ ਹੀ ਦਬਾਅ 'ਚ ਆ ਗਿਆ। ਜਿਹੜੇ ਵਿਦੇਸ਼ ਗੇੜੇ ਲਾਏ ਆ ਨਾ, ਉਹਦੇ ਵਿੱਚ ਕਈ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਨੇ, ਉਹ ਬੰਦਾ ਕਈ ਵਾਰੀ ਦਬਾਅ ਦਬੂ 'ਚ ਆ ਜਾਂਦਾ ਹੈ, ਸਮਝੋ ਬਾਹਰ ਹੈ ਇਹ ਸਾਰਾ ਕੁਛ ਜੋ ਵਾਪਰ ਰਿਹਾ। ਜੀ ਟਵਾਣਾ ਸਾਹਿਬ ਗੱਲ ਵੱਡੀ ਇਹ ਆ ਕਿ BJP ਦੇ RSS ਦੇ ਲੀਡਰ ਇਹਦਾ ਵਿਰੋਧ ਕਰਨ ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ, ਠੀਕ ਆ। ਪੱਤਰਕਾਰ ਨੇ ਕਵਰ ਕਰ ਲਿਆ ਤੇ ਪੱਤਰਕਾਰ ਨੂੰ NIA ਨੇ ਸੱਦ ਲਿਆ, ਠੀਕ ਹੈ, ਉਹਦੇ ਤੇ ਕਿਹਾ ਤੇਰੇ ਤੇ UAPA ਐਕਟ ਬਣਦਾ, ਠੀਕ ਹੈ। ਬੱਸ ਦੀ ਸਰਵਿਸ ਦੇ ਦਿੱਤੀ ਲੁਧਿਆਣੇ ਤੋਂ, ਤੇ ਬੱਸ ਦੇ ਮਾਲਕ ਨੂੰ ਤੇ ਜਿਨ੍ਹਾਂ ਨੇ ਨਾਲ ਸਪੋਰਟ ਕੀਤੀ, ਜਿਨ੍ਹਾਂ ਨੇ ਆਉਣ ਜਾਣ ਦਾ ਤੇਲ ਦਾ ਇੰਤਜ਼ਾਮ ਕਰਕੇ ਦਿੱਤਾ, ਉਹਨਾਂ ਨੂੰ ਵੀ NIA ਨੇ ਕਾਲ ਕਰ ਲਿਆ। ਦੇਖੋ ਕਿੱਧਰ ਨੂੰ ਜਾ ਰਹੇ? ਹਾਂ, ਬਲਤੇਜ ਪੰਨੂ ਆਪਣੇ ਪਟਿਆਲਾ ਤੋਂ ਪੱਤਰਕਾਰ ਨੇ, ਉਹਨਾਂ ਨੂੰ NIA ਵੱਲੋਂ ਨੋਟਿਸ ਆਉਂਦਾ ਕਿ ਤੁਸੀਂ ਪੇਸ਼ ਹੋਵੋ। ਹੁਣ ਇੱਥੇ ਆਪਣੇ ਸ਼ਿਵ ਮੋਟਰ ਵਾਲੇ ਨੇ, ਹੈ ਨਾ, ਮਤਲਬ ਪੰਜਾਬੀਆਂ ਦੇ ਵਿੱਚੋਂ ਵੀ, ਸਿੱਖਾਂ ਦੇ ਵਿੱਚੋਂ ਵੀ, ਗੈਰ ਸਿੱਖ ਨੇ, ਹਿੰਦੂ ਨੇ, ਜਿਹੜੇ ਮਤਲਬ ਇਸ ਤਰ੍ਹਾਂ ਦੇ ਵਹੀਕਲ ਪ੍ਰੋਵਾਈਡ ਕਰਾਉਂਦੇ ਨੇ। ਅਤੇ ਇਹ ਕੀ ਗੁਨਾਹ ਹੋ ਗਿਆ ਕਿ ਅੰਦੋਲਨ ਦੇ ਵਿੱਚ ਜਾਣ ਵਾਲਿਆਂ ਨੂੰ ਦੇਖੋ ਕਵਰੇਜ ਇਕੱਲੇ ਬਲਤੇਜ ਨੇ ਨਹੀਂ ਕੀਤੀ, ਸਾਰੇ ਪੱਤਰਕਾਰਾਂ ਨੇ ਕੀਤੀ ਹੈ। ਇਹ ਜਿਹੜਾ ਨੋਟਿਸ ਮਤਲਬ ਉਹ ਵੀ ਮਤਲਬ ਕਿਸੇ ਐਰਾ ਗੈਰਾ ਨਹੀਂ, ਦੇਸ਼ ਦੀ ਵੱਡੀ ਏਜੰਸੀ NIA ਵੱਲੋਂ ਇਸ ਤਰ੍ਹਾਂ ਦੇ ਨੋਟਿਸ ਆਉਣੇ, ਇਹ ਜਿਹੜੀ ਧਾਰਾ 164 ਦੇ ਅਧੀਨ ਉਹਨਾਂ ਨੂੰ ਇਹ ਨੋਟਿਸ ਭੇਜਿਆ ਗਿਆ। ਟੈਕਨੀਕਲ ਨਜ਼ਰੀਏ ਤੋਂ ਜਿਸ ਤਰ੍ਹਾਂ ਜਿਹੜੀ ਨਨਕਾਣਾ ਸਾਹਿਬ ਬੱਸ ਸਰਵਿਸ ਹੈ, ਉਹਨਾਂ ਨੂੰ ਨੋਟਿਸ ਭੇਜਿਆ ਗਿਆ।
ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ ਕਿ NIA ਐਡੇ ਨਿੱਕੇ ਨਿੱਕੇ ਇਸ਼ੂਜ਼ ਤੇ ਕਿਉਂ ਇੰਨਾ ਮਤਲਬ ਨੋਟਿਸ ਭੇਜਣ ਤੇ, ਜਿਸ ਤਰ੍ਹਾਂ ਲੁਧਿਆਣਾ ਵਾਲੇ ਜਿਹੜੇ ਨਰੇਸ਼ ਕੁਮਾਰ ਨੇ, ਜਸਪਾਲ ਸਿੰਘ ਹੈ, ਉਹ ਕਹਿੰਦੇ ਅਸੀਂ ਸਿਰਫ ਡੀਜ਼ਲ ਦਾ ਖਰਚਾ ਚੁੱਕਦੇ ਹਾਂ। ਇਹ ਨਨਕਾਣਾ ਸਾਹਿਬ ਬੱਸ ਦੇ ਜਿਹੜੇ ਮਾਲਕ ਇੰਦਰਪਾਲ ਝੱਜ ਨੇ, ਉਹਨਾਂ ਨੂੰ ਨੋਟਿਸ ਹੈ। ਇਕੱਲੇ ਸਿਰਫ ਨਨਕਾਣਾ ਸਾਹਿਬ ਬੱਸ ਨਹੀਂ, ਕਿੰਨੀਆਂ ਮੋਟਰਾਂ ਗਈਆਂ ਨੇ ਜਿਹੜੀਆਂ ਗੈਰ ਸਿੱਖਾਂ ਦੀਆਂ ਵੀ ਸੀਗੀਆਂ ਬੱਸਾਂ ਗਈਆਂ ਨੇ। ਇਹ ਮਤਲਬ NIA ਐਡਾ ਵੱਡਾ ਐਕਸ਼ਨ ਲੈ ਰਹੀ ਹੈ ਕਿ ਇਹਦੇ ਤੇ ਇਹਦਾ ਰਿਐਕਸ਼ਨ ਤਾਂ ਜਾਏਗਾ ਨਾ। ਐਡਾ ਕੀ ਗੁਨਾਹ ਹੋ ਗਿਆ ਕਿ ਉਹਨਾਂ ਨੇ ਉੱਥੇ ਕੋਈ ਵਾਇਲੈਂਸ ਕਰ ਦਿੱਤੀ ਬੱਸਾਂ 'ਚ? ਉਹਦਾ ਸਵਾਲ, ਉਹਦਾ ਕੰਮ ਹੈ, ਪੱਤਰਕਾਰ ਦਾ ਕੰਮ ਰਿਪੋਰਟਿੰਗ ਕਰਨਾ। ਮਤਲਬ ਸੈਂਕੜੇ ਨਹੀਂ ਹਜ਼ਾਰਾਂ ਪੱਤਰਕਾਰ ਨੇ ਜਿਹੜੀ ਕਵਰੇਜ ਕਰ ਰਹੇ ਨੇ ਜੀ। ਟਵਾਣਾ ਸਾਹਿਬ, ਏਜੰਸੀਆਂ, ਭਾਰਤ ਦੀਆਂ ਏਜੰਸੀਆਂ ਨੇ ਕੀ ਕੀਤਾ ਹੁਣ ਤੱਕ ਇਸ ਪੂਰੇ ਸੰਘਰਸ਼ ਨੂੰ? ਜਿਉਂ 5 ਜੂਨ ਤੋਂ ਚੱਲਿਆ, ਇਹਨੂੰ ਫੇਲ ਕਰਨ ਦਾ ਉਹਨਾਂ ਨੇ ਜੋ ਵੀ ਤਰੀਕਾ ਅਪਣਾ ਸਕਦੇ ਸੀ ਉਹ ਅਪਣਾਇਆ। ਠੀਕ ਹੈ, ਆਪਣੇ ਬੰਦਿਆਂ ਦੀ ਘੁਸਪੈਠ ਕਰਕੇ ਇਹਨੂੰ ਖਾਲਿਸਤਾਨੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਦੂਜੇ ਬੰਨਿਓਂ ਪ੍ਰਚਾਰ ਕੀਤਾ ਗਿਆ ਕਿ ਇਹ 'ਚ ਖਾਲਿਸਤਾਨੀ ਘੁਸ ਗਏ ਨੇ, ਇਹਦੇ 'ਚ ਨਕਸਲਾਈਟ ਘੁਸ ਗਏ ਨੇ, ਇਹਦੇ 'ਚ ਮਾਓਵਾਦੀ ਘੁਸ ਗਏ ਨੇ, ਕੀ ਕੁਛ ਕੀਤਾ ਗਿਆ। ਹੁਣ ਜੇ ਇਹੀ ਕਰਨਾ ਸੀ ਤੇ ਜਿਨ੍ਹਾਂ ਨੂੰ ਭਾਈ ਤੁਸੀਂ ਏਜੰਸੀਆਂ ਦੇ ਥਰੂ ਵਿਦੇਸ਼ਾਂ 'ਚ ਬਿਠਾਇਆ, ਲਿਜਾ ਕੇ ਉੱਥੋਂ ਬੈਠ ਕੇ ਉਹ ਸ਼ਰੇਆਮ ਖਾਲਿਸਤਾਨ ਦੇ ਪੱਖ 'ਚ, ਜੇ ਹੁਣ ਬਲਵੀਰ ਸਿੰਘ ਰਾਜੇਵਾਲ ਨੇ ਇੱਕ ਕਹਿ ਦਿੱਤਾ ਕਿ ਦੇਖੋ ਕਿ ਇੱਥੇ ਜਿਹੜੇ ਅਸੀਂ ਟਰੈਕਟਰ ਮਾਰਚ ਆ ਉਹਦੀ ਅਸੀਂ ਨੀਤੀ ਜਿਹੜੀ ਆ ਉਹ 20 ਤਰੀਕ ਦੇ ਆਸ-ਪਾਸ ਬਣਾਵਾਂਗੇ, ਕਿ ਅਸੀਂ ਉਹ ਮਾਰਚ ਕਿੱਦਾਂ ਕੱਢਣਾ, ਕਿੱਡੀ ਕੋ ਗੱਲ ਹੋ ਗਈ। ਬਾਹਰ ਤੋਂ ਕਿੰਨੀਆਂ ਟਵਾਣਾ ਸਾਹਿਬ ਕਿੰਨੀਆਂ ਪੋਸਟਾਂ ਪੈ ਰਹੀਆਂ ਨੇ ਕਿ ਦੇਖੋ ਜੀ ਇਹ ਮੋਕ ਮਾਰ ਗਿਆ, ਇਹ ਖਾਲਿਸਤਾਨ ਦੇ ਮੁੱਦੇ ਤੋਂ ਭੱਜ ਗਿਆ, ਜੇ ਉਹ। ਤੁਸੀਂ ਉਹਨਾਂ ਨੂੰ ਕਿਉਂ ਨਹੀਂ ਫੜਦੇ? ਕਿਉਂਕਿ ਭਾਈ ਉਹ ਤੁਹਾਡੇ ਬਿਠਾਏ ਹੋਏ ਨਾ, ਉਹ ਭਾਰਤ ਦੀਆਂ ਏਜੰਸੀਆਂ ਨੇ ਬਿਠਾਏ ਹੋਏ ਆ, ਤੇ ਭਾਰਤ ਦੀਆਂ ਏਜੰਸੀਆਂ ਉਦੋਂ 18 ਤਰੀਕ ਨੂੰ ਸੁਣਵਾਈ ਹੈ। ਜੇ ਪਹਿਲਾਂ ਐਲਾਨ ਕਰ ਦਿੰਦੇ ਨੇ ਕਿ ਅਸੀਂ ਇਹ ਟਾਰਗੇਟ ਆ, ਅਸੀਂ ਉੱਥੇ ਝੰਡਾ ਲਹਿਰਾਉਣਾ, ਅਸੀਂ ਉੱਥੇ ਜਾਵਾਂਗੇ, ਸੁਪਰੀਮ ਕੋਰਟ ਨੂੰ ਸੁਖਾਲਾ ਹੋ ਜਾਏਗਾ ਰੋਕ ਲਾਉਣੀ। ਇਸ ਕਰਕੇ 18 ਤੋਂ ਪਹਿਲਾਂ ਇਹ ਪੱਤੇ ਨਹੀਂ ਖੋਲਣਗੇ ਜਿੰਨੀ ਦੇਰ ਸੁਪਰੀਮ ਕੋਰਟ ਦੀ ਸੁਣਵਾਈ ਨਹੀਂ ਕਰਦੀ। ਮਤਲਬ ਕਈ ਹਿਡਨ ਏਜੰਡੇ ਵੀ ਹੁੰਦੇ ਨੇ, ਯੁੱਧ ਨੀਤੀ ਦੇ ਵਿੱਚ ਇਹ ਚੀਜ਼ਾਂ ਅਪਣਾਈਆਂ ਜਾਂਦੀਆਂ ਨੇ। ਹੁਣ ਉਹ ਜਿਹੜੇ ਲੋਕ ਨੇ ਕਹਿੰਦੇ ਨੇ ਖਾਲਿਸਤਾਨ ਅਮਰੀਕਾ, ਕਿੰਨਾ ਮਤਲਬ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਕੀ ਗੁਨਾਹ ਕਰ ਦਿੱਤਾ, ਕਿੰਨੀ ਮਾਂ ਭੈਣ ਇੱਕ ਕੀਤੀ ਜਾ ਰਹੀ ਹੈ ਕੁਝ ਲੋਕਾਂ ਵੱਲੋਂ ਉਸ ਦੀ। ਮੈਂ ਟਵਾਣਾ ਸਾਹਿਬ ਉਹੀ ਤੇ ਗੱਲ ਆ। ਦੇਖੋ ਹੁਣ ਗੱਲ ਕੀ ਆ ਕਿ ਕੋਈ ਕੰਦਾ ਜਿਹੜਾ ਨਵਦੀਪ ਸਿੰਘ ਸੀਗਾ ਆਪਣੇ ਵਾਲਾ ਅੰਬਾਲੇ ਵਾਲਾ, ਜਿਹੜੇ ਨੇ ਪਹਿਲੇ ਦਿਨ ਵਾਟਰ ਕੈਨਨ ਜਿਹੜਾ ਸੀਗਾ ਉਹਦਾ ਮੂੰਹ ਜਿਹਨੇ ਬੰਦ ਕੀਤਾ ਸੀਗਾ, ਉਹਨੇ ਸਟੇਜ ਤੋਂ ਕਹਿ ਦਿੱਤਾ ਕਿ ਭਾਈ ਅਸੀਂ ਤਾਂ ਕਿੱਡੀ ਵੱਡੀ ਸੰਸਦ ਆ, ਅਸੀਂ ਉੱਥੇ ਘੁਸਾਂਗੇ, ਇੱਥੇ ਗੱਦੇ ਲੈ ਕੇ ਨਹੀਂ ਬੈਠਣੇ, ਉਹਦੇ ਅੰਦਰ ਗੱਦੇ ਵਸਾਵਾਂਗੇ, ਉੱਥੇ ਸੌਵਾਂਗੇ। ਉਹ ਬੱਚਾ ਸੀ ਕਹਿ ਗਿਆ, ਗੱਲ ਖਤਮ। ਉਹਨੂੰ ਮੁੱਦਾ ਬਣਾ ਲਿਆ ਗਿਆ ਕਿ ਉਹੋ ਜਿਹੀ ਪਰੇਡ 'ਚ ਵੀ ਸਾਡੀ 'ਚ ਖਲਲ ਪਾਉਣਗੇ। ਉਹ ਕਹਿੰਦੇ ਅਸੀਂ ਪਾਰਲੀਮੈਂਟ ਤੇ ਵੀ ਕਬਜ਼ਾ ਕਰਨਾ। ਹੁਣ ਇਹਨਾਂ ਕਈ ਵਾਰੀ ਇਮੋਸ਼ਨਲ ਹੋ ਕੇ ਬੱਚੇ ਉੱਥੇ ਗੱਲ ਕਰ ਜਾਂਦੇ ਨੇ, ਉਹਨਾਂ ਨੂੰ ਨਹੀਂ ਪਤਾ ਕਿ ਰਣਨੀਤੀ ਕੀ ਹੈ। ਜਿਹਨਾਂ ਨੇ ਰਣਨੀਤੀ ਕੱਟਣੀ ਆ ਟਵਾਣਾ ਸਾਹਿਬ, ਉਹਨਾਂ ਨੇ ਸਾਰੀ ਉਮਰ ਜਿਹੜੀ ਆ ਉਹਦੀ ਕੱਟ ਲਈ ਆ। ਠੀਕ ਹੈ ਨਾ, ਕੋਈ 85 ਸਾਲ ਦਾ, ਕੋਈ 86 ਸਾਲ ਦਾ, ਕੋਈ 70 ਦਾ, ਕੋਈ 76 ਦਾ, ਕੋਈ 75 ਦਾ। ਇਹ ਹਾਲਾਤਾਂ ਬਣੀਆਂ ਹੋਈਆਂ ਨੇ। ਇੱਕ ਤਾਂ ਵਿਚਾਰਾ ਖੁੰਡਾ ਲੈ ਕੇ ਚੱਲਦਾ, ਉਹਦਾ ਨਾਂ ਹੀ ਖੁੰਡੇ ਵਾਲਾ ਬਾਬਾ ਰੱਖਿਆ ਹੋਇਆ ਵਾ। ਠੀਕ ਹੈ ਨਾ, ਮਤਲਬ ਰਣਨੀਤੀ ਉਹਨਾਂ ਘੜਨੀ, ਉਹਨਾਂ ਨੇ 20 ਤੋਂ ਪਹਿਲਾਂ ਪੱਤੇ ਨਹੀਂ ਖੋਲਣੇ। ਔਰ ਉਹਨਾਂ ਨੇ ਦਿੱਲੀ 'ਚ ਟਰੈਕਟਰ ਘਸਾਉਣੇ ਹੀ ਘਸਾਉਣੇ ਆ। ਜੇ ਟਰੈਕਟਰ ਨਾ ਘੁਸੇ ਤੇ ਉਹਨਾਂ ਨੇ ਖੁਦ ਪੈਦਲ ਮਾਰਚ ਕਰ ਦੇਣਾ। ਜੇ ਪੈਦਲ ਮਾਰਚ 'ਚ ਵੀ ਕਿਸਾਨ ਦਿੱਲੀ 'ਚ ਘੁਸ ਗਏ ਤੇ ਬੜੀ ਵੱਡੀ ਗੱਲ ਆ ਇਹ ਵੀ, ਜਿਹੜੀ ਕਿਉਂਕਿ ਲੱਖਾਂ 'ਚ ਟਰੈਕਟਰ ਵੀ ਜਾਣਾ ਤੇ ਲੱਖਾਂ 'ਚ ਕਿਸਾਨ ਵੀ ਉੱਥੇ ਇਕੱਠੇ ਹੋ ਜਾਣੇ ਆ, ਜਿਹੜੇ ਹੋਰ ਜਾਣੇ। ਤਕਰੀਬਨ 5 ਲੱਖ ਤੋਂ ਉੱਪਰ ਤਾਂ ਹੋਰ ਵਿਅਕਤੀ ਜਿਹੜਾ ਉਹ ਪੰਜਾਬ ਵੱਲੋਂ ਕੂਚ ਕਰ ਰਿਹਾ, ਪੰਜਾਬ ਤੇ ਹਰਿਆਣਾ ਦੋਨਾਂ ਸਟੇਟਾਂ 'ਚੋਂ। ਮਤਲਬ ਏਡਾ ਵੱਡਾ ਉੱਥੇ ਇਕੱਠ ਹੋ ਜਾਣਾ ਵਾ, ਔਰ ਇਕੱਠ ਨੂੰ ਸੰਭਾਲਣਾ ਵੀ, ਉਹਨੂੰ ਕੰਟਰੋਲ ਵੀ ਕਰਨਾ। ਹੁਣ ਗੱਲ ਤੇ ਆ ਵੀ ਏਜੰਸੀਆਂ ਜਿਹੜੀਆਂ ਇੱਕ ਬੰਨੇ ਰੌਲਾ ਪਾਉਂਦੀਆਂ ਕਿ ਇੱਥੇ ਖਾਲਿਸਤਾਨ ਘੁਸ ਗਏ, ਦੂਸਰੇ ਬੰਨੇ ਜਿਹੜੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਉਹਨਾਂ ਨੂੰ ਖੁਦ ਉਤਸ਼ਾਹਿਤ ਕਰ ਰਹੀਆਂ ਨੇ ਕਿ ਤੁਸੀਂ ਦੋਨੋਂ ਰੌਲਾ ਪਾਓ ਕਿ ਬਲਵੀਰ ਸਿੰਘ ਰਾਜੇਵਾਲ ਜਿਹੜਾ ਉਹ ਖਾਲਿਸਤਾਨ ਦੇ ਮੁੱਦੇ ਤੋਂ ਪਿੱਛੇ ਹਟ ਗਿਆ। ਭਾਈ ਬਲਵੀਰ ਸਿੰਘ ਰਾਜੇਵਾਲ ਨੇ ਕਦੋਂ ਖਾਲਿਸਤਾਨ ਮੰਗਿਆ ਸੀ? ਹੈਂ, ਫਿਰ ਰਹੀ ਗੱਲ ਟਵਾਣਾ ਸਾਹਿਬ, ਜੇ ਕਿਸੇ ਨੇ ਬੱਸ ਦੇ ਦਿੱਤੀ, ਉਹਨੇ ਗੁਨਾਹ ਕਰ ਦਿੱਤਾ, ਉਹਨੂੰ UAPA ਐਕਟ ਦੇ ਅਧੀਨ ਤੁਸੀਂ ਕਾਲ ਕਰ ਲਿਆ ਕਿ ਭਾਈ ਤੇਰੇ ਤੇ UAPA ਐਕਟ ਬਣਦਾ। ਜੇ ਪੱਤਰਕਾਰ ਨੇ ਰਿਪੋਰਟਿੰਗ ਕਰ ਦਿੱਤੀ ਤਾਂ ਤੁਸੀਂ ਉਹਨੂੰ ਵੀ UAPA ਐਕਟ ਦੇ ਅੰਡਰ ਕਾਲ ਕਰ ਲਿਆ ਕਿ ਭਾਈ ਆ ਇੱਥੇ ਪੇਸ਼ ਹੋ, ਵੀ ਤੇਰੇ ਤੇ ਆ ਧਾਰਾ ਬਣਦੀਆਂ ਨੇ, ਤੂੰ ਦਸੰਬਰ 'ਚ ਇੱਕ ਕਵਰੇਜ ਕੀਤੀ ਆ। ਉਹ ਕਵਰੇਜ ਕਿਹਨੇ ਨਹੀਂ ਕੀਤੀ? ਸਾਰਿਆਂ ਨੇ ਕੀਤੀ ਆ। ਤੁਹਾਡਾ ਗੋਦੀ ਮੀਡੀਆ ਕੀ ਕਰ ਰਿਹਾ ਭਾਈ? ਫਿਰ ਉਹਨੂੰ ਵੀ ਸਾਰਿਆਂ ਨੂੰ UAPA ਐਕਟ 'ਚ ਲੈ ਲਓ। ਟਵਾਣਾ ਸਾਹਿਬ ਇਹ ਆ ਕਿ 2-4 ਬੰਦਿਆਂ ਨੂੰ ਹੱਥ ਪਾਵਾਂਗੇ ਤੇ ਬਾਕੀ ਭੱਜ ਜਾਣਗੇ। UAPA ਐਕਟ ਹੀ ਐਸਾ ਬਣਿਆ ਹੋਇਆ ਕਿ ਜਿੱਥੇ ਪਤਾ ਕੋਈ ਸੁਣਵਾਈ ਨਹੀਂ ਹੈ। ਉਹ ਭਲੇ ਮਾਨਸੋ, ਤੁਸੀਂ ਇੱਥੇ ਟਾਡਾ ਲਾ ਕੇ ਦੇਖ ਲਿਆ, ਠੀਕ ਹੈ ਨਾ, ਤੁਸੀਂ ਪੋਟਾ ਲਾ ਕੇ ਦੇਖ ਲਿਆ, ਤੇ ਹੁਣ UAPA ਲਾ ਕੇ ਵੀ ਦੇਖ ਲਿਓ। ਇਸ ਤੋਂ ਵੱਧ ਤੁਸੀਂ ਕੀ ਕਰ ਸਕਦੇ ਹੋ? ਤੁਹਾਡੇ ਪੱਲੇ ਕੀ ਆ ਹੋਰ ਲਾਉਣ ਦੇ ਲਈ? ਟਵਾਣਾ ਸਾਹਿਬ ਜਾਣ ਬੁੱਝ ਕੇ
ਇਹ ਆ ਕਿ ਜਿਹੜਾ ਸੰਘਰਸ਼ ਆ ਉਹਦਾ ਦਮ ਕਿੱਦਾਂ ਘੁੱਟੇ ਤੇ ਸੰਘਰਸ਼ ਟੁੱਟੇ ਕਿੱਦਾਂ, ਉਹਦੇ ਲਈ ਜੋ ਵੀ ਰਣਨੀਤੀ ਜਿਹੜੀ ਆ ਉਹ ਕੇਂਦਰ ਸਰਕਾਰ ਨੂੰ ਚਾਹੀਦੀ ਆ ਉਹ ਘੜ ਰਹੀ ਆ ਕਿ ਇਹਨੂੰ ਕਿਸੇ ਤਰੀਕੇ ਨਾਲ ਤੋੜਿਆ ਜਾਵੇ। ਪਰ ਹੁਣ ਤੱਕ ਟਵਾਣਾ ਸਾਹਿਬ ਜਿੰਨੀਆਂ ਵੀ ਉਹਨਾਂ ਨੇ ਪਾਲਿਸੀਆਂ ਬਣਾਈਆਂ, ਜਿੰਨੀਆਂ ਨੀਤੀਆਂ ਘੜੀਆਂ, ਸਾਰੀਆਂ ਉਹਨਾਂ ਨੂੰ ਪੁੱਠੀਆਂ ਪਈਆਂ। ਠੀਕ ਹੈ, ਭਾਵੇਂ ਉਹਨਾਂ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਕੇ ਚਲਾਈ ਆ। ਇੱਕ ਵਿਕਟ ਝੜ ਗਈ ਆ, ਇੱਕ ਮੈਂ ਤੁਹਾਨੂੰ ਦੱਸਿਆ ਉਹ ਅੱਜ ਝੜ ਜੇ ਜਾਂ ਕੱਲ ਤੱਕ ਇੱਕ ਵਿਕਟ ਹੋਰ ਝੜ ਜਾਣੀ ਆ। ਸੁਪਰੀਮ ਕੋਰਟ ਦੇ ਪੱਲੇ ਕੀ ਬਚਿਆ? ਕੱਖ ਨਹੀਂ ਬਚਿਆ। ਵਿਚਾਰਾ ਭੁਪਿੰਦਰ ਸਿੰਘ ਮਾਨ ਆਪਦਾ ਕਮੇਟੀ 'ਚ ਕਾਹਦਾ ਪਾਇਆ, ਉਹ ਤਾਂ ਮੋਹਾਲੀ ਆਪਦੇ ਘਰ ਦੇ ਵਿੱਚ ਆਪਦਾ ਮੋਬਾਈਲ ਵੀ ਬੰਦ ਕਰਕੇ ਬੈਠਾ ਵਾ। ਇਹਦਾ ਸੁਰਿੰਦਰ ਜੀ ਜਿਸ ਤਰ੍ਹਾਂ ਕਮੇਟੀ ਦੇ ਵਿੱਚੋਂ ਇੱਕ ਮੈਂਬਰ ਵਿਡਰਾ ਕਰ ਗਿਆ, ਬਾਹਰ ਹੋ ਗਿਆ, ਹੁਣ ਸੁਪਰੀਮ ਕੋਰਟ ਦੀ ਕਮੇਟੀ ਕੀ ਹੁਣ ਅਧੂਰੀ ਨਹੀਂ? ਕੀ ਉਹਦੇ ਉਸ ਪੈਨਲ 'ਚ ਨਵਾਂ ਨਾਂ ਪਾਇਆ ਜਾ ਸਕਦਾ? ਕਾਨੂੰਨੀ ਨੁਕਤਾ ਕੀ ਕਹਿੰਦਾ, ਜਾਂ ਤਿੰਨੇ ਮੈਂਬਰਾਂ ਦੀ ਰਾਏ ਨੂੰ ਕੰਪਲੀਟ ਮੰਨ ਲਏਗਾ ਸੁਪਰੀਮ ਕੋਰਟ? ਟਵਾਣਾ ਸਾਹਿਬ, ਪਹਿਲੀ ਗੱਲ ਤੇ ਇਸ ਕਮੇਟੀ ਦੀ ਕਾਨੂੰਨੀ ਤੌਰ ਤੇ ਕੋਈ ਵੀ ਮਾਨਤਾ ਨਹੀਂ ਹੈ, ਕਿਉਂਕਿ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਆ ਕਿ ਤੁਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਕੋਈ ਰਾਹ ਕੱਢੋ। ਠੀਕ ਹੈ। ਦੂਜੀ ਗੱਲ, ਜਿਹੜਾ ਆਰਡਰ ਦੀ ਕਾਪੀ ਆਏਗੀ ਉਹਦੇ ਚ ਕੀ ਲਿਖਿਆ ਹੋਏਗਾ, ਜਿਹਦੇ ਚ ਜਦੋਂ ਇਹਨਾਂ ਨੂੰ ਪਾਵਰਾਂ ਦਿੱਤੀਆਂ ਜਾਣਗੀਆਂ ਉਦੋਂ ਪਤਾ ਲੱਗੇਗਾ। ਵੈਸੇ ਜਿੰਨਾ ਕੋ ਮੈਨੂੰ ਪਤਾ ਲੱਗਿਆ ਉਹਨਾਂ ਨੂੰ ਪਾਵਰ ਕੋਈ ਨਹੀਂ ਹੈ, ਕਿਉਂਕਿ ਇਹ ਕੋਈ ਜੁਡੀਸ਼ਲੀ ਦੀ ਕਮੇਟੀ ਨਹੀਂ ਹੈ ਕਿ ਜੇ ਜਿਹਦੇ ਚ ਜੁਡੀਸ਼ਲੀ ਹੋਵੇ ਤੇ ਜੁਡੀਸ਼ਲੀ ਜਿਹੜੀ ਆ ਉਹਦੀ ਕੋਈ ਜਿਹੜੀ ਰਿਪੋਰਟ ਦਿੱਤੀ ਗਈ ਆ ਉਹ ਜਿਹੜੀ ਆ ਉਹਦੇ ਤੇ ਕਾਰਵਾਈ ਹੋ ਸਕਦੀ ਆ। ਇਹ ਤੇ ਕਮੇਟੀ ਬਣਾਈ ਗਈ ਆ। ਫਿਰ ਉਹ 4 ਮੈਂਬਰ ਨੇ, 4 ਚੋਂ ਟਵਾਣਾ ਸਾਹਿਬ 2 ਮੈਂਬਰ ਉਹਦੇ ਪੱਖ 'ਚ 2 ਵਿਰੋਧ 'ਚ ਦੇ ਦੇਣਗੇ ਤੇ ਕੀ ਕਰੂਗੀ ਸੁਪਰੀਮ ਕੋਰਟ? ਵੱਡੀ ਗੱਲ ਤੇ ਇਹ ਵੀ ਆ, ਤੁਸੀਂ ਜੇ ਬਣਾਉਣੀ ਸੀ ਉਹਨੂੰ 5 ਮੈਂਬਰੀ ਬਣਾਓ ਜਾਂ 3 ਮੈਂਬਰੀ ਬਣਾਓ। ਉਹਦੇ 'ਚ ਹੋਵੇ ਕਿ ਬਹੁਮਤ ਨਾਲ ਕੀਤਾ ਗਿਆ ਫੈਸਲਾ ਕਿਹੜੀ ਫੇਵਰ 'ਚ ਆ, ਉਹ ਜਿਹੜਾ ਉਹ ਇੰਪਲੀਮੈਂਟ ਹੋਣਾ ਚਾਹੀਦਾ। ਤੁਸੀਂ ਇਸ ਤਰ੍ਹਾਂ ਕਿੱਦਾਂ 4 ਮੈਂਬਰੀ ਬਣਾਤੀ? ਹੁਣ 3 ਰਹਿ ਗਈ ਆ, 3 ਦੇ ਵਿੱਚੋਂ ਹੁਣ ਤੁਹਾਨੂੰ 1 ਮੈਂਬਰ ਹੋਰ ਲੈਣਾ ਪਊਗਾ, ਹੋਰ ਮੈਂਬਰ ਦਊਗੀ, ਜਾਂ ਸੁਪਰੀਮ ਕੋਰਟ 8 ਤਰੀਕ ਨੂੰ ਇਹਦੇ 18 ਨੂੰ ਇਹਦੇ ਤੇ ਕਹੂਗੀ ਕਿ ਚਲੋ ਭਾਈ ਹੁਣ 3 ਜਣੇ ਚਲਾ ਲਓ, ਕਿ ਭਾਈ ਇੱਕ ਲੱਤ ਚੱਕ ਕੇ ਤੁਰੇ ਫਿਰੋ, ਹੋਰ ਕੀ ਆ, ਇੱਕ ਵਿਕਟ ਝੜ ਗਈ ਆ ਤੇ ਬਾਕੀ 2 ਲੱਤਾਂ ਤੁਰੇ ਫਿਰੋ ਜਿੱਦਾਂ ਵੀ ਤੁਰਨਾ ਵਾ। ਮਤਲਬ ਕਾਨੂੰਨੀ ਇਹਦਾ ਕੋਈ ਇਹਦੀ ਮਾਨਤਾ ਨਹੀਂ, ਨਾ ਇਹਦੀ ਕੀਤੀ ਗਈ ਸਿਫਾਰਿਸ਼ ਜਿਹੜੀ ਆ ਉਹ ਮੰਨਣ ਵਾਲੀ, ਨਾ ਸੁਪਰੀਮ ਕੋਰਟ ਜਿਹੜੀ ਆ ਉਹਦੇ ਉੱਤੇ ਕੋਈ ਬੰਦਸ਼ ਆ, ਨਾ ਹੀ ਕੇਂਦਰ ਸਰਕਾਰ ਦੇ ਉੱਤੇ ਕੋਈ ਬੰਦਸ਼ ਆ। ਐਸੀ ਕੋਈ ਵੀ ਇਸ ਕਮੇਟੀ ਦੀ ਬੰਦਸ਼ ਨਹੀਂ। ਸਿਰਫ ਇਹ ਕੰਮ ਚਲਾਊ ਤੇ ਕੰਮ ਟਪਾਊ ਕਮੇਟੀ ਆ। ਕਿੰਨੀ ਕੁ ਦੇਰ ਇਹ ਕੰਮ ਟਪਾ ਸਕਦੀ ਆ, ਕੰਮ ਲੰਘਾ ਸਕਦੀ ਆ, ਸਿਰਫ ਉਹਦੇ ਲਈ ਬਣਾਈ ਗਈ ਆ। ਬਿਲਕੁਲ ਬਿਲਕੁਲ। ਤੇ ਪੋਲੀਟੀਕਲ ਪਾਰਟੀਆਂ ਦਾ ਕੀ ਲੇਖਾ ਜੋਖਾ ਸੁਰਿੰਦਰ ਸਿੰਘ ਜੀ ਪੰਜਾਬ ਦਾ? ਕਿਉਂਕਿ ਕਾਂਗਰਸ ਘਿਰਦੀ ਸੀ, ਆਪਾਂ ਉਦੋਂ ਵੀ ਗੱਲ ਕੀਤੀ ਸੀ ਜਿੱਦੇ ਭੁਪਿੰਦਰ ਸਿੰਘ ਮਾਨ ਅਪੁਆਇੰਟ ਹੀ ਹੋਏ ਨੇ ਕਿ ਇਹਦੇ 'ਚ ਕਾਂਗਰਸ ਘਿਰੇਗੀ। ਅਕਾਲੀਆਂ ਨੇ ਘੇਰਿਆ ਵੀ, ਸੁਖਬੀਰ ਨੇ ਕਿ 2 ਬੰਦੇ ਤਾਂ ਕਾਂਗਰਸ ਨੇ ਪਾਏ ਨੇ। ਪਰ ਹੁਣ ਜਿਸ ਤਰ੍ਹਾਂ ਇਹ ਖਾਲਿਸਤਾਨ ਦਾ ਇਸ਼ੂ ਸੈਂਟਰ ਗੌਰਮੈਂਟ ਉਠਾ ਰਹੀ ਹੈ, ਤੁਸ਼ਾਰ ਮਹਿਤਾ ਉਠਾ ਰਹੇ ਨੇ ਕਿ ਖਾਲਿਸਤਾਨੀ ਇਸ ਅੰਦੋਲਨ 'ਚ ਘੁਸਪੈਠ ਕਰ ਚੁੱਕੇ ਨੇ। ਸਾਹਮਣਾ ਅਖਬਾਰ ਨੇ ਵੀ ਲਿਖਿਆ ਕਿ ਜੇ ਭਾਈ ਖਾਲਿਸਤਾਨੀ ਘੁਸਪੈਠ ਕਰ ਗਏ ਨੇ ਅੰਦੋਲਨ 'ਚ, ਇਹਦਾ ਮਤਲਬ ਤੁਹਾਡੇ ਮੂੰਹ 'ਤੇ ਚਪੇੜਾ, ਤੁਹਾਡੀ ਫੇਲੀਅਰ ਹੈ ਨਾ। ਪਰ ਇਸ ਦੌਰਾਨ ਕੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਸਪਸ਼ਟੀਕਰਨ ਨਹੀਂ ਬਣਦਾ ਇਸ ਮਾਮਲੇ 'ਚ? ਉਹਨਾਂ ਨੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਕਿ ਇਹ ਖਾਲਿਸਤਾਨੀ ਨੇ। ਜੇ ਭਾਈ ਇਹ ਖਾਲਿਸਤਾਨੀ ਨੇ ਤਾਂ ਕਪਤਾਨ ਸਾਹਿਬ ਇਹਨਾਂ ਨੂੰ ਮੁਆਵਜ਼ਾ ਕਿਉਂ ਦਿੰਦੇ ਨੇ? ਪਰ ਉਹਨਾਂ ਨੇ ਇਸ ਮਾਮਲੇ 'ਚ ਚੁੱਪੀ ਵੱਟ ਲਈ ਕੱਲ੍ਹ ਦੀ ਮੀਟਿੰਗ 'ਚ। ਕੀ ਲੱਗਦਾ ਜੀ? ਮੇਰੇ ਖਿਆਲ ਕਾਲ ਡਿਸਕਨੈਕਟ ਹੋ ਗਈ ਹੈ ਸੁਰਿੰਦਰ ਸਿੰਘ ਹੋਰਾਂ ਦੀ, ਕੋਈ ਕਾਲ ਵਿੱਚ ਸੀਗੀ। ਸੋ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਡੂੰਘੀ ਸਿਆਸਤ ਜਿਹੜੀ ਹੈ ਉਹ ਹੋ ਰਹੀ ਹੈ, ਇਸ ਗੱਲ ਦੇ ਵਿੱਚ ਕੋਈ ਦੁਰਾਵਾ ਨਹੀਂ ਹੈ। ਪਰ ਫਿਰ ਵੀ ਇਸ ਤਰ੍ਹਾਂ, ਕਿਉਂਕਿ ਬਲਵੀਰ ਸਿੰਘ ਰਾਜੇਵਾਲ ਜਾਂ ਹੋਰ ਜਿਹੜੇ ਕਿਸਾਨ ਆਗੂ ਨੇ, ਕਿਉਂਕਿ ਨਿਰੋਲ ਕਿਸਾਨੀ ਅੰਦੋਲਨ ਹੈ, ਬਾਕੀ ਜਿਹੜੇ ਵੀ ਜਿਨ੍ਹਾਂ ਦੇ ਇੰਟਰਸਟ ਨੇ ਉਹ ਬਾਅਦ ਦੇ ਵਿੱਚ ਵੇਖੇ ਜਾ ਸਕਦੇ ਨੇ। ਇਸ ਵਕਤ ਆਸਟ੍ਰੇਲੀਆ ਤੋਂ ਕਾਲਰ ਜੁੜੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਨਾਲ ਉਸ ਤੋਂ ਬਾਅਦ ਸੁਰਿੰਦਰ ਸਿੰਘ ਹੋਰਾਂ ਤੋਂ ਅਪਡੇਟ ਲੈਂਦੇ ਹਾਂ। ਸਵਾਗਤ ਹੈ ਸਰ, ਤੁਸੀਂ ਆਨਰ ਹੋ, ਵੈਲਕਮ ਜੀ ਆਸਟ੍ਰੇਲੀਆ ਵਾਲਿਓ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪ ਜੀ ਨੂੰ ਵੀ, ਟਿਵਾਣਾ ਸਾਹਿਬ ਤੇ ਨਾਲ ਵਾਲੇ ਭਾਈ ਸਾਹਿਬ ਨੂੰ ਵੀ, ਤੇ ਸਾਰੇ ਸਰੋਤਿਆਂ ਨੂੰ ਜੀ ਸਤਿ ਸ਼੍ਰੀ ਅਕਾਲ। ਬਨਵਾਸ ਸਾਹਿਬ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ, ਨਾਲ ਸੁਰਿੰਦਰ ਭਾਈ ਸਾਹਿਬ ਹੋਰਾਂ ਜਿਹੜੇ ਗੱਲ ਕਰ ਰਹੇ ਨੇ, ਬਹੁਤ ਹੀ ਸੂਝਵਾਨ ਤਰੀਕੇ ਨਾਲ ਗੱਲਾਂ ਕਰ ਰਹੇ ਔਰ ਦੱਸ ਰਹੇ ਨੇ ਸਾਰਿਆਂ ਨੂੰ। ਟਿਵਾਣਾ ਜੀ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਿਹੜੀ ਤੁਹਾਨੂੰ ਦੇਖਣਾ ਪੈਂਦਾ ਹੈ ਆਪਣੇ ਸਾਹਮਣੇ ਜਿਹੜਾ ਬੰਦਾ ਹੈ ਉਹਦੀ ਤਾਕਤ, ਉਹਦਾ ਦਿਮਾਗ, ਠੀਕ ਹੈ ਜੀ, ਤੇ ਉਹਨਾਂ ਦੇ ਕੋਲ ਸਾਰੀ ਅਥਾਰਟੀਜ਼ ਦੀ ਤਾਕਤ ਹੈ, ਠੀਕ ਹੈ, ਹਰ ਤਰ੍ਹਾਂ ਦੀ ਤਾਕਤ ਦੀ ਵਰਤੋਂ ਕਰ ਸਕਦੇ, ਤੇ ਉਹਨਾਂ ਦਾ ਦਿਮਾਗ ਵੀ ਬਹੁਤ ਹੀ ਜ਼ਿਆਦਾ ਦਿਮਾਗ ਜਿਹੜਾ ਹੈਗਾ ਤੁਸੀਂ ਸਮਝ ਸਕਦੇ ਹੋ ਕੀ ਕਹਿਣਾ ਚਾਹੁੰਦਾ ਮੈਂ। ਬਿਲਕੁਲ।
ਜੀ। ਸੋ ਇਸ ਕਰਕੇ ਭੋਲੇ ਭਾਅ ਦੇ ਨਾਲ ਜੀ ਕਹੋ ਠੀਕ ਹੈ, ਹੋਣਾ ਚਾਹੀਦਾ, ਭੋਲਾ ਵੀ ਹੋਣਾ ਚਾਹੀਦਾ, ਲੇਕਿਨ ਭੋਲੇ ਦੇ ਨਾਲ ਜੇ ਗੱਲ ਬਣ ਜਾਵੇ ਤੇ ਗੱਲ ਠੀਕ ਹੈ। ਕਈ ਵਾਰੀ ਕਹਿੰਦੇ ਹੁੰਦੇ ਨਾ ਵੀ ਜੇ ਘਿਓ ਸਿੱਧੀ ਉਂਗਲੀ ਨਾਲ ਨਾ ਨਿਕਲੇ ਤੇ ਉਂਗਲੀ ਨੂੰ ਟੇਢਾ ਕਰਨਾ ਪੈਂਦਾ। ਇਹ ਕਹਾਵਤ ਹੈ ਕਿ ਨਹੀਂ? ਬਿਲਕੁਲ ਠੀਕ ਹੈ ਜੀ। ਤੇ ਤੁਸੀਂ ਵੇਖੋ ਕਿ ਜਿਹੜਾ ਆ ਹੁਣ ਹਰਿਆਣਾ ਦੇ ਅੰਦਰ ਸਾਂਪਲਾ ਦੇ ਅੰਦਰ ਜਿੱਥੇ ਉੱਥੇ ਇਹਨਾਂ ਨੇ ਕਰਨੀਆਂ ਸਨ ਸਭਾਵਾਂ, ਗ੍ਰਾਮ ਪੰਚਾਇਤ, ਮਹਾਗ੍ਰਾਮ ਪੰਚਾਇਤ, ਬਿਲਕੁਲ, ਤੇ ਇੱਕੋ ਹੀ ਇੰਸੀਡੈਂਟ ਹੋਇਆ, ਇੱਕੋ ਹੀ ਦਵਾਈ ਦਿੱਤੀ ਗਈ ਹੈ ਤੇ ਬਾਕੀ ਸਾਰੀਆਂ ਸਭਾਵਾਂ ਕੈਂਸਲ ਹੋ ਗਈਆਂ। ਬਿਲਕੁਲ, ਪ੍ਰੈਸ਼ਰ ਬਹੁਤ ਆ ਸਰਕਾਰ ਤੇ। ਉਹ ਇੱਕੋ ਇੱਕ ਜਿਹੜੀ ਕੋਕੀਨ ਦੀ ਦਵਾਈ ਦਿੱਤੀ ਗਈ ਤੇ ਉਹਦੇ ਨਾਲ ਹੀ ਬਾਕੀ ਦਾ ਮਰਜ਼ ਠੀਕ ਹੋ ਗਿਆ। ਠੀਕ ਹੈ ਜੀ। ਸੋ ਇਸ ਕਰਕੇ ਠੀਕ ਹੈ, ਸਾਰੀ ਚੀਜ਼ ਜਾਇਜ਼ ਤਰੀਕੇ ਦੇ ਨਾਲ ਚੱਲਣੀ ਚਾਹੀਦੀ ਹੈ, ਲੇਕਿਨ ਦੋਨੋਂ ਪਾਸੋਂ, ਇੱਕ ਪਾਸੋਂ ਨਹੀਂ। ਇਹ ਨਹੀਂ ਹੈ ਵੀ ਇੱਕ ਪਾਸੋਂ ਤੇ ਹੁਣ ਤੁਸੀਂ ਦੱਸ ਕੇ ਹਟੇ ਵੀ ਪੱਤਰਕਾਰ ਬੱਸਾਂ ਦੇ ਉੱਤੇ ਵੀ ਠੋਕ ਦਿੱਤੇ, ਸਭ ਕੁਝ ਕਰ ਦਿੱਤਾ। ਕਿ ਤੁਸੀਂ ਬਣੇ ਰਹੋ ਸਾਊ ਤੇ ਤੁਹਾਡਾ ਦੂਸਰਾ ਬੰਦਾ ਬਣਾ ਰਹੇ ਤੁਹਾਡੇ ਉੱਤੇ ਨੂੰ ਕਰਨ ਵਾਸਤੇ, ਇਸ ਤਰ੍ਹਾਂ ਕਿ ਦੋਨੋਂ ਪਾਸੋਂ ਹੀ ਸਾਊ ਹੋਣਾ ਜ਼ਰੂਰੀ ਹੈ ਜੀ। ਫਿਰ ਤੇ ਗੱਲ ਠੀਕ ਹੈ, ਠੀਕ ਹੈ ਨਹੀਂ? ਸੋ ਇਸ ਕਰਕੇ ਹਰ ਚੀਜ਼ ਨੂੰ, ਸਾਰੀ ਸਿਚੁਏਸ਼ਨ ਨੂੰ, ਸਾਰੀ ਚੀਜ਼ਾਂ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ। ਉਸ ਮੁਤਾਬਿਕ ਜਿਹੜਾ ਹੈਗੇ ਆਪਣੇ ਅਗਾਂਹ ਦੇ ਇਸ ਅੰਦੋਲਨ ਦੇ ਅੰਦਰ ਚੱਲਣ ਦੀ ਲੋੜ ਹੈ। ਖਾਲੀ ਇੱਕ ਪਾਸੇ ਜਾਂ ਦੂਸਰੇ ਪਾਸੇ ਨਹੀਂ, ਸਾਰੀ ਚੀਜ਼ਾਂ ਨੂੰ ਸਮਝ ਲੈਣਾ ਚਾਹੀਦਾ ਜੀ। ਔਰ ਨਾਰਾ ਮੈਂ ਤੇ ਕਹਾਂਗਾ ਜ਼ਰੂਰ ਲਗਾਉਣਾ ਚਾਹੀਦਾ, ਜੈ ਜਵਾਨ ਜੈ ਕਿਸਾਨ ਜੀ। ਖਾਲੀ ਜੈ ਕਿਸਾਨ ਕਹਿ ਕੇ ਗੱਲ ਨਹੀਂ ਜੇ ਬਣਨੀ ਜਦੋਂ ਤੱਕ ਪੂਰਾ ਨਾਰਾ ਨਹੀਂ ਲੱਗਦਾ, ਜੈ ਜਵਾਨ ਤੇ ਜੈ ਕਿਸਾਨ। ਬਿਲਕੁਲ ਬਿਲਕੁਲ ਬਿਲਕੁਲ। ਸੋ ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਬਨਵਾਸ ਸਾਹਿਬ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਸੋ ਬਿਲਕੁਲ ਇਹ ਆਵਾਮ ਦਾ ਅੰਦੋਲਨ ਹੈ, ਹਕੂਕ ਦਾ, ਹੱਕ ਦੀ ਲੜਾਈ ਦਾ ਅੰਦੋਲਨ ਹੈ। ਸੋ ਇਸ ਦੇ ਵਿੱਚ ਪੋਲੀਟੀਕਲ ਪਾਰਟੀਆਂ ਨਾਲ ਸੰਬੰਧਿਤ ਜਿਹੜੇ ਵੀ ਲੋਕ ਨੇ, ਤੁਸੀਂ ਵੇਖੋ ਕਿ ਜਿਹੜੇ ਐਕਟ ਬਣ ਰਹੇ ਨੇ, ਇਹ ਐਕਟ ਦੇਸ਼ ਦੇ ਵਾਸਤੇ, ਆਮ ਖਪਤਕਾਰ ਵਾਸਤੇ, ਛੋਟੇ ਵਪਾਰੀ ਦੇ ਵਾਸਤੇ ਬਹੁਤ ਘਾਤਕ ਹੋਣਗੇ। ਉਹੀ ਈਸਟ ਇੰਡੀਆ ਕੰਪਨੀ ਆਪਣੇ ਨਵੇਂ ਰੂਪ ਦੇ ਵਿੱਚ ਆ ਰਹੀ ਹੈ। ਸੋ ਇਹਨੇ ਸਭ ਨੂੰ ਨਿਗਲ ਜਾਣਾ। ਅੱਜ ਸਾਨੂੰ ਭਾਜਪਾ ਵਾਲੇ ਲੱਗਦੇ ਨੇ, ਜਿਹੜੇ ਦੂਰ ਬੈਠੇ ਸਪੋਰਟਰ ਵੀ ਨੇ, ਪੰਜਾਬ ਬੈਠੇ ਸਪੋਰਟਰ ਵੀ ਨੇ, ਕਿ ਸ਼ਾਇਦ ਪਤਾ ਨਹੀਂ ਕੀ ਤਰੱਕੀ ਹੋ ਜਾਣੀ ਆ। ਕਿਸਾਨ ਦੀ ਉਪਜ ਦੀ ਗਰੰਟੀ ਹੋਵੇ, ਉਹ ਕਿਉਂ ਨਹੀਂ ਕੀਤੀ ਜਾਂਦੀ? ਖਰੀਦ ਦੀ MSP 'ਤੇ ਗਰੰਟੀ ਕਿਉਂ ਨਹੀਂ ਹੁੰਦੀ? ਉਹ ਚੀਜ਼ ਲਾਜ਼ਮੀ ਹੋਣੀ ਚਾਹੀਦੀ ਹੈ। ਪਰ ਉਹ ਕੀ ਮੱਕੀ ਦੀ ਹੁੰਦੀ ਹੈ, ਕਪਾਹ ਦੀ ਹੁੰਦੀ ਹੈ? ਸਿਰਫ ਕਣਕ ਅਤੇ ਝੋਨਾ ਵੀ ਮਜਬੂਰੀ ਹੈ। ਸੋ ਇਸ ਕਰਕੇ ਸ਼ੋਸ਼ਣ ਹੋ ਰਿਹਾ, ਉਹਦੇ ਹਕੂਕ 'ਤੇ ਡਾਕਾ ਪੈ ਰਿਹਾ। ਸੋ ਜਿਹੜੀਆਂ ਸਰਕਾਰਾਂ ਅਸੀਂ ਚੁਣਦੇ ਹਾਂ, ਉਹਦਾ ਮਤਲਬ ਇਹੀ ਹੁੰਦਾ ਕਿ ਸਾਰਿਆਂ ਨੂੰ ਇਨਸਾਫ ਮਿਲੇ, ਕਿਸੇ ਦੇ ਨਾਲ ਵੀ ਜ਼ਿਆਦਤੀ ਨਾ ਹੋਵੇ। ਜੇ 3 ਤਲਾਕ ਦਾ ਮੁੱਦਾ ਸੀ, ਤੁਹਾਨੂੰ ਲੱਗਦਾ ਸੀ ਕਿ ਮੁਸਲਿਮ ਔਰਤਾਂ ਨਾਲ ਜ਼ਿਆਦਤੀ ਹੈ, ਅਤੇ ਤੁਸੀਂ ਫਿਰ ਉਸ ਦੇ ਵਿੱਚ ਖਿਲਾਫ ਕਾਨੂੰਨ ਲਿਆਂਦਾ। ਅਤੇ ਇਸੇ ਤਰ੍ਹਾਂ ਇਹਦੇ 'ਚ ਜੇ ਕਿਸਾਨ ਦੇ ਹੱਕ 'ਤੇ ਡਾਕਾ ਪੈ ਰਿਹਾ, ਅਤੇ ਫਿਰ ਕਾਨੂੰਨ ਨੂੰ ਇੰਪਲੀਮੈਂਟ ਕਰਾਉਣਾ ਕੀ ਸੁਪਰੀਮ ਕੋਰਟ ਦਾ, ਕੀ ਜਿਹੜੇ CM PM ਨੇ ਉਹਨਾਂ ਦਾ ਫਰਜ਼ ਨਹੀਂ? ਜੀ ਸੁਰਿੰਦਰ ਜੀ, ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ। ਹਾਂਜੀ ਹਾਂਜੀ ਟਵਾਣਾ ਸਾਹਿਬ ਜੀ, ਆਪਣੀ ਗੱਲਬਾਤ ਚੱਲ ਰਹੀ ਸੀ ਸੁਰਿੰਦਰ ਜੀ ਕਿ ਪੰਜਾਬ ਦੀ ਰਾਜਨੀਤਿਕ ਸਥਿਤੀ ਕੀ ਹੈ। ਸੈਂਟਰ ਦੀ ਰਾਜਨੀਤੀ ਤਾਂ ਬਿਲਕੁਲ ਠੰਡੀ ਪਈ ਹੈ, ਕਿਉਂਕਿ ਮੋਦੀ ਸਾਹਿਬ ਦੀਆਂ ਏਜੰਸੀਆਂ ਤੋਂ ਡਰਦੇ ਬਹੁਤ ਨੇ। ਹੁਣ ਜਿਸ ਤਰ੍ਹਾਂ ਨੋਟਿਸ ਹੈ ਬਲਤੇਜ ਪੰਨੂ ਹੋਰਾਂ ਨੂੰ ਆ ਗਿਆ, ਟਰਾਂਸਪੋਰਟਰਾਂ ਨੂੰ ਆ ਗਿਆ, ਉਹ ਵੀ NIA ਦਾ। ਜਾਣੀ ਐਂ ਲੱਗਦਾ ਕਿ ਜਿਵੇਂ ਕੋਈ ਪਾਕਿਸਤਾਨ ਨੂੰ ਇਹਨਾਂ ਨੇ ਖੇਪ ਭੇਜਤੀ ਹੁੰਦੀ ਆ। ਉਹਦੀ ਜੋਬ ਹੈ ਯਾਰ। ਜੇ ਤੁਹਾਡਾ ਅਰਨਵ ਗੋਸਵਾਮੀ ਜਾਂ ਹੋਰ ਆਪਣੇ ਚੈਨਲਾਂ 'ਤੇ ਬੈਠ ਕੇ ਤੁਸੀਂ ਗਾਲਾਂ ਕੱਢ ਸਕਦੇ ਹੋ, ਅਤੇ ਇੱਥੇ ਹਰਜੀਤ ਗਰੇਵਾਲਾ ਕਿਵੇਂ ਅਕਾਲੀ ਦਲ ਦੇ ਇੱਕ ਬੰਦੇ ਨਾਲ ਕਿਵੇਂ ਉਹ ਗਾਲੀ ਗਲੋਚ ਕਰ ਰਿਹਾ ਸੀ PTC 'ਤੇ ਬੈਠ ਕੇ, ਜੇ ਤੁਹਾਡੇ ਬੰਦੇ ਚੈਨਲ 'ਤੇ ਬਹਿ ਕੇ ਕੁਛ ਕਰ ਸਕਦੇ ਨੇ, ਅਤੇ ਫਿਰ ਇੱਕ ਆਮ ਪੱਤਰਕਾਰ ਜੋ ਕੁਛ ਵਾਪਰ ਰਿਹਾ ਉਹ ਕਿਉਂ ਨਹੀਂ ਦਿਖਾ ਸਕਦਾ? ਜੀ ਟਵਾਣਾ ਸਾਹਿਬ, ਤੁਸੀਂ ਭਾਰਤ ਦੀ ਰਾਜਨੀਤੀ ਦੀ ਗੱਲ ਕੀਤੀ। ਭਾਰਤ ਦੀ ਰਾਜਨੀਤੀ ਤਾਂ ਵਾਕਿਆ ਜਿਹੜੀ ਆਪੋਜੀਸ਼ਨ ਆ ਉਹ ਸਾਰੀ ਠੰਡੀ ਪਈ ਹੋਈ ਆ, ਤੇ ਜਿਸ ਬੰਨੇ ਵੀ ਦੇਖੋ ਕਿਸਾਨ ਹੀ ਕਿਸਾਨ ਦਿਖਾਈ ਦੇ ਰਿਹਾ, ਹੋਰ ਕੁਝ ਨਹੀਂ ਦੇ ਰਿਹਾ। ਤੇ ਉਹੀ ਕੁਛ ਪੰਜਾਬ ਦੀ ਹਾਲਾਤ ਬਣੀ ਹੋਈ ਆ। ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦੇ ਹੋਏ ਵੀ ਕੁਛ ਨਹੀਂ ਦਿਖਾਈ ਦੇ ਰਿਹਾ, ਅਕਾਲੀ ਦਲ ਨੂੰ ਨਹੀਂ ਦੇ ਰਿਹਾ, ਆਮ ਆਦਮੀ ਪਾਰਟੀ ਤੇ BJP ਦਾ ਤਾਂ ਸੂਫੜਾ ਸਾਫ਼ ਹੋ ਚੁੱਕਿਆ ਪੰਜਾਬ ਚੋਂ। ਤੇ ਜੇ ਕੁਛ ਗੱਲ ਆ ਤੇ ਉਹ ਕਿਸਾਨੀ ਦੀ ਆ, ਕਿਸਾਨੀ ਤੋਂ ਇਲਾਵਾ ਕੁਛ ਨਹੀਂ। ਤੇ ਸਾਰਿਆਂ ਦੀ ਨਿਗਾਹ ਦਿੱਲੀ ਵੱਲ ਆ ਕਿ ਦਿੱਲੀ ਤੋਂ ਕਦੋਂ ਕਿਸਾਨਾਂ ਦੇ ਨਾਲ ਨਿਪਟਾਰਾ ਹੁੰਦਾ ਕੇਂਦਰ ਸਰਕਾਰ ਦਾ, ਤੇ ਉਹ ਪੰਜਾਬ ਵੱਲ ਨੂੰ ਆਉਂਦੇ ਆ ਤੇ ਸਾਡੀ ਝੋਲੀ 'ਚ ਸ਼ਾਇਦ ਕੁਛ ਪੈ ਜਾਵੇ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਿਹੜੀ ਰਾਜਨੀਤੀ ਆ ਉਹਦੇ 'ਚ ਕਿਸੇ ਨੂੰ ਕੁਛ ਨਹੀਂ ਦਿਖਾਈ ਦੇ ਰਿਹਾ। ਉਹ ਵੱਖਰੀ ਗੱਲ ਆ ਕਿ ਸਾਰੇ ਆਪੋ ਆਪਣੇ ਘੋੜੇ ਦੜਾਉਣ ਤੇ ਲੱਗੇ ਹੋਏ ਆ, ਪਰ ਸਭ ਦਾ ਕਿਸੇ ਨਾ ਕਿਸੇ ਕਿਨਾਰੇ ਤੇ ਜਾ ਕੇ ਘਰਾਓ ਹੋ ਰਿਹਾ, ਚਾਹੇ ਉਹ ਅਕਾਲੀ ਦਲ ਆ,
ਚਾਹੇ ਬੀਜੇਪੀ ਆ ਚਾਹੇ ਆਮ ਆਦਮੀ ਪਾਰਟੀ ਆ, ਕਿਸਾਨ ਜਿਹੜਾ ਵੀ ਜਿੱਥੇ ਵੀ ਟੱਕਰਦਾ ਉਹਦਾ ਘਰਾਓ ਕਰ ਲੈਂਦੇ ਨੇ, ਉਹਨੂੰ ਸਵਾਲ ਕਰਦੇ ਨੇ ਔਰ ਉਹਨਾਂ ਨੂੰ ਉੱਥੋਂ ਖਹਿੜਾ ਛਡਾਉਣਾ ਆਪਣਾ ਜਿਹੜਾ ਉਹ ਔਖਾ ਹੋ ਜਾਂਦਾ। ਹਾਂ, ਸੂਬਾ ਸਰਕਾਰ ਦੀ ਥੋੜੀ ਜਿਹੀ ਸਥਿਤੀ ਇਹਨਾਂ ਨਾਲੋਂ ਡਿਫਰੈਂਟ ਆ, ਕਿਉਂਕਿ ਉਹ ਕਿਤੇ ਨਾ ਕਿਤੇ ਫੇਰ ਵੀ ਕਿਸਾਨੀ ਦੀ ਗੱਲ ਕਰਦੀ ਆ, ਭਾਵੇਂ ਉਹਦੀ ਮਜਬੂਰੀ ਆ ਕਿਸਾਨੀ ਦੀ ਗੱਲ ਕਰਨੀ। ਜੇ ਅਸੀਂ ਕਹਿ ਦਈਏ ਅੰਦਰੋਂ ਕੋਈ ਉਹਨਾਂ ਦੀ ਹਮਦਰਦੀ ਹੋਵੇ, ਹਮਦਰਦੀ ਨਹੀਂ ਕਿਸੇ ਦੀ, ਪਰ ਉਹਨਾਂ ਦੀ ਮਜਬੂਰੀ ਆ, ਕਿਉਂਕਿ ਕੇਂਦਰ 'ਚ ਬੀਜੇਪੀ ਨੇ ਕਾਨੂੰਨ ਲਿਆਂਦੇ, ਇਸ ਕਰਕੇ ਸੂਬਾ ਸਰਕਾਰ ਜਿਹੜੀ ਉਹ ਕਾਂਗਰਸ ਦੀ ਆ ਤੇ ਉਹਨੇ ਉਹਦਾ ਵਿਰੋਧ ਕਰਨਾ ਹੀ ਕਰਨਾ ਸੀਗਾ। ਰਹੀ ਗੱਲ, ਤੁਸੀਂ ਪਹਿਲਾਂ ਆਪਾਂ ਗੱਲ ਕਰਕੇ ਹਟੇ ਆ ਬਲਤੇਜ ਪੰਨੂ ਦੀ ਜਾਂ ਬਾਕੀ ਜਿਹੜੇ ਟਰਾਂਸਪੋਰਟਰਾਂ ਦੀ ਆ, ਟਵਾਣਾ ਸਾਹਿਬ ਉਹ ਤੇ ਇਹ ਆ ਕਿ ਅਜੇ ਆਉਣ ਵਾਲੇ ਦਿਨਾਂ 'ਚ ਦੇਖੋ ਕਿ ਕਿੰਨਿਆਂ ਕੁ ਨੂੰ ਨੋਟਿਸ ਆਉਂਦੇ ਆ, ਕਿੰਨਿਆਂ ਕੁ ਦਾ ਮੂੰਹ ਬੰਦ ਕਰਵਾ ਕੇ ਉਹਨਾਂ ਨੂੰ ਘਰਾਂ 'ਚ ਬਿਠਾਇਆ ਜਾਂਦਾ, ਚਾਹੇ ਉਹ ਪੱਤਰਕਾਰੀ ਨਾਲ ਸੰਬੰਧਿਤ ਆ ਤੇ ਚਾਹੇ ਉਹ ਕੋਈ ਹੋਰ ਕਿੱਤੇ ਨਾਲ ਆ। ਸਾਰਿਆਂ ਨੂੰ ਹੀ ਇੱਕੋ ਰੱਸੇ ਦੇ ਨਾਲ ਲਪੇਟਣ ਦੀ ਜਿਹੜੀ ਆ ਉਹ ਕੇਂਦਰ ਸਰਕਾਰ ਜਿਹੜੀ ਆ ਉਹਦੀ ਪਲਾਨ ਬਣਿਆ ਹੋਇਆ, ਉਹ ਉਸੇ ਪਲਾਨ ਤੇ ਚੱਲ ਰਹੀ ਆ ਕਿ ਅਸੀਂ ਕਿਸੇ ਨੂੰ ਬੋਲਣ ਨਹੀਂ ਦੇਣਾ, ਜਿਹੜਾ ਬੋਲੇਗਾ ਉਹਦਾ ਮੂੰਹ ਬੰਦ ਕੀਤਾ ਜਾਏਗਾ, ਜਿਹੜਾ ਇਹਦੇ ਵੱਲ ਝਾਕੇਗਾ ਉਹਦੀਆਂ ਅੱਖਾਂ ਬੰਦ ਕੀਤੀਆਂ ਜਾਣਗੀਆਂ। ਉਹ ਸਿਰਫ ਇਸੇ ਨੀਤੀ ਤੇ ਚੱਲ ਰਹੀ ਔਰ ਇਹੀ ਕੁਝ ਕਰਦੀ ਚੱਲੀ ਜਾਏਗੀ ਔਰ ਇਹਦੇ ਲਈ ਇਹ ਘਾਟੇਵੰਦ ਦਾ ਸੌਦਾ ਹੋਏਗਾ। ਟਵਾਣਾ ਸਾਹਿਬ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਣਾ ਇਹੀ ਕੁਝ ਕਾਂਗਰਸ ਨੇ ਕੀਤਾ ਸੀ। ਕਾਂਗਰਸ ਵੀ ਜਦੋਂ ਪਾਵਰ 'ਚ ਸੀ ਉਹਨਾਂ ਨੇ ਸੋਚਿਆ ਸੀ ਵੀ ਸਾਡੇ ਤੋਂ ਇਲਾਵਾ ਕੋਈ ਆ ਹੀ ਨਹੀਂ ਸਕਦਾ, ਤੇ ਮੁੜ ਕੇ ਅੱਜ ਹਾਲਾਤ ਇਹ ਬਣੀ ਪਈ ਆ, ਉਸੇ ਕਾਂਗਰਸ ਦੀ ਤੀਸਰੀ ਪੀੜ੍ਹੀ ਜਿਹੜੀ ਆ ਉਹ ਤਰਸ ਰਹੀ ਆ ਕਿ ਕਿਤੇ ਉਹਦੀਆਂ 50 ਸੀਟਾਂ ਪੂਰੇ ਭਾਰਤ 'ਚੋਂ ਇਕੱਠੀਆਂ ਹੋ ਜਾਣ। ਇਹ ਹਾਲਾਤ ਉਹਨਾਂ ਦੀ ਬਣ ਚੁੱਕੀ ਆ ਅੱਜ ਦੇ ਦਿਨ ਦੇ ਵਿੱਚ। ਜੀ ਜੀ ਜੀ, ਬਿਲਕੁਲ ਬਿਲਕੁਲ। ਸੋ ਅੱਛਾ ਦੇਖੋ, ਅਜੇ ਵੀ ਅਕਾਲੀ ਦਲ ਲੱਗਦਾ ਹੈ ਕਿ ਭਾਜਪਾ ਦੇ ਨਾਲ ਪੇਚਾ ਪਾਏਗਾ, ਪਿਆਰ ਵਧਾਏਗਾ, ਸੌਰੀ, ਜਾਂ ਇਹ ਪੇਚਾ ਪੱਕਾ ਪੈ ਚੁੱਕਾ ਹੈ? ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਚੁੱਪ ਰਹਿਣਾ ਇਸ ਮਾਮਲੇ ਤੇ ਕਿਤੇ ਨਾ ਕਿਤੇ ਸ਼ੰਕਾ ਤਾਂ ਖੜੀ ਕਰਦਾ ਕਿ ਅਜੇ ਵੀ ਸੌਫਟ ਕਾਰਨਰ ਬੀਜੇਪੀ ਨਾਲ ਅਕਾਲੀ ਦਲ ਦਾ ਰੱਖਿਆ ਹੋਇਆ। ਜੀ ਜੀ ਸੁਰਿੰਦਰ ਜੀ, ਹੈਲੋ। ਟਵਾਣਾ ਸਾਹਿਬ ਲਾਈਨ ਕੱਟ ਰਹੀ, ਮੈਨੂੰ ਤੁਹਾਡਾ ਕੁਐਸਚਨ ਪੂਰਾ ਸਮਝ ਨਹੀਂ ਆਇਆ। ਮੈਂ ਕਿਹਾ ਪ੍ਰਕਾਸ਼ ਸਿੰਘ ਬਾਦਲ ਦੀ ਚੁੱਪ ਕੀ ਇਸ਼ਾਰਾ ਕਰਦੀ ਹੈ ਕਿ ਅਜੇ ਵੀ ਬੀਜੇਪੀ ਦੇ ਨਾਲ ਤਾਲੁਕ ਪਿਆਰ ਵਾਲੇ ਨੇ, ਤਿਉ ਵਾਲੇ ਨੇ, ਜਾਂ ਬਿਲਕੁਲ ਟੁੱਟਣ ਵਾਲੇ ਨੇ? ਪ੍ਰਕਾਸ਼ ਸਿੰਘ ਬਾਦਲ ਕਿਉਂ ਚੁੱਪ ਨੇ? ਬਾਦਲ ਸਾਹਿਬ ਦੀ ਚੁੱਪ ਜਿਹੜੀ ਆ ਨਾ, ਬੇਸਿਕਲੀ ਰਾਜਨੀਤੀ ਹੈ ਹੀ ਐਸੀ ਗੇਮ ਆ ਕਿ ਜਿਹੜਾ ਬੰਦਾ ਇਸ ਔਖਾ ਵਕਤ ਜਿਹੜਾ ਹੁੰਦਾ ਉਹਦੇ ਵਿੱਚ ਚੁੱਪ ਰਹਿ ਜੇ ਉਹੀ। ਤੁਸੀਂ ਸੋਸ਼ਲ ਮੀਡੀਆ ਤੇ ਦੇਖੋ ਕਿ ਸੁਖਬੀਰ ਸਿੰਘ ਬਾਦਲ ਨੇ ਬਿੱਲਾਂ ਦੀ ਫੇਵਰ 'ਚ ਕੀ ਬੋਲਿਆ ਸੀ, ਪ੍ਰਕਾਸ਼ ਸਿੰਘ ਬਾਦਲ ਨੇ ਕੀ ਬੋਲਿਆ ਸੀ, ਤੇ ਹਰਸਿਮਰਤ ਕੌਰ ਬਾਦਲ ਨੇ ਇਹਨਾਂ ਬਿੱਲਾਂ ਦੇ ਲਈ ਕੀ ਬੋਲਿਆ ਸੀ। ਲੋਕਾਂ ਨੇ ਤਿੰਨਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸੁੱਟੀ ਪਈ ਆ ਤੇ ਧੜਾ ਧੜ ਚੱਲਦੀ ਆ ਤੇ ਲੱਖਾਂ ਦੇ ਵਿੱਚ ਉਹ ਜਾ ਰਹੀ ਆ। ਮਤਲਬ ਇਸ ਵੇਲੇ ਪ੍ਰਕਾਸ਼ ਸਿੰਘ ਬਾਦਲ ਜਿਹੜੀ ਇੱਕ ਗਲਤੀ ਪਹਿਲਾਂ ਕਰ ਗਿਆ ਉਹ ਦੁਬਾਰਾ ਨਹੀਂ ਕਰੇਗਾ। ਕਿਤੇ ਮਾੜੀ ਮੋਟੀ ਜਿੱਥੇ ਜ਼ਰੂਰਤ ਪਈ ਉੱਥੇ ਬੋਲ ਕੇ, ਬਾਕੀ ਉਹ ਚੁੱਪ ਰਹਿਣ 'ਚ ਭਲਾਈ ਸਮਝ ਰਹੇ ਆ ਕਿ ਚੁੱਪ ਕਰਕੇ ਬੈਠ ਜਾਓ, ਕਿਉਂਕਿ ਜਿਹੜਾ ਗੁੱਸਾ ਇਸ ਵਕਤ ਦਾ ਉਹ ਚਾਹੁੰਦੇ ਆ ਕਿ ਜਿਸ ਤਰ੍ਹਾਂ ਬੀਜੇਪੀ ਤੇ ਕੇਂਦਰ ਸਰਕਾਰ ਦੇ ਵਿਰੋਧ ਦਾ ਕਿਸਾਨਾਂ ਦਾ ਉਧਰ ਫੁੱਟਦਾ ਰਵੇ। ਜੇ ਅਸੀਂ ਕੋਈ ਊਲ ਜਲੂਲ ਬੋਲ ਲਿਆ ਤੇ ਕੱਲ ਨੂੰ ਸਾਨੂੰ ਭੁਗਤਣਾ ਪੈ ਜਾਏਗਾ, ਕਿਉਂਕਿ ਤਿੰਨਾਂ ਨੇ ਜਿਹੜੀਆਂ ਪਹਿਲਾਂ ਕੁਛ ਇਹਨਾਂ ਬਿੱਲਾਂ ਦੇ ਫੇਵਰ 'ਚ ਉਹ ਬੋਲ ਚੁੱਕੇ ਆ, ਉਹ ਉਹਨਾਂ ਨੂੰ ਮਹਿੰਗਾ ਬਹੁਤ ਪਿਆ ਹੋਇਆ, ਉਹਨਾਂ ਦਾ ਲੱਕ ਟੁੱਟਿਆ ਹੋਇਆ, ਤੇ ਉਹ ਨਹੀਂ ਚਾਹੁੰਦੇ ਕਿ ਲੱਕ ਟੁੱਟੇ ਤੋਂ ਬਾਅਦ ਜੇ ਦੁਬਾਰਾ ਹੋਰ ਸੱਟ ਵੱਜ ਗਈ ਤੇ ਫਿਰ ਬਿਲਕੁਲ ਮਲੀਆ ਮੇਟ ਹੋ ਜਾਊਗਾ। ਮੈਨੂੰ ਨਹੀਂ ਲੱਗਦਾ ਕਿ ਉਹ ਹਾਲ ਦੀ ਘੜੀ ਬੋਲਣਗੇ। ਠੀਕ ਆ, ਉਹਨਾਂ ਨੇ ਜਿਹੜੇ ਅਵਾਰਡ ਮਿਲੇ ਹੋਏ ਸੀ ਭਾਰਤ ਸਰਕਾਰ ਤੋਂ ਵਾਪਸ ਕਰਨ ਦੀ ਜਿਹੜੇ ਸੀ ਉਹ ਐਲਾਨ ਕਰ ਦਿੱਤਾ ਸੀ, ਪਰ ਉਹਨਾਂ ਨੇ ਸ਼ਾਂਤੀ ਨਾਲ ਬੈਠਣਾ ਹੀ ਚੰਗਾ ਸਮਝਿਆ ਕਿ ਜਦੋਂ ਕਿਸਾਨਾਂ ਦਾ ਇਹ ਮਸਲਾ ਨਿਪਟੂਗਾ ਉਹਦੇ ਬਾਅਦ ਤੁਸੀਂ ਦੇਖਣਾ ਫਿਰ ਧੜਾ ਧੜ ਜੇ ਜਿੱਤ ਕੇ ਆਏ ਤੇ ਫਿਰ ਹੋਰ ਲਹਿਜੇ 'ਚ ਬੋਲਣਗੇ, ਜੇ ਹਾਰ ਹੋਈ ਤੇ ਫਿਰ ਹੋਰ ਲਹਿਜੇ 'ਚ ਬੋਲਣਗੇ, ਕਿਸਾਨਾਂ ਨੂੰ ਦੋਸ਼ੀ ਠਹਿਰਾਉਣਗੇ, ਬੜਾ ਕੁਝ ਹੋਏਗਾ ਟਵਾਣਾ ਸਾਹਿਬ। ਫਿਰ ਕਿਸਾਨਾਂ ਦੇ ਅੰਦਰੋਂ ਵੀ ਕੁਝ ਆਵਾਜ਼ਾਂ ਉੱਠਣਗੀਆਂ, ਜਿਹੜੇ ਉੱਥੇ ਬਰਾਬਰ ਧਰਨਿਆਂ ਨੂੰ ਸਾਬੋਤਾਜ ਕਰਨ ਲੱਗੇ ਉਹ ਵੀ ਬੜਾ ਕੁਝ ਬੋਲਣਗੇ, ਬੜਾ ਕੁਝ ਆਏਗਾ। ਆਪਾਂ ਪਹਿਲਾਂ ਵੀ ਦੇਖਿਆ ਇਹਨਾਂ ਜਦੋਂ ਐਜੀਟੇਸ਼ਨ ਚੱਲਦੀ ਆ, ਫਿਰ ਐਜੀਟੇਸ਼ਨ ਦੇ ਜਿਹੜੇ ਲੀਡ ਕਰਨ ਵਾਲੇ ਆ ਉਹਨਾਂ ਤੇ ਕਿੱਦਾਂ ਨਜ਼ਲਾ ਜਿਹੜਾ ਉਹ ਸੁੱਟਿਆ ਜਾਂਦਾ। ਇਹ ਬੜਾ ਕੁਝ ਆਉਣ ਵਾਲਾ ਸਮਾਂ ਜਿਹੜਾ ਉਹ ਤੈਅ ਕਰੇਗਾ। ਜੀ ਜੀ ਸੁਰਿੰਦਰ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸੋ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ, ਸਤਿ ਸ਼੍ਰੀ ਅਕਾਲ। ਸੁਰਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਸਨ। ਸੋ ਇਸ ਮਾਮਲੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਚੁੱਪ ਅਜੇ ਵੀ ਸਵਾਲ ਖੜੀ ਕਰਦੀ ਹੈ ਕਿ ਅਕਾਲੀ ਦਲ ਅਜੇ ਵੀ ਸੋਚ ਰਿਹਾ ਕਿ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਅਲਾਇੰਸ ਗੱਠਜੋੜ ਮੁੜ ਕੇ ਹੋ ਜਾਵੇ। ਪਰ ਇਹ ਗੱਲ ਸਪਸ਼ਟ ਹੈ ਕਿ ਭਾਜਪਾ ਉਹ ਪਾਰਟੀ ਹੈ ਜਿਸ ਨੇ ਆਪਣੇ ਕਿਸੇ ਵੀ ਭਾਈਵਾਲ ਨੂੰ ਖਤਮ ਕੀਤੇ ਬਿਨਾਂ ਨਹੀਂ ਛੱਡਿਆ। ਸ਼ਿਵ ਸੈਨਾ ਨਾਲ ਸੁਚੇਤ ਸੀ, ਭਾਵੇਂ ਕਿ ਵਿਚਾਰਧਾਰਕ ਧਾਰਮਿਕ ਤੌਰ 'ਤੇ ਇਹਨਾਂ ਦੇ ਨਾਲ ਬਹੁਤ ਬਣਦੀ ਸੀ।
ਉਹਨਾਂ ਨੂੰ ਵੀ ਰਾਸ਼ਟਰਵਾਦ ਬਹੁਤ ਜ਼ਿਆਦਾ ਹੀ ਕੁਛ ਪਿਆਰਾ ਲੱਗਦਾ ਸੀਗਾ। ਪਰ ਸ਼ਿਵ ਸੈਨਾ ਭਾਵੇਂ ਦੂਜੀ ਪਾਰਟੀ ਸੀ, ਅਲਾਇੰਸ ਦੀ ਅਕਾਲੀ ਦਲ ਪਹਿਲੀ ਸੀ, ਉਹ ਜਲਦੀ ਖਹਿੜਾ ਛਡਾ ਗਏ। ਅਕਾਲੀ ਦਲ ਦੀਆਂ ਅਜੇ ਕਈ ਮਜਬੂਰੀਆਂ ਸੀ, ਜਿਸ ਬਣਾ 'ਤੇ ਉਹਨਾਂ ਨੇ ਬਹੁਤ ਔਖਾ ਜਿਹੜਾ ਹੈਗਾ ਕਿਨਾਰਾਕਸ਼ੀ ਕੀਤੀ ਹੈ। ਪਰ ਫਿਰ ਵੀ ਜੇ ਖੇਤਰੀਵਾਦ ਕਾਇਮ ਰੱਖਣਾ ਤਾਂ ਇਹ ਚੀਜ਼ਾਂ ਫਿਰ ਕਿਤੇ ਨਾ ਕਿਤੇ ਸੋਚਣੀਆਂ ਪੈਣਗੀਆਂ ਕਿ ਇਸ ਦੌਰਾਨ ਫੈਡਰਲ ਸਿਸਟਮ ਦੇਸ਼ ਦੇ ਵਿੱਚ ਕਾਇਮ ਰਹਿਣਾ ਜ਼ਰੂਰੀ ਹੈ, ਕਿਉਂਕਿ ਭਾਜਪਾ ਇੱਕ ਰਾਸ਼ਟਰ, ਇੱਕ ਧਰਮ, ਇੱਕ ਸੰਵਿਧਾਨ ਉਸ ਮੁੱਦੇ ਨੂੰ ਲੈ ਕੇ ਚੱਲ ਰਹੀ ਹੈ। ਹਿੰਦੂ ਰਾਸ਼ਟਰ ਵੱਲ ਨੂੰ ਉਹ ਵੱਧ ਰਹੀ ਹੈ, ਜਿਹੜਾ ਕਿ ਫੈਡਰਲ ਸਿਸਟਮ ਦੇਸ਼ ਦੀ ਜਿਹੜਾ ਧਰਮ ਅਨੇਕ ਭਾਰਤ ਏਕ ਉਸ ਵਿਚਾਰਧਾਰਾ ਨੂੰ ਖਤਮ ਕਰਨ 'ਤੇ ਤੁਲੀ ਹੈ। ਅਤੇ ਲਓ ਕੁਝ ਗੀਤ ਸੰਗੀਤ, ਇਸ ਤੋਂ ਬਾਅਦ ਤੁਹਾਨੂੰ ਪੁਰਾਣੀ ਵਿਰਾਸਤ ਦੀ ਗੱਲ ਸੁਣਾਵਾਂਗੇ ਕਿ ਇਹ ਜਿਹੜਾ ਅੰਦੋਲਨ ਚੱਲਿਆ 100 ਸਾਲ ਪਹਿਲਾਂ, ਪਗੜੀ ਸੰਭਾਲ ਉਹ ਜੱਟਾ ਲਹਿਰ ਸੀ ਜਿਹੜੀ, ਉਹ ਕੀ ਸੀ, ਕਿਵੇਂ ਕਿਹਨਾਂ ਹਾਲਾਤਾਂ 'ਚ ਪੈਦਾ ਹੋਈ, ਉਸ 'ਤੇ ਚਰਚਾ ਕਰਾਂਗੇ। ਪਗੜੀ ਸੰਭਾਲ ਜੱਟਾ 'ਤੇ ਆਓ ਸੁਣਦੇ ਹਾਂ ਇਹ ਬੋਲ, ਅਤੇ ਉਸ ਤੋਂ ਬਾਅਦ ਇਸ ਲਹਿਰ ਦੇ ਮੁਤਲਕ ਗੱਲਬਾਤ ਕਰਾਂਗੇ ਅਤੇ ਤੁਹਾਡੀਆਂ ਕਾਲ ਦਾ ਵੀ ਨਾਲ ਨਾਲ ਸਵਾਗਤ ਰਹੇਗਾ। ਜ਼ਿੰਦਗੀ ਦੇ ਰੰਗਾਂ ਅਤੇ ਵਾਦੀਆਂ ਤਿਰੰਗਾਂ ਨੂੰ ਮਾਣਦੇ ਹੋਏ ਇਸ ਵਕਤ ਤੁਸੀਂ ਜੁੜਿਓ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਦਾ ਸਵਾਗਤ ਕਰਦਾ। ਇਸ ਖਿੱਤੇ ਦੇ ਲੋਕਾਂ ਨੇ ਹੁਣ ਤੱਕ ਜਿਸ ਤਰ੍ਹਾਂ ਲਹੂ ਡੋਲਵੀਆਂ ਜੰਗਾਂ ਲੜੀਆਂ ਨੇ, ਉਸ ਦਾ ਇਤਿਹਾਸ ਬਹੁਤ ਵੱਡਾ ਹੈ। ਪਰ ਉਹ ਕਹਿੰਦੇ ਆ ਨਾ ਕਿ ਜਿਹੜੀਆਂ ਕੌਮਾਂ ਇਤਿਹਾਸ ਬਣਾਉਂਦੀਆਂ ਨੇ, ਉਹਨਾਂ ਕੋਲ ਇਤਿਹਾਸ ਸਾਂਭਣ ਦਾ ਵਕਤ ਨਹੀਂ ਹੁੰਦਾ। ਇਹ ਯੂਨੀਵਰਸਲ ਟਰੁੱਥ ਹੈ, ਵਿਸ਼ਵ ਵਿਆਪੀ ਸੱਚ ਹੈ। ਉਹ ਸਾਰੀਆਂ ਜਾਣਕਾਰੀਆਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਗਾਹੇ ਬਗਾਹੇ ਦਿੰਦੇ ਰਿਹਾ ਕਰਾਂਗੇ। ਇਸ ਵਕਤ ਇੱਕ ਸਰੋਤੇ ਆਪਣੇ ਨੇ ਹੈਰੀ ਸੇਖੋਂ ਸਾਹਿਬ ਫਿਰੋਜ਼ਪੁਰੀਏ, ਇਹਨਾਂ ਦਾ ਰਿਕਾਰਡਡ ਸੁਨੇਹਾ ਆਇਆ, ਕਿਉਂਕਿ ਤੁਹਾਡੀ ਸੁਵਿਧਾ ਦੇ ਵਾਸਤੇ ਇਹ ਆਪਾਂ ਇੱਕ ਨਵਾਂ ਪ੍ਰੋਸੈਸ ਚਲਾਇਆ ਕਿ ਕੋਈ ਵੀ ਕਿਸੇ ਵੀ ਵਿਸ਼ੇ 'ਤੇ ਤੁਸੀਂ ਗੱਲਬਾਤ ਕਰਨੀ ਹੈ ਤਾਂ ਤੁਸੀਂ ਆਪਣਾ ਜਿਹੜਾ ਰਿਕਾਰਡਡ ਸੁਨੇਹਾ ਹੈ ਉਹ ਤੁਸੀਂ ਰਿਕਾਰਡ ਕਰੋ, ਵਟਸਐਪ 'ਤੇ ਮੈਨੂੰ ਸੈਂਡ ਕਰ ਦਿਓ, ਕਿਉਂਕਿ ਸਮਾਂ ਕਈ ਵਾਰੀ ਤੁਹਾਡੇ ਕੋਲ ਨਹੀਂ ਹੁੰਦਾ ਜਾਂ ਰਿਪੀਟ ਪ੍ਰੋਗਰਾਮ ਸੁਣਦੇ ਹੋ। ਅਤੇ ਇਸ ਦੌਰਾਨ ਤੁਸੀਂ 9867609655 ਜਿਹੜਾ ਆਪਣਾ ਕਾਲ ਕਰਨ ਵਾਲਾ ਨੰਬਰ ਹੈ, ਜਿਸ 'ਤੇ ਤੁਸੀਂ ਗੱਲ ਕਰਦੇ ਹੋ, ਉਸ 'ਤੇ ਸੁਨੇਹਾ ਤੁਸੀਂ ਆਪਣਾ ਦੇ ਦੇਣਾ ਰਿਕਾਰਡ ਕਰਕੇ, ਅਤੇ ਮੈਂ ਉਸਨੂੰ ਫਿਰ ਸੇਮ ਪ੍ਰੋਗਰਾਮ ਦੇ ਵਿੱਚ ਜਾਂ ਦੂਜੀ ਸ਼ਿਫਟ ਦੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝਾ ਕਰਿਆ ਕਰਾਂਗਾ। ਇਸ ਵਕਤ ਟੋਰਾਂਟੋ ਤੋਂ ਹੈਰੀ ਸੇਖੋਂ ਉਹਨਾਂ ਦਾ ਸੁਨੇਹਾ, ਅਤੇ ਉਸ ਤੋਂ ਬਾਅਦ ਆਪ ਦਾ ਸਵਾਗਤ। ਹੈਲੋ, ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ ਅਤੇ ਟਵਾਣਾ ਰੇਡੀਓ ਸੁਣਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਹੈਰੀ ਸਿੰਘ ਬੋਲ ਰਿਹਾ ਜੀ ਕੈਨੇਡਾ ਤੋਂ, ਅਤੇ ਸਾਰੇ ਸਰੋਤਿਆਂ ਨੂੰ, ਦੇਸ਼ ਵਿਦੇਸ਼ ਵਾਸੀਆਂ ਸੰਗਤਾਂ ਨੂੰ ਲੋਹੜੀ ਅਤੇ ਮਾਘੀ ਦੀਆਂ ਬਹੁਤ ਬਹੁਤ ਵਧਾਈਆਂ। ਮਿਹਰਬਾਨੀ, ਥੈਂਕ ਯੂ, ਧੰਨਵਾਦ ਟਵਾਣਾ ਸਾਹਿਬ। ਦੋਸਤੋ, ਇਹ ਸੀ ਸੁਨੇਹਾ ਹੈਰੀ ਸੇਖੋਂ ਹੋਰਾਂ ਦਾ ਲੋਹੜੀ ਮਾਘੀ ਦੀਆਂ ਵਧਾਈਆਂ ਦਾ, ਅਤੇ ਤੁਸੀਂ ਵੀ ਇਸ ਤਰ੍ਹਾਂ ਦਾ ਸੁਨੇਹਾ ਸਾਂਝ ਪਾ ਸਕਦੇ ਹੋ। ਅਤੇ ਇਸ ਦੇ ਨਾਲ ਨਾਲ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਜੇ ਤੁਸੀਂ ਅਮਰੀਕਾ ਦੇ ਵਿੱਚ ਸੁਣਨਾ ਤਾਂ ਤੁਸੀਂ ਕਾਲ ਟੂ ਲਿਸਨ ਨੰਬਰ 667-930-9260 'ਤੇ ਕਾਲ ਕਰਕੇ ਸੁਣ ਸਕਦੇ ਹੋ, ਅਤੇ 667-930-2656 ਨੰਬਰ 'ਤੇ ਤੁਸੀਂ ਕਾਲ ਕਰਕੇ ਇਸ ਪ੍ਰੋਗਰਾਮ ਦਾ ਲੁਤਫ ਲੈ ਸਕਦੇ ਹੋ। ਜਾਂ ਫਿਰ ਜਿਹੜੀ ਸਾਡੀ ਵੈਬਸਾਈਟ ਹੈ tivanaradio.com, ਉਸ 'ਤੇ ਵੀ ਤੁਸੀਂ ਇਸ ਪ੍ਰੋਗਰਾਮ ਦਾ ਲੁਤਫ ਲੈ ਸਕਦੇ ਹੋ, ਅਤੇ ਆਈਫੋਨ ਅਤੇ ਐਂਡਰਾਇਡ ਐਪਸ ਦੇ ਜ਼ਰੀਏ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। ਸੋਮਵਾਰ ਤੋਂ ਸ਼ਨੀਵਾਰ ਲਗਾਤਾਰ 6 ਦਿਨ, ਸਵੇਰ ਦਾ ਵਕਤ ਹੈ 8 ਤੋਂ 10 ਮਾਰਨਿੰਗ, ਅਤੇ ਸ਼ਾਮ ਨੂੰ 7 ਤੋਂ 9 ਇਹ ਲਾਈਵ ਹੁੰਦਾ। ਉਸ ਤੋਂ ਬਾਅਦ ਪ੍ਰੋਗਰਾਮ ਰਿਪੀਟ ਹੁੰਦਾ ਹੈ। ਗੁਰਦੇਵ ਸਿੰਘ ਸਿੱਧੂ ਨੇ, ਜਿਨ੍ਹਾਂ ਨੇ ਜੰਗੇ ਆਜ਼ਾਦੀ ਦੇ ਇਤਿਹਾਸ ਬਾਰੇ ਕਈ ਸਾਰੀਆਂ ਕਿਤਾਬਾਂ ਲਿਖੀਆਂ ਨੇ, ਬੜੇ ਦਸਤਾਵੇਜ਼ ਉਹਨਾਂ ਨੇ ਇਕੱਠੇ ਕੀਤੇ ਨੇ, ਇਤਿਹਾਸ ਜੰਗੇ ਆਜ਼ਾਦੀ ਦਾ ਉਹਨਾਂ ਨੇ ਆਪਣੀ ਕਲਮ ਤੋਂ ਇਕੱਤਰ ਕੀਤਾ ਹੈ। ਇਹ ਜਿਹੜਾ ਪਗੜੀ ਸੰਭਾਲ ਜੱਟਾ ਲਹਿਰ ਸੀ 1907 ਦੇ ਵਿੱਚ ਸ਼ੁਰੂ ਹੋਈ ਸੀ, ਕਿਉਂਕਿ ਜਿਹੜੀਆਂ 12 ਵਸਾਈਆਂ ਸੀ, ਜਿਵੇਂ ਨੀਲੀ ਬਾਰ, ਗੰਜੀ ਬਾਰ, ਦੁੱਲੇ ਭੱਟੀ ਵਾਲੀ ਬਾਰ, ਇਹ ਵਾਰਾਂ ਦਾ ਇਲਾਕਾ ਸੀਗਾ। 12 ਦੁੱਧ ਦੀਆਂ ਧਾਰਾਂ ਬੇਆਬਾਦ ਇਲਾਕਾ ਸੀ। ਪੰਜਾਬ ਤੋਂ ਲੋਕਾਂ ਨੂੰ ਲਾਲਚ ਦੇ ਕੇ ਉੱਥੇ ਜ਼ਮੀਨਾਂ 'ਤੇ ਵਸਾਇਆ ਗਿਆ। ਉਹਨਾਂ ਨੇ ਜਾਨ ਹੂਲ ਕੇ ਉਹਨਾਂ ਵਾਰਾਂ ਨੂੰ ਆਬਾਦ ਕੀਤਾ। ਅੰਗਰੇਜ਼ਾਂ ਨੇ ਨਹਿਰਾਂ ਬਣਾਈਆਂ, ਪਰ ਜਦੋਂ ਸਾਰਾ ਕੁਝ ਵਧੀਆ ਹੋ ਗਿਆ ਅਤੇ ਅੰਗਰੇਜ਼ ਉਸ ਨੂੰ ਫਿਰ ਲੁੱਟਣ ਦੀ ਨੀਤ ਦੇ ਨਾਲ ਕਾਨੂੰਨ ਬਣਾਉਣ ਲੱਗੇ।
ਸੋ ਇਹ ਬਾਰ ਦੀ ਆਬਾਦਕਾਰੀ ਤੇ 20ਵੀਂ ਸਦੀ ਦੀ ਪਹਿਲੀ ਕਿਸਾਨ ਲਹਿਰ ਸੀ। ਉਸ ਤੋਂ ਬਾਅਦ ਇਹ ਹੁਣ ਮੌਜੂਦਾ ਕਿਸਾਨ ਲਹਿਰ ਦੇਸ਼ ਦੀ ਸਭ ਤੋਂ ਵੱਡੀ ਕਿਸਾਨ ਲਹਿਰ ਹੈ। 19ਵੀਂ ਸਦੀ ਦੇ ਦੌਰਾਨ ਪੰਜਾਬ ਦੇ ਪੱਛਮੀ ਇਲਾਕਿਆਂ ਦੇ ਵਿੱਚ ਜਿਹੜਾ ਦਰਿਆ ਜ਼ੇਲਮ ਤੇ ਦਰਿਆ ਸਤਲੁਜ ਸੀ, ਇਸ ਦੇ ਦਰਮਿਆਨ ਸ਼ਾਹਪੁਰ, ਝੰਗ ਅਤੇ ਮਿੰਟ ਗੁਮਰੀ ਦਾ ਵਿਸ਼ਾਲ ਮਾਰੂਥਲ ਦਾ ਏਰੀਆ ਇਲਾਕਾ ਸੀ। ਇਸ ਇਲਾਕੇ ਦੇ ਵਿੱਚ ਬਾਰਿਸ਼ ਬਹੁਤ ਘੱਟ ਪੈਂਦੀ ਸੀ। ਔਸਤਨ 5 ਇੰਚ ਬਾਰਿਸ਼ ਸਾਲ ਦੇ ਵਿੱਚ ਹੁੰਦੀ ਸੀ, ਜਿਸ ਕਾਰਨ ਥਾਂ ਥਾਂ ਰੇਤੀਲੇ ਟਿੱਬੇ, ਦੂਰ ਦੂਰ ਤੱਕ ਝਾੜੀਆਂ ਬੂਟੀਆਂ ਬੇਆਬਾਦ। ਨਤੀਜੇ ਵਜੋਂ ਇਹ ਸਾਰਾ ਇਲਾਕਾ ਬਿਲਕੁਲ ਸੁੰਨਸਾਨ ਬੇਆਬਾਦ ਸੀ। ਜੇ ਕਿਧਰੇ ਵਸੋਂ ਨਜ਼ਰ ਪੈਂਦੀ ਸੀ ਤਾਂ ਉਹ ਸੀ ਜਾਂਗਲੀ ਲੋਕਾਂ ਦੀ ਜੋ ਪਸ਼ੂ ਪਾਲ ਕੇ ਗੁਜ਼ਾਰਾ ਕਰਦੇ ਸੀ। ਇਹ ਮਾਰੂ ਇਲਾਕੇ ਨੂੰ ਨਹਿਰਾਂ ਰਾਹੀਂ ਸਿੰਜਾਈ ਸਹੂਲਤਾਂ ਪ੍ਰਦਾਨ ਕਰਕੇ ਉਪਜਾਊ ਬਣਾਉਣ ਦੀ ਤਜਵੀਜ਼ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਜੇਮਜ਼ ਬਰਾਡਵੁੱਡ ਲਾਇਲ, ਜੋ ਕਿ 1887 ਤੋਂ 1892 ਤੱਕ ਪੰਜਾਬ ਦਾ ਲੈਫਟੀਨੈਂਟ ਗਵਰਨਰ ਰਿਹਾ, ਉਸ ਨੇ ਬਣਾਈ ਸੀ। ਇਸ ਦਾ ਜਿਹੜਾ ਸਰਨੇਮ ਲਾਇਲ ਸੀ ਨਾ, ਇਸੇ ਦੇ ਨਾਂ ਤੋਂ ਲਾਇਲਪੁਰ ਸ਼ਹਿਰ ਦਾ ਨਾਂ ਪਿਆ। ਮਿੰਟ ਗੁਮਰੀ ਵੀ ਇੱਦਾਂ ਹੀ ਅੰਗਰੇਜ਼ ਗੋਰੇ ਦੇ ਨਾਂ ਤੋਂ ਪਿਆ ਸੀ। ਇਹ ਲਾਇਲਪੁਰ ਜਿਹੜਾ ਸੀ, ਜੱਗੇ ਮਾਰਿਆ ਲਾਇਲਪੁਰ ਡਾਕਾ, ਤਾਰਾਂ ਖੜਕ ਗਈਆਂ, ਉਹ ਲਾਇਲਪੁਰ। ਸੋ ਇਹ ਜਿਹੜਾ ਲਾਇਲਪੁਰ ਵੀ ਇਸ ਜੇਮਜ਼ ਬਰਾਡਵੁੱਡ ਲਾਇਲ ਨੇ ਵਸਾਇਆ ਸੀ, ਜੋ ਲੈਫਟੀਨੈਂਟ ਗਵਰਨਰ ਸੀ 1887 ਤੋਂ 1892 ਤੱਕ। ਦਰਿਆ ਰਾਵੀ, ਸਤਲੁਜ, ਜਮਨਾ ਦੇ ਵਿੱਚੋਂ ਕੱਢੀਆਂ ਨਹਿਰਾਂ ਦੇ ਕਾਰਨ ਮਿਲੀ ਸਿੰਚਾਈ ਸਹੂਲਤ ਦੇ ਕਾਰਨ ਮਾਝੇ, ਮਾਲਵੇ ਤੇ ਹਰਿਆਣੇ ਦੇ ਇਲਾਕੇ ਵਿੱਚ ਖੁਸ਼ਹਾਲੀ ਆਈ। ਇਹ ਮਿਸਾਲ ਸੀ ਜਿਸ ਤੋਂ ਉਤਸ਼ਾਹਿਤ ਹੋ ਕੇ ਦਰਿਆ ਚਨਾਬ ਦਾ ਜਿਹੜਾ ਪਾਣੀ ਸੀ ਉਸ ਨੂੰ ਖੇਤੀ ਵਾਸਤੇ ਵਰਤਣ ਦੇ ਲਈ ਲੋਅਰ ਚਨਾਬ ਨਹਿਰ ਕੱਢਣ ਦੀ ਵਿਉਂਤ ਬਣੀ। ਇਹ ਦੂਰ ਅੰਦੇਸ਼ੀ ਸੀ ਇਸ ਲੈਫਟੀਨੈਂਟ ਗਵਰਨਰ ਦੀ ਕਿ ਮਿਹਨਤਕਸ਼ ਲੋਕ ਨੇ, ਇਹਨਾਂ ਤੋਂ ਖੇਤੀਪੱਤੀ ਦਾ ਕੰਮ ਕਰਾਓ, ਵਧੀਆ ਜਿਣਸਾਂ ਉਗਣਗੀਆਂ, ਕਮਾਈ ਇਹਨਾਂ ਨੂੰ ਵੀ ਹੋਏਗੀ ਤੇ ਕਮਾਈ ਬ੍ਰਿਟਿਸ਼ ਸਰਕਾਰ ਨੂੰ ਵੀ ਹੋਏਗੀ। ਇਸ ਕਰਕੇ ਜੇਮਜ਼ ਲਾਇਲ ਨੇ ਦੂਰ ਅੰਦੇਸ਼ੀ ਦੇ ਨਾਲ ਨਵੇਂ ਜ਼ਿਲ੍ਹੇ ਬਣਾਏ। ਇਹਨਾਂ ਦੇ ਵਿੱਚ ਸਦਰ ਮੁਕਾਮ ਨੂੰ ਲਾਇਲਪੁਰ ਦਾ ਨਾਂ ਦਿੱਤਾ ਗਿਆ, ਜੋ ਉਸ ਦੇ ਨਾਂ 'ਤੇ ਲਾਇਲ ਤੋਂ ਪਿੱਛੇ ਪੁਰ ਲਾ ਦਿੱਤਾ, ਜਿਵੇਂ ਆਪਣੇ ਆਮ ਲਾ ਦਿੰਦੇ ਹਰ ਚੀਜ਼ ਦੇ ਨਾਲ। ਅਤੇ ਇਹ ਝੰਗ ਅਤੇ ਸ਼ੇਖੂਪੁਰਾ ਦੇ ਕੁਝ ਇਲਾਕੇ ਇਸ ਦੇ ਵਿੱਚ ਸ਼ਾਮਲ ਕਰਕੇ ਇੱਥੇ ਕਲੋਨੀ ਜਿਹੜੀ ਵਸਾਈ ਗਈ, ਉਸ ਨੂੰ ਲੋਅਰ ਚਨਾਬ ਕਲੋਨੀ ਵੀ ਕਹਿੰਦੇ ਸੀ। ਆਮ ਬੋਲਚਾਲ ਦੇ ਵਿੱਚ ਇਸ ਨੂੰ ਬਾਰ ਕਿਹਾ ਜਾਂਦਾ ਸੀਗਾ। ਇੱਥੇ ਪੰਜਾਬ ਦੇ ਕੇਂਦਰੀ ਜ਼ਿਲ੍ਹੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਤੋਂ ਨਵੇਂ ਕਿਸਾਨ ਜਿਹੜੇ ਸੰਘਰਸ਼ੀ ਲੋਕ ਸੀਗੇ, ਜ਼ਿਮੀਂਦਾਰ ਸੀ ਜਿਹੜੇ, ਉਹਨਾਂ ਨੂੰ ਲਿਆ ਕੇ ਇੱਥੇ ਆਬਾਦ ਕੀਤਾ ਗਿਆ ਅਤੇ ਇਹਨਾਂ ਨੂੰ ਆਬਾਦ ਘਰ ਕਿਹਾ ਜਾਂਦਾ ਸੀ। ਇਹ ਜਿਹੜੀ ਜ਼ਮੀਨ ਸੀ ਬਿਲਕੁਲ ਮਾਮੂਲੀ ਲਾਗਤ 'ਤੇ ਉਹਨਾਂ ਨੂੰ ਮੁਫਤ ਵਾਂਗ ਦਿੱਤੀ ਜਾ ਰਹੀ ਸੀ, ਜਿਸ ਕਰਕੇ ਹਰ ਕਿਸਾਨ ਇੱਥੇ ਜ਼ਮੀਨ ਲੈਣ ਦਾ ਇੱਛੁਕ ਸੀਗਾ। ਪਰ ਸਰਕਾਰੀ ਅਧਿਕਾਰੀਆਂ ਨੇ ਇੱਛੁਕ ਵਿਅਕਤੀਆਂ ਦੇ ਹੱਥ ਵੇਖ ਕੇ ਉਹਨਾਂ ਦੇ ਖਰਵੇ ਅੱਟਣਾ ਅਤੇ ਉਹਨਾਂ ਦੇ ਡੀਲ ਡੌਲ ਅਤੇ ਉਹਨਾਂ ਦੇ ਪੈਰ ਵੇਖ ਕੇ ਇਹ ਜ਼ਮੀਨ ਦਿੱਤੀ ਸੀ। ਇਹ ਨਹੀਂ ਕਿ ਜਿਹੜਾ ਆਇਆ ਕੋਈ ਮਲੂਕ ਹੱਥ ਹੋਣ, ਡੱਕਾ ਤੋੜ ਕੇ ਦੂਹਰਾ ਨਾ ਕੀਤਾ ਹੋਵੇ। ਅੰਗਰੇਜ਼ ਬੜੇ ਸਿਆਣੇ ਸੀ। ਮਤਲਬ ਜਿਹੜਾ ਪੈਰਾਮੀਟਰ ਸੀ ਨਾ ਕਿਸੇ ਵੀ ਵਿਅਕਤੀ ਦਾ, ਪਹਿਲਾਂ ਉਹਦੇ ਹੱਥ ਵੇਖਦੇ ਸੀ ਕਿੱਦਾਂ ਦੇ ਨੇ, ਉਹਦੇ ਪੈਰ ਵੇਖਦੇ ਸੀ, ਕਿਉਂਕਿ ਜੇ ਤੁਸੀਂ ਕੰਮ ਕੀਤਾ ਨਾ ਤੁਹਾਡੇ ਹੱਥਾਂ ਤੋਂ ਪਤਾ ਲੱਗ ਜਾਂਦਾ। ਅਤੇ ਇਸ ਕਰਕੇ ਉਹਨਾਂ ਦੇ ਹੱਥ ਪੈਰ ਜਾਂ ਉਹਨਾਂ ਦੇ ਅੱਟਣ ਵੇਖ ਕੇ ਕਿ ਕਿੰਨਾ ਕੁ ਮਿਹਨਤੀ ਹੈ, ਉਸ ਹਿਸਾਬ ਦੇ ਨਾਲ ਉਹਨਾਂ ਜ਼ਿਮੀਂਦਾਰਾਂ, ਉਹਨਾਂ ਕਿਸਾਨਾਂ ਨੂੰ ਉਹ ਜ਼ਮੀਨ ਅਲੋਟ ਕੀਤੀ ਜਾਂਦੀ ਸੀ। ਇਹ ਸੀ ਚੋਣ ਦਾ ਪ੍ਰੋਸੈਸ। ਸੋ ਨਵੇਂ ਵਸੇਬੇ ਦੇ ਉੱਤੇ ਇਹਨਾਂ ਦੇ ਜੀਵਨ ਦੇ ਵਿੱਚ ਬਹੁਤ ਮੁਸ਼ਕਿਲ ਆਈਆਂ। ਬੜੇ ਜ਼ਹਿਰੀਲੇ ਸੱਪਾਂ, ਬਿੱਛੂਆਂ ਨੇ, ਜੰਗਲੀ ਜਾਨਵਰਾਂ ਨੇ ਇਹਨਾਂ ਦਾ ਨੁਕਸਾਨ ਵੀ ਕੀਤਾ। ਪਰ ਇਹ ਬਾਅਦ ਦੇ ਵਿੱਚ ਨਾ ਇਹ 12 ਦੁੱਧ ਦੀਆਂ ਧਾਰਾਂ ਕਿਹਾ ਜਾਣ ਲੱਗ ਪਿਆ, ਕਿਉਂਕਿ ਜੰਗਲੀ ਇਲਾਕਾ ਸੀ, ਜਰਖੇਜ਼ ਇਲਾਕਾ ਸੀ ਅਤੇ ਉੱਤੋਂ ਨਿਆਮਤ ਨਹਿਰੀ ਪਾਣੀ ਆ ਗਿਆ, ਜਿਹੜਾ ਬਹੁਤ ਮੁਫੀਦ ਹੁੰਦਾ ਹੈ ਫਸਲਾਂ ਦੇ ਵਾਸਤੇ। ਸੋ ਇੱਥੇ ਫਿਰ ਤਰੱਕੀ ਆਉਣ ਲੱਗੀ। ਕੁਦਰਤ ਨੇ ਮਿਹਰ ਕੀਤੀ, ਕਾਇਨਾਤ ਮਿਹਰਬਾਨ ਹੋਈ, ਨਵੇਂ ਟਿਕਾਣੇ ਇਹਨਾਂ ਕਾਸ਼ਤਕਾਰਾਂ ਨੇ, ਆਬਾਦਕਾਰਾਂ ਨੇ ਆਪ ਮੱਲੇ। ਪਰ ਸਿੰਜਾਈ ਦੀ ਸਹੂਲਤ ਭਾਵੇਂ ਪੂਰੀ ਨਹੀਂ ਸੀ। ਜ਼ਮੀਨ ਦੇ ਵਿੱਚੋਂ ਝਾੜੀਆਂ ਮਲੇ ਪੁੱਟ ਕੇ ਉਹਨਾਂ ਨੇ ਜ਼ਮੀਨ ਨੂੰ ਪੱਧਰਾ ਕੀਤਾ, ਪਾਣੀ ਲਾਉਣ ਲਈ ਖਾਲ ਬਣਾਏ। ਗਰਮੀ ਦੇ ਮੌਸਮ ਦਾ ਇੱਥੇ ਇੰਨਾ ਪ੍ਰਕੋਪ ਸੀ ਕਿ ਲਾਇਲਪੁਰ ਦੀ ਗਰਮੀ ਲਹੂ ਲਹਾਨ ਕਰ ਦਿੰਦੀ ਸੀ ਬੰਦੇ ਨੂੰ। ਜਿਹੜੇ ਉੱਥੋਂ ਦੇ ਪਸ਼ੂ ਪਾਲਕ ਕਿਸਾਨਕ ਲੋਕ ਸੀਗੇ, ਚਾਰਗਾਹਾਂ ਨੂੰ ਖੇਤੀ ਯੋਗ ਬਣਾਉਣ ਆਏ ਕਿਸਾਨਾਂ ਨੂੰ ਪਸੰਦ ਨਹੀਂ ਸੀ ਕਰਦੇ, ਕਿਉਂਕਿ ਉਹਨਾਂ ਨੂੰ ਸੀ ਕਿ ਜੰਗਲੀ ਇਲਾਕਾ ਸੀ, ਜੰਗਲ ਦੇ ਮਾਲਕਾਂ ਜੋ ਮਰਜ਼ੀ ਕਰੀਏ। ਉਹ ਵੀ ਅੰਗਰੇਜ਼ਾਂ ਦਾ ਵੀ ਵਿਰੋਧ ਕਰਦੇ ਸੀ। ਅਤੇ ਇਹ ਜਿਹੜੇ ਨਵੇਂ ਲੋਕ ਉੱਥੋਂ ਆਏ ਸੀ, ਜਲੰਧਰ, ਲੁਧਿਆਣਾ, ਇਸ ਖਿੱਤੇ 'ਚੋਂ, ਅੰਮ੍ਰਿਤਸਰ ਤੋਂ, ਉਹ ਜਿਹੜੇ ਸਥਾਨਕ ਲੋਕ ਸੀ, ਜਾਂਗਲੀ ਕਹਿੰਦੇ ਸੀ ਜਿਹਨਾਂ ਨੂੰ ਜੰਗਲ ਕਰਕੇ ਜਾਂਗਲੀ, ਉਹ ਇਹਨਾਂ ਨਵੇਂ ਆਏ ਆਬਾਦਕਾਰਾਂ ਦਾ ਨੁਕਸਾਨ ਕਰਦੇ ਸੀ। ਇਹਨਾਂ ਦੇ ਪਸ਼ੂ ਚੋਰੀ ਕਰ ਲੈਂਦੇ, ਇਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਜਾਂ ਇਹਨਾਂ ਦੀਆਂ ਫਸਲਾਂ ਉਜਾੜ ਦਿੰਦੇ।
ਪਰ ਸਾਰੀਆਂ ਔਕੜਾਂ ਦਾ ਮੁਕਾਬਲਾ ਕਰਦੇ ਹੋਏ ਜਿਹੜੇ ਨਵੇਂ ਆਬਾਦਕਾਰ ਸੀਗੇ, ਇਹ ਖਾਸ ਕਰਕੇ ਭਾਵੇਂ ਇਹ ਸਿੱਖ ਜਾਂ ਹਿੰਦੂ ਧਰਮ ਨਾਲ ਵੀ ਸੰਬੰਧਿਤ ਸੀ, ਅਤੇ ਜਿਹੜੇ ਉੱਥੋਂ ਦੇ ਆਬਾਦਕਾਰ ਸੀਗੇ, ਕਿਉਂਕਿ ਉਹ ਲਾਇਲਪੁਰ ਜਿਹੜਾ ਹੈਗਾ ਮੁਸਲਿਮ ਇਲਾਕਾ ਵੀ ਸੀਗਾ, ਉਹ ਜ਼ਿਆਦਾਤਰ ਜੰਗਲੀ ਜਿਹੜੇ ਮੁਸਲਿਮ ਕਬੀਲਿਆਂ ਦੇ ਵੀ ਲੋਕ ਸੀਗੇ। ਇਸ ਕਰਕੇ ਇਹਨਾਂ ਦਾ ਆਪਸ ਦੇ ਵਿੱਚ ਜਿਹੜੀਆਂ ਖੂਨ ਡੋਲਵੀਆਂ ਜੰਗਾਂ ਵੀ ਆਪਸ 'ਚ ਹੁੰਦੀਆਂ ਰਹੀਆਂ। ਪਰ ਸਾਰੀਆਂ ਔਕੜਾਂ ਦਾ ਮੁਕਾਬਲਾ ਕਰਦੇ ਨਵੇਂ ਆਬਾਦਕਾਰ ਸਿਰ ਸੁੱਟ ਕੇ ਆਪਣੇ ਕੰਮਾਂ ਦੇ ਵਿੱਚ ਲੱਗੇ ਰਹਿੰਦੇ, ਅਤੇ ਹੌਲੀ ਹੌਲੀ ਇਹ ਜਿਹੜੀ ਬੇਆਬਾਦ ਜ਼ਮੀਨ ਸੀ ਉਸ ਨੂੰ ਇਹਨਾਂ ਨੇ ਝੋਟੇ ਦਾ ਸਿਰ ਵਰਗੀ ਜ਼ਮੀਨ ਬਣਾ ਲਈ। ਨਤੀਜਾ ਇਹ ਨਿਕਲਿਆ ਕਿ ਸਦੀਆਂ ਤੋਂ ਬੇਆਬਾਦ ਪਏ ਇਲਾਕੇ ਦੇ ਵਿੱਚ ਸਾਲ ਦਰ ਸਾਲ ਕਾਇਆ ਕਲਪ ਹੋਣ ਲੱਗੀ, ਅਤੇ ਛੇਤੀ ਹੀ ਪੰਜਾਬ ਦਾ ਸਭ ਤੋਂ ਖੁਸ਼ਹਾਲ ਇਲਾਕਾ ਇਹ ਲਾਇਲਪੁਰ ਦੀ ਬਾਰ ਬਣੀ। ਸੱਪਾਂ ਦੀਆਂ ਸਿਰੀਆਂ ਮਿੱਧ ਕੇ ਖੁਸ਼ਹਾਲੀ ਲਾਉਣ ਵਾਲੇ ਇਹਨਾਂ ਕਿਸਾਨਾਂ ਲਈ ਖੁਸ਼ੀ ਬਹੁਤਾ ਲੰਮਾ ਸਮਾਂ ਨਾ ਰਹੀ, ਕਿਉਂਕਿ ਇਹਨਾਂ ਦੀ ਖੁਸ਼ਹਾਲੀ ਨੂੰ ਵੇਖਦਿਆਂ ਉਸ ਵਕਤ ਦੀ ਬ੍ਰਿਟਿਸ਼ ਪੰਜਾਬੀ ਸਰਕਾਰ ਨੇ ਇਸ 'ਚੋਂ ਹਿੱਸਾ ਵੰਡਾਉਣ ਦਾ ਜੁਗਾੜ ਕੀਤਾ। ਸੋ ਕਿਸਾਨਾਂ ਦੀਆਂ ਜਿਹੜੀ ਬਾਰਾਂ ਦੇ ਇਲਾਕੇ ਦੇ ਵਿੱਚ ਜਾਣ ਦੀ ਰੁਚੀ ਪੈਦਾ ਹੋ ਗਈ ਸੀ। ਸਰਕਾਰ ਨੇ ਨਵੀਆਂ ਬਾਰਾਂ ਦੇ ਵਾਸਤੇ ਜ਼ਮੀਨ ਅਲਾਟ ਕਰਦਿਆਂ ਲੋਅਰ ਚਨਾਬ ਕਲੋਨੀ ਦੇ ਮੁਕਾਬਲੇ ਸਖਤ ਸ਼ਰਤਾਂ ਰੱਖ ਦਿੱਤੀਆਂ। ਉਦਾਹਰਨ ਵਜੋਂ ਇੱਕ ਥਾਂ ਸ਼ਰਤ ਇਹ ਦਿੱਤੀ ਕਿ ਜ਼ਮੀਨ ਦਾ ਮਾਮਲਾ ਨਾ ਦੇਣ ਅਤੇ ਦੂਜੀਆਂ ਸ਼ਰਤਾਂ ਪੂਰੀਆਂ ਨਾ ਕਰਨ ਦੀ ਹਾਲਤ ਦੇ ਵਿੱਚ ਜ਼ਮੀਨ ਸਰਕਾਰ ਕੋਲ ਚਲੀ ਜਾਵੇਗੀ। ਇੱਕ ਹੋਰ ਸ਼ਰਤ ਮੁਤਾਬਕ ਕਿ ਬਾਹਰ ਵਿਚਲੀ ਜ਼ਮੀਨ ਦੀ ਵੰਡ ਰੋਕਣ ਵਾਸਤੇ ਜੱਟ ਸਿੱਖਾਂ ਦੇ ਵਿੱਚ ਬਾਪ ਦੀ ਜਾਇਦਾਦ ਦੇ ਵਿੱਚ ਸਾਰੇ ਹੱਕ ਪੁੱਤਰਾਂ ਦੇ ਵਿੱਚ ਇਕਸਾਰ ਵੰਡੇ ਜਾਣ ਦੀ ਰਵਾਇਤ ਦੇ ਉਲਟ ਇਸ ਦੀ ਮਾਲਕੀ ਸਿਰਫ ਸਭ ਤੋਂ ਵੱਡੇ ਪੁੱਤਰ ਦੀ ਮੰਨੇਗੀ। ਜਾਣੀ ਜਿਸ ਤਰ੍ਹਾਂ ਹੁੰਦਾ ਹੈ ਕਿ ਜਿਹੜੀ ਪਿਓ ਦੀ ਜ਼ਮੀਨ ਹੈ ਉਹ ਸਾਰੇ ਪੁੱਤਰਾਂ ਨੂੰ ਵੰਡੀ ਜਾਂਦੀ ਹੈ, ਇਹ ਕਾਨੂੰਨ ਹੀ ਹੈ ਨਾ। ਪਰ ਇਹਨਾਂ ਨੇ ਇੱਕ ਨਵੀਂ ਤਰਕੀਬ ਕੱਢ ਦਿੱਤੀ ਕਿ ਜਿਹੜੀ ਜਾਇਦਾਦ ਆ ਸਭ ਤੋਂ ਵੱਡੇ ਪੁੱਤਰ ਨੂੰ ਜਾਏਗੀ, ਕਿਉਂਕਿ ਆਪਸ ਦੇ ਵਿੱਚ ਫਿਰ ਪਾੜਾ ਪੈ ਜਾਵੇ। ਅਤੇ ਸਰਕਾਰ ਜਾਣਦੀ ਸੀ ਕਿ ਸ਼ਾਨਦਾਰ ਜੰਗੀ ਸੇਵਾ ਬਦਲੇ ਜਿਹੜੇ ਸਾਬਕਾ ਫੌਜੀਆਂ ਨੂੰ ਜ਼ਮੀਨ ਦਿੱਤੀ ਗਈ ਉਹਨਾਂ ਦੇ ਵਿੱਚੋਂ ਬਹੁਤੇ ਅਣਵਿਆਹੇ ਨੇ, ਅਨਮੈਰਿਡ ਨੇ। ਪਰ ਫਿਰ ਵੀ ਇਹ ਸ਼ਰਤ ਲਾਗੂ ਕਰ ਦਿੱਤੀ ਕਿ ਜ਼ਮੀਨ ਦੇ ਮਾਲਕ ਦੇ ਬੇਔਲਾਦ ਮਰ ਜਾਣ ਦੀ ਸੂਰਤ ਦੇ ਵਿੱਚ ਜ਼ਮੀਨ ਸਰਕਾਰ ਕੋਲ ਚਲੀ ਜਾਵੇਗੀ, ਕਿਉਂਕਿ ਜਿਹੜੇ ਬੰਦੇ ਫੌਜੀ ਹੋ ਜਾਂਦੇ ਸੀ ਵਿਆਹ ਵੂ ਨਹੀਂ ਸੀ ਕਰਾ ਪਾਉਂਦੇ, ਕਿਉਂਕਿ ਵੈਸੇ ਵੀ ਉਸ ਵਕਤ ਜਿਹੜਾ ਫੌਜੀ ਜਾਂਦਾ ਸੀ ਉਹਨੂੰ ਵਿਆਹ ਆਦਿ ਦੀ ਵੀ ਦਿੱਕਤ ਸੀ, ਕਿਉਂਕਿ ਉਹ ਬਾਹਰ ਰਹਿੰਦਾ ਸੀ, ਵਿਆਹ ਦੀ ਉਮਰ ਲੰਘ ਜਾਂਦੀ ਸੀ ਤਾਂ ਜਾਂ ਛੇਤੀ ਕਿਤੇ ਕੋਈ ਉਹਨਾਂ ਨੂੰ ਕੁੜੀ ਦੇਣ ਨੂੰ ਵੀ ਤਿਆਰ, ਲੜਕੀ ਦੇਣ ਨੂੰ ਵੀ ਤਿਆਰ ਨਹੀਂ ਸੀ ਹੁੰਦਾ। ਬਾਅਦ ਦੇ ਵਿੱਚ ਭਾਵੇਂ ਇਹ ਗੱਲਾਂ ਵੀ ਬਣ ਗਈਆਂ ਕਿ ਵਸਣਾ ਫੌਜੀ ਦੇ ਭਾਵੇਂ ਬੂਟ ਸਣੇ ਲੱਤ ਮਾਰੇ, ਹੈ ਨਾ। ਸੋ ਇੱਕ ਚਾਹਨਾ ਪੈ ਗਈ, ਕਿਉਂਕਿ ਕੁਛ ਗੱਲਾਂ ਜਿਸ ਤਰ੍ਹਾਂ ਹੁੰਦੀਆਂ ਨੇ ਕਿ ਦੇਖੋ ਹੁਣ ਪ੍ਰੋਫੈਸਰ ਪੂਰਨ ਸਿੰਘ ਜਿਹੜੇ ਲਿਖਦੇ ਨੇ ਕਿ ਜਿਸ ਦਿਨ ਬਣੇ ਦੇਸ਼ 'ਤੇ ਭੀੜ ਆਵਣ ਵੈਰੀ ਕੱਤ ਵਹੀਰ, ਜਿਹਦਾ ਪਹਿਲਾਂ ਖੂਨ ਕੜੇ, ਜਿਹੜਾ ਜਾਣੀ ਮਤਲਬ ਪਹਿਲਾਂ ਗੁੱਸੇ 'ਚ ਆਵੇ, ਜਿਹੜਾ ਪਹਿਲੇ ਪੂਰ ਚੜ੍ਹੇ, ਜਿਹੜਾ ਪਹਿਲੇ ਲਸ਼ਕਰ 'ਚ ਜਾਵੇ ਕਿ ਮੈਂ ਜਾ ਰਿਹਾ। ਜਿਸ ਦਿਨ ਬਣੇ ਦੇਸ਼ 'ਤੇ ਭੀੜ ਆਵਣ ਵੈਰੀ ਕੱਤ ਵਹੀਰ, ਜਿਹਦਾ ਪਹਿਲਾਂ ਖੂਨ ਕੜੇ, ਜਿਹੜਾ ਪਹਿਲੇ ਪੂਰ ਚੜ੍ਹੇ, ਵੇ ਮੈਂ ਉਸ ਦੀ ਬਣਾ, ਮੈਂ ਉਸ ਲਈ ਜੀਆਂ, ਮੈਂ ਪੰਜਾਬ ਦੀ ਪਰੀ ਪੰਜ ਦਰਿਆਵਾਂ ਦੀ, ਮੈਂ ਪੰਜਾਬ ਦੀ ਕੁੜੀ ਪੰਜ ਦਰਿਆਵਾਂ ਦੀ ਪਰੀ। ਜਾਣੀ ਫਿਰ ਹੌਲੀ ਹੌਲੀ ਫੌਜੀਆਂ ਪ੍ਰਤੀ, ਦੇਸ਼ ਦੇ ਪ੍ਰਤੀ, ਜਾਨ ਵਾਰਨ ਵਾਲੇ ਲੋਕਾਂ ਪ੍ਰਤੀ, ਔਰਤਾਂ ਦੇ ਨੇ ਜਿਹੜੀਆਂ ਪੰਜਾਬਣਾਂ ਨੇ ਉਹ ਤਵੱਜੋ ਦੇਣ ਲੱਗ ਪਈਆਂ ਕਿ ਮੈਂ ਉਸ ਦੀ ਪਤਨੀ ਬਣਨਾ ਚਾਹਾਂਗੀ। ਇਹ ਤਬਦੀਲੀ ਆਈ ਕਿਉਂਕਿ ਫੌਜੀ ਪਹਿਲਾਂ ਜ਼ਿਆਦਾ ਛੜੇ ਹੁੰਦੇ ਸੀਗੇ, ਉਹ ਵਿਆਹ ਨਹੀਂ ਸੀ ਕਰਾ ਪਾਉਂਦੇ, ਉਮਰ ਲੰਘ ਜਾਂਦੀ ਸੀਗੀ, ਕਿਉਂਕਿ ਪਹਿਲਾਂ ਨਿਆਣੀ ਮੱਤ 'ਚ ਵਿਆਹ ਹੋ ਜਾਂਦੇ ਸੀਗੇ। ਖੈਰ, ਸੋ ਇਹਨਾਂ ਨੇ ਤਰਕੀਬ ਕਿ ਸਾਬਕਾ ਫੌਜੀਆਂ ਨੂੰ ਜ਼ਮੀਨ ਦੇ ਦਿਓ, ਕਿਉਂਕਿ ਮਿਹਨਤਕਸ਼ ਲੋਕ ਨੇ, ਡਿਸਿਪਲਿਨਡ ਲੋਕ ਨੇ, ਅਨੁਸ਼ਾਸਨੀ ਨੇ, ਪਰ ਜੇ ਉਹ ਬੇਔਲਾਦ ਮਰ ਜਾਂਦੇ ਨੇ ਤਾਂ ਉਹਨਾਂ ਦੀ ਜ਼ਮੀਨ ਸਰਕਾਰ ਕੋਲ ਜਾਵੇ। ਇਹ ਵੀ ਇੱਕ ਤਿਕੜਮਬਾਜ਼ੀ ਸੀ। 1906 ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਬ੍ਰਿਟਿਸ਼ ਸਰਕਾਰ ਸੀ, ਇਸਨੇ ਅਲਾਟਮੈਂਟ ਦੀਆਂ ਸ਼ਰਤਾਂ ਦੇ ਵਿੱਚ ਸਮਾਨਤਾ ਲਿਆਉਣ ਦੇ ਵਾਸਤੇ ਅਤੇ ਕਲੋਨੀਆਂ ਨੂੰ ਸਹੀ ਢੰਗ ਨਾਲ ਚਲਾਉਣ ਦਾ ਮਨੋਰਥ ਦੱਸ ਕੇ ਇੱਕ ਆਬਾਦਕਾਰੀ ਬਿੱਲ ਬਣਾਇਆ, ਜਿਸ ਦੇ ਵਿੱਚ ਕਿਸਾਨਾਂ 'ਤੇ ਹੋਰ ਬੰਦਸ਼ਾਂ ਠੋਸਣ ਦੇ ਨਾਲ ਉਹਨਾਂ ਦੀ ਮਾਲਕੀ ਇੱਥੋਂ ਤੱਕ ਸੀਮਤ ਕਰ ਦਿੱਤੀ ਗਈ ਕਿ ਕੋਈ ਵੀ ਆਬਾਦਕਾਰ ਆਪਣੀ ਜ਼ਮੀਨ 'ਚੋਂ ਦਰਖਤ ਵੀ ਨਹੀਂ ਸੀ ਕੱਟ ਸਕਦਾ। ਇਹ ਇੱਕ ਉਸ ਨੂੰ ਅਹਿਸਾਸ ਸੀ ਕਿ ਭਾਈ ਇਹ ਜ਼ਮੀਨ ਤੇਰੀ ਨਹੀਂ, ਅੰਗਰੇਜ਼ਾਂ ਦੀ ਹੈ। ਸੋ ਭਾਵੇਂ ਉਹ ਦਰਖਤ ਅੜਿੱਕਾ ਵੀ ਕਿਉਂ ਨਾ ਲਾਉਂਦਾ ਹੋਵੇ, ਉਜਾੜਾ ਵੀ ਕਿਉਂ ਨਾ, ਮਤਲਬ ਕਈ ਦਰਖਤ ਵੀ ਹੈ ਜਿਵੇਂ ਖਾਲ 'ਤੇ ਜਾਂ ਕੋਈ ਦਿੱਕਤ ਕਰਦਾ, ਜਾਣੀ ਉਹ ਦਰਖਤ ਵੀ ਨਹੀਂ ਸੀ ਵੱਢ ਸਕਦੇ ਆਪਣੀ ਜ਼ਮੀਨ 'ਚੋਂ, ਕਿਉਂਕਿ ਜੇ ਦਰਖਤ ਵੱਢਦਾ ਸੀ ਤਾਂ ਉਸ ਨੂੰ ਥੋੜ੍ਹੀ ਆਮਦਨ ਹੋ ਜਾਂਦੀ ਸੀ, ਜਾਂ ਦਰਖਤ ਵੱਢ ਕੇ ਉਸ ਦਾ ਕੋਈ ਲਟੈਣ ਬਾਲਾ ਪਾ ਲੈਂਦਾ ਸੀ, ਜਾਣੀ ਕਿ ਲੱਕੜ ਦਾ ਕੰਮ ਕਰ ਲੈਂਦਾ ਸੀ, ਉਸ ਦਾ ਬਾਲਣ ਛਾਂਗ ਲੈਂਦਾ ਸੀ, ਉਹ ਵੀ ਵੱਢਣ 'ਤੇ, ਛਟੀ ਵੱਢਣ 'ਤੇ ਵੀ ਰੋਕ ਸੀ। ਸੋ ਇਸ ਬਿੱਲ ਦੇ ਵਿੱਚ ਇਹ ਵੀ ਨੁਕਤਾ ਸੀ ਕਿ ਸ਼ਰਤਾਂ ਦੀ ਜਿਹੜੀ ਛੋਟੀ ਮੋਟੀ ਉਲੰਘਣਾ ਕਰਨ ਦੇ ਦੋਸ਼ ਦੇ ਵਿੱਚ ਕੇਵਲ 24 ਘੰਟੇ ਦਾ ਨੋਟਿਸ ਦੇ ਕੇ ਉਸ ਨੂੰ ਸਾਲਾਂ ਤੋਂ ਦਿੱਤੀ ਜ਼ਮੀਨ ਸਰਕਾਰ ਖੋਹ ਸਕਦੀ ਹੈ। ਇਨੀ ਦਿਨੀ ਸਰਕਾਰ ਨੇ ਬਾਰੀ ਦੁਆਬ ਨਹਿਰ ਦੇ ਪਾਣੀ ਨਾਲ ਸਿੰਜੀਆਂ ਜਾਣ ਵਾਲੀਆਂ ਜ਼ਮੀਨਾਂ ਦਾ ਜਿਹੜਾ ਮਾਲੀਆ ਸੀ ਉਹ ਵੀ ਬਹੁਤ ਵਧਾ ਦਿੱਤਾ, ਕਈ ਗੁਣਾ ਵਧਾ ਦਿੱਤਾ। ਗੰਨੇ ਅਤੇ ਕਪਾਹ ਦੀ ਖੇਤੀ ਵਾਸਤੇ ਤਾਂ ਇਹ ਦਰ ਪਹਿਲਾਂ ਹੀ ਦੁੱਗਣੀ ਕਰ ਦਿੱਤੀ ਗਈ, ਪਰ ਇਹ ਮਾਰੂ
ਮਾਝੇ ਵਿਸ਼ੇਸ਼ ਕਰਕੇ ਅੰਮ੍ਰਿਤਸਰ ਤੇ ਲਾਹੌਰ ਦੇ ਕਿਸਾਨਾਂ ਨੂੰ ਇਹ ਮਾਰ ਵੱਧ ਪਈ। ਇਸ ਦੇ ਫਲਸਰੂਪ ਮਾਝੇ ਅਤੇ ਬਾਰ ਦੇ ਇਲਾਕੇ ਦੇ ਵਿੱਚ ਵਿਆਪਕ ਰੋਸ ਫੈਲ ਗਿਆ, ਜਿਸ ਨੇ ਅੰਗਰੇਜ਼ ਸਰਕਾਰ ਦੀ ਗੁਲਾਮੀ ਤੋਂ ਦੇਸ਼ ਮੁਕਤੀ ਦੀ ਲਹਿਰ ਦੇ ਵਿੱਚ ਬਦਲਣ ਵਾਸਤੇ ਨੌਜਵਾਨ ਸਰਦਾਰ ਅਜੀਤ ਸਿੰਘ ਅੱਗੇ ਆਇਆ, ਜੋ ਸਰਦਾਰ ਭਗਤ ਸਿੰਘ ਦਾ ਚਾਚਾ ਸੀਗਾ, ਜਿਹੜਾ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਣ ਤੇ 4 ਘੰਟੇ ਬਾਅਦ ਹੀ ਡਲਹੌਜੀ ਦੇ ਵਿੱਚ ਸਵਰਗਵਾਸ ਹੋ ਗਿਆ ਸੀਗਾ। ਜਿਸ ਦਿਨ ਦੇਸ਼ ਆਜ਼ਾਦ ਹੋ ਰਿਹਾ ਸੀ ਅਤੇ ਉਸ ਦਿਨ ਸਰਦਾਰ ਅਜੀਤ ਸਿੰਘ ਦੀ ਡੈਥ ਹੋ ਰਹੀ ਸੀ, ਕਿਉਂਕਿ 35-40 ਸਾਲ ਉਸਨੇ ਜਲਾਵਤਨੀ ਕੱਢੀ। ਅਤੇ ਬਰਲਨ ਰੇਡੀਓ ਤੋਂ ਸਰਦਾਰ ਅਜੀਤ ਸਿੰਘ ਅਤੇ ਉਸਦਾ ਇੱਕ ਸਾਥੀ ਸੀ ਜਿਹੜਾ ਉਹ ਮੁਸਲਿਮ ਸੀ, ਇਹ ਦੋਨੇ ਰੇਡੀਓ ਪ੍ਰੋਗਰਾਮ ਕਰਦੇ ਰਹੇ ਨੇ। ਉੱਥੋਂ ਭਾਰਤੀ ਫੌਜਾਂ ਨੂੰ ਦੇਸ਼ ਪ੍ਰਤੀ ਉਤਸ਼ਾਹਿਤ ਕਰਦੇ ਰਹੇ ਕਿ ਅੰਗਰੇਜ਼ਾਂ ਦੇ ਵਾਸਤੇ ਲੜਨ ਦੀ ਲੋੜ ਨਹੀਂ, ਆਪਣੇ ਦੇਸ਼ ਲਈ ਲੜੋ। ਸੋ ਸਰਦਾਰ ਅਜੀਤ ਸਿੰਘ ਨੂੰ ਇਹ ਵਿਰਸੇ ਦੇ ਵਿੱਚ ਮਿਲਿਆ ਹੋਇਆ ਪਿਆਰ ਸੀ, ਗੁੜਤੀ ਸੀ। DAV ਕਾਲਜ ਲਾਹੌਰ ਪੜ੍ਹਦਿਆਂ ਪ੍ਰਿੰਸੀਪਲ ਲਾਲਾ ਹੰਸਰਾਜ ਦੀ ਸਿੱਖਿਆ ਦੇ ਕਾਰਨ ਉਹ ਇਸ ਜਾਤੀ ਦੇ ਖਿਲਾਫ ਗੁੱਸੇ ਦੇ ਵਿੱਚ ਆਇਆ, ਜੋਸ਼ ਦੇ ਵਿੱਚ ਆਇਆ। 1906 ਦੇ ਵਿੱਚ ਕਲਕੱਤੇ ਦੇ ਵਿੱਚ ਹੋਈ ਭਾਰਤੀ ਕੌਮੀ ਕਾਂਗਰਸ ਦੇ ਸੰਮੇਲਨ ਦੇ ਵਿੱਚ ਭਾਗ ਲਿਆ। ਜਦ ਨੇ ਉਸਨੇ ਤਾਂ ਫਿਰ ਉਸ ਦੇ ਵਿੱਚ ਦੇਸ਼ ਭਗਤੀ ਅਤੇ ਆਪਣੀ ਕੌਮ ਦੇ ਲੋਕਾਂ ਦੇ ਵਾਸਤੇ ਲੜਨ ਦਾ ਜਜ਼ਬਾ ਹੋਰ ਪੈਦਾ ਹੋਇਆ। ਕਲਕੱਤੇ ਤੋਂ ਉਹ ਲੋਕਮਾਨਿਆ ਬਾਲ ਗੰਗਾਧਰ ਤਿਲਕ, ਅਰਬਿੰਦੋ ਘੋਸ਼ ਆਦਿ ਗਰਮ ਖਿਆਲੀ ਆਗੂਆਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਮੁੜਿਆ। 1907 ਜਨਵਰੀ ਨੂੰ ਕਲਕੱਤੇ ਤੋਂ ਜਦੋਂ ਮੁੜ ਕੇ ਉਹ ਬਾਰ ਦੇ ਇਲਾਕੇ ਦੇ ਵਿੱਚ ਆਇਆ ਤਾਂ ਇਸ ਨਵੇਂ ਬਿੱਲ ਬਾਰੇ ਬਹੁਤ ਚਰਚਾ ਹੋ ਰਹੀ ਸੀ, ਕਿਉਂਕਿ ਅਜੀਤ ਸਿੰਘ ਹੋਰਾਂ ਦਾ ਵੀ ਵੱਡਾ ਪਰਿਵਾਰ ਸੀ, ਰਿਸ਼ਤੇਦਾਰੀਆਂ ਸੀ। ਜਦੋਂ ਉਸਨੇ ਸਾਰਾ ਬਾਹਰੋਂ ਆ ਕੇ ਵੇਖਿਆ ਕਿ ਅੰਗਰੇਜ਼ ਕੀ ਕੁਛ ਕਰ ਰਹੇ ਨੇ, ਕਿਵੇਂ ਸਾਡੀਆਂ ਬਾਰਾਂ ਦੇ ਵਿੱਚ ਉਹ ਘੁਸਪੈਠ ਕਰ ਰਹੇ ਨੇ, ਕਿਵੇਂ ਸਾਡੇ ਤੋਂ ਮਿਹਨਤ ਕਰਾ ਕੇ ਸਾਡੇ ਹਕੂਕ 'ਤੇ ਡਾਕਾ ਮਾਰ ਰਹੇ ਨੇ। ਸੋ ਅਜੀਤ ਸਿੰਘ ਨੇ ਇਸ ਦੇ ਖਿਲਾਫ ਲਾਮਬੰਦ ਹੋਣ ਦੇ ਵਾਸਤੇ ਆਪਣੇ ਆਪ ਨੂੰ ਤਿਆਰ ਕੀਤਾ। ਪੰਜਾਬ ਸਰਕਾਰ ਦੇ ਇਸ ਅਨਿਆਂਪੂਰਨ ਫੈਸਲਿਆਂ ਦੇ ਖਿਲਾਫ ਉਸਨੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਆਪਣੇ ਭਰਾ ਸਰਦਾਰ ਕਿਸ਼ਨ ਸਿੰਘ, ਸਵਰਨ ਸਿੰਘ ਅਤੇ ਇੱਕ ਉਸਦਾ ਮਿੱਤਰ ਸੀਗਾ ਅਜੀਤ ਸਿੰਘ ਦਾ ਘਸੀਟਾ ਰਾਮ, ਇਹਨਾਂ ਨੂੰ ਸਹਿਯੋਗੀ ਬਣਾ ਕੇ ਲਾਹੌਰ 'ਚ ਜਲਸੇ ਜਲੂਸ ਸ਼ੁਰੂ ਕੀਤੇ। ਬਾਰ ਦੇ ਸਾਰੇ ਇਲਾਕੇ ਨੂੰ ਕਰਮ ਖੇਤਰ ਬਣਾ ਲਿਆ। ਬਾਰ ਦੇ ਇਲਾਕੇ ਭਾਵ ਲਾਇਲਪੁਰ, ਝੰਗ, ਮਿੰਟ ਗੁਮਰੀ, ਇਸ ਦੇ ਨਾਲ ਨਾਲ ਮੌਜੂਦਾ ਪੰਜਾਬ ਦੇ ਅੰਮ੍ਰਿਤਸਰ, ਫਿਰੋਜ਼ਪੁਰ ਦੇ ਵਿੱਚ ਜਨਤਕ ਇਕੱਠ ਕਰਕੇ ਕਿਸਾਨਾਂ ਨੂੰ ਸਰਕਾਰ ਦੇ ਇਹਨਾਂ ਫੈਸਲਿਆਂ ਦੀ ਜਾਣਕਾਰੀ ਦਿੱਤੀ ਕਿ ਇਹ ਫੈਸਲੇ ਤੁਹਾਨੂੰ ਬਰਬਾਦ ਕਰ ਦੇਣਗੇ, ਇਹਨਾਂ ਦਾ ਹੁਣੇ ਵਿਰੋਧ ਕੀਤਾ ਜਾਵੇ। ਸੋ ਇਸ ਦੇ ਵਿੱਚ ਇਹ ਜਿਹੜੀ ਲਹਿਰ 1907 ਦੇ ਵਿੱਚ ਚੱਲਦੀ ਹੈ ਅਤੇ ਮਾਰਚ ਅਤੇ ਅਪ੍ਰੈਲ ਦੇ 2 ਮਹੀਨੇ ਸਰਦਾਰ ਅਜੀਤ ਸਿੰਘ ਸਰਕਾਰੀ ਹੁਕਮਾਂ ਤੋਂ ਪ੍ਰਭਾਵਿਤ ਖੇਤਰ ਉਰੀ ਜਿਹੜਾ ਸੀਗਾ ਉਸ ਦੇ ਵਿੱਚ ਉਰੀ ਵਾਂਗ ਘੁੰਮਿਆ। ਉਰੀ ਹੁੰਦੀ ਹੈ ਨਾ, ਬੇਬੀਆਂ ਘੁਮਾਉਂਦੀਆਂ ਹੁੰਦੀਆਂ ਸੂਤ ਕੱਤਦਿਆਂ, ਉਰੀ 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 ਨੇ ਨਾਲੇ ਤੇਰਾ ਯਾਰ ਕੁੱਟਿਆ, ਨਾਲੇ ਤੂੰ ਥੰਮਲੇ ਨਾਲ ਲੋੜੀ ਬੋਲੀਆਂ ਵੀ ਪਾਉਂਦੇ ਹੁੰਦੇ ਆ। ਉਰੀ ਅਸੀਂ ਭੁੱਲ ਗਏ ਕਿ ਉਰੀ ਕੀ ਹੁੰਦਾ। ਖੈਰ, ਸੋ ਉਹ ਉਰੀ ਵਾਂਗ ਸਾਰੇ ਇਲਾਕੇ 'ਚ ਘੁੰਮਿਆ। ਇਸ ਅਰਸੇ ਦੇ ਦੌਰਾਨ ਉਸਨੇ 23 ਜਨਤਕ ਇਕੱਠਾਂ ਦੇ ਵਿੱਚੋਂ 15 ਦੇ ਵਿੱਚ ਆਪ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਉਹਨੇ ਦਿਨੀ ਜਨਤਾ ਦੀ ਨਜ਼ਰ ਦੇ ਵਿੱਚ ਲਾਲਾ ਲਾਜਪਤ ਰਾਏ ਨੂੰ ਇੱਕ ਆਗੂ ਵਜੋਂ ਮਾਨਤਾ ਹੋ ਚੁੱਕੀ ਸੀ ਅਤੇ ਸਰਦਾਰ ਅਜੀਤ ਸਿੰਘ ਨੇ ਲਾਲਾ ਜੀ ਨੂੰ ਕਈ ਵਾਰੀ ਇਕੱਠਾਂ ਦੇ ਵਿੱਚ ਬੁਲਾਇਆ। 22 ਮਾਰਚ 1907 ਨੂੰ ਲਾਇਲਪੁਰ ਦੇ ਵਿੱਚ ਜਿਹੜਾ ਵੱਡਾ ਇਕੱਠ ਹੋਇਆ ਤਾਂ ਉਸ ਦੌਰਾਨ ਲਾਲਾ ਬੰਕੇ ਦਿਆਲ ਨੇ ਇੱਕ ਗੀਤ ਗਾਇਆ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲੋ। ਇਹ ਜਿਹੜਾ ਲਾਲਾ ਬੰਕੇ ਦਿਆਲ ਸੀ ਉਸ ਵਕਤ ਉੱਥੋਂ ਇੱਕ ਨਿਕਲਦਾ ਅਖਬਾਰ ਸੀ ਝੰਗ ਸਿਆਲ, ਉਸ ਦਾ ਐਡੀਟਰ ਸੀ। ਭਾਵੇਂ ਇਸ ਦਾ ਕਿੱਤਾ ਜਿਹੜਾ ਭਾਈਚਾਰਾ ਲਾਲਾ ਭਾਈਚਾਰੇ 'ਚੋਂ ਸੀ, ਪਰ ਫਿਰ ਵੀ ਬੰਕੇ ਦਿਆਲ ਦੇ ਇਸ ਗੀਤ ਨੇ ਲੋਕਾਂ ਦੇ ਦਰਦ ਨੂੰ ਹੂਬਹੂ ਬਿਆਨ ਕੀਤਾ। ਕਿਉਂਕਿ ਅਸੀਂ ਪੰਜਾਬੀ ਜਿਹੜੇ ਲੋਕ ਆ ਨਾ, ਵੈਸੇ ਤਾਂ ਸਾਰੀ ਦੁਨੀਆ ਦੇ ਲੋਕ, ਜਿਹੜਾ ਰਿਦਮ 'ਚ ਬੋਲਿਆ ਜਾਂਦਾ ਗੀਤ ਹੈ, ਕੁਛ ਵੀ ਹੈ, ਉਹ ਸਾਨੂੰ ਜਲਦ ਯਾਦ ਹੁੰਦਾ। ਕਵਿਤਾ ਸਾਨੂੰ ਜਲਦ ਯਾਦ ਹੁੰਦੀ ਹੈ, ਦੂਣੀ ਦੇ ਪਹਾੜੇ ਸਾਨੂੰ ਜਲਦ ਯਾਦ ਹੁੰਦੇ ਨੇ, ਜਦੋਂ ਕਿ ਵਾਰਤਕ ਜਿਹੜੀ ਹੈ ਉਹ ਸਾਨੂੰ ਘੱਟ ਅਸਰ ਕਰਦੀ ਹੈ, ਘੱਟ ਯਾਦ ਹੁੰਦੀ ਹੈ। ਮਤਲਬ ਦੇਖੋ, ਸੰਸਾਰ ਦੀ ਵਿਲੱਖਣਤਾ ਵੈਸੇ ਤਾਂ ਬਹੁਤ ਸਾਰੇ ਧਾਰਮਿਕ ਗ੍ਰੰਥ ਪੋਇਮ ਦੇ ਰੂਪ 'ਚ ਨੇ, ਪਰ ਸਾਰੇ ਦਾ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕ ਲੈਅ ਦੇ ਵਿੱਚ ਹੈ, ਇੱਕ ਕਵਿਤਾ ਦੇ ਰੂਪ ਦੇ ਵਿੱਚ ਹੈ, ਇੱਕ ਗੀਤ ਦੇ ਰੂਪ ਦੇ ਵਿੱਚ ਹੈ। ਕਿਉਂਕਿ ਜਿੱਥੇ ਸ਼ਬਦ ਰੁੱਖਦਾ, ਸੰਗੀਤ ਉੱਥੋਂ ਸ਼ੁਰੂ ਹੁੰਦਾ ਹੈ। ਸੋ ਇਹ ਅਦੁੱਤੀ ਰਚਨਾ ਸਾਰੀ ਦੀ ਸਾਰੀ ਰਾਗਬੱਧ ਹੈ, 31 ਰਾਗਾਂ ਦੇ ਵਿੱਚ ਦਰਜ ਹੈ। ਸੋ ਇਹ ਜਿਹੜਾ ਗੀਤ ਸੀ, ਇਸ ਗੀਤ ਦੇ ਨਾਂ 'ਤੇ ਹੀ ਇਸ ਲਹਿਰ ਦਾ ਨਾਂ, ਜਿਹੜੀ ਆਬਾਦਕਾਰੀ ਲਹਿਰ ਸੀ, ਇਸ ਦਾ ਨਾਂ ਪਗੜੀ ਸੰਭਾਲੋ ਜੱਟਾ ਲਹਿਰ ਪਿਆ। ਇਸ ਤੋਂ ਬਾਅਦ ਸੈਂਕੜੇ ਗੀਤ ਇਸੇ ਤਰਜ਼ 'ਤੇ ਲਿਖੇ ਗਏ। ਸੋ ਇਸ ਕਰਕੇ ਜੇ ਮੌਜੂਦਾ ਇਸ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੇ ਗੀਤ ਆਏ ਨੇ, ਕਿਸਾਨ ਐਂਥਮ ਆਇਆ ਕੰਵਰ ਗਰੇਵਾਲ ਦਾ, ਮਤਲਬ ਕੋਈ ਗਾਇਕ ਇਹ ਨਹੀਂ ਕਿ ਜਿਹਨੇ ਆਪਣੀ ਜ਼ਿੰਮੇਵਾਰੀ ਨਾ ਨਿਭਾਈ ਹੋਵੇ। ਹਰ ਗਾਇਕ ਨੇ ਇਹ ਗੀਤ ਗਾਇਆ। ਤਾਂ ਹੁਣ ਸਾਡੇ ਗੋਦੀ ਮੀਡੀਆ ਵਾਲੇ ਕਹੀ ਜਾਂਦੇ ਨੇ ਜੀ, ਜਿਨ੍ਹਾਂ ਦੀ ਦੁਕਾਨ ਨਹੀਂ ਸੀ ਚੱਲਦੀ ਗਾਇਕਾਂ ਦੀ, ਉਹਨਾਂ ਦੀ ਦੁਕਾਨ ਚੱਲ ਗਈ। ਉਹ ਭਾਈ ਰਾਸ਼ਟਰਵਾਦੀਓ,
ਇਹ ਜਿਹੜਾ ਕਿਸਾਨ ਅੰਦੋਲਨ ਸੀ 1907 ਦਾ, ਉਸ ਦਾ ਨਾਂ ਵੀ ਇੱਕ ਗੀਤ ਦੇ ਨਾਂ 'ਤੇ ਆ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ, ਹੈ ਨਾ। ਅਤੇ ਉਹ ਗੀਤ ਮੈਂ ਤੁਹਾਨੂੰ ਅੱਗੇ ਸੁਣਾਵਾਂਗਾ ਸਾਰਾ ਕੀ ਸੀ, ਕਿਉਂਕਿ ਇਸ ਦੇ ਵਿੱਚ ਤਬਦੀਲੀਆਂ ਫਿਰ ਬਹੁਤ ਆਈਆਂ। ਇਸ ਕਰਕੇ ਇਹ ਪੰਜਾਬੀਆਂ ਦੀ ਫਿਤਰਤ ਹੈ ਕਿ ਉਹ ਗੀਤਾਂ 'ਚ ਹੀ ਜੰਮਦੇ ਨੇ, ਗੀਤਾਂ 'ਚ ਹੀ ਇਸ ਦੁਨੀਆ ਤੋਂ ਰੁਖਸਤ ਹੁੰਦੇ ਨੇ, ਮਰਦੇ ਨੇ, ਘੋੜੀਆਂ ਸੁਹਾਗ ਗਾਉਂਦੇ ਨੇ। ਖੈਰ, ਸੋ ਇਹ ਜਿਹੜਾ ਲਾਲਾ ਬੰਕੇ ਦਿਆਲ ਨੇ ਗੀਤ ਗਾਇਆ, ਦੇਖੋ ਇਹ ਨਹੀਂ ਕਿ ਅਸੀਂ ਇਹ ਕਹਿ ਦਈਏ ਕਿ ਸਿਰਫ ਜੱਟ ਹੀ ਜਾਂ ਸਿੱਖ ਹੀ ਕੰਟਰੀਬਿਊਟ ਕਰਦੇ ਨੇ, ਹਰ ਧਰਮ ਮਜ਼ਹਬ ਕਰਦਾ। ਹਾਂ, ਬਹੁਤਾਤ ਇਹਦੇ 'ਚ ਸਿੱਖਾਂ ਦੀ ਰਹੀ ਹੈ ਜੰਗੇ ਆਜ਼ਾਦੀ 'ਚ ਜਾਂ ਸੰਘਰਸ਼ਾਂ ਦੇ ਵਿੱਚ, ਪਰ ਕਿਸੇ ਨੂੰ ਨਕਾਰਿਆ ਨਹੀਂ ਜਾ ਸਕਦਾ। ਸੋ ਕਿਸਾਨਾਂ ਦੇ ਦੁੱਖਾਂ ਦਰਦਾਂ ਨੂੰ ਉਸਨੇ ਆਪਣੇ ਗੀਤ ਦੇ ਰੂਪ 'ਚ ਪੇਸ਼ ਕੀਤਾ। ਇਹ ਅੰਦੋਲਨ ਦੇ ਦੌਰਾਨ ਹਰ ਬੰਦੇ ਦੀ ਜ਼ੁਬਾਨ 'ਤੇ ਇਹ ਲੋਕ ਗੀਤ ਵਾਂਗੂ ਚੜ੍ਹ ਗਿਆ ਅਤੇ ਇਸ ਅੰਦੋਲਨ ਦਾ ਨਾਂ ਹੀ ਆਬਾਦਕਾਰੀ ਲਹਿਰ ਤੋਂ ਪਗੜੀ ਸੰਭਾਲ ਜੱਟਾ ਪੈ ਗਿਆ। ਸੋ ਲਾਲ ਚੰਦ ਫਲਕ ਇਸ ਲਹਿਰ ਦਾ ਮੁੱਖ ਕਵੀ ਸੀ। ਇਸ ਅੰਦੋਲਨ ਨੂੰ ਖੜ੍ਹਾ ਕਰਨ ਦੇ ਵਿੱਚ ਸਾਰ ਅਜੀਤ ਸਿੰਘ ਦੀ ਭੂਮਿਕਾ ਦਾ ਨਿਚੋੜ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਰਾਜਸੀ ਦੀ 1907 ਦੀ ਕਾਰਵਾਈਆਂ ਦੀ ਇੱਕ ਰਿਪੋਰਟ ਨੰਬਰ 148/235 ਦੇ ਵਿੱਚ ਇਉਂ ਮਿਲਦਾ ਹੈ, ਜਿਹੜਾ ਅੰਗਰੇਜ਼ਾਂ ਨੇ ਲਿਖਿਆ ਸਾਰ ਅਜੀਤ ਸਿੰਘ ਬਾਰੇ ਰਿਪੋਰਟ। ਉਹ ਹੈ ਕਿ ਅੰਦੋਲਨ ਪਿੰਡ ਤੇ ਜ਼ਿਲ੍ਹੇ ਦੇ ਵਿੱਚ ਚੱਲ ਰਿਹਾ, ਗੁਪਤ ਤੌਰ 'ਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ। ਸਾਰ ਅਜੀਤ ਸਿੰਘ ਸਭ ਲੋਕਾਂ ਦੀ ਸਹਾਇਤਾ ਪ੍ਰਾਪਤ ਕਰ ਲਿਆ। ਉਹ ਬੜੇ ਜੋਸ਼ੀਲੇ ਭਾਸ਼ਣ ਕਰਦਾ, ਫਿੱਟ ਲਾਂਤ ਫਿੱਟੇ ਮੂੰਹ ਸ਼ਬਦ ਉਸ ਦੇ ਭਾਸ਼ਣਾਂ ਦੇ ਵਿੱਚ ਵਾਰ-ਵਾਰ ਦੁਹਰਾਏ ਜਾਂਦੇ ਨੇ, ਲੋਕਾਂ ਦੇ ਵਿੱਚ ਅਥਾਹ ਜੋਸ਼ ਪੈਦਾ ਕਰ ਰਿਹਾ। ਸੋ ਇਹ ਸਪੈਸ਼ਲੀ ਉੱਥੇ ਨੋਟ ਲਿਖਿਆ ਗਿਆ ਭਾਰਤ ਸਰਕਾਰ ਦੇ ਗਜ਼ਟ ਦੇ ਵਿੱਚ, ਜਿਹੜੀ ਰਿਪੋਰਟ ਸੀਗੀ। ਸੋ ਲੋਕਾਂ ਦੇ ਵਿੱਚ ਅਥਾਹ ਜੋਸ਼ ਪੈਦਾ ਹੋ ਰਿਹਾ ਸੀਗਾ। ਸਰਕਾਰ ਨੇ ਇਹਨਾਂ ਫੈਸਲਿਆਂ ਦੇ ਵਿਰੁੱਧ ਜਨਤਕ ਲਹਿਰ ਦਾ ਜਿਹੜਾ ਵਿਰੋਧ ਸੀ ਉਹ ਜ਼ਾਹਰ ਸੀ, ਪਰ ਸਰਕਾਰ ਇਸ ਪ੍ਰਤੀ ਲਾਪਰਵਾਹੀ ਵਿਖਾ ਰਹੀ ਸੀ ਅਤੇ ਇਹ ਆਬਾਦਕਾਰੀ ਬਿੱਲ 5 ਮਾਰਚ 1907 ਨੂੰ ਕਾਨੂੰਨ ਬਣ ਗਿਆ। ਅਤੇ ਉੱਧਰ 1907 ਦੇ ਅੱਧ ਤੱਕ ਪੰਜਾਬ ਦੇ ਅੰਦਰ ਅੰਗਰੇਜ਼ ਵਿਰੋਧੀ ਜਿਹੜਾ ਜਨ ਅੰਦੋਲਨ ਸੀ ਉਹ ਵੀ ਸਿਖਰਾਂ 'ਤੇ ਸੀ। ਥਾਂ ਲੋਕ ਅੰਗਰੇਜ਼ ਸਰਕਾਰ ਦੇ ਵਿਰੁੱਧ ਰੈਲੀਆਂ, ਜਲੂਸ, ਜਲਸੇ ਕਰ ਰਹੇ ਸਨ। ਸਰਦਾਰ ਅਜੀਤ ਸਿੰਘ ਨੇ ਇਸ ਅੰਦੋਲਨ ਨੂੰ ਵਿਆਪਕ ਅਤੇ ਸ਼ਕਤੀਸ਼ਾਲੀ ਰੂਪ ਦੇਣ ਦੇ ਵਾਸਤੇ ਦਿਨ ਰਾਤ ਇੱਕ ਕਰ ਦਿੱਤਾ। ਕਈ ਵਾਰ ਤਾਂ ਇਉਂ ਲੱਗਦਾ ਸੀ ਕਿ ਇਹ ਰੋਸ ਵਿਦਰੋਹ ਦਾ ਰੂਪ ਹੀ ਲੈ ਲਵੇਗਾ, ਜਾਣੀ ਕਿ ਕ੍ਰਾਂਤੀ ਆ ਜਾਏਗੀ, ਜਾਣੀ ਕਿ ਜਿਵੇਂ ਹੁਣ ਲੋਕਾਂ ਨੂੰ ਕਈਆਂ ਨੂੰ ਲੱਗਦਾ ਕਿ ਸਰਕਾਰ ਪਲਟ ਜਾਏਗੀ। ਉਦੋਂ ਇੰਨਾ ਜੋਸ਼ ਉਦੋਂ ਵੀ ਲੋਕਾਂ 'ਚ ਆ ਗਿਆ ਸੀਗਾ। ਹਾਲਾਂਕਿ ਇਹ ਇਸੇ ਪੰਜਾਬ ਦੇ ਖਿੱਤੇ 'ਚ ਵਾਪਰਿਆ ਸੀ, ਬਾਕੀ ਬ੍ਰਿਟਿਸ਼ ਗੁਲਾਮ ਭਾਰਤ ਦੇ ਵਿੱਚ ਇਸ ਦਾ ਬਹੁਤਾ ਅਸਰ ਨਹੀਂ ਸੀਗਾ। ਇਸ ਲਈ ਸਰਕਾਰ ਸਾਰ ਅਜੀਤ ਸਿੰਘ ਦੀਆਂ ਕਾਰਵਾਈਆਂ ਤੋਂ ਘਬਰਾ ਗਈ। ਸਾਰ ਅਜੀਤ ਸਿੰਘ ਤੇ ਉਸਦੇ ਸਾਥੀਆਂ ਦੁਆਰਾ ਤਿਆਰ ਕੀਤੇ ਗਏ ਬਾਗੀਆਨਾ ਮਾਹੌਲ ਬਾਰੇ ਪੰਜਾਬ ਦੇ ਉਸ ਵਕਤ ਦੇ ਗਵਰਨਰ ਡੈਂਜ਼ੀਅਲ ਅਬਿਸਟਨ ਦੀ ਟਿੱਪਣੀ ਸੀ ਕਿ ਸਿਆਲਕੋਟ, ਲੈਲਪੁਰ, ਰਾਵਲਪਿੰਡੀ ਆਦਿ ਸ਼ਹਿਰਾਂ ਦੇ ਵਿੱਚ ਅੰਗਰੇਜ਼ ਵਿਰੋਧੀ ਪ੍ਰਚਾਰ ਖੁੱਲ੍ਹੇ ਅਤੇ ਬਾਗੀਆਨਾ ਤੌਰ 'ਤੇ ਕੀਤਾ ਜਾ ਰਿਹਾ। ਸੂਬੇ ਦੀ ਰਾਜਧਾਨੀ ਲਾਹੌਰ ਦੇ ਵਿੱਚ ਪ੍ਰਚਾਰ ਤਾਂ ਬਹੁਤ ਜ਼ਹਿਰੀਲਾ, ਗੰਭੀਰ ਅਸ਼ਾਂਤੀ ਪੈਦਾ ਕਰ ਰਿਹਾ। ਇਸ ਆਧਾਰ ਉੱਤੇ ਉਸ ਨੇ ਹਿੰਦੁਸਤਾਨ ਸਰਕਾਰ ਵੱਲ 30 ਅਪ੍ਰੈਲ 1907 ਨੂੰ ਭੇਜੀ ਗਈ ਇੱਕ ਰਿਪੋਰਟ ਦੇ ਵਿੱਚ ਲਿਖਿਆ ਕਿ ਇਹ ਜਿਹੜਾ ਪਗੜੀ ਸੰਭਾਲੋ ਅੰਦੋਲਨ ਚੱਲ ਰਿਹਾ, ਇਹ ਬਹੁਤ ਗੰਭੀਰ ਰੂਪ ਧਾਰਨ ਕਰਨ ਜਾ ਰਿਹਾ। ਪਿੰਡਾਂ ਦੇ ਵਿੱਚ ਬਰਤਾਨੀਆ ਸਰਕਾਰ ਦੇ ਵਿਰੁੱਧ ਕਰੜਾ ਪ੍ਰੋਪੇਗੰਡਾ ਸ਼ੁਰੂ ਕੀਤਾ ਗਿਆ। ਵਿਦਰੋਹੀ ਆਪਣੇ ਕਾਰਜ ਦੀ ਸਿੱਧੀ ਦੇ ਵਾਸਤੇ ਜਨਤਾ ਦੇ ਦੁਖੜਿਆਂ ਨੂੰ ਸਾਧਨ ਵਰਤਣ ਤੋਂ ਵੀ ਸੰਕੋਚ ਨਹੀਂ ਕਰ ਰਹੇ। ਇਸ ਅੰਦੋਲਨ ਦੇ ਦੌਰਾਨ ਅਕਸਰ ਲਾਲਾ ਲਾਜਪਤ ਰਾਏ ਵੀ ਸਾਰ ਅਜੀਤ ਸਿੰਘ ਦੇ ਨਾਲ ਹੁੰਦੇ ਨੇ। ਇਸ ਕਰਕੇ ਵਰਤਮਾਨ ਸੰਕਟ ਦੇ ਵਿੱਚੋਂ ਨਿਕਲਣ ਦੇ ਲਈ ਸਰਕਾਰ ਨੇ ਇਹਨਾਂ ਦੋਹਾਂ ਦੇ ਖਿਲਾਫ ਕਾਰਵਾਈ ਕਰਨ ਦਾ ਮਨ ਬਣਾਇਆ। ਨਤੀਜੇ ਵਜੋਂ ਸਰਕਾਰ ਨੇ ਮਈ 1907 ਦੇ ਵਿੱਚ 1818 ਦੇ ਐਕਟ 3 ਦੇ ਅਧੀਨ ਲਾਲਾ ਲਾਜਪਤ ਰਾਏ ਅਤੇ ਸਾਰ ਅਜੀਤ ਸਿੰਘ ਦੋਹਾਂ ਦੇ ਵਾਰੰਟ ਜਾਰੀ ਕਰ ਦਿੱਤੇ ਗ੍ਰਿਫਤਾਰੀ ਦੇ। ਲਾਲਾ ਲਾਜਪਤ ਰਾਏ ਨੂੰ 29 ਮਈ ਅਤੇ ਸਾਰ ਅਜੀਤ ਸਿੰਘ ਨੂੰ 3 ਜੂਨ ਨੂੰ ਪੁਲਿਸ ਨੇ 1907 ਦੇ ਵਿੱਚ ਫੜਿਆ ਅਤੇ ਦੋਵਾਂ ਨੂੰ ਅੱਗੋੜ ਪਿਛੜ ਫੜ ਕੇ ਦੇਸ਼ ਨਿਕਾਲੇ ਦੀ ਸਜ਼ਾ ਦੇ ਕੇ ਬਰਮਾ ਦੀ ਮਾਂਡਲੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਅਤੇ ਵੈਸੇ ਮਾਂਡਲੇ ਦਾ ਪ੍ਰਸੰਗ ਮੈਂ ਤੁਹਾਨੂੰ ਸੁਣਾਵਾਂਗਾ। ਇੱਕ ਗੀਤ ਆਉਂਦਾ ਮਾਣਕ ਸਾਹਿਬ ਦਾ ਗਾਇਆ, ਦੇਵ ਤਰੀਕਿਆਂ ਵਾਲੇ ਦਾ ਲਿਖਿਆ, ਜਿਸ ਦੇ ਵਿੱਚ ਇਹ ਮਾਂਡਲੇ ਜੇਲ੍ਹ ਦੇ ਵਿੱਚ ਬੰਦ ਸਰਦਾਰ ਅਜੀਤ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ ਜਾਂਦਾ, ਜਾਣੀ ਕਿ ਫਾਂਸੀ ਦਿੱਤੀ ਦਿਖਾ ਦਿੱਤੀ ਜਾਂਦੀ ਹੈ। ਹਾਲਾਂਕਿ ਸਰਦਾਰ ਅਜੀਤ ਸਿੰਘ 1907 ਦੇ ਵਿੱਚ ਫਾਂਸੀ ਨਹੀਂ ਚੜ੍ਹੇ, ਉਹ 1947 ਦੇ ਵਿੱਚ ਦੇਸ਼ ਲਈ ਜਿਹੜਾ ਹੈਗਾ ਜਾਨ ਵਾਰ ਗਏ। ਮਤਲਬ 40 ਸਾਲ ਪਹਿਲਾਂ ਸਰਦਾਰ ਅਜੀਤ ਸਿੰਘ ਨੂੰ ਵੀ ਸਾਡੇ ਗੀਤਾਂ ਨੇ ਮਰਿਆ ਹੋਇਆ ਐਲਾਨ ਦਿੱਤਾ। ਇਹ ਸਿਰਫ ਸ਼ਮਸ਼ਾਦ ਬੇਗਮ ਨੂੰ ਨਹੀਂ ਮਰਿਆ ਹੋਇਆ ਐਲਾਨ ਦੇ ਸਾਡੇ ਲੇਖਕ। ਇਹ ਸਰਦਾਰ ਅਜੀਤ ਸਿੰਘ ਦਾ ਤੁਹਾਨੂੰ ਗੀਤ ਗੱਡੀ ਕਾਵ 'ਚ ਹੈ, ਭਗਤ ਸਿੰਘ ਦੇ ਨਾਲ ਸੰਬੰਧਿਤ ਉਹ ਗੀਤ ਹੈ ਗੱਡੀ ਕਾਵ ਦੇ ਵਿੱਚ, ਕਿਉਂਕਿ ਗੱਡੀ ਕਾਵ ਉਹ ਹੈ ਜਿਵੇਂ ਗੱਡੀ ਸ਼ੁਕ ਸ਼ੁਕ ਕਰਦੀ ਹੈ ਨਾ, ਇਹ ਗੱਡੀ ਕਾਵ ਵੀ ਨਨਕਾਣਾ ਸਾਹਿਬ ਦੇ ਸਾਕੇ ਦੇ ਦੌਰਾਨ ਪ੍ਰਗਟ ਹੋਇਆ। ਜਿਵੇਂ ਗੱਡੀ ਦੀ ਸ਼ੁਕ ਸ਼ੁਕ ਹੁੰਦੀ ਹੈ ਨਾ, ਇਸ ਤਰ੍ਹਾਂ ਗੱਡੀ ਕਾਵ ਹੁੰਦਾ ਇੱਕ।
ਜਿਵੇਂ ਉਹ ਗੀਤ ਹੈ, ਮੈਂ ਤੁਹਾਨੂੰ ਅੱਗੇ ਚੱਲ ਕੇ ਸੁਣਾਵਾਂਗਾ, ਮਾਣਕ ਸਾਹਿਬ ਦਾ ਗੀਤ ਹੈ, ਉਹਦੇ ਵਿੱਚ ਦੁਹਰਾਇਆ ਜਾਂਦਾ ਬੋਲ ਬਾਰ-ਬਾਰ। ਅਤੇ ਸਰਦਾਰ ਅਜੀਤ ਸਿੰਘ ਨੂੰ ਮਾਂਡਲੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ। ਇਹ ਮਾਂਡਲੇ ਜੇਲ੍ਹ ਬਹੁਤ ਸਖਤ ਕਿਸਮ ਦੀ ਸੀ, ਇੱਥੋਂ ਵਿਰਲੇ ਲੋਕ ਨੇ ਜਿਹੜੇ ਜਿਉਂਦੇ ਵਾਪਸ ਆਏ ਨੇ। ਸੋ ਸਰਕਾਰ ਨੇ ਇਹ ਕਾਰਵਾਈ ਲੋਕਾਂ ਨੂੰ ਡਰਾਉਣ ਦੀ ਥਾਂ ਸਰਕਾਰ ਦੀ ਕਾਰਵਾਈ ਲੋਕਾਂ ਨੂੰ ਡਰਾਉਣ ਦੀ ਥਾਂ ਬਲਕਿ ਸਰਕਾਰ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਦਾ ਜ਼ਰੀਆ ਬਣੀ। ਇਹ ਅੰਦੋਲਨ ਹੋਰ ਤੇਜ਼ ਹੋ ਗਿਆ। ਬਾਰ ਜ਼ਿਮੀਂਦਾਰ ਐਸੋਸੀਏਸ਼ਨ, ਜਿਸ ਦਾ ਪ੍ਰਧਾਨ ਜੈਲਦਾਰ ਈਸ਼ਰ ਸਿੰਘ ਡਸਕਾ ਸੀ, ਕਿਉਂਕਿ ਉੱਥੇ ਇੱਕ ਐਸੋਸੀਏਸ਼ਨ ਵੀ ਬਣੀ ਸੀ, ਅਤੇ ਦੂਜਾ ਸੀ ਜਨਰਲ ਸਕੱਤਰ ਚੌਧਰੀ ਸ਼ਹਾਬੂਦੀਨ ਨੇ ਵੀ ਇਕੱਤਰਤਾਵਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਜਲੰਧਰ ਦੇ ਰਾਮ ਕਰਨ ਦਾਸ ਅਤੇ ਉਸ ਸਮੇਂ ਪੰਜਾਬ ਅਤੇ ਬੰਗਾਲ ਦੇ ਇਨਕਲਾਬੀਆਂ ਨੂੰ ਇਕੱਠਾ ਕਰਨ ਦਾ ਬਹੁਤ ਰੋਲ ਜਲੰਧਰ ਦੇ ਰਾਮ ਕਰਨ ਦਾਸ ਨੇ ਵੀ ਕੀਤਾ, ਕਿਉਂਕਿ ਪੰਜਾਬ ਅਤੇ ਬੰਗਾਲ ਦੋ ਅਜਿਹੇ ਸੂਬੇ ਨੇ ਜਿਨ੍ਹਾਂ ਨੇ ਇਸ ਅੰਦੋਲਨ ਦੇ ਵਿੱਚ ਸਭ ਤੋਂ ਵੱਧ ਰੋਲ ਨਿਭਾਇਆ ਦੇਸ਼ ਦੀ ਆਜ਼ਾਦੀ ਦੇ ਵਾਸਤੇ। ਪਰ ਦੋਨੇ ਵੰਡੇ ਗਏ। ਬੰਗਾਲ ਅੰਗਰੇਜ਼ਾਂ ਨੇ ਪਹਿਲਾਂ ਵੰਡ ਦਿੱਤਾ ਅਤੇ ਪੰਜਾਬ ਜਾਂਦੇ ਜਾਂਦੇ ਵੰਡ ਗਏ। ਸੋ ਇਸ ਜ਼ਿਮੀਂਦਾਰਾਂ ਬਾਰ ਐਸੋਸੀਏਸ਼ਨ ਨੇ ਆਬਾਦਕਾਰੀ ਐਕਟ ਨੂੰ ਪ੍ਰਵਾਨਗੀ ਨਾ ਦੇਣ ਵਾਲੇ ਗਵਰਨਰ ਜਨਰਲ ਨੂੰ ਮੈਮੋਰੰਡਮ ਵੀ ਭੇਜਿਆ। ਸਥਿਤੀ ਵਿਗੜਦੀ ਵੇਖ ਕੇ ਵਾਇਸਰਾਏ ਨੇ ਆਪਣੇ ਵੀਟੋ ਦਾ ਅਧਿਕਾਰ ਵਰਤਦਿਆਂ ਨਵਾਂ ਬਿੱਲ ਵਾਪਸ ਹੀ ਨਾ ਲਿਆ, ਸਗੋਂ ਨਵੰਬਰ 1907 ਦੇ ਵਿੱਚ ਦੋਵਾਂ ਆਗੂਆਂ ਨੂੰ ਜੋ ਗ੍ਰਿਫਤਾਰ ਕੀਤੇ ਸੀ, ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ, ਇਹਨਾਂ ਨੂੰ ਵੀ ਆਜ਼ਾਦ ਕਰ ਦਿੱਤਾ। ਪੰਜਾਬ ਸਰਕਾਰ ਨੇ ਨਹਿਰੀ ਮਾਲੀਆ ਵਧਾਏ ਜਾਣ ਦਾ ਹੁਕਮ ਵੀ ਵਾਪਸ ਲੈ ਲਿਆ। ਇਉਂ ਅੰਦੋਲਨ ਆਪਣੇ ਮੰਤਵ ਦੇ ਵਿੱਚ ਸਫਲ ਹੋਇਆ, ਸਫਲਤਾ ਦੇ ਨਾਲ। ਸੋ ਇਸ ਕਰਕੇ ਜੇ ਅੰਗਰੇਜ਼ਾਂ ਤੋਂ ਉਹਨਾਂ ਦਾ ਕਾਨੂੰਨ ਵਾਪਸ ਕਰਾਇਆ ਜਾ ਸਕਦਾ ਤਾਂ ਮੋਦੀ ਕਿਹੜੇ ਬਾਗ ਦੀ ਮੂਲੀ ਹੈ। ਸੋ ਇਸ ਅੰਦੋਲਨ ਦਾ ਅਸਰ ਕੀ ਪਿਆ, ਕਿਉਂਕਿ ਜਦੋਂ ਇੱਕ ਅੰਦੋਲਨ ਦੇ ਵਿੱਚ ਜਿੱਤ ਮਿਲ ਗਈ ਤਾਂ ਲੋਕ ਫਿਰ ਉਤਸ਼ਾਹਿਤ ਹੋ ਜਾਂਦੇ ਨੇ। ਇਹੀ ਡਰ ਮੋਦੀ ਨੂੰ ਸਤਾ ਰਿਹਾ ਕਿ ਜੇ ਕਿਸਾਨ ਇਹ ਅੰਦੋਲਨ ਜਿੱਤ ਗਏ ਤਾਂ ਫਿਰ ਮੇਰੇ ਰਾਜ ਭਾਗ ਨੂੰ ਵੀ ਪਲਟਣਗੇ ਅਤੇ ਫਿਰ ਅੰਬਾਨੀਆਂ ਅਡਾਨੀਆਂ ਦਾ ਸਿੱਕਾ ਨਹੀਂ ਚੱਲੇਗਾ। ਇਸ ਗੱਲ ਦਾ ਇਹਨਾਂ ਨੂੰ ਜ਼ਿਆਦਾ ਡਰ ਹੈ। ਇਸੇ ਕਰਕੇ ਸੱਪ ਦੇ ਮੂੰਹ ਕੋੜ ਕਰ ਲਿਆ। ਇਹ ਇਸ ਅੰਦੋਲਨ ਦੇ ਵਿੱਚ ਆਪਣਾ ਨੱਕ ਰੱਖਣਾ ਚਾਹੁੰਦੇ ਨੇ ਅਤੇ ਕਿਸਾਨਾਂ ਨੂੰ ਟੇਢੇ ਤਰੀਕੇ ਨਾਲ ਰਗੜਨਾ ਚਾਹੁੰਦੇ ਨੇ, ਕਿਉਂਕਿ 1907 ਦੀ ਪਗੜੀ ਸੰਭਾਲ ਜੱਟਾ ਲਹਿਰ ਅੰਦੋਲਨ ਦਾ ਜਿਹੜਾ ਬਾਅਦ ਦੇ ਵਿੱਚ ਪ੍ਰਭਾਵ ਪਿਆ, ਲੋਕ ਬਹੁਤ ਉਤਸ਼ਾਹਿਤ ਹੋ ਗਏ, ਲੋਕਾਂ ਦਾ ਹੌਸਲਾ ਖੁੱਲ੍ਹ ਗਿਆ। ਸੋ ਇਸ ਅੰਦੋਲਨ ਦੀ ਜਿੱਤ ਦਾ ਪ੍ਰਭਾਵ ਭਾਰਤ ਦੀ ਉਸ ਵਕਤ ਦੀ ਹਿੰਦੁਸਤਾਨ ਦੀ ਰਾਜਨੀਤੀ 'ਤੇ ਬਹੁਤ ਪਿਆ, ਜਿਸ ਦੇ ਨਾਲ ਹੁਣ ਅੰਗਰੇਜ਼ ਸਮਰਾਟ ਦੇ ਅਜਿੱਤ ਹੋਣ ਦਾ ਭਰਮ ਟੁੱਟ ਗਿਆ ਕਿ ਅੰਗਰੇਜ਼ ਅਜਿੱਤ ਨੇ। ਜਿਵੇਂ ਮੋਦੀ ਕਹਿੰਦੇ ਨਾ, ਮੋਦੀ ਹੈ ਤਾਂ ਮੁਮਕਿਨ ਹੈ, ਇਹ ਹੁਣ ਵਹਿਮ ਮੋਦੀ ਨੇ ਵੀ ਪਾਲ ਰੱਖਿਆ। ਹਾਲਾਂਕਿ ਬਹੁਤਿਆਂ ਦੀ ਹਾਲਾਤ ਇਹ ਹੈ ਕਿ ਬੜਕ ਮਾਰਦਾ ਕਹਿੰਦਾ ਸਾਨ ਹੈ, ਮੋਕ ਮਾਰਦਾ ਕਹਿੰਦਾ ਗਊ ਦਾ ਜਾਇਆ। ਸੋ ਦੱਖਣੀ ਅਫਰੀਕਾ ਦੇ ਵਿੱਚ ਭਾਰਤੀਆਂ ਦੇ ਦੁੱਖੜੇ ਨਿਵਾਰਨ ਦੇ ਲਈ ਸੰਘਰਸ਼ ਕਰ ਰਹੇ ਕਰਮਚੰਦ ਮੋਹਨਦਾਸ ਗਾਂਧੀ ਉਰਫ ਮਹਾਤਮਾ ਗਾਂਧੀ ਵੀ ਇਸ ਤੋਂ ਹੀ ਪ੍ਰਭਾਵਿਤ ਹੋਏ। ਉਹਨਾਂ ਨੇ ਵੀ ਵੇਖਿਆ ਕਿ ਲੋਕ ਇਕਜੁੱਟ ਨੇ। ਹੁਣ ਗਾਂਧੀ ਵਰਗੇ ਲੋਕ ਵੀ ਫਿਰ ਪਰ ਤੋਲਣ ਲੱਗੇ ਦੇਸ਼ ਦੀ ਆਜ਼ਾਦੀ ਦੇ ਵਾਸਤੇ। ਜਿਹੜਾ ਕਹਿੰਦਾ ਕਿ ਗਾਂਧੀ ਦੇ ਚਰਖੇ ਨੇ ਅੰਗਰੇਜ਼ ਦੀ ਤੋਪ ਮੱਠੀ ਕਰ ਦਿੱਤੀ, ਜਾਣੀ ਉਹਨਾਂ ਨੇ ਮੌਕੇ ਦੀ ਨਜ਼ਾਕਤ ਵੇਖੀ। ਨਹਿਰੂ ਵਰਗੇ ਲੋਕ ਜਾਂ ਹੋਰ, ਉਹਨਾਂ ਨੂੰ ਲੱਗਿਆ ਯਾਰ ਇਹ ਤਾਂ ਬੜਾ ਸੁਖਾਲਾ, ਇਹਨਾਂ ਜੁਝਾਰੂ ਲੋਕਾਂ ਦੇ ਲੀਡਰ ਬਣੋ ਅਤੇ ਆਪਾਂ ਆਜ਼ਾਦੀ ਦਾ ਸਿਰ ਆਪਣੇ ਸਿਰ ਟੰਗੋ। ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ ਅਕਸਰ ਆਉਂਦੇ ਨੇ। ਇਸੇ ਕਰਕੇ ਵੀਰ ਮੇਰਿਓ, ਇਸ ਅੰਦੋਲਨ 'ਤੇ ਵੀ ਬਹੁਤ ਸਾਨੂੰ ਪੈਣੀ ਨਜ਼ਰ ਰੱਖਣੀ ਪੈਣੀ ਹੈ। ਜਿਹੜਾ ਮੌਜੂਦਾ ਕਿਸਾਨ ਅੰਦੋਲਨ ਚੱਲ ਰਿਹਾ, ਇਸ ਦੇ ਵੀ ਜਿਹੜਾ ਹੈਗਾ ਸਿਹਰੇ ਲਾ ਕੇ ਆਉਣ ਵਾਲੇ ਬਹੁਤ ਸਾਰੇ ਲੋਕ ਪਰ ਤੋਲ ਰਹੇ ਨੇ। ਸੋ ਇਹਨਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਕੋਈ ਕਹਿੰਦਾ ਮੈਂ 2.5 ਕਰੋੜ ਦੀ ਗੱਡੀ ਛੱਡ ਗਿਆ, ਮੇਰੀ ਬੈਟਰੀ ਡਾਊਨ ਹੋ ਗਈ, ਕੋਈ ਕਹਿੰਦਾ ਮੈਂ ਇਹ ਕਰਕੇ ਆਇਆ। ਸੋ ਇਸ ਕਰਕੇ ਇਹਦੇ 'ਚ ਬਹੁਤ ਸਾਰੇ ਫਸਲੀ ਬਟੇਰ ਨਿਕਲਣਗੇ, ਉਦੋਂ ਵੀ ਨਿਕਲੇ ਸੀ। ਮਹਾਤਮਾ ਗਾਂਧੀ ਵੀ, ਮਹਾਤਮਾ ਤਾਂ ਬਾਅਦ 'ਚ ਬਣਿਆ, ਕਰਮਚੰਦ ਮੋਹਨਦਾਸ ਗਾਂਧੀ ਵੀ ਇਸ ਅੰਦੋਲਨ ਤੋਂ ਪ੍ਰਭਾਵਿਤ ਹੋਇਆ। ਉਸ ਨੇ ਵੀ ਅੰਗਰੇਜ਼ ਸਰਕਾਰ ਦੇ ਵਿਰੁੱਧ ਲੜਨ ਦੇ ਲਈ ਤੌਰ ਤਰੀਕੇ ਇਸ ਅੰਦੋਲਨ ਤੋਂ ਸਿੱਖੇ। ਇਸ ਅੰਦੋਲਨ ਦੇ ਵਿੱਚ ਹਿੰਦੂ, ਸਿੱਖ, ਮੁਸਲਮਾਨ ਫਿਰਕੇ ਦੇ ਲੋਕਾਂ ਨੇ ਬਰਾਬਰ ਭਾਗ ਲਿਆ। ਪਗੜੀ ਸੰਭਾਲੋ ਜੱਟਾ 'ਚ ਗੀਤ ਲਾਲਾ ਲਾਜਪਤ ਰਾਏ ਨੇ ਵੀ ਗਾਇਆ ਅਤੇ ਰੋਲ ਮੁਸਲਮਾਨਾਂ ਨੇ ਚੌਧਰੀ ਸ਼ਹਾਬੂਦੀਨ ਹੋਰਾਂ ਨੇ ਵੀ ਨਿਭਾਇਆ ਅਤੇ ਸਰਦਾਰਾਂ ਨੇ ਵੀ ਨਿਭਾਇਆ। ਇਹ ਕਹਾਣੀ 100 ਸਾਲ ਬਾਅਦ ਮੁੜ ਵਾਪਰ ਰਹੀ ਹੈ। 113 ਸਾਲ ਬਾਅਦ ਇਹ ਜਿਹੜਾ ਹੁਣ ਅੰਦੋਲਨ ਹੈ, ਇਹ ਕਹੀ ਜਾਂਦੇ ਟੁਕੜੇ ਟੁਕੜੇ ਗੈਂਗ ਹੈ, ਇਹ ਖੱਬੇ ਪੱਖੀ ਨੇ, ਇਹ ਖਾਲਿਸਤਾਨੀ ਨੇ, ਬਲਾ ਨੇ। ਇਹ ਲੋਕ ਨੇ ਭਾਈ ਇਸ ਖਿੱਤੇ ਦੇ। ਸੋ ਸਰਕਾਰੀ ਰੁਤਬਾ ਪ੍ਰਾਪਤ ਜਿਹੜੇ ਜੈਲਦਾਰ ਸੀ ਜਾਂ ਨੰਬਰਦਾਰ ਸੀ ਆਦਿ ਬੇਖੌਫ ਹੋ ਕੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਸਨ। ਮਤਲਬ ਜਿਹੜੇ ਉਸ ਵਕਤ ਦੇ ਜੈਲਦਾਰ ਸਰਕਾਰ ਨੇ ਨੰਬਰਦਾਰ ਅਪੁਆਇੰਟ ਕੀਤੇ ਸੀ, ਉਹ ਵੀ ਲੋਕਾਂ ਦੇ ਨਾਲ ਖੜ੍ਹੇ ਸਨ। ਇਸ ਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਹੈ। ਅੱਜ ਵੀ ਬਹੁਤ ਸਾਰੇ ਲੋਕ, ਭਾਵੇਂ ਉਹ RSS ਦਾ
ਬਦਰੀ ਨੈਣ ਚੌਧਰੀ ਹੈ, ਭਾਵੇਂ ਲక్ష్ਮੀਕਾਂਤ ਆ, ਭਾਵੇਂ ਹਰ ਪਾਰਟੀ, ਭਾਵੇਂ ਕੋਈ ਵੀ ਪਾਰਟੀ ਆ, ਉਹ ਪਾਰਟੀਆਂ ਨੂੰ ਆਪਣੀ ਨੂੰ ਪਿੱਛੇ ਛੱਡ ਕੇ ਇਸ ਅੰਦੋਲਨ ਨਾਲ ਖੜੇ ਨੇ। ਸੋ ਸਾਨੂੰ ਸਾਰਿਆਂ ਦੀ ਸਪੋਰਟ ਲੈਣੀ ਚਾਹੀਦੀ ਹੈ, ਭਾਵੇਂ ਕੋਈ ਖਾਲਿਸਤਾਨੀ ਵਿਚਾਰਧਾਰਾ ਦਾ, ਭਾਵੇਂ ਕੋਈ ਕਾਮਰੇਡ ਵਿਚਾਰਧਾਰਾ ਦਾ। ਆਪਸ ਦੇ ਵਿੱਚ ਕਾਮਰੇਡ ਬਨਾਮ ਖਾਲਿਸਤਾਨੀ ਖਿਚੜੀ ਨਹੀਂ ਘੋਲਣੀ ਚਾਹੀਦੀ। ਇਹ ਕੁਝ 2-4 ਟੁੱਚੂ ਬੰਦੇ ਨੇ ਦੋਨੇ ਪਾਸੇ ਜਿਹੜੇ ਇਸ ਨੂੰ ਜਾਣ ਕੇ ਉਕੇਰ ਰਹੇ ਨੇ ਤਾਂ ਜੋ RSS ਨੂੰ ਜਾਂ ਭਾਰਤ ਸਰਕਾਰ ਨੂੰ ਇਸ ਅੰਦੋਲਨ ਨੂੰ ਖਤਮ ਕਰਨ ਦਾ ਜੁਗਾੜ ਲੱਭ ਸਕੇ। ਸੋ ਇਹਨਾਂ ਫਸਲੀ ਬਟੇਰਿਆਂ ਤੋਂ ਬਚਣ ਦੀ ਜ਼ਰੂਰਤ ਹੈ। ਸੋ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਅੰਦੋਲਨ ਨੇ ਕੁਝ ਭਵਿੱਖੀ ਨਵੇਂ ਆਗੂਆਂ ਨੂੰ ਅੱਗੇ ਲਿਆਂਦਾ, ਜਿਨ੍ਹਾਂ ਦੇ ਵਿੱਚ 2 ਨੇ ਭਾਈ ਭਗਵਾਨ ਸਿੰਘ ਪ੍ਰੀਤਮ ਤੇ ਰਾਮਚੰਦ ਪੇਸ਼ਾਵਰੀ। ਪਿੱਛੋਂ ਗਦਰ ਪਾਰਟੀ ਦੇ ਵਿੱਚ ਸਰਗਰਮ ਰਹੇ ਮਹਿਤਾ ਆਨੰਦ ਕਿਸ਼ੋਰ ਨੂੰ ਤਾਂ 1915 ਦੇ ਵਿੱਚ ਗਦਰੀਆਂ ਖਿਲਾਫ ਦਰਜ ਮੁਕੱਦਮੇ ਦੇ ਵਿੱਚ ਮੁਲਜ਼ਮ ਨੰਬਰ 1 ਵੀ ਬਣਾਇਆ ਗਿਆ। ਗੱਲ ਕੀ, ਪਗੜੀ ਸੰਭਾਲ ਜੱਟਾਂ ਅੰਦੋਲਨ ਨੇ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਇਕਜੁੱਟ ਕਰਨ ਦੇ ਸੰਘਰਸ਼ ਦੇ ਵਿੱਚ ਇੱਕ ਰਾਹ ਵਿਖਾਇਆ, ਜਿਸ ਦੇ ਚਲਦਿਆਂ ਅਗਲੇ 4 ਦਹਾਕਿਆਂ ਦੇ ਵਿੱਚ ਕਿਸਾਨਾਂ ਨੇ ਕਈ ਵਾਰੀ ਅੰਗਰੇਜ਼ਾਂ ਦੇ ਨਾਲ ਆਡਾ ਲਿਆ। ਨਿਰਸ ਦੇ ਪੰਜਾਬ ਦੇ ਕਿਸਾਨਾਂ ਦਾ ਵਰਤਮਾਨ ਜੋ ਮੌਜੂਦਾ ਸੰਘਰਸ਼ ਹੈ, ਇਹ ਵੀ ਦੇਸ਼ ਦੀ ਰਾਜਨੀਤੀ 'ਤੇ ਬਹੁਤ ਵਧੀਆ ਪ੍ਰਭਾਵ ਪਾਏਗਾ। ਸੋ ਇਹ ਖਬਰਾਂ ਪੜ੍ਹ ਕੇ ਕਿਸਾਨਾਂ ਦੇ ਵਿੱਚ ਜਾਗਰਤੀ ਆ ਰਹੀ ਹੈ। ਜਿਹੜੇ ਕੋਈ ਮੰਦਰ ਦੇ ਨਾਂ 'ਤੇ, ਕੋਈ ਕੋਰੀਡੋਰ ਕਰਤਾਰਪੁਰ ਦੇ ਨਾਂ 'ਤੇ, ਕੋਈ ਕਿਸੇ ਦੇ ਨਾਂ 'ਤੇ ਜਿਹੜਾ ਫੈਨ ਹੋ ਜਾਂਦੇ ਆ ਨਾ ਅਸੀਂ ਲੀਡਰਾਂ ਦੇ, ਉਹ ਨਹੀਂ ਹੋਵਾਂਗੇ। ਜਿਹੜਾ ਲੀਡਰ ਅਸਲ ਇਨਸਾਨੀਅਤ ਦੀ ਗੱਲ ਕਰੇਗਾ, ਭਾਵੇਂ ਉਹ ਕਰਤਾਰਪੁਰ ਕੋਰੀਡੋਰ ਦੀ ਗੱਲ ਕਰਦਾ ਹੈ ਅਤੇ ਭਾਵੇਂ ਉਹ ਰਾਮ ਮੰਦਰ ਦੀ ਗੱਲ ਕਰਦਾ, ਭਾਵੇਂ ਉਹ ਕਾਨੂੰਨਾਂ ਦੀ ਗੱਲ ਕਰਦਾ, ਜਿਹੜਾ ਲੋਕ ਪੱਖੀ ਲੀਡਰ ਹੈ ਉਹੀ ਪ੍ਰਵਾਨ ਹੋਏਗਾ। ਜਿਹੜਾ ਇਸ ਦੀ ਬਿਨਾਂ 'ਤੇ ਵੋਟਾਂ ਬਟੋਰਨ ਵਾਲਾ ਫਸਲੀ ਬਟੇਰਾ ਹੋਏਗਾ, ਉਹ ਕਾਮਯਾਬ ਨਹੀਂ ਹੋਏਗਾ। ਤੁਸੀਂ ਵੇਖੋ, ਜੇ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਕੋਰੀਡੋਰ ਦੀ ਗੱਲ ਕਰਤੀ, ਕੀ ਗੁਨਾਹ ਹੋ ਗਿਆ? ਕਿਵੇਂ ਕੁਝ ਅਕਾਲੀ, ਕੁਝ ਕਾਂਗਰਸੀਏ, ਕੁਝ BJP ਵਾਲੇ ਉਹਦੇ ਮਗਰ ਪਏ। ਉਹਦਾ ਜਿਹੜਾ ਸ਼ੋਅ ਸੀਗਾ ਕਪਿਲ ਸ਼ਰਮਾ ਕਮੇਡੀ ਸ਼ੋਅ, ਉਹਦੇ 'ਚ ਉਹਨੂੰ ਬਾਹਰ ਕੀਤਾ। ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਨਵਜੋਤ ਸਿੰਘ ਸਿੱਧੂ ਨੂੰ ਝੱਲਣਾ ਪਿਆ। ਕੀ ਗੁਨਾਹ ਕਰ ਦਿੱਤਾ ਉਹਨੇ? ਪਾਕਿਸਤਾਨ ਨਾਲ ਅਸੀਂ ਨਿੱਤ ਲੜਦੇ ਹਾਂ, ਕੋਈ ਹੱਲ ਹੋ ਗਿਆ? ਸੋ ਇਸ ਕਰਕੇ ਸਾਨੂੰ ਦੋਨਾਂ ਨੂੰ ਬਾਂਦਰਾਂ ਵਾਂਗੂ ਲੜਾ ਕੇ ਲੋਕ ਹਥਿਆਰ ਵੇਚ ਰਹੇ ਨੇ। ਅਸੀਂ ਰਫੇਲ ਲਿਆ ਰਹੇ ਹਾਂ ਅਤੇ ਬਣਾ ਰਿਹਾ ਰਿਲਾਇੰਸ। ਜਿਹਦਾ ਆਪਣਾ ਕੰਮ ਨਹੀਂ ਚੱਲਦਾ, ਉਹ ਰਿਲਾਇੰਸ ਨੂੰ ਦੇ ਦਿੱਤਾ, ਉਹਦੇ ਭਰਾ ਨੂੰ, ਦੂਜੇ ਨੂੰ, ਵਿਲੜ ਨੂੰ। ਸੋ ਇਸ ਕਰਕੇ ਇਹ ਸਾਨੂੰ ਲੜਾ ਕੇ ਆਪਸ ਦੇ ਵਿੱਚ ਉੱਲੂ ਸਿੱਧਾ ਕਰਨ ਵਾਲੇ ਲੋਕ ਨੇ। ਸੋ ਗੁਆਂਢੀਆਂ ਦੇ ਨਾਲ, ਗੁਆਂਢੀ ਮੁਲਕਾਂ ਨਾਲ ਬਿਨਾਂ ਵਜ੍ਹਾ ਸਿੰਘ ਫਸਾਉਣਾ ਵੀ ਸਵਾਨਪ ਨਹੀਂ ਹੁੰਦੀ। ਸੋ ਪੰਜਾਬ ਦੀ ਵਸੋਂ ਦੇ ਕਿੱਤਿਆਂ 'ਤੇ ਆਧਾਰਿਤ ਵੱਖ-ਵੱਖ ਵਰਗਾਂ ਦੇ ਲੋਕ ਇਸ ਅੰਦੋਲਨ ਦੇ ਵਿੱਚ ਆਪਣਾ ਰੋਲ ਨਿਭਾ ਰਹੇ ਨੇ। ਸਾਨੂੰ ਇਸ ਅੰਦੋਲਨ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਘੁਸਪੈਠ ਕਰਨ ਤੋਂ ਰੋਕਣਾ ਚਾਹੀਦਾ। 1907 ਦਾ ਇਹ ਪੰਜਾਬ ਦੇ ਵਿੱਚ ਬਾਰ ਦੇ ਇਲਾਕੇ ਦੀ ਆਬਾਦਕਾਰੀ ਦੇ ਬਣੇ ਨਵੇਂ ਕਾਨੂੰਨ ਦੇ ਵਿਰੁੱਧ ਜਿਹੜਾ ਮਾਮਲਾ ਵਧਾਏ ਜਾਣ ਜਾਂ ਹੋਰ ਸ਼ਰਤਾਂ ਦੇ ਵਿਰੁੱਧ ਇਹ ਅੰਦੋਲਨ 22 ਮਾਰਚ 1922 ਨੂੰ ਲਹਿਲਪੁਰ ਦੇ ਵਿੱਚ ਜਿਹੜੀ ਇੱਕ ਮੀਟਿੰਗ ਹੋਈ ਸੀ, ਉਸ ਦੇ ਵਿੱਚ ਇਸੇ ਬੰਕੇ ਦਿਆਲ ਜਿਸ ਨੇ ਇਹ ਗੀਤ ਗਾਇਆ ਸੀਗਾ ਅਤੇ ਇਹ ਗੀਤ ਸੁਣਾਇਆ ਸੀਗਾ, ਅਤੇ ਉਸ ਦੇ ਗੀਤ ਕਰਕੇ ਹੀ ਇਸ ਲਹਿਰ ਦਾ ਨਾਂ, ਇਸ ਆਬਾਦਕਾਰੀ ਲਹਿਰ ਦਾ ਨਾਂ ਪਗੜੀ ਸੰਭਾਲੋ ਜੱਟਾ ਲਹਿਰ ਪਿਆ ਸੀ। ਫਿਰ ਅਸੀਂ ਕਿਵੇਂ ਕਹਿ ਦਾਂਗੇ ਕਿ ਇਸ ਅੰਦੋਲਨ ਦੇ ਵਿੱਚ ਹਰ ਕਿਸੇ ਦਾ ਰੋਲ ਨਹੀਂ ਹੈ? ਕੋਈ ਠੇਕਾ ਨਹੀਂ ਲਿਆ ਹੋਇਆ RSS ਨੇ ਜਾਂ ਦੂਸਰਿਆਂ ਨੇ ਕਿ ਉਹਨਾਂ ਨੇ ਦੇਸ਼ ਲਈ ਵੀਰ ਸਵਰਕਰ ਨਹੀਂ ਸਾਰਾ ਕੁਛ ਕੀਤਾ। ਰਿਕਾਰਡ ਵੇਖੋ, ਵੀਰ ਸਵਰਕਰ ਵਰਗੇ ਲੋਕ ਕਿੰਨੀ ਵਾਰੀ ਮਾਫੀਆਂ ਮੰਗ ਚੁੱਕੇ ਨੇ, ਅੰਗਰੇਜ਼ਾਂ ਦੇ ਪੈਰ ਚੱਟ ਚੁੱਕੇ ਨੇ। ਪਰ ਅੱਜ ਕੱਲ੍ਹ ਕਾਲੇ ਪਾਣੀ 'ਚ ਤੁਸੀਂ ਵੇਖੋ ਕਿ ਸਾਰਾ ਕੁਛ ਹੀ ਜਿਹੜਾ ਲਾਈਟ ਐਂਡ ਸਾਊਂਡ ਸ਼ੋਅ ਆ ਵੀਰ ਸਵਰਕਰ ਨੂੰ ਸਮਰਪਿਤ ਹੈ। ਤੁਸੀਂ ਡਾਟਾ ਵੇਖੋ ਉੱਥੇ ਜਾ ਕੇ, ਉੱਥੇ ਜਾਨਾਂ ਮਾਰਨ ਵਾਲੇ ਕੌਣ ਲੋਕ ਨੇ, ਉੱਥੇ ਪੰਜਾਬੀ ਸਿੱਖ ਕਿੰਨੇ ਨੇ, ਜੰਗੇ ਆਜ਼ਾਦੀ ਦੇ ਵਿੱਚ ਫਾਂਸੀ ਚੜ੍ਹਨ ਵਾਲੇ ਸਿੱਖ ਕਿੰਨੇ ਨੇ, ਮੁਸਲਮਾਨ ਕਿੰਨੇ ਨੇ, ਹਿੰਦੂ ਕਿੰਨੇ ਨੇ। ਵੀਰ ਸਵਰਕਰ ਹੋਣੀ, ਇਹ ਅਟਲ ਬਿਹਾਰੀ ਵਾਜਪਾਈ, ਜਿਹੜੇ ਹੋਰ ਲੋਕ ਮਾਫੀਆਂ ਮੰਗ ਕੇ ਅੰਗਰੇਜ਼ ਪ੍ਰਸਤ ਹੋ ਗਏ ਨੇ, ਉਹਨਾਂ ਦਾ ਕੀ ਯੋਗਦਾਨ ਰਿਹਾ। ਸੋ ਗੀਤ ਮੈਂ ਤੁਹਾਨੂੰ ਸਾਂਝਾ ਕਰਾਂਗਾ ਜਿਹੜਾ ਲਾਲਾ ਬੰਕੇ ਦਿਆਲ ਨੇ ਗਾਇਆ ਸੀ। ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ, ਲੁੱਟ ਲਿਆ ਮਾਲ ਤੇਰਾ ਲੁੱਟ ਲਿਆ ਮਾਲ ਓਏ, ਫਸਲਾਂ ਨੂੰ ਖਾ ਗਏ ਕੀੜੇ ਤਨ ਤੇ ਨਹੀਂ ਤੇਰੇ ਲੀੜੇ, ਭੁੱਖਾਂ ਨੇ ਖੂਬ ਨਪੀੜੇ ਰੋਂਦੇ ਨੇ ਬਾਲ ਓਏ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ। ਬਣਦੇ ਨੇ ਤੇਰੇ ਲੀਡਰ ਰਾਜੇ ਤੇ ਖਾਨ ਬਹਾਦਰ, ਤੈਨੂੰ ਤੇ ਖਾਵਣ ਖਾਤਰ ਵਿਛਦੇ ਨੇ ਜਾਲ ਓਏ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ। ਹਿੰਦ ਹੈ ਮੰਦਰ ਤੇਰਾ ਇਸ ਦਾ ਪੁਜਾਰੀ ਓ, ਝੱਲੇਗਾ ਕਦੋਂ ਤੱਕ ਅਜੇ ਹੋਰ ਖੁਆਰੀ ਓ, ਮਰਨੇ ਦੀ ਕਰ ਲੈ ਹੁਣ ਛੇਤੀ ਤੂੰ ਤਿਆਰੀ ਓ, ਮਰਨੇ ਤੋਂ ਜੀਣਾ ਭੈੜਾ ਹੋ ਕੇ ਬੇਹਾਲ ਹੋਏ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ। ਮਨ ਦੀ ਨਾ ਗੱਲ ਸਾਡੀ ਭੈੜੀ ਸਰਕਾਰ ਓਏ, ਅਸੀਂ ਕਿਉਂ ਮੰਨੀਓ ਵੀਰੋ ਇਸ ਦੀ ਕਾਰ ਓਏ, ਹੋ ਕੇ ਇਕੱਠੇ ਵੀਰੋ ਮਾਰੋ ਲਲਕਾਰ ਓਏ, ਤਾੜੀ ਦੁਹੱਥੜ ਵੱਜੇ ਛਾਤੀਆਂ ਨੂੰ ਤੋੜ ਓਏ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ। ਲਿਖ ਲਿਖ ਚਿੱਠੀਆਂ ਐਵੇਂ ਲਾਟ ਨੂੰ ਘੱਲੀਆਂ, ਭੁੱੜ ਹੋ ਗਈਆਂ
ਲੋਕੋ ਸਭ ਤਰਸ ਥੱਲੀਆਂ, ਜਿਹੜੀ ਕੀਤੀ ਸੀ ਪਿੱਛੋਂ ਉਹੀ ਹਾਲ ਉਹ ਹਾਲ ਹੋਏ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ। ਸਾਡੀਆਂ ਗੱਲਾਂ ਗਈਆਂ ਭੋ ਦੇ ਮੁੱਲ ਹੋਏ, ਜਾਤਾ ਨਾ ਸਾਨੂੰ ਸਾਡਾ ਲਾਟ ਨੇ ਉਹ ਭੁੱਲ ਹੋਏ, ਕੀਤਾ ਨਾ ਕਿਸੇ ਸਾਡੇ ਦੁੱਖ ਦਾ ਖਿਆਲ ਹੋਏ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ। ਭੋ ਹੁੰਦਾ ਜਿਸ ਤਰ੍ਹਾਂ ਮੂੰਗਫਲੀ ਦੇ ਪੱਤੇ ਨੇ ਜਾਂ ਕਿਸੇ ਚੀਜ਼ ਦੇ ਪੱਤੇ ਨੇ, ਉਹਨਾਂ ਨੂੰ ਭੋ ਕਹਿੰਦੇ ਆ। ਗਰੀਨ ਸੁੱਕੇ ਰੰਗ ਦਾ, ਜਿਵੇਂ ਮੇਥੀ ਦੇ ਪੱਤੇ ਹੋਣ, ਕਸੂਰੀ ਮੇਥੀ ਜਿਹੜੇ ਪਾਉਂਦੇ ਆ, ਉੱਦਾਂ ਦਾ ਭੋ ਹੁੰਦਾ ਮੂੰਗਫਲੀ ਦਾ, ਜਿਹੜਾ ਬਲਦਾਂ ਆਦਿ ਨੂੰ ਚਾਰਿਆ ਜਾਂਦਾ। ਇਹ ਬੇਸ਼ਕੀਮਤੀ ਚਾਰਾ ਅੱਗੇ ਮੂੰਗਫਲੀ ਹੁੰਦਾ ਸੀ। ਟਾਂਗਰ ਮੱਝਾਂ ਨੂੰ ਸੁੱਟ ਦਿੰਦੇ ਸੀਗੇ, ਜਾਣੀ ਕਿ ਉਹਦੀਆਂ ਜਿਹੜੀਆਂ ਰੂਟਸ ਜਾਂ ਜੜ੍ਹਾਂ ਸੀਗੀਆਂ, ਟਾਹਣੀਆਂ ਸੀਗੀਆਂ ਮੂੰਗਫਲੀ ਦੀਆਂ, ਉਹ ਮੱਝਾਂ ਨੂੰ ਪਾਉਂਦੇ ਸੀ ਟਾਂਗਰ, ਹਰੇ ਹਰੇ ਰੰਗ ਦਾ ਡੱਕੇ। ਅਤੇ ਜਿਹੜਾ ਪੱਤਾ ਹੁੰਦਾ ਸੀਗਾ ਮੂੰਗਫਲੀ ਦਾ, ਉਹ ਕਾਫੀ ਸਿਹਤਵਰਧਕ ਗਰਮਾਇਸ਼ ਵਾਲਾ ਸੀ। ਉਹ ਪੱਤਾ ਦੁਧਾਰੂ ਪਸ਼ੂਆਂ ਨੂੰ ਜਾਂ ਬਲਦਾਂ ਨੂੰ ਪਾਇਆ ਜਾਂਦਾ ਸੀਗਾ। ਭਾਵੇਂ ਉਸ ਦਾ ਕੋਈ ਬਹੁਤਾ ਮੁੱਲ ਨਹੀਂ ਸੀ ਹੁੰਦਾ, ਫਿਰ ਇਹ ਭੋ ਦੇ ਬਰਾਬਰ ਹੀ ਸਾਡੀਆਂ ਗੱਲਾਂ ਦੀ ਕੀਮਤ ਪੈਂਦੀ ਹੈ। ਸੋ ਇਹ ਨੇ ਉਹ ਲੋਕ ਜਿਨ੍ਹਾਂ ਦੀ ਬਨਾਹ 'ਤੇ ਇਹ ਦੇਸ਼ ਆਜ਼ਾਦ ਹੋਇਆ ਸੀ। ਮਹਾਤਮਾ ਗਾਂਧੀ ਵਰਗੇ ਦੇਸ਼ ਦੇ ਰਾਸ਼ਟਰਪਿਤਾ ਕਹੇ ਜਾਂਦੇ ਲੋਕ ਵੀ ਇਸੇ ਪਗੜੀ ਸੰਭਾਲੋ ਜੱਟਾ ਲਹਿਰ ਦਾ ਰੁੱਖ ਵੇਖ ਕੇ ਇਸ ਦੀ ਜਿੱਤ ਤੋਂ ਬਾਅਦ ਇਸ ਭਾਰਤ ਨੂੰ ਆਜ਼ਾਦ ਕਰਾਉਣ ਦੀ ਲੜਾਈ ਦੇ ਵਿੱਚ ਆਪਣਾ ਨਾਂ ਚਮਕਾਉਣ ਦੀ ਸੋਚਣ ਲੱਗੇ। ਜਾਣੀ ਉਹਨਾਂ ਨੂੰ ਵੀ ਸ਼ੀਸ਼ਾ ਇਸ ਲਹਿਰ ਨੇ ਦਿਖਾਇਆ ਸੀ। ਸਾਜੀਤ ਸਿੰਘ ਜਾਂ ਬੰਕੇ ਦਿਆਲ ਜਾਂ ਹੋਰ ਜਿਹੜੇ ਸ਼ਾਇਰਾਂ ਨੇ ਇੱਥੇ ਸੰਘਰਸ਼ ਕੀਤਾ ਸੀ। ਸੋ ਜੇ ਅੰਗਰੇਜ਼ਾਂ ਤੋਂ ਉਹਨਾਂ ਦਾ ਕਾਨੂੰਨ ਵਾਪਸ ਕਰਾਇਆ ਜਾ ਸਕਦਾ, ਜੋ ਕਾਨੂੰਨ ਮਾਰੂ ਹੈ, ਅਤੇ ਫਿਰ ਮੋਦੀ ਕਿਹੜੇ ਬਾਗ ਦੀ ਮੂਲੀ ਹੈ। ਸੋ ਲਾਲ ਚੰਦ ਫਲਕ ਪਗੜੀ ਸੰਭਾਲ ਜੱਟਾ ਲਹਿਰ ਦਾ ਇੱਕ ਹੋਰ ਮੁੱਖ ਸ਼ਾਇਰ ਸੀਗਾ, ਅਤੇ ਉਸ ਨੂੰ ਸਰਦਾਰ ਅਜੀਤ ਸਿੰਘ, ਉਸਨੇ ਸਰਦਾਰ ਅਜੀਤ ਸਿੰਘ, ਲਾਲਾ ਲਾਜਪਤ ਰਾਏ ਅਤੇ ਬੰਕੇ ਦਿਆਲ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਜੱਜ ਨੇ ਉਸ ਬਾਰੇ ਲਿਖਿਆ ਕਿ ਸਾਰੇ ਕਵੀਆਂ ਨੇ ਦੁਨੀਆ ਦੇ ਇਨਕਲਾਬਾਂ ਦੇ ਵਿੱਚ ਵੱਡਾ ਯੋਗਦਾਨ ਪਾਇਆ। ਲਾਲ ਚੰਦ ਫਲਕ ਪੰਜਾਬ ਦਾ ਉੱਘਾ ਰਾਜਨੀਤਿਕ ਕਵੀ ਹੈ। ਉਹ ਮਸ਼ਹੂਰ ਕ੍ਰਾਂਤੀਕਾਰੀ ਲਾਲਾ ਹਰਦਿਆਲ ਅਤੇ ਸੂਫੀ ਅੰਬਾ ਪ੍ਰਸਾਦ ਦਾ ਪ੍ਰਸ਼ੰਸਕ ਹੈ। ਲਾਲਾ ਲਾਜਪਤ ਰਾਏ ਅਤੇ ਸਰਦਾਰ ਅਜੀਤ ਸਿੰਘ ਦਾ ਇਹ ਮਿੱਤਰ ਨੌਜਵਾਨਾਂ ਨੂੰ ਬਾਗੀ ਗੀਤਾਂ ਦੇ ਨਾਲ, ਲਿਖਤਾਂ ਦੇ ਨਾਲ ਸਰਕਾਰ ਦਾ ਤਖਤਾ ਪਲਟਣ ਦੀ ਪ੍ਰੇਰਨਾ ਦੇ ਰਿਹਾ। ਲਾਲ ਚੰਦ ਫਲਕ 'ਤੇ 8 ਮੁਕੱਦਮੇ ਦਾਇਰ ਹੋਏ। ਉਸ ਦੀ ਇਹ ਕਵਿਤਾ ਬੜੀ ਮਸ਼ਹੂਰ ਸੀ, सूफी और अजीत ने तरक्की का राह लिया, मेहते ने अपना रंग बदल लिया, लाला लाजपत राय भी बदल गए, ए फलक तू भी बदल के ज़माना बदल गया। सो गदर लहर के समय उसनूं लाहौर सिटी कॉन्स्पिरेसी केस के शामिल करके उसनूं उम्र भर की जलावतनी की सज़ा दी गई तो 1920 की हजारी बाग 1920 ਦੇ ਵਿੱਚ ਉਹ ਹਜ਼ਾਰੀ ਬਾਗ ਜੇਲ੍ਹ ਦੇ ਵਿੱਚੋਂ ਰਿਹਾ ਹੋਇਆ। ਸੋ ਇਹ ਸੀ ਜੰਗੇ ਆਜ਼ਾਦੀ ਦੇ ਉਹਨਾਂ ਸ਼ਾਇਰਾਂ ਦਾ ਇਤਿਹਾਸ। ਤੁਸੀਂ ਕੰਮ 'ਚ ਮਸ਼ਰੂਫ ਹੋ ਅਤੇ ਮੈਂ ਤੁਹਾਨੂੰ ਕੰਮ ਦੀਆਂ ਗੱਲਾਂ ਇਸੇ ਤਰ੍ਹਾਂ ਸੁਣਾਉਂਦਾ ਰਹਾਂਗਾ। ਭਾਰਤੀ ਸਮਾਂ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ, ਅਤੇ ਸ਼ਾਮ ਦਾ ਸਮਾਂ 7 ਤੋਂ 9। ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਦਾ ਰੰਗ ਵੀ ਮਾਣੋਗੇ। ਸੋ ਮਾਣਕ ਸਾਹਿਬ ਦਾ ਉਹ ਗੀਤ ਹੈ ਜਿਸ ਦਾ ਮੈਂ ਜ਼ਿਕਰ ਕੀਤਾ ਸੀਗਾ ਕਿ ਸਰਦਾਰ ਅਜੀਤ ਸਿੰਘ ਨੂੰ ਜਿਸ ਦੇ ਵਿੱਚ ਜਿਉਂਦਿਆਂ ਹੀ ਫਾਂਸੀ ਚੜ੍ਹਿਆ ਐਲਾਨ ਕਰ ਦਿੱਤਾ ਸੀ। ਜਦੋਂ 1931 ਦੇ ਵਿੱਚ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਉਸ ਦੀ ਮੁਲਾਕਾਤ ਲਈ ਜਾਂਦੇ ਨੇ ਤਾਂ ਉਸ ਵਕਤ ਦਾ ਸੀਨ ਲੇਖਕ ਨੇ ਘੜਿਆ। ਚਲੋ ਕੁਛ ਗਲਤੀਆਂ ਹੋ ਜਾਂਦੀਆਂ ਨੇ, ਕੋਤਾਹੀਆਂ ਹੋ ਜਾਂਦੀਆਂ ਨੇ, ਪਰ ਇਹ ਗੀਤ ਹਰ ਬੱਚੇ ਦੀ ਜ਼ੁਬਾਨ 'ਤੇ ਆ। ਇਹ ਮੈਨੂੰ ਵੀ ਉਦੋਂ ਪਤਾ ਲੱਗਿਆ ਸੀ ਵੀ ਉਦੋਂ ਇੱਦਾਂ ਹੀ ਗਾਏ ਗਏ। 2006-07 ਦੇ ਵਿੱਚ ਪੁਰਾਣੇ ਸਰੋਤੇ ਤਾਂ ਜਾਣਦੇ ਨੇ, ਅੰਸਾਰੀ ਹੋਰੀ ਜਾਂ ਹੋਰ ਉਹਦਾ ਸਾਹਿਬ। ਮੈਂ ਆਲ ਇੰਡੀਆ ਰੇਡੀਓ ਤੋਂ ਜਦੋਂ ਇਸ ਗੀਤ ਨੂੰ ਪਲੇ ਕੀਤਾ ਤਾਂ ਯਕਦਮ ਮੇਰੇ ਕਲਿੱਕ ਕੀਤਾ ਕਿ ਯਾਰ ਇਹ ਕੀ, ਜਦੋਂ ਉਹ ਬੋਲ ਆਉਂਦਾ ਨਾ ਕਿ ਮਾਂਡਲੇ ਦੀ ਪੁੱਛ ਜੇਲ੍ਹ 'ਚੋਂ, ਉਹ ਗੀਤ ਹੈ ਨਾ, ਕਹਿੰਦੇ ਗੋਰਿਆਂ ਮੁਕੱਦਮਾ ਕਰਿਆ ਭਗਤ ਸਿੰਘ ਸੂਰਮੇ 'ਤੇ, ਦਫਾ ਲਾ ਕੇ ਤੇ 302 ਦੀ ਫਾਂਸੀ ਵਾਲੀ ਸਜ਼ਾ ਕਰਤੀ। ਗੋਰੇ ਜੱਜ ਨੇ ਸੁਣਾ ਦਿੱਤਾ ਫੈਸਲਾ, ਸੁਣ ਬੋਲੇ ਸੂਰਮਾ ਮੱਖਣਾ, ਦੇਸ਼ ਨੂੰ ਪਿਆਰਾ ਜਿੰਦ ਤੋਂ ਅਸੀਂ ਰੱਖਣਾ। ਇਹਦੇ 'ਚ ਦੁਹਰਾ ਆਉਂਦਾ। ਜੇ ਤੁਸੀਂ ਇਹ ਗੀਤ ਨੂੰ ਸੁਣੋ ਤਾਂ ਗੱਡੀ ਵਾਂਗ ਸ਼ੁਕ ਆਉਂਦੀ ਹੈ। ਮੇਰੇ ਕੋਲ ਹੈ ਨਹੀਂ ਸ਼ਾਇਦ ਇਸ ਵਕਤ, ਤੁਸੀਂ ਸੁਣੋ। ਕਹਿੰਦੇ ਗੋਰਿਆਂ ਮੁਕੱਦਮਾ ਕਰਿਆ ਭਗਤ ਸਿੰਘ ਸੂਰਮੇ 'ਤੇ, ਦਫਾ ਲਾ ਕੇ ਐ 2 ਵਾਰੀ ਕਹਿੰਦੇ ਗੋਰਿਆਂ। ਇਹਦੇ 'ਚ ਅੱਗੇ ਚੱਲ ਕੇ ਆਉਂਦਾ ਕਿ ਹੱਕ ਪੈ ਗਈ ਕਿਸ਼ਨ ਸਿੰਘ ਬਾਪ ਨੂੰ, ਲਾਲ ਨਾਲ ਮੁਲਾਕਾਤ ਦੇਵੇ ਹੌਸਲਾ ਪਲੋਸੇ ਸਿਰ ਲਾਲ ਦਾ, ਡੋਲ ਨਾ ਤੂੰ ਜਾਈ ਬੱਚਿਆ, ਰੀਤ ਆਪਣੀ
ਰੀਤ ਆਪਣੀ ਦੇਸ਼ ਲਈ ਮਰਨਾ। ਮਾਂਡਲੇ ਦੀ ਪੁੱਛ ਜੇਲ੍ਹ ਤੋਂ, ਮਾਂਡਲੇ ਦੀ ਪੁੱਛ ਜੇਲ੍ਹ ਤੋਂ, ਜਿੱਥੇ ਤੇਰਾ ਸੀ ਅਜੀਤ ਸਿੰਘ ਚਾਚਾ, ਦੇਸ਼ ਲਈ ਸ਼ਹੀਦ ਹੋ ਗਿਆ ਹੱਸ ਕੇ, ਕੌਮ ਲਈ ਕਿੰਝ ਮਰਨਾ ਗਿਆ ਦੱਸ ਕੇ। ਮਸਲਨ ਭਗਤ ਸਿੰਘ ਦੀ ਮੌਤ ਦੇ ਵਕਤ ਜਿਹੜਾ ਸੀਨ ਰਚਿਆ ਗਿਆ ਸਾ ਕਿਸ਼ਨ ਸਿੰਘ ਦਾ, ਉਹਨਾਂ ਦੇ ਪਿਤਾ ਦਾ ਭਗਤ ਸਿੰਘ ਦੇ ਨਾਲ, ਤਾਂ ਉਸ ਵਕਤ ਜਾਣੀ ਭਗਤ ਸਿੰਘ ਦਾ ਬਾਪ ਸਰਦਾਰ ਕਿਸ਼ਨ ਸਿੰਘ ਭਗਤ ਸਿੰਘ ਨੂੰ ਕਹਿ ਰਿਹਾ ਕਿ ਡੋਲ ਨਾ ਤੂੰ ਜਾਈ ਬੱਚਿਆ, ਰੀਤ ਆਪਣੀ ਦੇਸ਼ ਲਈ ਮਰਨਾ। ਮਾਂਡਲੇ ਦੀ ਪੁੱਛ ਜੇਲ੍ਹ ਚੋਂ, ਜਿੱਥੇ ਤੇਰਾ ਸੀ ਅਜੀਤ ਸਿੰਘ ਚਾਚਾ, ਦੇਸ਼ ਲਈ ਸ਼ਹੀਦ ਹੋ ਗਿਆ ਹੱਸ ਕੇ, ਕੌਮ ਲਈ ਕਿੰਝ ਮਰਨਾ ਗਿਆ ਦੱਸ ਕੇ। ਸੋ ਇੱਥੇ ਹੁਣ ਕਿ ਭਾਈ ਤੇਰਾ ਚਾਚਾ ਮਾਂਡਲੇ ਜੇਲ੍ਹ 'ਚ ਸ਼ਹੀਦ ਹੋ ਗਿਆ, ਉਹ ਸ਼ਹੀਦ ਨਹੀਂ ਹੋਇਆ, ਉਹ ਉੱਥੋਂ ਜਲਾਵਤਨ ਹੋ ਗਿਆ ਸੀ। 1907 'ਚ ਤਾਂ ਰਿਹਾ ਕਰਦਾ, ਉਸ ਤੋਂ ਬਾਅਦ ਮਾਂਡਲੇ ਜੇਲ੍ਹ ਦੇ ਵਿੱਚੋਂ ਰਿਹਾ ਹੋ ਗਿਆ, ਫਿਰ ਗੋਰਿਆਂ ਨੇ ਉਸ ਨੂੰ ਜਲਾਵਤਨ ਕਰ ਦਿੱਤਾ। ਉਹ ਪੂਰੀ ਦੁਨੀਆ 'ਚ ਘੁੰਮਦਾ ਰਿਹਾ ਸਾ ਅਜੀਤ ਸਿੰਘ, ਦੇਸ਼ ਨਹੀਂ ਵੜਨ ਦਿੱਤਾ ਇਹਨਾਂ ਨੇ। ਬਰਲਨ ਰੇਡੀਓ ਤੋਂ ਉਹ ਇੱਕ ਉਹਦਾ ਦੋਸਤ ਸੀ, ਉਹਦਾ ਨਾਂ ਸ਼ੁਦਾਈ ਜਾਂ ਸ਼ਾਇਦਾ ਆਉਂਦਾ, ਉਹਦਾ ਤਖੱਲਸ ਸੀ। ਇਹ ਦੋਨੇ ਰੇਡੀਓ ਕਰਦੇ ਹੁੰਦੇ ਸੀ। ਮਤਲਬ ਹੋਇਆ ਇਹ ਸੀ ਕਿ ਭਗਤ ਸਿੰਘ ਦਾ ਚਾਚਾ ਸਰਦਾਰ ਅਜੀਤ ਸਿੰਘ ਨੇ ਸ਼ਹਾਦਤ ਨਹੀਂ ਸੀ ਪ੍ਰਾਪਤ ਕੀਤੀ, ਇਹਦਾ ਇੱਕ ਚਾਚਾ ਸਵਰਨ ਸਿੰਘ ਸੀ। ਉਹ ਮੇਰੇ ਖਿਆਲ ਜੇ ਮੈਂ ਗਲਤ ਨਹੀਂ 1910 ਦੇ ਵਿੱਚ ਸਵਰਨ ਸਿੰਘ ਦੀ ਮੌਤ ਹੋ ਜਾਂਦੀ ਹੈ, ਤਸ਼ੱਦਦ ਉਸਨੇ ਵੀ ਝੱਲਿਆ ਸੀ, ਉਸ ਦੀ ਮੌਤ ਹੋ ਜਾਂਦੀ ਹੈ। ਉਹ ਚਾਚੇ ਦੀ ਜ਼ਰੂਰ ਡੈਥ ਹੋਈ ਸੀ, ਪਰ ਸਰਦਾਰ ਅਜੀਤ ਸਿੰਘ ਦੀ ਨਹੀਂ। ਪਰ ਇਹ ਗੀਤ ਤੁਹਾਨੂੰ ਪਤਾ ਹੈ ਕਿ ਹਰ ਪੰਜਾਬੀ ਦੀ ਜ਼ੁਬਾਨ 'ਤੇ ਹੈ, ਗੱਡੀ ਕਾਵਿ ਦੇ ਵਿੱਚ ਲਿਖਿਆ ਹੋਇਆ ਇਹ ਗੀਤ ਹੈ। ਸੋ ਅਸੀਂ ਕਈ ਵਾਰੀ ਇਸ ਤਰ੍ਹਾਂ ਟਪਲਾ ਖਾ ਜਾਂਦੇ ਹਾਂ। ਸੋ ਗੀਤਕਾਰ, ਗਾਇਕ, ਸਾਹਿਤਕਾਰ ਵੀ ਟਪਲਾ ਖਾ ਜਾਂਦੇ ਨੇ। ਇਸ ਵਕਤ ਆਪਣੇ ਨਾਲ ਇੱਕ ਸਰੋਤੇ ਜੁੜੇ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਅਤੇ ਫਿਰ ਤੁਹਾਨੂੰ ਗੀਤ ਸੁਣਾਉਂਦੇ ਹਾਂ ਇੱਕ ਅੱਧਾ ਭਗਤ ਸਿੰਘ ਦੇ ਬਾਰੇ। ਸੋ ਇਸ ਕਰਕੇ ਇਸ ਅੰਗਰੇਜ਼ ਅੰਦੋਲਨ ਦੇ ਉੱਤੇ ਇਹ ਭਾਰਤੀਆਂ ਦੀ ਪਹਿਲੀ ਜਿੱਤ ਸੀ। ਸਵਾਗਤ ਬਾਈ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਆਨ 에ਅਰ ਆ ਚੁੱਕੇ ਹੋ, ਕੌਣ ਬੋਲ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਟੋਨਾ ਸਾਹਿਬ ਮੈਂ ਪੁੱਛਣਾ ਸੀ, ਅੱਜ ਜਿਹੜੇ ਫਾਰਮਰ ਪ੍ਰੋਟੈਸਟ ਕਰਦੇ ਸੀ ਪਟਿਆਲੇ, ਸਾਡੇ ਇੱਧਰ ਦੁਆਬੇ 'ਚੋਂ ਵੀ ਕਾਫੀ ਗਿਆ ਸੀ, ਜਿਹੜੀ ਜ਼ਮੀਨ ਐਕਵਾਇਰ ਕਰ ਰਹੇ ਆਪਣਾ ਜਿਹੜਾ ਹਾਈਵੇ ਬਣਨਾ ਜੰਮੂ ਕਟੜਾ, ਕਹਿੰਦੇ ਵੀ ਪੂਰੀ ਜਿਹੜਾ ਕਿਸਾਨਾਂ ਨੂੰ ਦੇ ਨਹੀਂ ਰਹੀ ਰੇਟ। ਇਹ ਤਾਂ ਮੇਰੇ ਖਿਆਲ ਸੈਂਟਰ ਦਾ ਹੋਣਾ ਜਿਹੜਾ ਉਹਨਾਂ ਨੂੰ ਜ਼ਮੀਨ ਦਾ ਜੋ ਵੀ ਰੇਟ ਮੰਗ ਰਹੇ ਆ, ਕਹਿੰਦੇ ਵੀ ਜੋ ਐਕਵਾਇਰ ਆ। ਤੇ ਇਹ ਪ੍ਰੋਟੈਸਟ ਤੇ ਪਟਿਆਲੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਬਾਹਰ ਕਰ ਰਹੇ, ਇਹਦਾ ਕੀ ਚੱਕਰ ਆ? ਜੀ ਮਿਹਰਬਾਨੀ, ਥੈਂਕ ਯੂ, ਗੱਲ ਕਰਦੇ ਹਾਂ ਬਾਈ ਜੀ, ਮਿਹਰਬਾਨੀ। ਸੋ ਇਹ ਜਿਹੜਾ ਕੋਰੀਡੋਰ ਬਣਨਾ ਨਾ ਦਿੱਲੀ ਤੋਂ ਲੈ ਕੇ ਕਸ਼ਮੀਰ ਤੱਕ ਜਾਣਾ, ਇਹਦੇ ਵਾਸਤੇ ਪ੍ਰੋਟੈਸਟ ਉੱਠਣ ਦਾ ਕਾਰਨ ਦੇਖੋ, ਜੋ ਰੇਟ ਹੈ ਉਹ ਤਾਂ ਤੈਅ ਹੁੰਦਾ ਹੀ ਹੈ ਸਰਕਾਰਾਂ ਦਾ, ਥੈਂਕ ਯੂ। ਪਰ ਇਹਦੇ ਵਿੱਚ ਪ੍ਰੋਬਲਮ ਇਹ ਹੈ ਕਿ ਹਾਲੀਆ ਜਿਹੜੇ ਬਿੱਲ ਆਏ ਨੇ, ਉਹਨਾਂ ਬਿੱਲਾਂ ਦੇ ਕਾਰਨ ਇਸ ਦਾ ਜਿਹੜਾ ਵਿਰੋਧ ਬਹੁਤ ਵੱਡੇ ਪੱਧਰ 'ਤੇ ਹੋਇਆ। ਜ਼ਮੀਨ ਪ੍ਰੋਜੈਕਟ ਇਹ ਸੈਂਟਰ ਦਾ, ਪਰ ਜ਼ਮੀਨ ਪੰਜਾਬ ਸਰਕਾਰ ਦੇ ਰਾਹੀਂ ਅਕਵਾਇਰ ਕੀਤੀ ਜਾਂਦੀ ਹੁੰਦੀ ਹੈ ਸੈਂਟਰ ਦੀਆਂ ਪਾਲਿਸੀ ਦੇ ਵਿੱਚ, ਜਿਸ ਕਰਕੇ ਰੇਟ ਨੂੰ ਤਾਂ ਲੈ ਕੇ ਚਲੋ ਜਿਹੜਾ ਰੌਲਾ ਉਹ ਤਾਂ ਅਦਾਲਤਾਂ 'ਚ ਹੁੰਦਾ ਜਾਂਦਾ, ਪਰ ਕਿਸਾਨ ਭਾਰਤ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਦੇ ਵਿੱਚ ਇਸ ਜਿਹੜਾ ਕੋਰੀਡੋਰ ਬਣ ਜਾ ਰਿਹਾ ਉਸ ਦਾ ਜ਼ਿਆਦਾ ਵਿਰੋਧ ਕਰ ਰਹੇ ਨੇ। ਅਤੇ ਆਓ ਸੁਣਦੇ ਹਾਂ ਸਾਹਿਬ ਭਗਤ ਸਿੰਘ ਹੋਰਾਂ ਬਾਰੇ। ਗੁਰਦਾਸ ਮਾਨ ਦਾ ਗੀਤ ਲੱਭਿਆ ਮੈਨੂੰ, ਮੇਰੇ ਕੋਲ ਅਜੇ ਗੀਤਾਂ ਦੀ ਲਿਸਟ ਘੱਟ ਹੈ ਅਤੇ ਮੇਰੇ ਇਸ ਪ੍ਰੋਗਰਾਮ ਦੇ ਅੱਗੜ ਪਿਛੜ ਕਈ ਗੀਤ ਚਲੇ ਜਾਂਦੇ ਨੇ ਜਿਹੜੇ ਮੈਨੂੰ ਵੀ ਪਸੰਦ ਨਹੀਂ, ਮੇਰੇ ਵੀ ਮਿਆਰ ਦੇ ਨਹੀਂ, ਕਿਉਂਕਿ ਪ੍ਰੋਗਰਾਮ ਸਰਵਰ ਤੋਂ ਚੱਲਦਾ, ਇਸ ਕਰਕੇ ਮੈਂ ਮਾफ़ੀ ਚਾਹਾਂਗਾ। ਥੋੜ੍ਹੇ ਦਿਨ ਦਿਓ, ਹੌਲੀ ਹੌਲੀ ਕੰਮ ਸੈੱਟ ਕਰਦੇ ਹਾਂ, ਅਤੇ ਇਸ ਕਰਕੇ ਅਜੇ ਉਹ ਜੇ ਕੋਈ ਇਸ ਤਰ੍ਹਾਂ ਦਾ ਗੈਰ ਮਿਆਰੀ ਗੀਤ ਚੱਲਦਾ ਉਹਦੇ ਲਈ ਮੈਂ ਤੁਹਾਡੇ ਤੋਂ ਮਾफ़ੀ ਵੀ ਚਾਹੁੰਦਾ। ਅਤੇ ਆਓ ਸੁਣਦੇ ਹਾਂ ਸਾਹਿਬ ਭਗਤ ਸਿੰਘ ਬਾਰੇ ਬੋਲ। ਬਿਲਕੁਲ, ਉਹ ਕਹਿੰਦੇ ਆ ਨਾ ਕਿ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ। ਸੋ ਇਹਨਾਂ ਸੰਘਰਸ਼ੀ ਲੋਕਾਂ ਨੇ, ਇਹਨਾਂ ਸ਼ਹਾਦਤਾਂ ਨੇ ਕੌਮ ਨੂੰ ਜਿਹੜੀਆਂ ਹਯਾਤੀਆਂ ਜ਼ਿੰਦਗੀਆਂ ਬਖਸ਼ੀਆਂ ਨੇ। ਅਤੇ ਇਸ ਦੌਰਾਨ ਕੁਝ ਖਬਰਾਂ ਦੀ ਅਪਡੇਟ ਕਰੀਏ ਕਿ ਜਿਸ ਤਰ੍ਹਾਂ ਭਾਰਤ ਸਰਕਾਰ ਲਗਾਤਾਰ ਤੇਲ ਦੇ ਰੇਟ ਵਧਾ ਰਹੀ ਹੈ, ਇਸ ਦੌਰਾਨ ਇਸ ਦਾ ਭਾਰਤ ਭਰ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਤੇਲ, ਪੈਟਰੋਲ ਅਤੇ ਡੀਜ਼ਲ ਭਾਵੇਂ ਕਰੋਨਾ ਦੇ ਕਾਰਨ ਵਿਸ਼ਵ ਦੇ ਵਿੱਚ ਮੰਦਾ ਪਿਆ ਕਿਉਂਕਿ ਖਪਤ ਘਟੀ ਹੈ, ਪਰ ਭਾਰਤ ਦੇ ਵਿੱਚ ਤੇਲ ਜਿਹੜਾ ਹੈਗਾ ਬੜਾ ਵੱਧ ਰਿਹਾ। ਇਸ ਦੇ ਵਿਰੋਧ ਦੇ ਵਿੱਚ ਕਾਂਗਰਸ ਪਾਰਟੀ ਨੇ ਲੋਕਾਂ ਨੂੰ ਸੱਦਾ ਦਿੱਤਾ। ਪੈਟਰੋਲ ਦੀਆਂ ਕੀਮਤਾਂ ਦੇ ਖਿਲਾਫ ਕਾਂਗਰਸੀਆਂ ਨੇ ਦੇਸ਼ ਭਰ ਦੇ ਵਿੱਚ ਸੱਤਿਆਗ੍ਰਹਿ ਚਲਾਉਣ ਦਾ ਐਲਾਨ ਕੀਤਾ, ਜਿਸ ਦੇ ਵਿੱਚ ਅੱਜ ਸ਼ੁੱਕਰਵਾਰ ਨੂੰ ਇੱਕ ਪਾਸੇ ਤਾਂ ਜਿਹੜਾ ਕਾਂਗਰਸ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਦਾ ਕਿਸਾਨ ਅਧਿਕਾਰ ਦਿਵਸ ਮਨਾ ਰਹੀ ਹੈ, ਦੂਜੇ ਬੰਨੇ ਇਸ ਦੇ ਅਧੀਨ ਉਹਨਾਂ ਨੇ ਰਾਜਪਾਲਾਂ ਨੂੰ ਮੰਗ ਪੱਤਰ ਸੌਂਪਣ ਦਾ ਐਲਾਨ ਕੀਤਾ। ਇਸੇ ਦੌਰਾਨ ਰਾਹੁਲ ਗਾਂਧੀ ਦੀ ਪਾਰਟੀ ਦੇ ਜਿਹੜੇ ਨੇਤਾ ਨੇ, ਕਾਂਗਰਸ ਦੇ ਨੇਤਾ ਨੇ ਪ੍ਰਿਅੰਕਾ ਵਾਡਰਾ, ਉਹਨਾਂ ਨੇ ਦਿੱਲੀ ਦੇ ਵਿੱਚ ਰਾਜਪਾਲ ਦਾ ਘਿਰਾਓ ਕਰਨ ਦੇ ਲਈ ਜਿਹੜਾ ਪ੍ਰਦਰਸ਼ਨ ਸੀ ਉਸ ਦੇ ਵਿੱਚ ਸ਼ਾਮਲ ਹੋਏ। ਚੰਡੀਗੜ੍ਹ ਦੇ ਵਿੱਚ ਵੀ ਕਾਂਗਰਸੀ ਵਰਕਰਾਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਠੰਡੇ ਪਾਣੀ ਦੀਆਂ ਬੁਛਾਰਾਂ ਮਾਰ ਕੇ ਉਹਨਾਂ ਨੂੰ ਵੀ ਜਿਹੜਾ ਹੈਗਾ ਕਾਫੀ
ਝੰਬਿਆ। ਇਸ ਦੌਰਾਨ ਕੁਝ ਕੁ ਲੋਕਾਂ ਦੇ ਹਲਕੀ ਸੱਟ ਪੇਟ ਵੀ ਲੱਗੀ ਹੈ। ਸੋ ਦਿੱਲੀ ਦੇ ਇਹਨਾਂ ਪ੍ਰਦਰਸ਼ਨਾਂ ਦੇ ਦੌਰਾਨ ਆਮ ਆਦਮੀ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਈ ਨੇਤਾ ਅਲਕਾ ਲਾਂਬਾ ਦੇ ਵੀ ਹਲਕੀ ਸੱਟ ਲੱਗੀ ਹੈ, ਜ਼ਖਮ ਆਇਆ ਉਹਨਾਂ ਦੇ ਹੱਥ 'ਤੇ ਇਸ ਖਿੱਚੋਤਾਣ ਦੇ ਦੌਰਾਨ। ਅਤੇ ਇਹ ਕਾਂਗਰਸ ਪਾਰਟੀ ਵੱਲੋਂ ਪੈਟਰੋਲ ਦੀਆਂ ਕੀਮਤਾਂ, ਡੀਜ਼ਲ ਦੀਆਂ ਕੀਮਤਾਂ ਦੇ ਵਿਰੋਧ ਦੇ ਵਿੱਚ ਇਹ ਧਰਨੇ ਮੁਜ਼ਾਹਰੇ ਕੀਤੇ ਗਏ ਨੇ। ਅੱਜ ਚੰਡੀਗੜ੍ਹ ਦੇ ਵਿੱਚ ਵੀ ਕਾਫੀ ਵਾਟਰ ਕੈਨਨ ਦਾ ਇਸਤੇਮਾਲ ਇਹਨਾਂ ਮੁਜ਼ਾਹਰਾਕਾਰੀਆਂ 'ਤੇ ਹੋਇਆ। ਸੋ ਇੰਡੋਨੇਸ਼ੀਆ ਤੋਂ ਵੀ ਮੰਦਭਾਗੀਆਂ ਖਬਰਾਂ ਆ ਰਹੀਆਂ ਨੇ। ਕੁਦਰਤ ਵੀ ਕਈ ਜਗ੍ਹਾ ਅੱਜ ਕੱਲ੍ਹ ਕਹਿਰਵਾਨ ਹੁੰਦੀ ਹੈ। ਸੋ ਜਿਸ ਦੇ ਮੱਦੇਨਜ਼ਰ ਇੰਡੋਨੇਸ਼ੀਆ ਦੇ ਵਿੱਚ ਆਏ ਭੂਚਾਲ ਦੇ ਕਾਰਨ 35 ਲੋਕਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈ। ਇਸ ਦੌਰਾਨ ਜਿਹੜੀ ਅਪਡੇਟ ਮੰਦਭਾਗੀ ਆ ਰਹੀ ਹੈ ਕਿ ਭੂਚਾਲ ਦੇ ਕਾਰਨ ਇਹ ਜਿਹੜੀਆਂ ਇੰਡੋਨੇਸ਼ੀਆ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ 35 ਮੌਤਾਂ ਹੋਈਆਂ ਨੇ। ਅਤੇ ਇਸ ਦੇ ਨਾਲ ਮੌਸਮ ਜਿਹੜਾ ਹੈਗਾ ਲਗਾਤਾਰ ਕਹਿਰਵਾਨ ਹੋ ਰਿਹਾ। ਸੋ ਇਸ ਮੌਸਮ ਦੇ ਮੱਦੇਨਜ਼ਰ ਠੰਡ ਨੇ ਜਿਹੜਾ ਅੱਜ ਭਾਵੇਂ ਪੰਜਾਬ ਦੇ ਵਿੱਚ ਹਲਕੀ ਧੁੱਪ ਨਿਕਲੀ ਹੈ, ਪਰ ਇਸ ਦੇ ਨਾਲ ਫਿਰ ਵੀ ਜਿਹੜਾ ਕਾਫੀ ਲੋਕਾਂ ਨੂੰ, ਖਾਸ ਕਰਕੇ ਸੰਘਰਸ਼ ਕਰਨ ਵਾਲੇ ਲੋਕ ਕਾਫੀ ਪਰੇਸ਼ਾਨੀ ਦੇ ਵਿੱਚ ਨੇ। ਇੰਡੋਨੇਸ਼ੀਆ ਦੇ ਵਿੱਚ ਆਏ ਇਸ ਭੂਚਾਲ ਦੇ ਵਿੱਚ 34 ਲੋਕਾਂ ਦੀ ਮੌਤ ਹੋਈ ਹੈ। ਰੈਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 6.2 ਮਾਪੀ ਗਈ ਹੈ ਅਤੇ 600 ਤੋਂ ਵੱਧ ਲੋਕ ਇਸ ਦੇ ਵਿੱਚ ਜ਼ਖਮੀ ਹੋਏ ਨੇ। ਇਸ ਵਕਤ ਜਿਸ ਤਰ੍ਹਾਂ ਆਪਾਂ ਗੱਲਬਾਤ ਪਿਛਲੇ ਦਿਨ ਹੀ ਅਪਡੇਟ ਕੀਤੀ ਸੀ, ਉਹਦੀ ਵੀ ਅਪਡੇਟ ਤੁਹਾਡੇ ਦੇਵਾਂਗੇ। ਇੰਡੋਨੇਸ਼ੀਆ ਦੇ ਵਿੱਚ ਆਏ ਇਸ ਭੂਚਾਲ ਦੇ ਵਿੱਚ 35 ਲੋਕ ਮਾਰੇ ਗਏ ਨੇ। ਸੁਲੇਵਾਸੀ ਟਾਪੂ ਦੇ ਵਿੱਚ ਇਹ ਭੂਚਾਲ ਆਇਆ, ਜਿਸ ਦੇ ਵਿੱਚ 600 ਦੇ ਕਰੀਬ ਲੋਕ ਜ਼ਖਮੀ ਹੋਏ ਨੇ। ਅੱਧੀ ਰਾਤ ਤੋਂ ਬਾਅਦ ਭੂਚਾਲ ਆਉਣ ਕਾਰਨ ਜ਼ਿਆਦਾ ਨੁਕਸਾਨ ਹੋਇਆ। ਅਜੇ ਹੋਏ ਮਾਲੀ ਅਤੇ ਜਾਨੀ ਨੁਕਸਾਨ ਦੇ ਪੂਰੇ ਅੰਦਾਜ਼ੇ ਵੀ ਬਾਹਰ ਨਹੀਂ ਆ ਰਹੇ। ਮੀਡੀਆ ਰਿਪੋਰਟਾਂ ਦੇ ਮੁਤਾਬਕ 300 ਘਰਾਂ ਦਾ ਨੁਕਸਾਨ ਹੋ ਚੁੱਕਾ। ਬਿਜਲੀ ਅਤੇ ਟੈਲੀਫੋਨ ਲਾਈਨਾਂ ਕੱਟ ਗਈਆਂ ਨੇ। ਗਵਰਨਰ ਦਾ ਘਰ ਵੀ ਢਹਿ ਗਿਆ ਅਤੇ ਸੁਨਾਮੀ ਦਾ ਫਿਲਹਾਲ ਕੋਈ ਖਤਰਾ ਨਹੀਂ ਹੈ। ਇਸ ਵਕਤ ETT ਟੈਟ ਪਾਸ ਜਿਹੜੇ ਅਧਿਆਪਕ ਸੀਗੇ, ਉਹਨਾਂ ਨਾਲ ਸੰਬੰਧਿਤ ਅਪਡੇਟ ਦਾ ਸਵੇਰੇ ਜ਼ਿਕਰ ਕੀਤਾ ਸੀ ਕੋਈ ਸੱਜਣਾ ਨੇ, ਅਤੇ ਉਸ ਸੰਬੰਧੀ ETT ਟੈਟ ਪਾਸ ਜਿਹੜੇ ਅਧਿਆਪਕ ਦਾ ਟੈਸਟ ਦੇ ਵਿੱਚ ਬੇਨਿਯਮੀਆਂ ਹੋ ਰਹੀਆਂ ਨੇ, ਉਸ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਪਟਿਆਲਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਬਿਲਕੁਲ ਲਾਗੇ ਮਹਾਰਾਜਾ ਮਹਿੰਦਰ ਸਿੰਘ ਦੁਆਰਾ ਬਣਾਏ ਗਏ ਮਹਿੰਦਰਾ ਕਾਲਜ ਦੀ ਟੈਂਕੀ 'ਤੇ ਚੜ੍ਹੇ ਮਹੇਸ਼ ਅਤੇ ਗੁਰਭੇਜ ਨਾਂ ਦੇ ਨੌਜਵਾਨਾਂ ਨਾਲ ਆਪਾਂ ਜ਼ਿਕਰ ਕੀਤਾ ਸੀ। ਸੋ ਇਹ ਨੌਜਵਾਨ ਜਿਹੜਾ ਸੀਗਾ ਮਨੋਜ ਬਿਮਾਰ ਵੀ ਹੋਇਆ ਸੀ। ਇਸ ਵਕਤ ਇਸ ਯੂਨੀਅਨ ਦੇ ਆਗੂ ਆਪਣੇ ਨਾਲ ਜੁੜੇ ਨੇ। ਬਾਈ ਜੀ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ। ਸਮਾਂ ਅਤੇ ਜਿਹੜਾ ਤੁਹਾਡੇ ETT ਵਾਲੇ ਸੰਘਰਸ਼ ਕਰ ਰਹੇ ਲੋਕ ਸੀ, ਕੀ ਸਮਝੌਤਾ ਆਪਸ ਦੇ ਵਿੱਚ ਹੋਇਆ ਅਤੇ ਉਹ ਜਿਹੜਾ ਨੌਜਵਾਨ ਬਿਮਾਰ ਸੀਗਾ ਉਹਦੀ ਸਿਹਤ ਹੁਣ ਕਿਸ ਤਰ੍ਹਾਂ? ਜੀ ਸਵਾਗਤ ਹੈ ਤੁਹਾਡਾ, ਗੱਲ ਕਰੋ ਪਲੀਜ਼। ETT ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਜਿਹੜਾ ਪ੍ਰੋਟੈਸਟ ਹੈ, ਸਾਡਾ ETT ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਜਿਹੜਾ ਪ੍ਰੋਟੈਸਟ ਹੈ ਉਹ ਲਗਾਤਾਰ ਸੰਗਰੂਰ ਦੇ ਵਿੱਚ DC ਆਫਿਸ ਦੇ ਬਾਹਰ ਚੱਲ ਰਿਹਾ ਹੈ। ਹੈਲੋ, ਹੋਲਡ ਰੱਖਣਾ ਸਰ ਇੱਕ ਸੈਕਿੰਡ। ਸਾਡਾ ਜ਼ਿੰਦਗੀ ਤਿਰੰਗਾ ਅਤੇ ਆਵਾਦੀਆਂ ਤਿਰੰਗਾ ਨੂੰ ਮਾਣਦੇ ਹੋ ਇਸ ਵਕਤ ਤੁਸੀਂ ਜੁੜੇ ਹੋ ਟਿਵਾਣਾ ਰੇਡੀਓ ਨਾਲ। ਆਪਣੇ ਨਾਲ ETT ਟੈਟ ਪਾਸ ਅਧਿਆਪਕ ਯੂਨੀਅਨ ਦੇ ਆਗੂ ਜੁੜੇ ਨੇ। ਹਾਂਜੀ ਬਾਈ ਜੀ, ਤੁਸੀਂ ਆਨਰ ਹੋ। ਜਿਹੜੇ ਉਹ ਬੱਚੇ ਦੋ ਸੰਘਰਸ਼ ਕਰ ਰਹੇ ਟੈਂਕੀ 'ਤੇ ਚੜ੍ਹੇ ਸੀ, ਅਤੇ ਕੀ ਸਮਝੌਤਾ ਸਰਕਾਰ ਨਾਲ ਆਪਸ ਦੇ ਵਿੱਚ ਹੋਇਆ? ਅਪਡੇਟ ਦਿਓ ਪਲੀਜ਼ ਸਮਾ ਸਾਹਿਬ ਜੀ। ETT ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਦੋ ਸਾਥੀ ਪਟਿਆਲੇ ਦੇ ਵਿੱਚ ਟੈਂਕੀ ਤੋਂ ਉੱਪਰ ਡਟੇ ਸੀ, ਜਿਹਦੇ ਵਿੱਚ ਇੱਕ ਸਾਥੀ ਮਨੋਜ ਫਿਰੋਜ਼ਪੁਰ, ਉਹਨਾਂ ਦੀ ਤਬੀਅਤ ਥੋੜੀ ਖਰਾਬ ਹੋ ਗਈ ਸੀ, ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਟੈਂਕੀ ਤੋਂ ਉਤਾਰਨਾ ਉਤਰਨਾ ਉਹਨਾਂ ਨੇ ਮੁਨਾਸਿਬ ਸਮਝਿਆ, ਕਿਉਂਕਿ ਯੂਨੀਅਨ ਜਿਹੜਾ ਅਗੇਂਸਟ ਜਾ ਕੇ ਜਿਹੜਾ ਉਹ ਟੈਂਕੀ ਤੇ ਚੜੇ ਸੀ ਪਹਿਲਾਂ ਤਾਂ, ਔਰ ਜਿਹੜਾ ਯੂਨੀਅਨ ਨੇ ਉਹਨਾਂ ਨੂੰ ਭਰੋਸੇ ਦੇ ਵਿੱਚ ਲਿਆ। ਔਰ ਹੁਣ ਲਗਾਤਾਰ ਸੰਗਰੂਰ DC ਆਫਿਸ ਦੇ ਬਾਹਰ ਜਿਹੜਾ ਪ੍ਰੋਟੈਸਟ ਚੱਲ ਰਿਹਾ, ਔਰ ਸਰਕਾਰ ਵੱਲੋਂ ਜਿਹੜਾ ਸਮਝੌਤਾ ਦਿੱਤਾ ਗਿਆ ਉਹ ਇਸ ਗੱਲ ਨੂੰ ਲੈ ਕੇ ਕਿ ਜਿਹੜਾ ਤੁਹਾਡੀਆਂ ਮੰਗਾਂ ਨੇ ਜਲਦੀ ਤੋਂ ਜਿਹੜੀ ਪੂਰੀਆਂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਜਿਹਨੂੰ ਲੈ ਕੇ ਪਰਸੋਂ ਲੋਹੜੀ ਵਾਲੇ ਦਿਨ ਮੀਟਿੰਗ ਵੀ ਕੀਤੀ ਗਈ ਸੀ। ਔਰ ਸਿੱਖਿਆ ਮੰਤਰੀ ਸਾਹਿਬ ਨੇ ਔਰ ਬੇਸਿਕ ਸਕੱਤਰ ਸਾਹਿਬ ਸੀ, ਉਹਨਾਂ ਨੇ ਗੱਲਬਾਤ ਸੁਣੀ ਸਿੱਖਿਆ ਮੰਤਰੀ ਸਾਹਿਬ ਨੇ, ਤੇ ਉਹਨਾਂ ਨੇ ਕਿਹਾ ਵੀ ਤੁਹਾਡੀ ਗੱਲ ਤੇ ਜਿਹੜਾ ਸੀ ਸਾਰਥਕ ਹੱਲ ਹੈ, ਜਿਹੜਾ ਸਾਰਥਕ ਸਿੱਟੇ ਤੇ ਪਹੁੰਚਾਂਗੇ। ਪਰ ਇਹ ਸਾਰਥਕ ਸਿੱਟੇ ਦਾ ਸਾਨੂੰ 2 ਦਿਨਾਂ ਦਾ 3 ਦਿਨਾਂ ਦਾ ਟਾਈਮ ਮੰਗਿਆ। 2-3 ਦਿਨ ਦੇ ਵਿੱਚ ਉਹਨਾਂ ਦਾ ਪਤਾ ਲੱਗੂਗਾ ਵੀ ਉਹ ਕੀ ਸਿੱਟਾ ਕਰਦੇ, ਜਿਹਦੇ 2 ਦਿਨ ਤਾਂ ਹੋ ਗਏ, 1 ਦਿਨ ਬਾਕੀ ਹੈ, ਪਤਾ ਲੱਗਦਾ ਵੀ ਕੀ ਸਾਰਥਕ ਹੱਲ ਕਰਦੇ ਆ। ਔਰ ਅੱਜ ਵੀ ਇਹ ਆਸ਼ਵਾਸਨ ਦਿੱਤਾ ਗਿਆ ਕਿ ਸਿੱਖਿਆ ਮੰਤਰੀ ਸਾਹਿਬ ਦੀ ਜਿਹੜੀ ਤੁਹਾਡੀ ਮੀਟਿੰਗ ਤੁਹਾਡੇ ਨਾਲ ਹੋਈ ਸੀ, ਔਰ ਉਹਨਾਂ ਵੱਲੋਂ ਵੀ ਇਹ ਭਰੋਸਾ ਦਵਾਇਆ ਗਿਆ ਕਿ 1-2 ਦਿਨਾਂ ਦੇ ਵਿੱਚ ਜਿਹੜਾ ਜੋ ਕੱਢਿਆ ਜਾਊਗਾ। ਅਗਰ ਸਾਰਥਕ ਹੱਲ ਨਹੀਂ ਕੱਢਿਆ ਜਾਂਦਾ, ਪ੍ਰੋਟੈਸਟ ਹੈ ਜਿਹੜਾ ਲਗਾਤਾਰ ਸੰਗਰੂਰ DC ਆਫਿਸ ਤੋਂ ਬਾਹਰ ਜਿਹੜਾ ਚੱਲ ਰਿਹਾ ਹੈ।
ਜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ। ਸੋ ETT ਟੈਟ ਪਾਸ ਅਧਿਆਪਕਾਂ ਨੇ ਕਿਉਂਕਿ ਮਨੋਜ ਦੀ ਜਿਹੜੀ ਸਥਿਤੀ ਸਰੀਰਕ ਤੌਰ 'ਤੇ ਕਾਫੀ ਖਰਾਬ ਹੋ ਚੁੱਕੀ ਸੀ, ਸੋ ਇਸ ਕਰਕੇ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਉਹ ਜਿਹੜੇ ਦੋਨੇ ਬੱਚੇ ਸੀਗੇ, ਨੌਜਵਾਨ ਸੀ, ਉਹ ਨੀਚੇ ਆ ਗਏ ਸੀ। ਪਰ ਇਹਨਾਂ ਦਾ ਸੰਗਰੂਰ ਦੇ ਵਿੱਚ ਸੰਘਰਸ਼ ਇਸ ਵਕਤ ਜਾਰੀ ਹੈ। ਲਓ ਜੀ ਆਖਰੀ ਕਾਲਰ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਔਨਰ ਹੋ? ਸਤਿ ਸ਼੍ਰੀ ਅਕਾਲ ਜੀ ਸਰ। ਹਾਂਜੀ, ਕੌਣ ਬੋਲ ਰਹੇ ਹੋ ਸਰ? ਗੁਰਧਿਆਨ ਬੋਲਦਾ ਸਰ, ਬਾਰਨ ਤੋਂ। ਗੁਰਧਿਆਨ ਸਿੰਘ ਸਾਬਕਾ ਫੌਜੀ, ਬਾਰਨ ਤੋਂ ਜੀ। ਗੁਰਧਿਆਨ ਸਿੰਘ ਜੀ, ਕੀ ਸਥਿਤੀ ਬਣ ਰਹੀ ਹੈ? ਆਲੇ ਦੁਆਲੇ ਕੀ ਚੱਲ ਰਿਹਾ ਜੀ? ਸਰ ਬਸ ਠੀਕ ਆ ਤਕਰੀਬਨ ਸਰ। ਹੁਣ ਤੱਕ ਬਹੁਤ ਬੁੱਧੀਜੀਵੀ ਬੈਠੇ ਨੇ ਜਿਹੜੇ ਅਗਲੇ ਡਿਸੀਜਨ ਲੈਣੇ ਵਾਲੇ ਨੇ। ਆਮ ਚਰਚਾਵਾਂ ਕੀ ਨੇ? ਕੁਛ ਜਿਸ ਤਰ੍ਹਾਂ ਤੁਸੀਂ ਫੋਰਸ ਨਾਲ ਸੰਬੰਧਿਤ ਰਹੇ ਹੋ, ਪੰਜਾਬ ਦਾ ਇੱਕ ਨੌਜਵਾਨ ਛੱਤੀਸਗੜ੍ਹ ਦੇ ਵਿੱਚ ਸੁਸਾਈਡ ਕਰ ਗਿਆ। ਕਾਫੀ ਪ੍ਰੈਸ਼ਰ ਹੁੰਦਾ ਜਵਾਨਾਂ 'ਤੇ ਵੀ, ਹੈ ਨਾ, ਪਰਿਵਾਰਾਂ ਤੋਂ ਦੂਰ, ਮੌਸਮ ਦਾ, ਮੌਤ ਦਾ, ਜਿਸ ਕਾਰਨ ਕਈ ਸੁਸਾਈਡ ਜਵਾਨਾਂ 'ਚ ਵੀ ਵਾਪਰਦੀ ਹੈ ਨਾ, ਜਾਂ ਅਫਸਰਾਂ ਵੱਲੋਂ ਕਈ ਵਾਰੀ ਜਾਤੀ। ਇਹ ਕੀ ਕਾਰਨ ਆ ਗੁਰਧਿਆਨ ਸਿੰਘ ਜੀ? ਤੁਸੀਂ ਲੰਮਾ ਸਮਾਂ ਫੌਜ 'ਚ ਰਹੇ ਹੋ, ਜਿਵੇਂ ਅੱਜ ਪੰਜਾਬ ਦਾ ਇੱਕ ਨੌਜਵਾਨ ਸੁਸਾਈਡ ਕਰ ਗਿਆ ਛੱਤੀਸਗੜ੍ਹ ਦੇ ਵਿੱਚ ਜੀ। ਸਰ ਚਲੋ ਹੁਣ ਆਪਾਂ ਸੁਸਾਈਡ ਤੇ ਲਈਏ, ਹੁਣ ਜਿਹੜੀਆਂ ਇਹ ਸਭ ਇਹ ਗੱਲਾਂ ਨੇ ਐਕਚੁਅਲ ਜੇ ਆਪਾਂ ਦੇਖੀ ਜਾਈਏ, ਜੇ ਹੁਣ ਪੂਰੇ ਵਰਲਡ ਦੇ ਵਿੱਚ ਜਿੱਥੇ ਤੱਕ ਮੈਨੂੰ ਮੱਤ ਆ, ਮੈਂ ਆਪਣੀ ਮੱਤ ਦੀ ਗੱਲ ਕਰਦਾ ਵੀ ਵਰਲਡ ਦੇ ਵਿੱਚ ਤਕਰੀਬਨ ਜੇ ਦੇਖਿਆ ਜਾਵੇ ਸਭ ਤੋਂ ਫਸਟ ਤਾਂ ਹੈਗਾ USA ਆਪਣਾ, ਤੇ ਸ਼ਾਇਦ ਇੰਡੀਆ ਮੇਰੇ ਹਿਸਾਬ ਨਾਲ ਸੈਕਿੰਡ ਆ ਸੁਸਾਈਡ ਕਰਨ ਦੇ ਵਿੱਚ। ਬਿਲਕੁਲ। ਇਹਦੇ ਵਿੱਚ ਟਵਾਣਾ ਸਾਹਿਬ ਜਿਹੜਾ USA ਆਪਣਾ ਕੰਟਰੀ ਆ, ਇਹਨਾਂ ਦੀਆਂ ਫੋਰਸਾਂ ਲੱਗੀਆਂ ਹੋਈਆਂ ਨੇ ਤਕਰੀਬਨ ਬਹੁਤ ਦੇਸ਼ਾਂ ਦੇ ਵਿੱਚ। ਜੇ ਮੈਂ ਗਲਤ ਨਾ ਹੋਵਾਂ, ਸ਼ਾਇਦ ਪਹਿਲਾਂ ਤਾਂ ਜਦੋਂ ਮੈਂ ਸਟੱਡੀ ਕਰੀ ਸੀ, ਕੋਈ ਹੋ ਗਿਆ ਤਕਰੀਬਨ 7-8 ਮਹੀਨੇ ਸਾਲ ਪਹਿਲਾਂ ਦੇਖਦੇ ਸੀ ਵੀ ਇਹ ਤਕਰੀਬਨ 35-40 ਆਲੇ ਦੇਸ਼ਾਂ ਦੇ ਵਿੱਚ ਘੁੰਮਦੇ ਸੀ। ਜਿਵੇਂ ਵੀ ਤੁਹਾਨੂੰ ਪਤਾ ਕਈ ਜਗ੍ਹਾ ਆਪਰੇਸ਼ਨ ਇਹਨਾਂ ਦੇ ਚੱਲ ਰਹੇ ਨੇ ਜੀ। ਹਾਂਜੀ ਹਾਂਜੀ ਹਾਂਜੀ। ਉਹਨਾਂ ਦੇ ਥੋੜੇ ਟੌਪਿਕ ਅਲੱਗ ਸੀ ਉਹਨਾਂ ਦੇ ਜਵਾਨਾਂ ਦੇ। ਉਹਨਾਂ ਦੇ ਸੀ ਵੀ ਚਲੋ ਠੀਕ ਆ, ਉਹ ਲੰਬਾ ਟਾਈਮ ਬਾਹਰ ਰਹਿ ਰਹੇ ਨੇ, ਚਾਹੇ ਬਗਦਾਦ 'ਚ ਨੇ ਚਾਹੇ ਇਰਾਕ 'ਚ ਨੇ, ਪਰ ਉਹਨਾਂ ਦੇ ਕਰਕੇ ਉਹ ਕਹਿੰਦੇ ਵੀ ਠੀਕ ਆ, ਉਹ ਲੋਕ ਚਲੋ ਥੋੜੇ ਆਪਣੇ ਨਾਲੋਂ ਐਡਵਾਂਸ ਵੀ ਨੇ। ਉਹ ਸੋਚਦੇ ਨੇ ਵੀ ਸ਼ਾਇਦ ਸਾਡੀਆਂ ਫੈਮਿਲੀਜ਼ ਵੀ ਨਾਲ ਹੋਣੀ ਚਾਹੀਦੀਆਂ ਜਾਂ ਸਾਰਾ ਕੁਛ ਵੀ ਲਾ ਲਓ। ਉਹਨਾਂ ਨੂੰ ਸਹੂਲਤਾਂ ਵੀ ਸਾਡੇ ਫੌਜੀਆਂ ਨਾਲੋਂ ਜ਼ਿਆਦਾ, ਫੈਮਿਲੀ ਜਾਂ ਹੋਰ ਉਹਨਾਂ ਦੇ ਮਤਲਬ ਕਾਫੀ ਉਹਨਾਂ ਨੂੰ ਐਂਟਰਟੇਨ ਕਰਵਾਇਆ ਜਾਂਦਾ ਹੈ ਜੀ। ਹਾਂਜੀ ਹਾਂਜੀ ਸਰ। ਤੇ ਜਿਹੜਾ ਆਪਣਾ ਨਾ ਟਵਾਣਾ ਸਾਹਿਬ, ਆਪਣੀ ਇਹ ਆ ਵੀ ਕਿ ਆਪਣੇ ਤਾਂ ਇੱਕ ਚਾਰੇ ਪਾਸੇ ਤੋਂ ਨਾ ਇੱਕ ਘੇਰਿਆ ਜਾਂਦਾ ਜਵਾਨ ਨੂੰ ਜੀ, ਦੇਖਿਆ ਜਾਵੇ। ਜਿਹੜਾ ਇਹਦੇ ਵਿੱਚ ਆਇਆ ਚਲੋ ਜਾਂ ਤਾਂ ਜਵਾਨ ਘਿਰਦੇ ਨੇ, ਜਾਂ ਚਲੋ ਜਵਾਨ ਤਾਂ ਨਹੀਂ ਇੰਨੀ ਛੇਤੀ ਘਿਰ ਸਕਦੇ, ਕਿਉਂਕਿ ਜਦੋਂ ਕੋਈ ਰਸਤਾ ਇੰਨਾ ਬੰਦ ਹੋਵੇ, ਕਿਉਂਕਿ ਇੱਕ ਤਾਂ ਆਪਾਂ ਤੋਂ ਜਦੋਂ ਐਜੂਕੇਸ਼ਨ ਖੋਹ ਲਈ ਜਾਵੇ ਜਾਂ ਹੋਰ ਸਹੂਲਤਾਂ, ਫਿਰ ਆਟੋਮੈਟਿਕਲੀ ਕਲੀਅਰ ਹੋ ਜਾਂਦਾ ਵੀ ਹਾਂ ਯਾਰ ਸਾਨੂੰ ਫੈਸਿਲਿਟੀਆਂ ਕੀ ਨੇ ਜਾਂ ਕੀ ਨੇ। ਕਾਰਨ ਵੀ ਤੁਸੀਂ ਵੇਖੋ ਕਿ ਜਦੋਂ ਪੰਜਾਬ ਦੇ ਵਿੱਚ ਪੌਂਟੀ ਚੱਡਾ ਦਾ ਸਿੱਕਾ ਚੱਲਦਾ ਸੀ, ਕੈਪਟਨ ਸਾਹਿਬ ਦੀ 2007 ਦੀ ਸਰਕਾਰ ਸੀਗੀ, ਤੁਸੀਂ ਵੇਖੋ ਕਿ ਫੌਜੀਆਂ ਦਾ ਕੀ ਹੁੰਦਾ, 6 ਬੋਤਲਾਂ ਰੰਮ ਦੀਆਂ ਮਿਲਦੀਆਂ ਸੀਗੀਆਂ। ਉਹ ਵੀ ਪੌਂਟੀ ਚੱਡਾ ਦੇ ਕਹਿਣ ਤੇ ਕਪਤਾਨ ਸਰਕਾਰ ਨੇ 6 ਤੋਂ 4 ਕਰ ਦਿੱਤੀਆਂ ਕਿ ਨਹੀਂ ਜੀ, ਫੌਜੀ ਦਾ ਕਿ ਸ਼ਰਾਬ ਜ਼ਿਆਦਾ ਪੀਂਦੇ ਨੇ ਜਾਂ ਬਲੈਕ ਕਰਦੇ ਨੇ। ਗੱਲ ਇਹ ਸੀ ਕਿ ਮਤਲਬ 2 ਬੋਤਲਾਂ ਰੋਕਣ ਦੇ ਨਾਲ ਇੱਕ ਫੌਜੀ ਦੀਆਂ ਕਿੰਨਾ, ਕਿਉਂਕਿ ਇਹ ਤਾਂ ਕਲੀਅਰ ਹੈ ਕਿ 2.25 ਲੱਖ ਸਾਬਕਾ ਫੌਜੀ ਨੇ। ਇਹਦੇ 'ਚ ਸਰਕਾਰਾਂ ਦਾ ਡਾਟਾ ਵੇਖ ਲਓ ਕਿ 2 ਬੋਤਲਾਂ ਵੀ ਘੱਟ ਰੇਟ 'ਤੇ ਜੇ ਰੰਮ ਦੀਆਂ ਉਹ ਲੈ ਲੈਂਦੇ ਨੇ ਅਤੇ ਕੀ ਗੁਨਾਹ ਕਰ ਲੈਂਦੇ ਨੇ। ਆਪ ਤੁਸੀਂ ਡਰਮਾਂ ਦੇ ਡਰਮ ਪੀ ਜਾਂਦੇ ਹੋ, ਉਹ 4 ਘਟਾਤੀਆਂ, ਹੁਣ ਤਾਂ ਮੇਰੇ ਖਿਆਲ 3 ਜਾਂ 2 ਹੀ ਰਹਿ ਗਈਆਂ, ਉਹ ਵੀ ਕਪਤਾਨ ਸਾਹਿਬ ਨੇ ਕਢਾਈਆਂ। ਕੋਈ ਹੋਰ ਬੰਦਾ ਘਟਾਵੇ ਗੱਲ ਵੱਖਰੀ ਹੈ ਜੀ। ਮੇਨ ਤਾਂ ਟਵਾਣਾ ਸਾਹਿਬ ਉਹੀ ਹੈ ਨਾ, ਦੇਖਣਾ ਤਾਂ ਪਹਿਲਾਂ ਇਹੀ ਪੈਣਾ ਵੀ ਜੇ ਪੌਂਟੀ ਚੱਡਾ ਹੁਣ ਜੇ ਉਹਨਾਂ ਦੀ ਸਟੋਰੀ ਆਪਾਂ ਖੋਲੀ, ਉਹਨਾਂ ਦੇ ਕੰਟਰੀਬਿਊਸ਼ਨ ਕੀ ਹੈ, ਕੀ ਚੀਜ਼ ਸੀਗੀ ਉਹ। ਇੱਕ ਸ਼ਾਇਦ ਜਿੱਥੇ ਤੱਕ ਮੈਂ ਵੈਸੇ ਪੜ੍ਹਿਆ ਥੋੜਾ ਜਿਹਾ ਉਹਨਾਂ ਲਈ, ਇੱਕ ਰੇਹੜੀਆਂ ਵਾਲੇ ਇਨਸਾਨ ਸੀ, ਥੋੜਾ ਜਿਹਾ ਮਾੜੇ ਨਹੀਂ ਹੁੰਦੇ, ਪਰ ਮਤਲਬ ਤੁਸੀਂ ਝਟਕ ਕਹਿ ਸਕਦੇ ਹੋ ਜਾਂ ਵੀ ਲੋਕਾਂ ਨੂੰ ਲੁੱਟਣ ਦਾ ਉਹ ਸੋਚ ਲਿਆ, ਇਹ ਚੀਜ਼ ਆ ਗਈ ਉਹਨਾਂ ਦੇ ਵਿੱਚ। ਅੱਛਾ ਗੁਰਧਿਆਨ ਜੀ, ਫੌਜ ਨਾਲ ਸੰਬੰਧਿਤ ਮਾਮਲਿਆਂ ਦੀ ਆਪਾਂ ਹੋਰ ਵੀ ਗੱਲ ਕਰਾਂਗੇ। CSD ਕੰਟੀਨਾਂ ਬੰਦ ਕਰ ਦਿੱਤੀਆਂ ਮੋਦੀ ਸਾਹਿਬ ਨੇ, ਜਿੱਥੋਂ ਫੌਜੀ ਘੱਟ ਰੇਟ 'ਤੇ ਜਾਂ ਵਧੀਆ ਕੁਆਲਿਟੀ ਦਾ ਸਮਾਨ ਲੈ ਲੈਂਦੇ ਸੀ, ਕਿਉਂਕਿ ਇਹ ਗੱਲ ਕਲੀਅਰ ਹੈ ਕਿ ਜਿਹੜੀ ਇੱਦਾਂ ਦੀ ਵਾਈਨ ਸ਼ਰਾਬ ਜੋ ਵੀ ਮਿਲਦੀ ਹੈ ਉਹ ਬਹੁਤ ਬੈਟਰ ਹੁੰਦੀ, ਕਿਉਂਕਿ ਸੇਮ ਬ੍ਰਾਂਡ ਤੁਸੀਂ ਬਾਹਰੋਂ ਲੈ ਲਓ, ਠੇਕੇ ਤੋਂ, ਭਾਵੇਂ ਚੰਡੀਗੜ੍ਹੋਂ ਲੈ ਲਓ, ਕਿਤੋਂ ਲੈ ਲਓ, ਸੇਮ ਬ੍ਰਾਂਡ ਤੁਸੀਂ ਕੰਟੀਨ 'ਚੋਂ ਲਓ, ਪੀਣ ਵਾਲੇ ਦੱਸਦੇ ਆ ਕਿ ਜ਼ਮੀਨ ਅਸਮਾਨ ਦਾ ਫਰਕ ਹੈ। ਅੰਦਰ ਕਿਉਂਕਿ ਡਿਸਟਿਲਰੀਆਂ 'ਚੋਂ ਸਿੱਧੀ ਸ਼ਰਾਬ ਆਉਂਦੀ ਹੈ, ਪਰ ਬਾਹਰ ਮਿਲਾਵਟੀ ਆਉਂਦੀ ਹੈ ਸ਼ਰੇਆਮ। ਸੋ ਇਸ ਤਰ੍ਹਾਂ ਬਾਕੀ ਸਮਾਨ ਵੀ ਹੈ ਜਿਹੜਾ ਕੰਟੀਨ 'ਤੇ ਘੱਟ ਰੇਟ 'ਤੇ ਮਿਲ ਜਾਂਦਾ, ਥੋੜ੍ਹਾ ਸਹਾਇਤਾ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ, ਉਹ ਵੀ ਮਤਲਬ ਖੋਈ ਜਾ ਰਹੀ ਹੈ। ਇਹ ਜਿਹੜਾ ਅੱਜ ਜਿਵੇਂ ਨੌਜਵਾਨ ਹਰਜੀਤ ਸਿੰਘ 40 ਸਾਲਾ ਜੋ ਕਿ ਕੋਬਰਾ ਰੈਜੀਮੈਂਟ ਦੇ ਵਿੱਚ ਸੀ, ਕਮਾਂਡੋ ਸੀਗਾ, ਛੱਤੀਸਗੜ੍ਹ ਦੇ ਵਿੱਚ ਸੁਸਾਈਡ ਕਰ ਗਿਆ, ਇਹ ਡਿਪਰੈਸ਼ਨ ਵੀ ਵੱਧ ਰਿਹਾ, ਆਰਥਿਕ ਕਾਰਨ ਵੀ ਨੇ, ਮਾਨਸਿਕ ਕਾਰਨ ਵੀ ਨੇ ਮੇਰਾ ਖਿਆਲ ਆ ਜੀ।
ਟਵਾਣਾ ਸਾਹਿਬ ਇਹ ਪਤਾ ਕਿੱਦਾਂ ਹੈ, ਹੁਣ ਤੁਸੀਂ ਏਦਾਂ ਦੇਖੋ, ਅੱਜ ਜਿਹੜਾ ਆਪਣਾ ਸੰਘਰਸ਼ ਚੱਲ ਰਿਹਾ ਦਿੱਲੀ ਦੇ ਵਿੱਚ, ਹੁਣ ਜਿੰਨੇ ਵੀ ਆਪਣੇ ਆੜੀ ਮਿੱਤਰਾਂ ਨਾਲ ਮੇਰੀ ਗੱਲਬਾਤ ਹੁੰਦੀ ਆ, ਇੱਥੇ ਜਿਆਦਾ ਇੱਕ ਜਿੱਥੇ ਤੱਕ ਮੈਂ ਗੱਲਬਾਤ ਕਰਦਾ, ਇੱਥੇ ਤਾਂ ਉਹ ਆ ਵੀ ਜਿਹੜਾ ਵੀ ਇੱਕ ਨੋਰਮਲ ਫੈਮਿਲੀ ਦੇ ਵਿੱਚ ਵੀ ਆ, ਉਹਦਾ ਵੀ ਇੱਥੇ ਹੁਣ ਬੇਸ਼ੱਕ ਉਹਦੇ ਵਿੱਚ ਮੈਂ ਵੀ ਹਾਂ, ਆਪਾਂ ਵੀ 2-2 3-3 4-4 ਏਕੜਾਂ ਦੇ ਮਾਲਕ ਹਾਂ, ਕੋਈ ਜ਼ਿਆਦਾ ਆਪਾਂ ਕੋਈ ਮਤਲਬ ਕਿ ਵੱਡੇ ਜ਼ਿਮੀਂਦਾਰ ਨਹੀਂ ਹੈਗੇ, ਪਰ ਉਹਨਾਂ ਦੀ ਸੋਚ ਇਹੀ ਰਹਿੰਦੀ ਆ, ਕਿਉਂਕਿ ਬੰਦਾ ਉੱਥੇ ਦੀ ਟੈਨਸ਼ਨ ਲਵੇ ਜਾਂ ਇੱਥੇ ਦੀ ਟੈਨਸ਼ਨ ਲਵੇ, ਸੋਹਣੀਆਂ ਚੀਜ਼ਾਂ ਲੱਗਦੀਆਂ ਨੇ ਜਦੋਂ ਡਿਬੇਟ ਦੇ ਵਿੱਚ ਚੱਲਦੀਆਂ ਨੇ ਵੀ ਇੱਕ ਬਾਰਡਰਾਂ ਤੇ ਬੈਠਿਆ ਤੇ ਇੱਕ ਦਿੱਲੀ ਦੇ ਬਾਰਡਰਾਂ ਤੇ ਬੈਠਿਆ, ਪਰ ਇਹ ਤਾਂ ਜੇ ਆਪਣੀਆਂ ਖੁਦ ਦੀਆਂ ਸਰਕਾਰਾਂ ਹੋਣ, ਜੇ ਇੰਨਾ ਸੋਚਣੀਆਂ ਨੇ ਹੋਣ, ਫਿਰ ਤਾਂ ਇਹ ਪ੍ਰੋਬਲਮ ਆਉਣੀ ਹੀ ਨਹੀਂ ਸੀ, ਕਿਉਂਕਿ ਇਹ ਵੀ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਟਵਾਣਾ ਸਾਹਿਬ। ਇਹ ਆਰਥਿਕ ਸਾਈਡ ਵੀ ਜਾਂ ਕੁਛ ਵੀ, ਆਪਾਂ ਇੱਕ ਟਾਈਮ ਜੇ ਆਪਾਂ ਨਹੀਂ ਖਾਣਾ ਖਾਂਦੇ ਕੋਈ ਦਿੱਕਤ ਨਹੀਂ, ਬਟ ਜਿਹੜਾ ਕਲੇਸ਼ ਆ, ਜੇ ਆਪਾਂ ਸੋਚਦੇ ਹਾਂ ਕਲੇਸ਼ ਇਹ ਲੈ ਬਹਿੰਦਾ, ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਜੀ, ਤੇ ਉੱਥੇ ਵੀ ਜਿੰਨੇ ਹੁਣ ਆੜੀ ਮਿੱਤਰਾਂ ਨਾਲ ਗੱਲਬਾਤ ਕਰਦੇ ਆ, ਉਹਨਾਂ ਦਾ ਇੱਕ ਬਹੁਤ ਵੱਡਾ ਫਿਕਰ ਆ, ਕਹਿੰਦੇ ਵੀ ਯਾਰ ਹੁਣ ਜਿਵੇਂ ਗੱਲਾਂ ਬਾਤਾਂ ਕਰਦੇ ਨੇ ਕੁਛ ਇੱਕ ਅਧਿਕਾਰੀਆਂ ਨਾਲ ਵੀ, ਜਿਹੜੇ ਮਿੱਤਰ ਰਹੇ ਨੇ ਪੁਰਾਣੇ ਅਧਿਕਾਰੀ ਵੀ ਨੇ, ਉਹਨਾਂ ਨਾਲ ਗੱਲ ਹੁੰਦੀ ਆ ਵੀ ਕਿਤੇ ਨਾ ਕਿਤੇ ਤਣ ਪੱਤਨ ਤਾਂ ਲੱਗਣੀ ਚਾਹੁੰਦੀ ਆ। ਬਾਕੀ ਦੂਜੀ ਗੱਲ ਟਵਾਣਾ ਸਾਹਿਬ, ਜਿਹੜਾ ਇਹ ਹੈ ਨਾ ਮੇਰੇ ਵਿਚਾਰ ਦੇ ਵਿੱਚ, ਹੁਣ ਮੈਂ ਚਲੋ ਇਹ ਤਾਂ ਆਪਣੇ ਵਿਚਲੀਆਂ ਗੱਲਾਂ ਸੀ, ਜਿਹੜੀ ਮੈਂ ਸੋਚ ਰਿਹਾ ਸੀ, ਪਿਛਲੇ ਕਾਲਰ ਗੱਲ ਕਰਕੇ ਗਏ ਸੀਗੇ ਜਿਹੜੇ ਇਹ ਰੋਡ ਬਣ ਰਹੇ ਨੇ, ਮੈਨੂੰ ਤਾਂ ਲੱਗਦਾ ਵੀ ਇਹ ਜਿਹੜੇ ਰੋਡ ਨੇ ਤਕਰੀਬਨ ਇਹ ਕਟੜਾ ਕੁਟੜਾ ਤੱਕ ਨਹੀਂ, ਇਹ ਤਾਂ ਅੰਮ੍ਰਿਤਸਰ ਬਾਰਡਰ ਤੱਕ ਵੀ, ਫਿਰੋਜ਼ਪੁਰ ਬਾਰਡਰ ਤੱਕ ਵੀ ਲੱਗਣੇ ਆ, ਕਿਉਂਕਿ ਜਿਹੜੀਆਂ ਇਹ ਲੜਾਈਆਂ ਨੇ ਟਵਾਣਾ ਸਾਹਿਬ, ਇਹ ਤਾਂ ਇਹ ਤਕਰੀਬਨ ਜੇ ਦੇਖਣ ਨੂੰ ਆਪਣੇ ਲੋਕਾਂ ਦੀ ਤਾਂ ਕੋਈ ਦੁਸ਼ਮਣੀ ਨਹੀਂ, ਚਾਹੇ ਪਾਕਿਸਤਾਨ ਜਾਂ ਚਾਈਨਾ ਜੀ, ਕਿਉਂਕਿ ਮੈਨੂੰ ਉਹ ਕੋਈ ਵੀ ਪਲ ਨਹੀਂ ਭੁੱਲਦਾ। ਮੈਂ ਨਥੂਲਾ ਦੇ ਵਿੱਚ ਜਦੋਂ ਸਾਡੀਆਂ ਸੀਸੀ ਉੱਪਰ ਕੰਪਨੀਆਂ ਸੀਗੀਆਂ, ਉੱਥੇ ਮੈਨੂੰ ਸਾਹਮਣੇ ਭੂਟਾਨ ਵੀ ਦਿਖਦਾ ਸੀ ਜੀ, ਤੇ ਸਾਈਡ ਤੇ ਨਥੂਲਾ ਜਾਂਦੇ ਸੀ, ਕਈ ਵਾਰ ਉੱਥੇ ਚਾਈਨਾ ਵੀ ਦਿਖਦਾ ਸੀ। ਪਾਕਿਸਤਾਨ ਦੀ ਤਾਂ ਚੱਲ ਬਹੁਤ ਜਗ੍ਹਾਵਾਂ ਨੇ, ਉੱਥੇ ਅਸੀਂ ਕਈ ਵਾਰ ਇਹੋ ਜਿਹੀ ਵੀ, ਜੇ ਹੁਣ ਆਪਾਂ ਗੱਲ ਕਰੀਏ ਆਵਾਜ਼ਾਂ ਨਾਲ ਵੀ ਗੱਲਾਂ ਕਰਦੇ ਸੀ, ਆਵਾਜ਼ਾਂ ਮਾਰ ਕੇ ਜੀ, ਪਰ ਇਹ ਜਦੋਂ ਸਾਡੇ ਆਪਸ ਦੇ ਵਿੱਚ ਵਿਤਕਰੇ ਨਹੀਂ ਹੈ ਇੰਨੇ, ਇਹ ਤਾਂ ਵਿੱਚ ਜਿਹੜੇ ਚੈਨਲ ਵਾਲੇ ਨੇ, ਉਹਨਾਂ ਨੇ ਇੰਨਾ ਲੋਕਾਂ ਨੂੰ ਥੋੜਾ ਸਮਝਣਾ ਪੈਣਾ, ਇੰਨਾ ਮਤਲਬ ਕਿ ਜ਼ਹਿਰ ਭਰਤਾ ਲੋਕਾਂ ਦੇ ਵਿੱਚ, ਪਾਕਿਸਤਾਨ ਚਾਈਨਾ ਜਾਂ ਬਲਾ ਕੁਛ ਵੀ ਆ, ਇਹਨਾਂ ਨੇ ਤਾਂ ਇੱਕ ਬਿਜ਼ਨਸ ਚਲਾਉਣਾ ਟਵਾਣਾ ਸਾਹਿਬ, ਇਹਨਾਂ ਦੀ ਹੱਬ ਬਣਨੀ ਆ ਜਾਂ ਤਾਂ ਪੰਜਾਬ ਜਾਂ ਹਰਿਆਣਾ, ਇਹਨਾਂ ਨੇ ਪਹਿਲਾਂ ਤਾਂ ਬਣਾਉਣੇ ਨੇ ਰੋਡ। ਸ਼ਾਇਦ ਮੈਂ ਜ਼ਰੂਰੀ ਨਹੀਂ ਕਹਿ ਰਿਹਾ ਵੀ ਮੈਂ ਬਹੁਤ ਬੜਾ ਅਰਥ ਸ਼ਾਸਤਰੀ ਨਹੀਂ, ਕੁਛ ਵੀ, ਜਿੰਨਾ ਕੁ ਮੈਨੂੰ ਲੱਗਦਾ, ਉਸ ਤੋਂ ਬਾਅਦ ਜਦੋਂ ਇਹਨਾਂ ਦਾ ਇੱਕ ਰੋਡ ਮੈਪ ਬਣ ਗਿਆ ਸਾਰਾ ਕੁਛ, ਫਿਰ ਇਹਨਾਂ ਨੇ ਟਵਾਣਾ ਸਾਹਿਬ ਸਾਰੇ ਰੋਡ ਖੋਲਣੇ ਨੇ, ਇਹ ਕਾਬਲ ਕੰਧਾਰ ਤੱਕ ਇਹ ਬਿਜ਼ਨਸਮੈਨਾਂ ਨੇ ਆਪਣੀਆਂ ਫਸਲਾਂ ਵੇਚਣੀਆਂ ਨੇ, ਇਹਨਾਂ ਨੇ ਆਪ, ਮਤਲਬ ਲੋਕਾਂ ਨੂੰ ਨਹੀਂ, ਲੋਕਾਂ ਦੇ ਮਤਲਬ ਕਿ ਲੋਕਾਂ ਦੇ ਢਿੱਡ ਦੀ ਨਹੀਂ ਹੈਗੀ ਇਹਨਾਂ ਨੂੰ, ਬਿਲਕੁਲ ਇਹ ਲੋਕਾਂ ਨੇ ਵਪਾਰ ਕਰਨੇ ਨੇ ਵੱਡੇ। ਇਹ ਜਦੋਂ ਸਾਰਾ ਲੋਕਾਂ ਕੋਲੋਂ ਆਪਣੇ ਕੋਲ ਆ ਗਿਆ ਜ਼ਮੀਨ ਜਾਇਦਾਦ, ਫਿਰ ਵਪਾਰ ਸ਼ੁਰੂ ਹੋ ਜਾਏਗਾ, ਫਿਰ ਲੋਕ ਧੌਲੇ ਬਲਦ ਵਾਂਗੂ ਕਮਾਈ ਜਾਣਗੇ। ਸੋ ਬਹੁਤ ਬਹੁਤ ਧੰਨਵਾਦ। ਸਾਬਕਾ ਜਵਾਨ ਸਰਦਾਰ ਗੁਰਧਿਆਨ ਸਿੰਘ ਜੀ ਬਾਈ ਜੀ ਜੁੜੇ ਸੀ, ਮਿਹਰਬਾਨੀ, ਥੈਂਕ ਯੂ। ਸਮਾਂ ਸਮਾਪਤੀ ਵੱਲ ਨੂੰ ਹੈ, ਤੁਸੀਂ ਆਪਣਾ ਕੋਈ ਲਿਖਤ ਵਿਚਾਰ ਦੇਣਾ ਹੋਵੇ, ਆਡੀਓ ਪਲੀਜ਼ ਭੇਜ ਸਕਦੇ ਹੋ 98 096 ਤੇ, ਰਿਕਾਰਡਡ ਮੈਸੇਜ ਵੀ ਭੇਜ ਸਕਦੇ ਹੋ, ਅਤੇ ਇਸ ਦੇ ਨਾਲ ਨਾਲ ਕੁਵੈਤ ਤੋਂ ਭੁੱਲਰ ਸਾਹਿਬ ਦਾ ਸੁਨੇਹਾ, ਖਹਿਰਾ ਸਾਹਿਬ ਦਾ BC ਤੋਂ, ਅਤੇ ਭੈਣਾਂ ਨੇ ਜੋਲ ਹਰਵਿੰਦਰ ਜੀ ਥੈਂਕ ਯੂ, ਅਤੇ ਰਾਏਕੋਟ ਤੋਂ ਬਾਈ ਜੀ ਥੈਂਕ ਯੂ, ਢੱਲੋਂ ਸਾਹਿਬ, ਜਗਦੀਪ ਸਿੰਘ ਹੋਰਾਂ ਦਾ ਵੀ ਸੁਨੇਹਾ ਧੰਨਵਾਦ, US ਬਾਜਵਾ ਸਾਹਿਬ US ਤੋਂ, ਸਤਨਾਮ ਸਿੰਘ ਜੋਗਿੰਦਰ ਸਿੰਘ ਬਾਜਵਾ, ਸਭ ਸੱਜਣਾ ਦਾ ਧੰਨਵਾਦ। ਸੋ ਕੁਝ ਸੁਨੇਹੇ ਰਹਿ ਗਏ ਹੋਣੇ ਨੇ, ਫੇਸਬੁੱਕ 'ਤੇ ਵੀ ਹਾਜ਼ਰੀ ਲਵਾਈ ਹੈ ਸੱਜਣਾ ਨੇ, ਉਹਨਾਂ ਦਾ ਵੀ ਧੰਨਵਾਦ। ਅਹਿਮਦ ਅੰਸਾਰੀ ਸਾਹਿਬ ਮਰੇਕੋਟਲਾ ਤੋਂ, ਰਾਮ ਬਾਬਾ ਮਾਣੂਕੇ ਤੋਂ, ਸਭ ਸੱਜਣਾ ਦਾ ਧੰਨਵਾਦ। ਸੋ ਸਾਡੇ ਇਹਨਾਂ ਪ੍ਰੋਗਰਾਮਾਂ ਦੀ ਤਫਸੀਲ ਲੈਣੀ ਹੋਵੇ, ਅਦਾਰੇ ਨੂੰ ਕੋਈ ਸਪੋਰਟ ਕਰਨਾ ਹੋਵੇ, ਸੂਚਨਾ ਸਾਂਝੀ ਕਰਨੀ ਹੋਵੇ, ਤਾਂ ਸਾਡੀ ਵੈਬਸਾਈਟ 'ਤੇ ਵਿਜ਼ਿਟ ਕੀਤਾ ਜਾ ਸਕਦਾ tivanaradio.com, ਅਤੇ ਜਾਂ ਫਿਰ ਅਮਰੀਕਾ ਦੇ ਵਿੱਚ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ 667 930 9260 'ਤੇ ਸੁਣ ਸਕਦੇ ਹੋ ਕਾਲ ਕਰਕੇ, ਅਤੇ ਇਸ ਦੇ ਨਾਲ ਨਾਲ ਆਈਫੋਨ ਅਤੇ ਐਂਡਰਾਇਡ ਐਪਸ 'ਤੇ ਵੀ ਇਹ ਸਹੂਲਤ ਤੁਹਾਨੂੰ ਸੁਣਨ ਦੀ ਮਿਲੇਗੀ। ਐਪਸ ਜ਼ਰੂਰ ਡਾਊਨਲੋਡ ਕਰੋ, ਅਤੇ ਇਸ ਪ੍ਰੋਗਰਾਮ ਦਾ ਰਿਪੀਟ ਤੁਹਾਨੂੰ ਟਿਵਾਣਾ ਰੇਡੀਓ ਦੇ YouTube 'ਤੇ ਪੇਜ 'ਤੇ ਮਿਲੇਗਾ। ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਇਹ ਗੁਜ਼ਾਰਿਸ਼। ਸੋ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਿਵਾਣਾ ਨੂੰ ਇੱਥੇ ਦਿਓ ਆ ਗਿਆ। ਧੰਨਵਾਦ, ਸਤਿ ਸ਼੍ਰੀ ਅਕਾਲ।